सत श्री अकाल, सलाम, नमस्कार, आदाब, सब सत्कार है सज्जनां नूं जो इस वक्त जिंदगी दे रंगां ते वादियां तरंगां नूं माणदे होए जुड़े ने टिवाणा रेडियो दे नाल बागां ते रागां दे शहर पटियाला तो मैं परमिंदर सिंह टिवाणा आप सब सज्जनां दा स्वागत करदा। शुक्रवार दी शाम भारती समां 6:33 हो गए ने। सोमवार तो लैके शनिवार तक सवेरे 6 बजे तो लैके 8 बजे तक ते शाम नूं 6:30 बजे तो लैके 8:30 बजे तक मैं परमिंदर सिंह टिवाणा ते मेरे जोड़ीदार एडवोकेट सुरेंद्र सिंह आप जी दे नाल जुड़दे हां। धर्म कर्म सियासत विरासत दीआं गल्लां करदे हां। अज तारीख है 1 अक्तूबर सन 2021, 16 असू नानकशाही संमत 553, शुक्रवार दी शाम, जुम्मे दी शाम है ते दौरे सियासत दे विच काफी कुछ चल रहा ते करसानी मन हाली करसानी करनी रख गरीबी वेस गुरु साहब दा संदेश है। उस मुताबिक अगर करसानी दी गल करिए तां झोना ਜਿਹੜਾ ਕਦੇ ਪੰਜਾਬਣਾਂ ਦੇ ਸਿਰ ਤੇ ਹੁੰਦਾ ਸੀ ਤੇ ਹੁਣ ਝੋਨੇ ਦੇ ਸਿਰ ਤੇ ਪੰਜਾਬਣਾਂ ਮੱਲਾਂ ਮਾਰ ਰਹੀਆਂ ਨੇ। ਉਹ ਕਹਿੰਦੇ ਨੇ ਨਾ ਕਿ ਕੁੜਤੀ ਮਲਮਲ ਦੀ ਨਾ ਝੋਨਾ ਮਲਮਲ ਦਾ ਝੋਨਾ ਮਲਮਲ ਦਾ ਵਿੱਚ ਘੁੰਡ ਦੇ ਦੰਦਾਸਾ ਦਿਸਦਾ। ਤੇ ਇਸ ਸੰਬੰਧੀ ਜਿਹੜੀ ਦੰਦਾਸੇ ਵਾਲੀ ਜਿਹੜੀ ਸਥਿਤੀ ਹੈ ਉਹ ਵੀ ਤਕਰੀਬਨ ਬਣੀ ਹੋਈ ਹੈ ਤੇ ਇਸ ਮੁਤਲਕ ਜਿਹੜਾ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਫੀ ਕੁਝ ਹੋ ਰਿਹਾ। ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਜਹਿਦ ਕਿਸਾਨਾਂ ਦੀ ਚੱਲ ਰਹੀ ਹੈ। ਸੋ ਇਸ ਸਿਲਸਿਲੇ ਵਿੱਚ ਜੇ ਦੇਖਿਆ ਜਾਵੇ ਤਾਂ ਕੁਝ ਡਿਵੈਲਪਮੈਂਟ ਅਜੇ ਕੋਈ ਬਹੁਤੀ ਨਜ਼ਰ ਨਹੀਂ ਆ ਰਹੀ ਤੇ ਇਸ ਸਾਰੇ ਸਿਲਸਿਲੇ ਦੇ ਦੌਰਾਨ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਉਤਰਾਅ ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਭਾਜਪਾ ਦੇ ਨਾਲ ਜੋ ਕੈਪਟਨ ਅਮਰਿੰਦਰ ਸਿੰਘ ਦੀਆਂ ਸਾਂਝਾਂ ਨੇ ਉਹਨਾਂ ਸਾਂਝਾਂ ਦੇ ਮੁਤਲਕ ਹੁਣ ਹਰੀਸ਼ ਰਾਵਤ ਦਾ ਵੀ ਬਿਆਨ ਦਿੱਤਾ ਕਿ CLP ਦੀ ਮੀਟਿੰਗ ਦੇ ਬਾਰੇ ਅਸੀਂ ਤਾਂ ਕੈਪਟਨ ਨੂੰ ਦੱਸਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਹੀ ਖੁਦ ਭਾਜਪਾ ਦਾ ਹਮਦਰਦ ਬਣ ਰਿਹਾ ਹੈ ਤੇ ਹਰੀਸ਼ ਰਾਵਤ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਹ ਦੋਸ਼ ਲਾ ਦਿੱਤੇ ਨੇ। ਤੇ ਹਾਲਾਂਕਿ ਹਰੀਸ਼ ਰਾਵਤ ਤੋਂ ਬਾਅਦ ਹਰੀਸ਼ ਚੌਧਰੀ ਦਾ ਪੰਜਾਬ ਕਾਂਗਰਸ ਦਾ ਜਿਹੜਾ ਮਾਮਲਿਆਂ ਦਾ ਇੰਚਾਰਜ ਬਣਨਾ ਤੈਅ ਹੀ ਹੈ ਤਕਰੀਬਨ। ਇਸ ਸੰਬੰਧੀ ਐਲਾਨ ਹੋ ਵੀ ਸਕਦਾ ਹੈ ਤੇ ਇਸ ਮੁਤਾਬਕ ਕਪਤਾਨ ਸਾਹਿਬ ਦੇ ਵਾਸਤੇ ਜਾਂ ਪੰਜਾਬ ਦੇ ਵਾਸਤੇ ਜਿੰਨਾ ਕੁ ਕੰਮ ਕਰਨਾ ਸੀ ਹਰੀਸ਼ ਰਾਵਤ ਨੇ ਉਹ ਕਹਿ ਦਿੱਤਾ। ਪਰ ਉਹਦੇ 'ਚ ਇਹ ਉਹਨਾਂ ਦਾ ਕਹਿਣਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕ ਦਲ ਦੀ ਮੀਟਿੰਗ ਦੇ ਬਾਰੇ ਦੱਸਿਆ ਸੀ ਪਰ ਕਪਤਾਨ ਸਾਹਿਬ ਹੀ ਭਾਜਪਾ ਦੇ ਜ਼ਿਆਦਾ ਹਮਦਰਦ ਬਣਨਾ ਚਾਹੁੰਦੇ ਨੇ। ਇਸ ਬਿਆਨ ਦੇ ਕਈ ਸਾਰੇ ਮਾਨੇ ਨਿਕਲਦੇ ਨੇ ਕਿ ਕਪਤਾਨ ਸਾਹਿਬ ਦੇ ਬਾਰੇ ਹੁਣ ਭਾਜਪਾ ਦੇ ਆਗੂਆਂ ਨੇ ਵੀ ਸਪਸ਼ਟ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਭਾਜਪਾ ਦੇ ਹਮਦਰਦ ਬਣ ਰਹੇ ਨੇ। ਤੇ CLP ਦੀ ਮੀਟਿੰਗ ਨੂੰ ਲੈ ਕੇ ਜਿਹੜੇ ਉਹਨਾਂ ਦੇ ਇਤਰਾਜ਼ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਭੰਡਣਾ ਸ਼ੁਰੂ ਕਰ ਦਿੱਤਾ ਕਾਂਗਰਸ ਹਾਈ ਕਮਾਂਡ ਨੇ। ਜੋ ਇਹ ਹਰੀਸ਼ ਰਾਵਤ ਦਾ ਬਿਆਨ ਆਉਂਦਾ ਹੈ ਕਿ ਕੈਪਟਨ ਬਾਰ-ਬਾਰ ਕਹਿ ਰਿਹਾ ਕਿ ਉਹਨਾਂ ਦਾ ਅਪਮਾਨ ਹੋਇਆ। ਅਪਮਾਨ ਕਿਵੇਂ ਹੋਇਆ? ਜਦੋਂ 2 ਵਾਰੀ ਮੁੱਖ ਮੰਤਰੀ ਬਣਾਇਆ, ਉਹਨਾਂ ਨੂੰ ਫੋਨ ਕਰਕੇ ਮਨਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਮੰਨੇ। ਫਿਰ ਸੋਨੀਆ ਗਾਂਧੀ ਦਾ ਉਹਨਾਂ ਨੂੰ ਫੋਨ ਵੀ ਆਇਆ ਜਿਹੜਾ ਕਪਤਾਨ ਸਾਹਿਬ ਨੇ ਨਹੀਂ ਚੁੱਕਿਆ, ਸੁੱਤੇ ਹੋਣਗੇ ਜਾਂ ਕੋਈ ਹੋਰ ਕਾਰਨ। ਕਾਲ ਬੈਕ ਕੀਤੀ ਤੇ ਸੋਨੀਆ ਨੇ ਸਪਸ਼ਟ ਕੀਤਾ ਤੇ ਫਿਰ ਇਹਦੇ 'ਚ ਉਹਨਾਂ ਹਰੀਸ਼ ਰਾਵਤ ਨੇ ਕੇਂਦਰ ਸਰਕਾਰ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਦੀ ਬਹੁਮਤ ਵਾਲੀ ਸਰਕਾਰ ਨੂੰ ਡੇਗਣ ਦੀ ਭਾਜਪਾ ਕੋਸ਼ਿਸ਼ ਨਾ ਕਰੇ। ਹਰੀਸ਼ ਰਾਵਤ ਨੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਨੂੰ ਕਿਸਾਨ ਵਿਰੋਧੀ ਭਾਜਪਾ ਦਾ ਮਦਦਗਾਰ ਨਹੀਂ ਬਣਨਾ ਚਾਹੀਦਾ। ਸੋ ਜੇ ਇਹ ਬਿਆਨ ਆਉਂਦੇ ਨੇ ਇਹਦਾ ਮਤਲਬ ਕਿ ਭਾਜਪਾ ਦੀ ਸਾਂਢ-ਗਾਂਢ ਦੇ ਨਾਲ ਸਾਰਾ ਸਿਲਸਿਲਾ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਦੀ ਕਵਾਇਦ ਜਾਂ ਕਾਂਗਰਸ ਦਾ ਖਾਤਮਾ ਉਸ ਪਾਸੇ ਨੂੰ ਜਿਹੜੀ ਕਹਾਣੀ ਜਾ ਸਕਦੀ ਹੈ। ਤੇ ਇਸ ਮੁਤਲਕ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਮੁਲਾਕਾਤ ਕੀਤੀ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਲ। ਭਾਵੇਂ ਝੋਨੇ ਦਾ ਮਾਮਲਾ ਹੈ ਤੇ ਪਰ ਇਸ ਮੀਟਿੰਗ ਦੇ ਕੁਝ ਮਾਨੇ ਹੋਰ ਵੀ ਨੇ, ਜਿਵੇਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦਾ ਮਾਡਲ ਭੇਟ ਕੀਤਾ ਗਿਆ ਮੋਦੀ ਸਾਹਿਬ ਨੂੰ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਪੰਜਾਬ ਵੱਲੋਂ। ਉਸ ਮੁਤਲਕ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਵੀ ਮੰਗ ਰੱਖੀ ਗਈ ਹੈ ਕਿਉਂਕਿ ਇਸ ਮੁਤਲਕ ਉਹ ਭਾਵੇਂ ਉਹਨਾਂ ਦੀ ਦਿੱਲੀ ਫੇਰੀ ਹੈ, ਅੱਜ 6 ਵਜੇ ਉਹਨਾਂ ਦੀ ਮੀਟਿੰਗ ਸ਼ੁਰੂ ਹੋਈ ਹੈ ਸੋਨੀਆ ਗਾਂਧੀ ਤੇ ਰਾਹੁਲ ਦੇ ਨਾਲ, ਉਸ ਸਿਲਸਿਲੇ 'ਚ ਦਿੱਲੀ ਗਏ ਹੋਏ ਨੇ। ਪਰ ਦੂਸਰੇ ਪਾਸੇ ਜਿਹੜਾ ਨਵਜੋਤ ਸਿੰਘ ਸਿੱਧੂ ਦੀ ਪੈਂਠ ਬਣੀ ਹੋਈ ਹੈ ਕਿ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਖਿਲਾਇਆ ਜਾਂ ਕੁਝ ਵੀ ਕੀਤਾ, ਉਸ ਮੁਤਲਕ ਵੀ ਕਿਤੇ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਧਾਰਮਿਕ ਮੁੱਦਾ ਸੀਗਾ ਉਸ ਨੂੰ ਤੇ ਪੰਜਾਬ ਦੀ ਇੱਕ ਮੰਗ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਸਿੱਧੂ ਨੂੰ ਵੀ ਕਾਊਂਟਰ ਕੀਤਾ ਕਿਉਂਕਿ ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਚ ਸਿੱਧੂ ਦਾ ਨਾਂ ਸੁਰਖੀਆਂ 'ਚ ਰਹਿੰਦਾ ਹੈ। ਪਰ ਪੰਜਾਬ ਦੇ ਚੀਫ ਮਿਨਿਸਟਰ ਦੇ ਤੌਰ ਤੇ
ਇਹ ਉਚੇਚਾ ਦਰਬਾਰ ਸਾਹਿਬ ਦਾ ਮਾਡਲ ਭੇਟ ਕਰਨਾ ਮੋਦੀ ਸਾਹਿਬ ਨੂੰ ਤੇ ਨਾਲ ਇਸ ਮੁਤਲਕ ਉਹਨਾਂ ਨੂੰ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਵਾਸਤੇ ਕਹਿਣਾ, ਇਸ ਬਿਆਨ ਦੇ ਮੰਨ ਨੇ ਕਿ ਸਿੱਧੂ ਦਾ ਜਿਹੜੀ ਪੈਂਠ ਹੈ ਉਸ ਨੂੰ ਕਿਤੇ ਨਾ ਕਿਤੇ ਕਾਂਗਰਸ ਉਸ ਦਾ ਬਦਲ ਲੱਭ ਰਹੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਪ੍ਰੋਬਲਮ ਕ੍ਰੀਏਟਰ ਤਾਂ ਬਣੇਗਾ ਹੀ। ਇਹ ਤਾਂ ਅਜੇ ਸਿਰਫ 2 ਅਧਿਕਾਰੀਆਂ ਦੀ ਨਿਯੁਕਤੀ ਦਾ ਮਾਮਲਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਕ੍ਰੀਏਟ ਕਰੇਗਾ। ਸੋ ਕਾਂਗਰਸ ਪਾਰਟੀ ਦੀ ਇੱਕ ਵੈਦ ਹੈ ਕਿ ਹੌਲੀ ਹੌਲੀ ਸਿੱਧੂ ਦੀਆਂ ਪਾਵਰਾਂ ਘੱਟ ਕੀਤੀਆਂ ਜਾਣ, ਕਿਉਂਕਿ ਇਹ ਸਿਆਸਤ 'ਚ ਹਮੇਸ਼ਾ ਹੁੰਦਾ ਹੈ ਕਿ ਇੱਕ ਨਾਲ ਇੱਕ ਜੋੜ ਦੋ ਤੇ ਜਿਹੜਾ ਮਾੜੀ ਮੋਟੀ ਹਿਲਜੁਲ ਕਰਦਾ ਉਹਦੇ ਬਰਾਬਰ ਦਾ ਸ਼ਰੀਕ ਖੜਾ ਕਰ ਦੋ। ਇਹ ਪੰਜਾਬ ਪੱਧਰ ਤੋਂ ਲੈ ਕੇ ਭਾਰਤ ਪੱਧਰ ਤੱਕ ਆਮ ਭਾਰਤ ਦੀ ਸਿਆਸਤ ਦੀ ਇਹ ਰਵਾਇਤ ਹੈ। ਤੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਹਰੀਸ਼ ਰਾਵਤ ਦਾ ਇਹ ਬਿਆਨ ਦੇਣਾ ਕਿ ਉਹ ਭਾਜਪਾ ਦੇ ਮਦਦਗਾਰ ਨਾ ਬਣਨ ਤੇ ਸਰਕਾਰ ਤੋੜਨ ਦੀ ਕੋਸ਼ਿਸ਼ ਕੇਂਦਰ ਨਾ ਕਰੇ, ਤੇ ਦੂਸਰਾ ਪੰਜਾਬ ਦੇ ਵਿੱਚ ਜਿਹੜੀ ਅਰਾਜਕਤਾ ਇੱਕ ਤਰੀਕੇ ਨਾਲ ਬੇਭਰੋਸਗੀ ਮੋਦੀ ਸਰਕਾਰ ਪੇਸ਼ ਕਰ ਰਹੀ ਹੈ। ਜਿਹੜੀ ਝੋਨੇ ਦੀ ਖਰੀਦ ਤੁਸੀਂ ਵੇਖੋ ਕਿ ਹਜ਼ਾਰਾਂ ਟਨ ਝੋਨਾ ਮੰਡੀਆਂ 'ਚ ਆ ਚੁੱਕਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੇ ਵਿੱਚ 1.5 ਲੱਖ ਕੁਇੰਟਲ ਝੋਨਾ ਪੁੱਜਿਆ ਤੇ ਖਰੀਦ ਨਾ ਹੋਣ ਕਰਕੇ ਆੜ੍ਹਤੀ, ਕਿਸਾਨ ਤੇ ਮਜ਼ਦੂਰ ਪਰੇਸ਼ਾਨ ਨੇ। ਸੋ ਇਹ ਜਿਹੜਾ ਕੇਂਦਰ ਨੇ ਬਹਾਨਾ ਬਣਾਇਆ ਬੀਜੇਪੀ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਜਿਹੜੀ ਹੈ ਉਹ ਵੱਧ ਰਹੀ ਹੈ ਤੇ ਇਸ ਮੁਤਲਕ ਸੁਖਬੀਰ ਬਾਦਲ ਨੇ ਵੀ ਸਰਕਾਰ ਦੀ ਆਲੋਚਨਾ ਕੀਤੀ ਹੈ। ਕਿਤੇ ਨਾ ਕਿਤੇ ਪੰਜਾਬ ਦੀ ਵੀ, ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਵੀ ਆਲੋਚਨਾ ਉਹਨਾਂ ਨੇ ਟੇਢੇ ਤਰੀਕੇ ਦੇ ਨਾਲ ਕੀਤੀ ਹੈ। ਸੋ ਬੀਜੇਪੀ ਚੰਨੀ ਸਰਕਾਰ ਵਾਸਤੇ ਹਰ ਸਮੱਸਿਆ ਜਿਹੜੀ ਹੈ ਪੈਦਾ ਕਰ ਰਹੀ ਹੈ ਤੇ ਇਹਨਾਂ ਸਾਰੇ ਮਾਮਲਿਆਂ ਤੇ ਚਰਚਾ ਕਰਨ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਜੁੜ ਚੁੱਕੇ ਨੇ। ਸੁਰਿੰਦਰ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਮਿਹਰਬਾਨੀ ਸੁਰਿੰਦਰ ਜੀ। ਆਪਾਂ ਇਸੇ ਤੋਂ ਸ਼ੁਰੂ ਕਰਦੇ ਹਾਂ। ਜਿਹੜੀ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਦੀ ਮੁਲਾਕਾਤ ਹੋ ਰਹੀ ਹੈ ਅੱਜ ਸੋਨੀਆ ਗਾਂਧੀ ਨਾਲ। ਇਸ ਤੋਂ ਪਹਿਲਾਂ ਪ੍ਰੋਟੋਕੋਲ ਦੇ ਮੁਤਾਬਕ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਨੇ, ਦਰਬਾਰ ਸਾਹਿਬ ਦਾ ਮਾਡਲ ਉਹਨਾਂ ਨੂੰ ਭੇਟ ਕੀਤਾ। ਝੋਨੇ ਦੀ ਇੱਕ ਵੱਡੀ ਸਮੱਸਿਆ, ਸੋ ਮੌਕੇ ਤੇ ਬਹੁਤ ਵਧੀਆ ਕੰਮ ਕੀਤਾ। ਚੰਨੀ ਸਾਹਿਬ ਗਏ ਨੇ ਕਿਉਂਕਿ ਝੋਨੇ ਦੇ ਅੰਬਾਰ ਮੰਡੀਆਂ 'ਚ ਲੱਗ ਰਹੇ ਨੇ, ਪਰ ਕੇਂਦਰ ਸਰਕਾਰ ਦੀ ਜਿਹੜੀ ਇੱਕ ਧਿੱਤ ਹੈ ਪੰਜਾਬ ਪ੍ਰਤੀ ਕਿ ਮੀਂਹ ਪੈ ਗਿਆ। ਆਪਾਂ ਪਹਿਲਾਂ ਵੀ ਸਵੇਰੇ ਕਹਿੰਦੇ ਵੀ ਕਿਹੜਾ ਮੀਂਹ ਪਿਆ, ਤੇ ਇਸ ਦੌਰਾਨ ਚੰਨੀ ਸਾਹਿਬ ਦੀ ਮੀਟਿੰਗ ਪਹਿਲਾਂ PM ਦੇ ਨਾਲ ਤੇ ਉਸ ਦੌਰਾਨ ਦਰਬਾਰ ਸਾਹਿਬ ਦਾ ਉਚੇਚਾ ਮਾਡਲ ਭੇਟ ਕਰਨਾ ਤੇ ਕਰਤਾਰਪੁਰ ਕੋਰੀਡੋਰ ਖੋਲ੍ਹਣਾ ਕਿਤੇ ਨਾ ਕਿਤੇ ਸਿੱਧੂ ਦੀਆਂ ਪ੍ਰਾਪਤੀਆਂ ਦੇ ਬਰਾਬਰ ਦਾ ਕਦਬੁੱਤ ਪੰਜਾਬ ਸਰਕਾਰ ਜਾਂ ਚੰਨੀ ਸਾਹਿਬ ਪੇਸ਼ ਕਰ ਰਹੇ ਨੇ। ਆਪਣਾ ਜਾਇਜ਼ ਮੰਗ ਦੇ ਉੱਤੇ ਪੈਰਵਾਈ ਕਰ ਰਹੇ ਨੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ। ਤੇ ਦੂਸਰਾ, ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਿੱਦਾਂ ਵੇਖਦੇ ਹੋ? ਇਸ ਤੋਂ ਬਾਅਦ ਸੋਨੀਆ ਗਾਂਧੀ ਨਾਲ ਮੀਟਿੰਗ ਦੇ ਕੀ ਮਾਅਨੇ ਨੇ ਜਿਹੜਾ ਅੱਜ ਚੰਨੀ ਨੂੰ ਸ਼ਾਮ ਨੂੰ ਸੱਦਿਆ ਗਿਆ ਕਾਂਗਰਸ ਹਾਈ ਕਮਾਂਡ ਵੱਲੋਂ? ਜੀ ਸੁਰਿੰਦਰ। ਦੇਖੋ, ਜਿੱਥੋਂ ਤੱਕ ਪਹਿਲਾ ਮਸਲਾ ਉਹ ਇਹ ਆ ਕਿ ਹਰ ਵਾਰ ਕੀ ਆ ਕਿ ਖਰੀਦ ਜਿਹੜੀ ਆ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਆ ਤੇ ਕੁਦਰਤੀ ਆ ਕਿ ਜਿਹੜੀ ਖਰੀਦ ਆ ਇਹ ਸਾਰੀ ਦੀ ਸਾਰੀ ਕੇਂਦਰੀ ਏਜੰਸੀ ਕਰਦੀ ਆ। ਜਿਹੜੀ ਸਟੇਟ ਦੇ ਪੂਲ 'ਚ ਆਉਂਦੀ ਆ ਉਹ ਵੀ ਕੇਂਦਰ ਦੇ ਪੈਸੇ ਨਾਲ ਹੁੰਦੀ ਹੈ ਤੇ ਸਾਰੇ ਦਾ ਸਾਰਾ ਜਿਹੜਾ ਉਹ ਕੇਂਦਰ ਨੂੰ ਜਾਂਦਾ। ਚੌਲ ਜਿਹੜਾ ਵਾ ਉਹ FCI ਲੈ ਕੇ ਜਾਂਦੀ, ਜਿਹੜੀ ਸਟੇਟ ਵੀ ਕਰਦੀ। ਪਰ ਸਟੇਟ ਆਪਣੇ ਲੈਵਲ ਤੇ ਕੋਈ ਵੀ ਪਰਚੇਜ ਨਹੀਂ ਕਰ ਸਕਦੀ ਕਿਉਂਕਿ ਜਿਹੜਾ ਪੈਸਾ ਆਏਗਾ ਉਹ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਆਏਗੀ ਉਹ ਗਵਰਨਮੈਂਟ ਆਫ ਇੰਡੀਆ ਤੋਂ ਹੁੰਦੀ ਹੈ ਸੈਂਕਸ਼ਨ ਹੋ ਕੇ, ਤੇ ਇਸ ਕਰਕੇ ਇਹਨਾਂ ਦੇ ਆਪਣੇ ਪੱਲੇ ਕਿਸੇ ਦੇ ਵੀ ਕੁਝ ਨਹੀਂ ਹੈ ਤੇ ਜੋ ਕੁਝ ਆਉਣਾ ਉੱਥੋਂ ਆਉਣਾ ਤੇ ਉਹਦੇ ਹਿਸਾਬ ਨਾਲ, ਯਾਨੀ ਕਿ ਕੁੱਲ ਮਿਲਾ ਕੇ ਇਹ ਆ ਜੋ ਕੇਂਦਰ ਸਰਕਾਰ ਚਾਹੇਗਾ ਉਹੀ ਕੁਝ ਹੋਏਗਾ। ਜੇ ਉਹ ਕਹੇਗਾ ਕਿ ਝੋਨਾ ਗਿੱਲਾ ਭਾਵੇਂ ਕਿੰਨਾ ਵੀ ਸੁੱਕਾ ਹੋਵੇ ਤਾਂ ਗਿੱਲਾ ਹੀ ਗਿਣਿਆ ਜਾਏਗਾ, ਉਹ ਸੁੱਕਾ ਨਹੀਂ ਹੋਏਗਾ। ਹੁਣ ਸਾਰਾ ਕੁਝ ਉਹਨਾਂ ਦੇ ਹੱਥ ਵੱਸ ਆ, ਸਟੇਟ ਦੇ ਕੋਲੇ ਕੁਝ ਨਹੀਂ। ਆਪਾਂ ਪਹਿਲਾਂ ਵੀ ਕਿਹਾ ਸੀ ਕਿ ਜੇ ਕਿਤੇ ਕੇਂਦਰ ਸਰਕਾਰ ਕਿਸੇ ਟਾਈਮ ਹੱਥ ਖਿੱਚ ਦੇਵੇ ਤੇ ਸਟੇਟਾਂ ਕੋਲੇ ਕੁਝ ਹੈ ਹੀ ਨਹੀਂ। ਉਹਦੇ ਨਾਲ ਟੱਕਰ ਲੈਣ ਲਈ ਸਟੇਟਾਂ ਕੀ ਕਰਨਗੀਆਂ? ਸਟੇਟਾਂ ਤਾਂ ਹੈਂਡੀਕੈਪਡ ਨੇ। ਇਹਦੇ 'ਚ ਦੇਖੋ, ਇਹ ਜਿਹੜੀ ਇਹਨਾਂ ਦੀ ਘਤਿੱਤ ਹੈ ਇਹਦੇ ਨਾਲ ਲੋਕਾਂ ਦਾ ਰੋਸ, ਜੇ ਪੰਜਾਬ 'ਚ ਝੋਨੇ ਦੇ ਹਾਲਾਤ ਮਾੜੇ ਨੇ, ਯੂਪੀ ਬਿਹਾਰ 'ਚ ਤਾਂ ਹੋਰ ਮਾੜੇ ਹੋਣੇ ਨੇ। ਕਿਤੇ ਨਾ ਕਿਤੇ ਕਿ ਇਹ ਡਾਢਾ ਜਿਹੜਾ ਕੇਂਦਰ ਜ਼ਿਆਦਤੀ ਕਰ ਰਿਹਾ, ਉਹ ਰੋਸ ਹੈ ਜਿਹੜਾ ਉਹ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਪੋਜ਼ਿਟਿਵ ਵੀ ਜਾਏਗਾ। ਕਿਉਂਕਿ ਬੀਜੇਪੀ ਜੇ ਕਹਿੰਦੀ ਹੈ ਕਿ ਇਹ ਜਿਹੜਾ ਹੁਣ ਪੰਜਾਬ 'ਚ ਕਿੰਨਾ ਕੁ ਮੀਂਹ ਪਿਆ, ਅੱਜ ਕੱਲ੍ਹ ਤਾਂ ਮੀਂਹ ਪੈ ਜੇ ਘੰਟੇ ਬਾਅਦ ਕੰਬਾਈਨਾਂ ਚੱਲ ਪੈਂਦੀਆਂ ਨੇ, ਅੱਸੂ ਦੀ ਖੁਸ਼ਕੀ ਹੈ, ਪੱਛੋਂ ਚੱਲਣ ਲੱਗ ਪੈਂਦੀ ਹੈ। ਠੀਕ ਹੈ ਕਿ ਥੋੜ੍ਹਾ ਜਿਹਾ ਹੁਮਸ ਬਣਿਆ ਹੋਇਆ, ਹਵਾ ਦਾ ਦਬਾਅ ਬਣਿਆ ਹੋਇਆ ਪੰਜਾਬ ਦੇ ਵਿੱਚ, ਗਰਮੈਸ਼ ਹੈ ਤੇ ਪਰ ਇਸ ਦੌਰਾਨ ਇਹ 10 ਦਿਨ ਚੱਕ ਕੇ ਲੇਟ ਮਾਰਨਾ ਕਿ ਕਿੰਨੀ ਕੁ ਪਰਲੋਂ ਆ ਗਈ ਹੈ। ਠੀਕ ਹੈ, ਦੂਸਰੇ ਸੂਬਿਆਂ 'ਚ ਬਾਰਿਸ਼ ਜ਼ਿਆਦਾ ਹੋ ਰਹੀ ਹੈ, ਪਰ ਪੰਜਾਬ ਦੇ ਵਿੱਚ ਪ੍ਰੋਕਿਉਰਮੈਂਟ ਜਦੋਂ ਮੰਡੀਆਂ 'ਚ ਝੋਨਾ ਪਿਆ, ਤੁਸੀਂ ਉਹਦੇ 'ਚ ਨਵੀਂ ਚੈੱਕ ਕਰ ਸਕਦੇ ਹੋ। ਕਿਸਾਨ ਸੁਕਾ ਸਕਦੇ ਨੇ ਕਿਉਂਕਿ ਧੁੱਪ ਬਹੁਤ ਤੇਜ਼ ਪੈ ਰਹੀ ਹੈ, ਅੱਜ ਕੱਲ੍ਹ ਕੜਾਕੇ ਦੀ ਧੁੱਪ ਵੀ ਪੈ ਰਹੀ ਹੈ
ਤੇ ਇਸ ਦੌਰਾਨ ਜੇ ਮੋਦੀ ਸਰਕਾਰ ਇਸ ਤਰ੍ਹਾਂ ਦੀਆਂ ਘਤਿੱਤਾਂ ਕਰਦੀ ਹੈ, ਇਹਦੇ ਨਾਲ ਕਿਸਾਨਾਂ ਦੀ ਨਾਰਾਜ਼ਗੀ ਹੋਰ ਵਧੇਗੀ ਤੇ ਅੰਦੋਲਨ ਹੋਰ ਮਜ਼ਬੂਤ ਹੋਏਗਾ ਤੇ ਬੀਜੇਪੀ ਦੇ ਮੋਦੀ ਸਾਹਿਬ ਦੇ ਹੋਰ ਗਲ ਦੇ ਵਿੱਚ ਹੱਡੀ ਬਣੇਗੀ। ਇਹ ਘਤਿੱਤ ਹੈ ਜਿਹੜੀ ਇਹ ਕਰਨ ਲੱਗੇ ਨੇ। ਇਹ ਵੀ ਇਹਦਾ ਦੇਖਦੇ ਹੋ ਦੂਸਰਾ ਪੱਖ ਜੀ? ਨਹੀਂ, ਉਹ ਤਾਂ ਸਾਰਾ ਕੁਝ ਹੈ ਹੀ ਆ, ਪਰ ਬੀਜੇਪੀ ਨੂੰ ਪਤਾ ਵੀ ਜੋ ਹੁੰਦਾ ਹੋਣ ਦੋ। ਉਹ ਆਪਣੀਆਂ ਜਿਹੜੀਆਂ ਕਰਤੂਤਾਂ ਤੇ ਉਤਰੀ ਹੋਈ ਆ, ਪਹਿਲੇ ਦਿਨ ਉਤਰੀ ਪਈ ਹੈ। ਜਿਸ ਵੇਲੇ ਖੇਤੀ ਕਾਨੂੰਨਾਂ ਦੀ ਗੱਲ ਚੱਲੀ ਸੀ, ਤੁਹਾਨੂੰ ਪਤਾ ਹੋਏਗਾ, ਮੈਂ ਉਦੋਂ ਵੀ ਕਿਹਾ ਸੀ, ਕਿਉਂਕਿ ਸਾਰਾ ਕੁਝ ਕੇਂਦਰ ਸਰਕਾਰ ਦੇ ਹੱਥ 'ਚ ਆ। ਕਹਿਣ ਨੂੰ ਭਾਵੇਂ ਜਿਹੜਾ ਸਟੇਟ 'ਚ ਆਪੋਜੀਸ਼ਨ 'ਚ ਉਹ ਹੁੰਦਾ ਕਹਿੰਦਾ ਜੀ ਇਹ ਆਪਣੇ ਲੈਵਲ ਤੇ MSP ਤੇ ਖਰੀਦ ਕਰੇ। ਕਿਹੜੀ ਸਟੇਟ ਕੋਲੇ ਇੰਨਾ ਪੈਸਾ ਕਿ ਜਿਹੜਾ ਉਹ ਆਪਣੇ ਲੈਵਲ ਤੇ ਖਰੀਦ ਲੂ? ਕਿਸੇ ਦੇ ਪੱਲੇ ਕੱਖ ਨਹੀਂ ਆ, ਕੋਈ ਸਟੇਟ ਨਹੀਂ ਖਰੀਦ ਸਕਦੀ। ਇਹ ਤਾਂ ਪੰਜਾਬ, ਹਰਿਆਣਾ ਤੇ ਵੈਸਟਰਨ ਯੂਪੀ ਆ। ਹੁਣ ਥੋੜਾ ਜਿਹਾ ਇਹਨਾਂ ਮੱਧ ਪ੍ਰਦੇਸ਼ ਦਾ ਏਰੀਆ ਪਾਇਆ ਜਿੱਥੇ ਇਹ ਜਿਹੜੀ ਆ ਪ੍ਰੋਕਿਉਰਮੈਂਟ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਵੱਲੋਂ ਕੀਤੀ ਜਾਂਦੀ ਆ। ਬਾਕੀ ਕਿਸੇ ਦੇ ਪੱਲੇ ਕੁਝ ਨਹੀਂ। ਬਾਕੀ ਤਾਂ ਜੋ ਪ੍ਰਾਈਵੇਟ ਸੈਕਟਰ ਚੱਕ ਕੇ ਲੈ ਗਿਆ। MSP ਜ਼ਰੂਰ ਇੱਕ ਭਾਰਤ ਸਰਕਾਰ ਤੈਅ ਕਰਦੀ ਹੈ, ਉਹਦੇ ਬਾਅਦ ਪ੍ਰਾਈਵੇਟ ਏਜੰਸੀਆਂ ਜਿਹੜੇ ਰੇਟ ਤੇ ਮਰਜ਼ੀ ਲੈ ਜਾਣ। ਬਾਕੀ ਤੁਸੀਂ ਸਾਰੇ ਭਾਰਤ ਨੂੰ ਗਿਣ ਕੇ ਦੇਖ ਲਓ, ਜਿੱਥੇ ਜੋ ਕੁਝ ਮਰਜ਼ੀ ਹੁੰਦਾ। ਪੰਜਾਬ ਦਾ ਕੀ ਆ? ਪੰਜਾਬ 'ਚ ਕਣਕ ਜ਼ਰੂਰ ਖਰੀਦੀ ਜਾਂਦੀ ਆ, ਲੇਕਿਨ ਘੱਟੋ ਘੱਟ 30% ਤੋਂ ਵੱਧ ਝੋਨਾ ਜਿਹੜਾ ਉਹ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਵਿਕ ਜਾਂਦਾ ਵਾ। ਕਿਉਂਕਿ ਉੱਥੇ ਕੀ ਆ, ਉੱਥੇ ਸਮੱਸਿਆ, ਉੱਥੇ ਝੋਨਾ ਲੱਗਿਆ, ਝੋਨੇ ਦੇ ਬਾਅਦ ਮਟਰ ਤੇ ਆਲੂ ਦੀ ਅਗੇਤੀ ਫਸਲ ਜਿਹੜੀ ਉਹ ਲਾਈ ਜਾਣੀ ਆ ਤੇ 60 ਦਿਨ ਬਾਅਦ ਉਹਨਾਂ ਨੇ ਉਹ ਫਸਲ ਪੱਟ ਕੇ ਉਹਦੇ ਮਗਰ ਕਣਕ ਬੀਜੀ ਜਾਣੀ ਆ। ਤੇ ਤਾਂ ਕਰਕੇ ਉੱਥੇ ਸਮੱਸਿਆ, ਉੱਥੇ ਝੋਨਾ ਜਿਹੜਾ ਤਕਰੀਬਨ ਖਤਮ ਹੋਣ ਦੇ ਕਿਨਾਰੇ ਆ ਜਾਂਦਾ। ਜਦੋਂ ਇੱਥੇ ਆ ਕੇ ਆਪਣਾ ਇਹ ਸਰਕਾਰੀ ਖਰੀਦ ਆਉਂਦੀ ਆ। ਅੰਮ੍ਰਿਤਸਰ ਵਾਲਿਆਂ ਦਾ ਅੱਜ ਤੱਕ ਮੈਂ ਕਦੀ ਸਰਕਾਰੀ ਖਰੀਦ 'ਚ ਨਹੀਂ ਪਾਇਆ ਦੇਖਿਆ, ਜਿੰਨੇ ਵੀ ਉੱਥੇ ਸਬਜ਼ੀ ਦੀ ਕਾਸ਼ਤ ਕਰਦੇ ਆ। ਇਹ ਹਾਲਾਤ ਆ ਉੱਥੋਂ ਦੀ। ਲੇਕਿਨ ਇੱਥੇ ਐਤਕੀ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਤੋਂ ਮਤਲਬ ਇਹ ਸਰਕਾਰੀ ਖਰੀਦ ਸ਼ੁਰੂ ਹੋਈ ਆ, ਉਦੋਂ ਤੋਂ ਲੈ ਕੇ ਅੱਜ ਤੱਕ ਪਹਿਲੀ ਵਾਰ ਆ ਕਿ ਇਹ 11 ਅਕਤੂਬਰ ਜਿਹੜਾ ਉਹ ਕਰ ਦਿੱਤਾ ਗਿਆ ਕਿ 11 ਅਕਤੂਬਰ ਤੋਂ ਪਹਿਲਾਂ ਖਰੀਦ ਨਹੀਂ ਹੋਏਗੀ। ਹਮੇਸ਼ਾ 1 ਅਕਤੂਬਰ ਤੋਂ ਖਰੀਦ ਹੁੰਦੀ ਆ। ਔਰ ਇਹ ਤੁਸੀਂ ਦੇਖੋ ਕਿ ਕੋਈ ਟਾਈਮ ਹੁੰਦਾ ਸੀ ਆਪਣੇ ਪੰਜਾਬ 'ਚ ਕਣਕ ਜਿਹੜੀ ਆ ਉਹ 16 ਅਪ੍ਰੈਲ ਜਾਂ 20 ਅਪ੍ਰੈਲ ਤੱਕ ਜਿਹੜੀ ਸੀ ਉਹ ਮਸੀਂ ਤਿਆਰ ਹੁੰਦੀ ਸੀਗੀ। ਪਰ ਹੌਲੀ ਹੌਲੀ ਹਾਲਾਤ ਇਹ ਜਿਹੇ ਬਣ ਗਏ ਕਿ ਹੁਣ ਪਟਿਆਲੇ ਦਾ ਕੁਝ ਏਰੀਆ ਜਿਹੜਾ ਉਹ ਤੁਸੀਂ ਅੰਦਾਜ਼ਾ ਲਾਓ ਕਿ 3-4 ਅਪ੍ਰੈਲ ਤੱਕ ਬਿਲਕੁਲ ਪਟਿਆਲਾ ਜ਼ਿਲ੍ਹਾ ਜਿਹੜਾ ਉਹ ਖਾਲੀ ਹੋਣ ਦੇ ਕਿਨਾਰੇ ਤੇ ਆ ਜਾਂਦਾ, ਜੇ ਗਰਮੀ ਥੋੜੀ ਜਿਹੀ ਜ਼ਿਆਦਾ ਪੈ ਜਾਏ। ਤੇ ਨਹੀਂ ਤੇ ਇਹ ਹੁੰਦਾ ਕਿ ਕਈ ਵਾਰੀ 28, 27 ਜਾਂ 26 ਮਾਰਚ ਨੂੰ ਹੀ ਕਟਾਈ ਬੜੇ ਜ਼ੋਰਾਂ ਨਾਲ ਜਿਹੜੀ ਉਹ ਚੱਲ ਜਾਂਦੀ ਆ, ਕਿਉਂਕਿ ਫਸਲ ਪੱਕਣ ਤੇ ਆ ਕਿ ਉਸ ਵੇਲੇ ਮੌਸਮ ਕਿੱਦਾਂ ਦਾ ਨਹੀਂ। ਪਰ ਇਹ ਜਿਹੜੀ ਕਿਤੇਤ ਕੀਤੀ ਗਈ ਹੈ, ਜਾਣ ਬੁੱਝ ਕੇ ਕੀਤੀ ਗਈ ਆ। ਕਿਸਾਨੀ ਅੰਦੋਲਨ ਤੋਂ ਖਫਾ ਨੇ ਸਿਰਫ ਪਰੇਸ਼ਾਨ ਕਰਨਾ ਸੀ ਤੇ ਪਰੇਸ਼ਾਨ ਕਰਕੇ ਪਰੇਸ਼ਾਨ ਉਹ ਖੁਦ ਹੋਣਗੇ। ਕਿਸਾਨਾਂ ਨੇ ਤੇ ਜਿਹੜਾ ਪਰੇਸ਼ਾਨ ਹੋਣਾ ਹੀ ਹੋਣਾ। ਦੇਖੋ ਗੱਲ ਇਹ ਆ ਕਿ ਝੋਨੇ ਦੇ ਢੇਰ ਲੱਗ ਚੁੱਕੇ ਨੇ। 1 ਤਰੀਕ ਦੇ ਲਈ ਲੋਕਾਂ ਨੇ 28, 29 ਤੇ 30 ਤੇ 31 ਇਹਨਾਂ 4 ਦਿਨਾਂ 'ਚ ਵੱਢ ਕੇ ਇੰਡੇ ਕੋ ਵੱਡੇ ਢੇਰ ਲਾਤੇ ਵੀ ਸਰਕਾਰ ਦਾ ਨੱਕਦਮ ਹੋਇਆ ਪਿਆ। ਜੇ ਇੱਕ ਦਿਨ ਵੀ ਖਰੀਦ ਨਾ ਹੋਵੇ ਤੇ ਮਗਰ ਰੱਖਣ ਲਈ ਜਗ੍ਹਾ ਨਹੀਂ ਬਚਦੀ ਹੈ। ਪਹਿਲਾਂ ਤਾਂ ਆਪਾਂ ਜਿਸ ਵੇਲੇ ਕੰਬਾਈਨਾਂ ਦਾ ਉਹ ਦੌਰ 1980 ਦਾ ਜਦੋਂ ਚੱਲੀਏ ਤਾਂ ਉਦੋਂ ਟਰੈਕਟਰ ਟਰਾਲੀਆਂ ਵਿਰਲੇ ਵਾਂਝੇ ਸੀ। ਆਪਾਂ ਨੂੰ ਪਤਾ, ਆਪਾਂ ਘਰ 'ਚ ਪਹਿਲਾਂ ਢੇਰ ਲਾਉਂਦੇ ਸੀ, ਲਿਆ ਕੇ ਦੋ ਟਰਾਲੀਆਂ ਨਾਲ ਢੇਰ ਲਾਉਣੇ, ਮੁੜ ਕੇ ਘਰੋਂ ਚੱਕ ਕੇ ਲੱਦ ਕੇ ਮੰਡੀ ਸੁੱਟਣੀ। ਉਦੋਂ ਹੋਰ ਸਮਾਂ ਸੀ। ਅੱਜ ਹੁਣ ਹਰ ਬੰਦੇ ਕੋਲ ਆਪੋ ਆਪਣਾ ਸਾਧਨ ਹੈ ਤੇ ਦੂਜੀ ਗੱਲ ਬੰਦੇ ਸੀਮਤ ਨੇ। ਹਰ ਬੰਦਾ ਕਹਿੰਦਾ ਟਰਾਲੀਆਂ ਭਰੀਆਂ ਨੇ, ਸਿੱਧੀਆਂ ਮੰਡੀ ਉਤਾਰੋ ਤੇ ਕੱਲ ਨੂੰ ਆ ਕੇ ਫਿਰ ਹੋਰ ਜਿਹੜੀ ਵੱਢ ਲਾਂਗੇ। ਜਾਂ ਕੰਟੀਨਿਊ ਟਰਾਲੀਆਂ ਚੱਲੀ ਜਾਂਦੀਆਂ, 4-5 ਟਰਾਲੀਆਂ ਇੱਕ ਬੰਨੇ ਜੋੜ ਦਿੰਦੇ ਆ, ਨਾਲ ਦੀ ਨਾਲ ਮੰਡੀ 'ਚ ਪਹੁੰਚੀ ਜਾਂਦਾ। ਪਰ ਹੁਣ ਜਿਹੜੀ ਕਰਤੂਤ ਇਹਨਾਂ ਨੇ ਕੀਤੀ ਆ, ਇਹ ਕੋਈ ਇਨਸਾਨਾਂ ਵਾਲੀ ਕਰਤੂਤ ਨਹੀਂ, ਇਹ ਕੋਈ ਸਰਕਾਰ ਵਾਲਾ ਕੰਮ ਨਹੀਂ ਹੈ। ਜਾਣ ਬੁੱਝ ਕੇ ਜਿਹੜਾ ਉਹ ਪਰੇਸ਼ਾਨ ਕਰਨ ਦੇ ਲਈ ਹੈ ਕਿ ਕਿਸਾਨੀ ਅੰਦੋਲਨ ਇੱਥੋਂ ਸ਼ੁਰੂ ਹੋਇਆ। ਉਹ ਉੱਥੇ ਆ ਕੇ ਇਹਨਾਂ ਨੂੰ ਹੈ ਕਿ ਝੋਨੇ ਦੀ ਖਰੀਦ ਲੇਟ ਕਰ ਦੋ, ਕਿਸਾਨ ਆਪੇ ਤੜਫਣਗੇ ਤੇ ਤੜਫ ਕੇ ਸਾਡੇ ਮਗਰ ਫਿਰਨਗੇ। ਇਹੀ ਕਰਤੂਤ। ਦੇਖੋ ਸੁਰਿੰਦਰ ਵੀਰ, ਮੈਂ ਇਹ ਚੀਜ਼ਾਂ ਅੱਖੀ ਵੇਖੀਆਂ ਖੇਤੀਪੱਤੀ ਨਾਲ ਜੁੜੇ ਹੋਏ। ਜਦੋਂ ਝੋਨਾ ਲੱਗਣਾ ਸ਼ੁਰੂ ਹੋਇਆ, ਮਤਲਬ ਝੋਨਾ ਲਿਆ ਕੇ ਘਰਾਂ 'ਚ ਸਿੱਟ ਲੈਂਦੇ ਸੀ ਖਰੀਦ ਦਾ, ਜਾਂ ਹੋਰ ਕਈ ਸਮੱਸਿਆ ਸੀ, ਜਾਂ ਮੱਕੀ ਜਾਂ ਹੋਰ ਚੀਜ਼ਾਂ ਸਾਂਭ ਕੇ ਵਿਹਲੇ ਜਿਹੇ ਹੋ ਕੇ ਜਦੋਂ ਟਰਾਲੀਆਂ ਘੱਟ ਹੁੰਦੀਆਂ ਸੀ ਉਦੋਂ ਲੋਕ ਝੋਨਾ ਫਿਰ ਮੰਡੀ ਸਿੱਟਦੇ ਸੀ। ਮੈਂ ਅੱਖੀਂ ਵੇਖਿਆ ਕਿ ਘਰਾਂ 'ਚ ਝੋਨੇ ਦੇ ਢੇਰ ਲੱਗੇ ਹੋਏ। ਉਹ ਇੰਨਾ ਸੁੱਕ ਜਾਂਦਾ ਸੀ ਸੁਰਿੰਦਰ ਅੱਸੂ ਦੀ ਗਰਮੀ 'ਚ ਕਿ ਉਹਦੇ 'ਚ ਮੈਂ ਖੁਦ ਉਸ ਝੋਨੇ ਦੀ ਢੇਰੀ ਨੂੰ ਵੱਢ ਕੇ ਕਈਆਂ ਦੇ ਨਾਲ ਉਹਦੇ 'ਚ ਪਾਣੀ ਦੀਆਂ ਬਾਲਟੀਆਂ ਸਿੱਟਦੇ ਮੈਂ ਖੁਦ ਕਿਸਾਨ ਪਿੰਡਾਂ 'ਚ ਵੇਖਿਆ ਕਿ ਉਹਦੇ 'ਚ ਨਮੀ ਦੀ ਮਾਤਰਾ ਇੰਨੀ ਘਟ ਜਾਂਦੀ ਸੀ ਕਿ ਉਹ ਇੰਨਾ ਸੁੱਕਾ ਕੜੁੱਕ ਹੋ ਜਾਂਦਾ ਸੀਗਾ ਕਿ ਉੱਥੇ ਬਾਲਟੀਆਂ ਪਾ ਕੇ ਥੋੜੀ ਜਿਹੀ ਨਮੀ ਵਧਾ ਦਿੰਦੇ ਸੀ ਤਾਂ ਜੋ ਵਜਨ ਥੋੜਾ ਜਿਹਾ ਵੱਧ ਜੇ। ਮਤਲਬ ਨਮੀ ਇੰਨੀ ਘਟ ਜਾਂਦੀ ਸੀ, ਉਹ 'ਚ ਇੰਨਾ ਖੁਸ਼ਕ ਹੋ ਜਾਂਦਾ ਸੀਗਾ ਕਿ ਇੰਨਾ ਸਾਧਨ ਸੀ। ਠੀਕ ਹੈ ਕਿ ਮੌਸਮੀ ਤਬਦੀਲੀਆਂ ਆਈਆਂ, ਅਗੇਤੀਆਂ ਫਸਲਾਂ ਆਈਆਂ
ਤੇ ਦੂਸਰਾ ਝੋਨੇ ਦੀ ਲੁਆਈ ਹੈ ਜਿਹੜੀ ਉਹ ਪਾਣੀ ਦੀ ਬੱਚਤ ਕਰਕੇ ਜਾਂ ਪਾਵਰ ਕ੍ਰਾਈਸਿਸ ਕਰਕੇ ਲੇਟ ਲੱਗਣਾ ਸ਼ੁਰੂ ਹੋਇਆ ਝੋਨਾ, ਉਹ ਫਾਇਦਾ ਵੀ ਹੈ, ਉਹਦੇ ਨਾਲ ਵਾਟਰ ਟੇਬਲ ਬਚਦਾ ਪੰਜਾਬ ਦਾ, ਉਹ ਅਜਾਈਂ ਉੱਡਦਾ ਪਾਣੀ ਹੈ ਜਿਹੜਾ ਉਹ ਘਟਦਾ ਤੇ ਉਹ ਠੀਕ ਹੈ ਕਿ ਉਹ ਠੰਡ ਦੇ ਮੌਸਮ 'ਚ ਆ ਜਾਂਦਾ, ਉਹਦੇ ਨਾਲ ਪਰਾਲੀ ਨਹੀਂ ਸੁੱਕਦੀ, ਉਹ ਗਿੱਲੀ ਨੂੰ ਅੱਗ ਲਾਉਣੀ ਪੈਂਦੀ ਹੈ ਜਾਂ ਉਹਦੇ 'ਚ ਨਮੀ ਦੀ ਮਾਤਰਾ ਵੱਧਦੀ ਹੈ। ਇਹ ਚੀਜ਼ਾਂ ਹੈਗੀਆਂ ਨੇ, ਇਸ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਪਰ ਇਹਦੇ 'ਚ ਇਹ ਹੈ ਕਿ ਦੇਖੋ ਇੱਕ ਪਾਸੇ ਕਿਸਾਨ ਬਾਰਡਰ ਤੇ ਨੇ, ਹਾਈ ਕੋਰਟ ਡੰਡਾ ਚੜਾਈ ਜਾਂਦਾ, ਤੇ ਇੱਕ ਪਾਸੇ ਇਦਾਂ ਦੀਆਂ ਜ਼ਿਆਦਤੀਆਂ। ਯਾਰ ਤੁਸੀਂ ਆਪਣੇ ਪੈਰਾਮੀਟਰ ਨੇ ਜਿਹੜੇ ਉਹ ਕਾਇਮ ਰੱਖੋ ਕਿ ਭਾਈ ਅਸੀਂ ਨਮੀ ਵਾਲਾ ਨਹੀਂ ਖਰੀਦਣਾ, ਜੇ ਮੀਂਹ ਪਿਆ ਹੋਇਆ ਗਿੱਲਾ ਵੱਢਿਆ ਹੋਇਆ ਤੁਸੀਂ ਆਪਣੇ ਪੈਰਾਮੀਟਰ ਸਖਤ ਰੱਖੋ। ਇਹ ਥੋੜਾ ਕਿ ਤੁਸੀਂ 10 ਦਿਨ ਖਰੀਦ ਹੀ ਬੰਦ ਕਰ ਦਿਓ, ਇਹ ਤਾਂ ਭੱਜਣ ਵਾਲੀ ਗੱਲ ਹੈ ਨਾ। ਇਹ ਤਾਂ ਮਤਲਬ ਮਰਦੇ ਨੂੰ ਹੋਰ ਚੜਾਉਣ ਵਾਲੀ ਗੱਲ ਕਰ ਰਹੀ ਹੈ ਬੀਜੇਪੀ। ਚਾਂਮਲੇ ਹੋਏ ਮਹਾਜਨ ਨੇ ਜਿਹੜੇ ਇਹ ਲੋਕ, ਇਹ ਝੇਡਾਂ ਕਰਦੇ ਉਤਰੇ ਆ ਕਿਸਾਨੀ ਦੇ ਨਾਲ। ਕਿੱਥੇ ਮਤਲਬ ਕਟੋਰਾ ਲੈ ਕੇ ਪੂਰੀ ਦੁਨੀਆ 'ਚ ਫਿਰਦੇ ਸੀ ਭਾਰਤ ਦਾ ਢਿੱਡ ਭਰਨ ਵਾਸਤੇ। ਅੱਜ ਵੀ ਕੇਂਦਰੀ ਪੂਲ 'ਚ 1.5% ਜ਼ਮੀਨ ਹੈ ਪੰਜਾਬ ਦੀ। ਜੇ ਪੰਜਾਬ ਖੁਦਾ ਨਾ ਖਾਸਾ ਆਰਗੈਨਿਕ ਖੇਤੀ ਵੱਲ ਨੂੰ ਆ ਗਿਆ, ਫਰੂਟ ਵੱਲ ਨੂੰ ਆ ਗਿਆ, ਕਿਸੇ ਹੋਰ ਕਲਚਰ ਵੱਲ ਨੂੰ ਆ ਗਿਆ, ਤੇ ਲਾਲੇ ਪੈਣਗੇ। ਤੁਸੀਂ ਵੇਖੋ ਅਜੇ ਵੀ ਦਾਲਾਂ ਬਾਹਰੋਂ ਮੰਗਾ ਰਹੇ ਨੇ, ਜਿਹੜਾ ਹਰ ਮੋਦੀ ਹੋਈ ਜਾ ਰਹੀ ਹੈ ਨਾ, ਹਰ ਦੀ ਦਾਲ ਨਹੀਂ ਮਿਲ ਰਹੀ ਜੋ ਹਾਲਾਤ ਨੇ। ਸੋ ਇਸ ਕਰਕੇ ਇਹ ਜਿਹੜੀ ਬ੍ਰੈਡ ਬਕਟ ਹੈ ਨਾ, ਇਹਨੂੰ ਇਹ ਨਕਾਰ ਰਹੇ ਨੇ, ਇਹ ਬਹੁਤ ਮਹਿੰਗਾ ਪੈਣਾ ਇਹਨਾਂ ਦੇ ਵਾਸਤੇ। ਜੀ ਸੁਰਿੰਦਰ। ਨਹੀਂ ਦੇਖੋ ਬਿਲਕੁਲ ਇਹਦੇ 'ਚ ਕੋਈ ਦੋ ਰਾਇਆਂ ਨਹੀਂ ਗੀਆਂ। ਪੰਜਾਬ ਨੇ ਆਪਣੇ ਆਪ ਨੂੰ ਬਰਬਾਦ ਕਰ ਲਿਆ ਭਾਰਤ ਦਾ ਢਿੱਡ ਭਰਨ ਦੇ ਲਈ। ਠੀਕ ਹੈ, ਜੋ ਹਾਲਤ ਸੀਗੀ ਉਹ ਸਭ ਨੂੰ ਪਤਾ ਹੀ ਆ ਕਿ ਕਿੱਥੇ ਕਿੱਥੇ ਘੁੰਮੇ ਤੇ ਕੀ ਕੁਝ ਹੋਇਆ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਠੂਠਾ ਲੈ ਕੇ ਪੂਰੀ ਦੁਨੀਆ 'ਚ ਘੁੰਮਣਾ ਪਿਆ ਤੇ ਫੇਰ ਜਾ ਕੇ ਇਹਨਾਂ ਦੀ ਕਿਤੇ ਵੁਕਤ ਜਿਹੜੀ ਸੀਗੀ ਉਹ ਪਈ ਸੀ। ਪਰ ਬਦਕਿਸਮਤੀ ਹੁਣ ਜਿਹੜੇ ਹੱਥ ਕੰਡੇ ਅਪਣਾਏ ਗਏ ਆ ਉਹ ਕਿਤੇ ਨਾ ਕਿਤੇ ਜਾਇਜ਼ ਨਹੀਂ ਗਏ, ਕਿਉਂਕਿ ਕਦੀ ਵੀ ਸਰਕਾਰਾਂ ਜਿਹੜੀਆਂ ਉਹ ਇੰਨੀ ਕਮੀਨਗੀ ਤੇ ਨਹੀਂ ਉਤਰਿਆ ਕਰਦੀਆਂ ਹੁੰਦੀਆਂ। ਪਰ ਹੁਣ ਗੱਲ ਤੇ ਆ ਵੀ ਜੇ ਸਰਕਾਰ ਹੋਵੇ, ਜੇ ਸਰਕਾਰ 'ਚ ਕੋਈ ਇਨਸਾਨੀਅਤ ਦੀ ਨਾਂ ਦੀ ਕੋਈ ਚੀਜ਼ ਹੋਵੇ ਤਾਂ ਫਿਰ ਤਾਂ ਉਹਦੇ ਤੋਂ ਉਮੀਦ ਰੱਖੀ ਜਾ ਸਕਦੀ ਹੈ। ਜੋ ਇਨਸਾਨੀਅਤ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਤੇ ਫਿਰ ਕਮੀਨਗੀ ਹੋਣੀ, ਫਿਰ ਹੋਰ ਹੋਣਾ ਵੀ ਕੀ ਆ। ਇਸ ਕਰਕੇ ਜੋ ਕੁਝ ਹੋ ਰਿਹਾ ਉਹ ਕਿਤੇ ਨਾ ਕਿਤੇ ਗਲਤ ਹੋ ਰਿਹਾ। ਔਰ ਦੇਖੋ ਹੁਣ ਹਾਲਾਤ ਕੀ ਆ, ਇੱਕ ਤਾਂ ਹੁੰਦਾ ਕਿ 5, 7, 10 ਦਿਨ ਪਹਿਲਾਂ ਪਤਾ ਲੱਗ ਜੇ। ਕੱਲ ਸ਼ਾਮ ਨੂੰ 7 ਵਜੇ ਲੈਟਰ ਜਿਹੜਾ ਉਹ ਪੰਜਾਬ ਸਰਕਾਰ ਨੂੰ ਮਿਲਦਾ ਗਵਰਨਮੈਂਟ ਆਫ ਇੰਡੀਆ ਤੋਂ ਕਿ ਸਰਕਾਰੀ ਖਰੀਦ ਜਿਹੜੀ ਆ ਉਹ 11 ਅਕਤੂਬਰ ਤੋਂ ਸ਼ੁਰੂ ਹੋਏਗੀ। ਹੁਣ ਉਹਨਾਂ ਨੇ ਪ੍ਰਬੰਧ ਕੀਤੇ ਹੋਏ, ਅੱਜ ਸਵੇਰੇ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ, ਮੁੱਛਾਂ ਨੂੰ ਵੱਟ ਦੇਈ ਬੈਠਾ ਸੀ ਸਾਡਾ ਸਿਵਲ ਸਪਲਾਈ ਮਿਨਿਸਟਰ ਵੀ। ਠੀਕ ਹੈ, ਤੇ ਨਾਲ ਉਹਦੇ ਡਿਪਾਰਟਮੈਂਟ ਦੇ ਸਾਰੇ ਅਫਸਰ ਜਿਹੜੇ ਸੀ, ਨਾਲ ਮੰਡੀ ਬੋਰਡ ਬੈਠਾ ਸੀ। ਉਹਨਾਂ ਨੂੰ ਕੀ ਪਤਾ ਸੀਗਾ ਕਿ ਸਾਡੇ ਸਾਰੇ ਫੈਸਲੇ ਜਿਹੜੇ ਆ ਲਏ ਹੋਏ ਉਹ ਸਾਰੇ ਧਰਾਏ ਰਹਿ ਜਾਣਗੇ, ਇੰਤਜ਼ਾਮ ਕੀਤੇ ਕਤਾਏ ਰਹਿ ਜਾਣਗੇ। ਤੇ ਸਾਨੂੰ ਇਹੀ ਪਹਿਲੇ ਦਿਨ ਸ਼ਾਮ ਨੂੰ 7 ਵਜੇ ਜਦੋਂ ਇਹਨਾਂ ਨੂੰ ਲੈਟਰ ਉੱਥੋਂ ਆਇਆ ਤੇ ਉਹਦੇ ਬਾਅਦ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਸਵੇਰੇ ਮੁੱਖ ਮੰਤਰੀ ਦਾ ਜਾਣਾ ਸੁਭਾਵਕ ਸੀਗਾ। ਚਲੋ ਇਹ ਵੀ ਵੱਡੀ ਗੱਲ ਆ ਕਿ ਪ੍ਰਧਾਨ ਮੰਤਰੀ ਨਾਲ ਉਹਦੀ ਮੁਲਾਕਾਤ ਹੋ ਗਈ, ਨਹੀਂ ਤੇ ਉਹ ਇਹ ਕਹਿ ਦਿੰਦਾ ਕਿ ਪ੍ਰਧਾਨ ਮੰਤਰੀ ਅਜੇ 5-4 ਦਿਨ ਬਿਜੀ ਆ ਤਾਂ ਫਿਰ ਕਿਹੜੇ ਖੂਹ 'ਚ ਜਾਣਾ ਸੀਗਾ। ਠੀਕ ਹੈ, ਹੁਣ ਫੈਸਲਾ ਤਾਂ ਪ੍ਰਧਾਨ ਮੰਤਰੀ ਤੋਂ ਲਿਆ ਜਾਣਾ, ਐਗਰੀਕਲਚਰ ਮਿਨਿਸਟਰ ਤੋਂ ਹੋਇਆ ਨਾ ਹੋਇਆ ਇੱਕ ਬਰਾਬਰ ਆ। ਉਹਨੇ ਕੀ ਕਰਨਾ, ਜਿਹੜਾ ਦੂਸਰਾ ਕੀ ਕਹਿੰਦੇ ਸਿਵਲ ਸਪਲਾਈ ਡਿਪਾਰਟਮੈਂਟ ਆ ਗਵਰਨਮੈਂਟ ਆਫ ਇੰਡੀਆ ਦਾ, ਜਿਹਦੇ ਅੰਡਰ ਇਹ ਸਾਰਾ ਸਿਸਟਮ ਚੱਲਦਾ, ਉਹ ਜਿਹੜਾ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ। ਜੋ ਕਰਨਾ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਨੇ ਕਰਨਾ। ਯਾਨੀ ਕਿ ਜਿਨ੍ਹਾਂ ਦੋਨਾਂ ਕੋਲੇ ਡਿਪਾਰਟਮੈਂਟ ਨਹੀਂ, ਫੈਸਲਾ ਹੀ ਉਹ ਲੈਂਦੇ ਨੇ। ਜਿਨ੍ਹਾਂ ਕੋਲੇ ਡਿਪਾਰਟਮੈਂਟ ਆ ਉਹ ਕਹਿ ਦਿੰਦੇ ਸਾਨੂੰ ਤਾਂ ਪਤਾ ਨਹੀਂ ਜੀ, ਜੋ ਉੱਤੋਂ ਆਦੇਸ਼ ਆਊਗਾ ਉਹ ਕਰ ਦੇਣਗੇ। ਹੁਣ ਗੱਲ ਤੇ ਆ ਕਿ ਜਿਹੜਾ ਝੋਨਾ ਪੱਕਾ ਪਿਆ, ਚਲੋ ਬਾਰਿਸ਼ ਜਿਹੜੀ ਆ ਜਦੋਂ ਹੋਈ ਆ ਉਸ ਬਾਰਿਸ਼ ਦਾ ਕੋਈ ਨੁਕਸਾਨ ਪੰਜਾਬ 'ਚ ਖਾਸ ਕਰ ਝੋਨੇ ਨੂੰ ਨਹੀਂ ਹੋਇਆ, ਫਸਲ ਖੜੀ ਸੀ। ਦੂਜੀ ਗੱਲ, ਜੇ ਫਸਲ ਗਿਰੀ ਹੋਵੇ, ਜ਼ਿਆਦਾ ਝਾਂਜਾ ਵਗਿਆ ਹੋਵੇ, ਮੀਂਹ ਪਿਆ ਹੋਵੇ, ਉਹਦੇ 'ਚ ਫਸਲ ਜਿਹੜੀ ਡੁੱਬ ਜਾਵੇ ਉਦੋਂ ਹੁੰਦੀ ਆ। ਇਹਦਾ ਤਾਂ ਕੋਈ ਨੁਕਸਾਨ ਹੀ ਨਹੀਂ ਸੀਗਾ, ਫਸਲ ਖੜੀ ਆ, ਆਰਾਮ ਨਾਲ ਕਟਾਈ ਹੋਈ ਆ, ਕੋਈ ਰੌਲਾ ਨਹੀਂ, ਕੋਈ ਰੱਪਾ ਨਹੀਂ। ਉਹ ਤਾਂ ਪੈਰਾਮੀਟਰ ਹੈਗੇ ਬਾਈ ਜੀ, ਮਿਆਰ ਹੈਗੇ ਆ। ਤੁਹਾਡਾ ਡਿਸਕਲਰ ਦਾਗੀ ਦਾਣਾ ਆ, ਨਮੀ ਜ਼ਿਆਦਾ, ਇਹੀ ਹੈ। ਹੋਰ ਪਾਣੀ ਕੋਈ ਉਹਦੇ ਵਿੱਚ ਥੋੜੀ ਵੜ ਗਿਆ, ਚੌਲ ਕੋਈ ਉਬਲ ਥੋੜੀ ਗਏ ਨੇ ਯਾਰ। ਉਹ ਤਾਂ ਨਮੀ ਹੈ, ਤੁਸੀਂ ਨਮੀ ਦਾ ਪੈਰਾਮੀਟਰ ਰੱਖੋ ਤੇ ਡਿਸਕਲਰ ਦਾ ਰੱਖੋ। ਤੇ ਮੀਂਹ ਪਿਆ ਨਹੀਂ ਪਿਆ ਉਹਦੇ ਨਾਲ ਖਰੀਦ ਦਾ ਕੀ ਅਸਰ। ਤੁਸੀਂ ਆਪਣਾ ਜਿਹੜਾ ਕੇਂਦਰੀ ਏਜੰਸੀਆਂ ਜੋ ਖਰੀਦ ਕਰਦੀਆਂ ਨੇ ਤੁਸੀਂ ਨਾ ਚੱਕੋ। ਜੇ ਤੁਹਾਨੂੰ ਲੱਗਦਾ ਸੁੱਕਾ ਨਹੀਂ ਹੈ, ਕਿਸਾਨ ਪੱਖਾ ਲਾਵੇ, ਕਿਸਾਨ ਸੁਕਾਵੇ, ਕਿਸਾਨ ਕੁਛ ਕਰੇ। ਯਾਰ ਰਾਤ ਦੀ ਗਰਮੀ ਪੈ ਰਹੀ ਹੈ, ਮਾੜਾ ਜਿਹਾ ਇੱਕ ਦਿਨ ਪਾਣੀ ਨਾ ਪਾਓ ਬਾਈ ਜੀ, ਬੂਟੇ ਸੁੱਕ ਰਹੇ ਨੇ। ਪਾਣੀ ਦੀ ਇੰਨੀ ਡਿਮਾਂਡ ਹੈ, ਤੁਸੀਂ ਵੇਖੋ ਕਿ ਇੰਨੀ ਗਰਮੈਸ਼ ਹੋ ਰਹੀ ਹੈ। ਮਤਲਬ ਜਿਵੇਂ ਉਹ ਕਹਿੰਦੇ ਸੀ ਕਿ ਅਸੂਮਾਨ ਰਾਲਾ, ਦਿਨੇ ਧੁੱਪ ਤੇ ਰਾਤੀ ਪਾਲਾ। ਅਜੇ ਤੇ ਰਾਤ ਨੂੰ ਪਾਲਾ ਨਹੀਂ ਪੈਣ ਲੱਗਿਆ, ਰਾਤ ਨੂੰ ਵੀ ਗਰਮੈਸ਼ ਹੈ। ਏਸੀ ਅਜੇ ਚੱਲੀ ਜਾ ਰਹੇ ਨੇ। ਜੋ ਸਥਿਤੀ ਬਣਦੀ ਹੈ, ਇਹ ਜੱਗੋਂ ਬਾਹਰਾ ਕੰਮ ਕਰਦੇ ਨੇ, ਮਤਲਬ ਕਿਸਾਨੀ ਨੂੰ ਹੋਰ ਅਗਰੈਸਿਵ ਕਰਦੇ ਨੇ। ਛੜੇਬਾਦ ਪੈ ਗਏ ਨੇ ਪੰਜਾਬ ਦੇ। ਉਹ ਕਹਿੰਦੇ ਆ ਨਾ ਕਿ ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ, ਬਦਦਮਾਕੀ ਚੜੀ ਇਹਨਾਂ ਦੇ ਦਿਮਾਗਾਂ ਨੂੰ। ਜੀ ਸੁਰਿੰਦਰ।
ਨਹੀਂ ਬਿਲਕੁਲ ਦੇਖੋ ਗੱਲ ਤੇ ਆ, ਮੈਂ ਤਾਂ ਪਹਿਲਾਂ ਕਿਹਾ, ਹੁਣ ਤੁਸੀਂ ਗੱਲ ਛੜਿਆਂ ਦੀ ਕੀਤੀ ਆ, ਗੱਲ ਤੇ ਆ ਵੀ ਜੇ ਤਾਂ ਹੁਣ ਬਾਲ ਬੱਚੇਦਾਰ ਤੇ ਫੇਰ ਤਾਂ ਘਰੋਂ ਝਿੜਕਾਂ ਪੈਂਦੀਆਂ ਤੇ ਸਾਰਾ ਕੁਝ ਪਤਾ ਲੱਗਦਾ। ਹੁਣ ਉਹ ਤਾਂ ਹੈ ਨਹੀਂ ਸਾਰਿਆਂ ਦੇ ਕੋਲ ਹੀ, ਤੇ ਸਾਰਿਆਂ ਦਾ ਇੱਕ ਨਵੀਂ ਕੈਟਾਗਰੀ ਆ, ਤੇ ਨਵੀਂ ਕੈਟਾਗਰੀ ਜਿਹੜੀ ਆ ਉਹਨਾਂ ਨੂੰ ਜਿਹੜੀਆਂ ਘਰੇਲੂ ਸਮੱਸਿਆਵਾਂ ਨੇ ਉਹਨੂੰ ਸਮਝਣ ਲਈ ਦੇਰ ਲੱਗਦੀ ਆ। ਉਹ ਜਿਹੜਾ ਵਿਆਹਿਆ ਵਰਿਆ ਉਹਨੂੰ ਤਾਂ ਪਤਾ ਕਿ ਘਰੇਲੂ ਪ੍ਰੋਬਲਮ ਕੀ ਹੁੰਦੀਆਂ, ਰਸੋਈ ਦਾ ਸਮਾਨ ਕਿੱਥੋਂ ਆਉਣਾ ਤੇ ਕਿੱਥੇ ਜਾਣਾ ਤੇ ਕਿਹਦੇ ਦੇਣੇ, ਕੀ ਕੁਛ ਆ, ਉਹ ਕੁਛ ਤੇ ਇਹਨਾਂ ਨੂੰ ਯਾਦ ਚਿੱਤ ਨਹੀਂ, ਇਹਨਾਂ ਨੂੰ ਤਾਂ ਬਣਿਆ ਬਣਾਇਆ ਸਾਰਾ ਕੁਝ ਪਰੋਸਿਆ ਜਾਂਦਾ। ਵਿਆਹ ਸ਼ਾਦੀਆਂ ਦੀ ਰੁੱਤ ਹੈ, ਤਿਉਹਾਰਾਂ ਦੀ ਰੁੱਤ ਹੈ, ਕਾਜ ਰਚਾਉਂਦੇ ਆ ਲੋਕੀ। ਮੈਂ ਤੈਨੂੰ ਬਾਬਲ ਆ ਰਹੀ ਮੇਰਾ ਅੱਸੂ ਕਾਜ ਰਚਾ, ਹੈਨਾ, ਭੱਤ ਨਾ ਬੁੱਸੇ ਤੇਰਾ ਗੋਤ ਨਾ ਰੁੱਸੇ ਤੇਰਾ ਦਹੀਂ ਨਾ ਆਮਲਾ ਜਾ। ਸੋ ਉਸ ਦੌਰਾਨ ਲੋਕਾਂ ਨੇ 100 ਆਪਣੇ, ਕਿਸੇ ਨੇ ਬੱਚੇ ਭੇਜਣੇ ਨੇ, ਕਿਸੇ ਨੇ ਉਹ ਕਰਨਾ ਹੈ। ਤੁਸੀਂ ਵੇਖੋ ਅੱਜ ਅਰਵਿੰਦਰ ਜੋਸ਼ਨ ਹੋਰਾਂ ਦਾ ਬਹੁਤ ਉਤਸ਼ਾਹੀ ਨੌਜਵਾਨ ਨੇ, ਖੇਤੀਪੱਤੀ ਕਰਦੇ ਨੇ, ਵਿਦੇਸ਼ ਨਾਲ ਵੀ ਰਾਬਤਾ। ਇਹ ਕਹਿੰਦੇ ਜੀ ਬਹੁਤ ਰਸ਼ ਪੈ ਗਿਆ ਮੰਡੀਆਂ ਦੇ ਵਿੱਚ, ਮਜਬੂਰਨ ਲੋਕਾਂ ਨੂੰ ਸਰਕਾਰੀ ਰੇਟ ਵਾਲਾ ਝੋਨਾ 1400 ਤੋਂ ਲੈ ਕੇ 1450 ਤੱਕ ਨੂੰ ਵੇਚਣਾ ਪੈ ਰਿਹਾ। ਆਪਣੇ ਉਟਵਾਣਾ ਸਾਹਿਬ ਹੋਰੀ ਯੂਪੀ ਗਏ ਹੋਏ ਨੇ, ਲਾਲੀ ਹੋਰੀ, ਉਹ ਕਹਿੰਦੇ 1300 ਨੂੰ ਅਸੀਂ ਵੇਚ ਰਹੇ ਹਾਂ, ਜਿਹੜਾ 1900 ਰੇਟ ਹੈ। ਸੋ 1450 ਨੂੰ ਪੰਜਾਬ ਵਿਕ ਰਿਹਾ। ਇਹ ਆਣਾਲਾਨੀ ਲੁੱਟ ਹੀ ਹੈ ਨਾ ਕਾਰਪੋਰੇਟ ਦੀ। ਮਤਲਬ ਜ਼ਿਮੀਂਦਾਰ ਨੂੰ ਕਾਰਪੋਰੇਟ ਦੇ ਮੂੰਹ ਦੀ ਬੁਰਕੀ ਬਣਾਉਣਾ ਇਹਨਾਂ ਨੇ, ਹੋਰ ਕੀ ਹੈ। ਹੁਣ ਜਿਹਦੇ ਬੇਲਣੇ 'ਚ ਬਾਂਹ ਆਈ ਹੈ, ਜਿਹਨੇ ਇਕਰਾਰਨਾਮੇ ਕੀਤੇ ਨੇ, ਪੈਸੇ ਦੇਣੇ ਆ, ਅੱਗੋਂ ਵਿਆਹ ਧਰਿਆ ਹੋਇਆ, ਹੋਰ ਖਰਚੇ ਕਰਨੇ ਆ, ਉਹ ਅਗਲਾ ਕਹਿੰਦਾ ਯਾਰ ਦਫਾ ਕਰ, 400 ਰੁਪਏ ਘੱਟ ਆਈ ਸੀ, ਚੱਕ ਲੋ ਜੋ ਰੁੱਟ ਮਿਲਦਾ। ਮਤਲਬ ਇੰਨੀ ਲੁੱਟ ਸਿਰਫ ਵਪਾਰੀਆਂ ਨੂੰ ਲੁੱਟ ਪਵਾ ਰਹੇ ਹੋ ਤੁਸੀਂ। ਆਪਣੀ ਸਰਕਾਰੀ ਖਰੀਦ ਤੋਂ ਭੱਜਣ ਦਾ ਇੱਕ ਜ਼ਰੀਆ ਹੈ ਕਿ ਲੋਕ ਯੂਜ਼ ਟੂ ਹੋ ਜਾਣ, ਤੇ ਫਿਰ ਬਗਾਵਤ ਨਹੀਂ ਹੋਏਗੀ ਤੇ ਹੋਰ ਕੀ ਹੋਏਗਾ ਜੀ ਸੁਰਿੰਦਰ? ਨਹੀਂ ਮੈਂ ਉੱਥੇ ਆਉਣ ਲੱਗਾ। ਦੇਖੋ ਅੰਮ੍ਰਿਤਸਰ 'ਚ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਉਹ ਲੋਕ ਸਬਜ਼ੀ ਦੀ ਨਾਲ ਕਾਸ਼ਤ ਕਰਦੇ ਆ, ਸਾਰੇ ਦੇ ਸਾਰੇ। ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਕੋਈ ਬੰਦਾ ਜਿਹੜਾ ਉਹ ਮੰਡੀ ਬੈਠ ਸਕੇ, ਨਾ ਉਹਨਾਂ ਕੋਲ ਇੰਨਾ ਟਾਈਮ ਆ, ਤਾਂ ਨਾ ਹੀ ਉਹ ਕੱਢ ਸਕਦੇ ਆ। ਇਹ ਉਹਨਾਂ ਦੀ ਸਮੱਸਿਆ ਵਾ। ਤੇ ਜਦੋਂ ਉਹ ਟਾਈਮ ਨਹੀਂ ਕੱਢ ਸਕਦੇ ਤਾਂ ਉਹ ਜਾਣਗੇ ਤੇ ਕਿੱਥੇ ਜਾਣਗੇ? ਤੁਸੀਂ ਮਤਲਬ ਇੱਧਰ ਆਪਣੇ ਤੇ ਇਹ ਆ ਕਿ ਮਾਲਵੇ ਦੇ ਵਿੱਚ ਇਹ ਆ ਕਿ ਚਲੋ ਇੱਥੇ ਜਿਹੜੀ ਸਬਜ਼ੀ ਲੱਗੇਗੀ, ਉਹ ਸਬਜ਼ੀ ਜਿਹੜੀ ਆ ਉਹ ਨਾ ਇੰਨੀ ਕਾਹਲੀ ਨਹੀਂ ਹੁੰਦੀ, ਉਹਦੇ ਵਿੱਚ 5 7 10 ਦਿਨ ਦਾ ਸਮਾਂ ਤੁਹਾਨੂੰ ਮਿਲ ਜਾਂਦਾ। ਲੇਕਿਨ ਉਸ ਏਰੀਏ 'ਚ ਤਾਂ ਮਿਲ ਹੀ ਨਹੀਂ ਸਕਦਾ। ਤੇ ਇਸ ਕਰਕੇ ਜਿਹੜੇ ਬੰਨੇ ਨੂੰ ਸਰਕਾਰ ਤੁਰੀ ਆ ਉੱਥੇ, ਕਿਉਂਕਿ ਅਗੇਤੀ ਕਟਾਈ ਜਿੰਨੀ ਆ ਜਿੱਥੇ ਵੀ ਆ, ਉੱਥੇ ਸਮੱਸਿਆ ਜਿਹੜੀ ਉਹ ਵਾਰ-ਵਾਰ ਆ ਰਹੀ ਹੈ, ਇੱਕ ਦੇ ਬਾਅਦ ਇੱਕ ਆ ਰਹੀ ਹੈ ਜੀ, ਠੀਕ ਹੈ ਨਾ। ਤੇ ਇਸ ਕਰਕੇ ਕਿਤੇ ਨਾ ਕਿਤੇ ਜਿਹੜੇ ਬੰਨੇ ਨੂੰ ਸਰਕਾਰ ਤੁਰੀ ਆ, ਸਰਕਾਰ ਜਾਣ ਬੁੱਝ ਕੇ ਨਾ ਸੀਵਿਆਂ ਦੇ ਰਾਹ ਪਈ ਹੋਈ ਆ, ਸਰਕਾਰ ਸਮਝ ਨਹੀਂ ਰਹੀ। ਔਰ ਜਿਹੜੇ ਰਾਹ ਨੂੰ ਤੁਰੀ ਆ, ਇਹ ਰਾਹ ਬੜੇ ਔਖੇ ਨੇ। ਮਤ ਸੋਚੋ ਕਿ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰਕੇ ਝੁਕਾ ਲਓਗੇ। ਲੋਕ ਜਿੱਥੇ ਆਣ ਕੇ ਖੜੇ ਆ, ਕਿਤੇ ਨਾ ਕਿਤੇ ਉਹਦਾ ਖਮਿਆਜਾ ਜਿਹੜਾ ਸਰਕਾਰਾਂ ਨੂੰ ਆਉਣ ਵਾਲੇ ਸਮੇਂ 'ਚ ਭੁਗਤਣਾ ਪੈਣਾ ਵਾ। ਹਾਂ, ਸੂਬਾ ਸਰਕਾਰ ਜ਼ਰੂਰ ਕਸੂਤੀ ਫਸ ਗਈ, ਕਿਉਂਕਿ ਕਿਸਾਨਾਂ ਨੇ ਕੱਲ ਨੂੰ ਸਾਰੇ DC ਆਫਿਸ ਜਿਹੜੇ ਆ ਪੰਜਾਬ ਦੇ ਵਿੱਚ ਹੈੱਡਕੁਆਟਰ, ਉਹ ਘੇਰਨ ਦਾ ਐਲਾਨ ਕਰਤਾ। ਉਹ ਕਹਿੰਦੇ ਸਾਡੀ ਤਾਂ ਖਰੀਦ ਕਰੋ। ਉਧਰ ਹਰਿਆਣੇ ਵਾਲਿਆਂ ਨੇ, ਗੁਰਨਾਮ ਸਿੰਘ ਚੜੂਨੀ ਨੇ ਕਹਿਤਾ ਜੇ ਕੱਲ ਸਰਕਾਰੀ ਖਰੀਦ ਨਾ ਹੋਈ, ਅਸੀਂ ਹਰਿਆਣੇ 'ਚ ਕਹਿੰਦਾ ਇਹਨਾਂ ਅਫਸਰਾਂ ਦਾ ਤੇ ਇਹਨਾਂ ਲੀਡਰਾਂ ਦਾ ਕੁੱਤਾ ਵੀ ਘਰ ਤੋਂ ਬਾਹਰ ਨਹੀਂ ਨਿਕਲਣ ਦੇਣਾ। ਕਹਿੰਦਾ ਘਰ ਦੇ ਅੰਦਰ ਹੀ ਕੁੱਤਾ ਵੀ ਅੰਦਰ ਹੀ ਹੱਗੂਗਾ, ਉਹ ਵੀ ਬਾਹਰ ਨਹੀਂ ਨਿਕਲੂਗਾ। ਠੀਕ ਹੈ, ਗੱਲ ਕਰ ਉਹੀ ਨਾ ਕਿ ਦੇਖੋ ਲੋਕ ਭਾਜਪਾ ਦੇ ਗਲ ਪੈਣ ਤੇ ਫਿਰ ਉਸ ਆੜ ਦੇ ਵਿੱਚ ਕੁਛ ਇੱਕ ਭਾਜਪਾ ਵਾਲਿਆਂ ਦੀ ਸਿਆਸੀ ਬਲੀ ਲਈ ਜਾਵੇਗੀ ਕੇਂਦਰ ਦੀਆਂ ਕਰਤੂਤਾਂ ਕਰਕੇ, ਏਜੰਸੀਆਂ ਦੇ ਰਾਹੀਂ ਕਰਾ ਕੇ ਰਾਸ਼ਟਰਪਤੀ ਰਾਜ ਵੱਲ ਨੂੰ ਧੱਕਣ ਵਾਲੀ ਕਵੈਤ ਹੈ ਸੁਰਿੰਦਰ ਵੀਰ। ਹੋਰ ਕੁਛ ਵੀ ਗੇਮ ਨਹੀਂ ਹੈ ਨਾ ਲਾਂਤੀਆਂ ਕੋਲ। ਸੋ ਇਸ ਕਰਕੇ ਤੁਸੀਂ ਕਿਸਾਨ ਦਾ ਗਲ ਦੱਬ ਦਿਓ ਤੇ ਮਰਦਾ ਕੀ ਨਹੀਂ ਕਰੂਗਾ। ਅਗਲਾ ਕਹਿੰਦਾ ਮੈਂ ਤਾਂ ਮਰਿਆ, ਫਿਰ ਛੱਡਦਾ ਤੈਨੂੰ ਵੀ ਨਹੀਂ। ਹੁਣ ਕਰ ਤੇ ਮੋਦੀ ਸਾਹਿਬ ਰਹੇ ਨੇ ਤੇ ਲੋਕਾਂ ਦਾ ਗੁੱਸਾ ਭਾਜਪਾ ਦੇ ਨੇਤਾਵਾਂ ਤੇ ਹੈ। ਹੁਣ ਕਿੱਥੇ ਹੈ ਸੁਰਜੀਤ ਕੁਮਾਰ ਜਿਆਣੀ? ਉਹਨੂੰ ਪੁੱਛੇ ਕਿ ਮੀਂਹ ਨਾਲ ਕਿੰਨਾ ਕੁ ਕੰਮ ਤੇਰਾ ਘਟ ਗਿਆ। ਕਿੱਥੇ ਆ ਹਰਜੀਤ ਜਿਹੜਾ ਗਰੇਵਾਲ ਜਾਂ ਹੋਰ ਜਿਹੜੇ ਭਾਜਪਾ ਦੇ ਨਵੇਂ ਬਣੇ ਨੇ? ਆ ਕਪਤਾਨ ਨੂੰ ਪੁੱਛੋ ਜਿਹੜਾ ਫਿਰਦਾ ਉੱਥੇ ਪਜਾਮੀ ਪਾ ਕੇ ਗੇੜੇ ਕੱਢਦਾ, ਕਿ ਹੁਣ ਤੂੰ ਕਰਕੇ ਕੀ ਆਇਆ? ਕਿਸਾਨਾਂ ਦੀਆਂ ਮੰਗਾਂ ਤਮਾਸ਼ਾ ਵੇਖ ਰਿਹਾ ਕਿ ਚੰਨੀ ਵਜ਼ਾਰਤ ਫੇਲ ਹੋਵੇ। ਚੰਨੀ ਦਾ ਕੀ ਜਾਏਗਾ? ਮਜਬੂਰੀ ਆ। ਉਹਨੇ ਆਪਣਾ ਜਿੰਨਾ ਕੋਲ ਦਾ ਤਣ ਦਿੱਤਾ ਵਿਚਾਰਾ ਗਿਆ ਉਹਦੇ ਕੋਲ, PM ਕੋਲ, ਹੋਰ ਕੀ ਕਰੇ ਉਹ? ਪਰ ਇੱਕ ਧਿੱਤਾਂ ਤਾਂ ਕਪਤਾਨ ਦੀਆਂ ਵੀ ਨੇ ਨਾ। ਉਹਨੂੰ ਵੀ ਵਹਿਮ ਆ ਕਿ ਮੈਂ 10 ਫਸਲਾਂ ਬਹੁਤ ਸੋਹਣੀਆਂ ਚੁਕਾਤੀਆਂ ਸੀ, ਮੈਂ ਹੀ ਕਿਸਾਨਾਂ ਦਾ ਅਸਲ ਰੱਖਾਂ। ਤੇ ਇਹ ਜਿਹੜਾ ਕੁਝ ਕਰ ਰਿਹਾ ਕਿ ਲੋਕਾਂ ਨੂੰ ਪਤਾ ਨਹੀਂ? ਜਿਨ੍ਹਾਂ ਨੇ ਲੱਡੂ ਖਾਧੇ ਨੇ, ਜਿਨ੍ਹਾਂ ਨੂੰ ਇਹ ਰੱਬੀ ਰੂਪ ਲੱਗਦਾ ਸੀਗਾ ਕਪਤਾਨ ਸਾਹਿਬ, ਉਹ ਪੁੱਛੇ ਉਹਨਾਂ ਨੂੰ ਕਿ ਇਹ ਹੁਣ ਇਹਦੀ ਸਾਂਢ ਗਾਂਢ ਨਹੀਂ ਹੈ ਸਿੱਧੀ? ਕੱਲ ਤਾਂ ਮਿਲ ਕੇ ਆਏ ਅਮਿਤ ਸ਼ਾਹ ਨੂੰ, ਚੂੜੀਆਂ ਟਾਈਟ ਕਰਵਾ ਰਹੇ ਨੇ ਜਾਣ ਬੁੱਝ ਕੇ। ਤੇ ਕਿਉਂ ਨਹੀਂ ਬੈਠਦਾ ਕਿਸਾਨਾਂ ਦੇ ਨਾਲ? ਜੇ ਕਿਸਾਨਾਂ ਦਾ ਹਤੈਸ਼ੀ ਹੈ, ਡਰਾਮੇ ਕਰਦੇ ਨੇ ਉੱਪਰੋਂ ਕਿ ਬਸ ਚੰਨੀ ਵਜ਼ਾਰਤ ਫੇਲ ਕਰਨੀ ਆ। ਜੇ ਮੈਂ ਹੁੰਦਾ ਤੇ ਮੈਂ ਪ੍ਰੋਕਿਊਰਮੈਂਟ ਬਹੁਤ ਵਧੀਆ ਕਰਦਾ। ਹੁਣ ਤੁਹਾਡੀਆਂ ਚਾਲਾਂ ਕਿਹਨੂੰ ਨਹੀਂ ਪਤਾ ਯਾਰ? ਤੁਸੀਂ ਜਾਣ ਬੁੱਝ ਕੇ ਬੇੜੀ 'ਚ ਵੱਟਾ ਪਾ ਰਹੇ ਹੋ।
ਹਰੀਸ਼ ਰਾਵਤ ਨੇ ਤਾਂ ਕਹਿ ਹੀ ਦਿੱਤਾ ਕਿ ਅਸੀਂ ਕਪਤਾਨ ਸਾਹਿਬ ਨੂੰ CLP ਮੀਟਿੰਗ ਬਾਰੇ ਦੱਸਿਆ। ਕਪਤਾਨ ਸਾਹਿਬ ਹੀ ਭਾਜਪਾ ਦਾ ਹਮਦਰਦ ਬਣਿਆ ਜ਼ਿਆਦਾ। ਤੇ ਇਹ ਜਿਹੜਾ ਉਹਨਾਂ ਨੇ ਇਹ ਵੀ ਆਖਿਆ ਕਿ ਕੇਂਦਰ ਬਹੁਮਤ ਸਰਕਾਰ ਨੂੰ ਤੋੜ ਕੇ ਰਾਸ਼ਟਰਪਤੀ ਰਾਜ ਦਾ ਸੁਪਨਾ ਨਾ ਵੇਖੇ, ਇਹਦੇ ਨਤੀਜੇ ਖਤਰਨਾਕ ਹੋਣਗੇ। ਹਰੀਸ਼ ਰਾਵਤ ਦਾ ਬਿਆਨ ਵੀ ਆ ਗਿਆ। ਤੇ ਇਹ ਸਾਰੀ ਅਰਾਜਕਤਾ ਵੱਲ ਨੂੰ ਕਿਸਾਨਾਂ ਨੂੰ ਲਿਜਾ ਰਹੇ ਨੇ ਕਿ ਸਰਕਾਰ ਫੇਲ ਹੈ। ਤੇ ਇਸ ਦੌਰਾਨ ਕਿ ਸਰਕਾਰ ਫੇਲ ਹੈ ਜੀ, ਇਹ ਸਰਕਾਰ ਕੰਮ ਨਹੀਂ ਕਰਦੀ, ਇਹਨੇ ਪ੍ਰੋਕਿਉਰਮੈਂਟ ਨਹੀਂ ਕੀਤੀ। ਕਿਸਾਨ ਕਹਿਣਗੇ ਇਹਦੇ ਨਾਲੋਂ ਤਾਂ ਕੈਪਟਨ ਚੰਗਾ ਸੀ। ਪਰ ਹੁਣ ਭਾਈ ਚੰਨੀ ਵੀ ਕੀ ਕਰੇ, ਉਹਨੇ ਵੀ ਕਿਹੜਾ ਮਾੜਾ ਕਰ ਦਿੱਤਾ ਜਦੋਂ ਪੈਰ ਹੀ ਨਹੀਂ ਲੱਗਣ ਦਿੰਦਾ ਕੇਂਦਰ। ਇਹ ਕੱਲ ਕਰਾ ਕੇ ਸਾਰਾ ਕੁਝ ਉਹੀ ਰਾਸ਼ਟਰਪਤੀ ਰਾਜ ਦਾ ਤਾਣਾ ਬਾਣਾ ਨਹੀਂ ਬੁਣ ਰਹੇ ਲੋਕ ਜੀ। ਸੁਰਿੰਦਰ ਦੇਖੋ, ਪਹਿਲਾ ਸਵੇਰੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਜਿਹੜੇ ਕਿਹੜਾ ਹੁਣ ਮੈਂ ਕਰਤੂਤ ਹੀ ਕਹਾਂਗਾ ਜਿਹੜੀ ਕੱਲ ਕਰਤੂਤ ਕੀਤੀ ਆ, ਉਹਦਾ ਅੱਜ ਸਵੇਰੇ ਹਰੀਸ਼ ਰਾਵਤ ਨੇ ਜਿਹੜਾ ਜਵਾਬ ਦੇ ਦਿੱਤਾ ਤੇ ਉਹਦੇ ਬਾਅਦ ਕੈਪਟਨ ਨੇ ਵੀ ਜਵਾਬ ਦੇ ਦਿੱਤਾ। ਹੁਣ ਕੱਲ ਗੱਲ ਕੁਝ ਹੋਰ ਸੀ। ਜਿਸ ਤਰੀਕੇ ਦੇ ਨਾਲ ਅੱਜ ਸਰਕਾਰੀ ਖਰੀਦ ਰੋਕੀ ਗਈ ਹੈ, ਸਿੱਧਮ ਸਿੱਧੀ ਹਰ ਵਿਅਕਤੀ ਦੀ ਉਂਗਲ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਤੇ ਜਾ ਕੇ ਉੱਠ ਗਈ ਕਿ ਕੈਪਟਨ ਅਮਰਿੰਦਰ ਸਿੰਘ ਕੱਲ ਗਿਆ। ਕੱਲ ਇਹ ਜਿਹੜੀ ਆ ਅਮਿਤ ਸ਼ਾਹ ਨਾਲ ਤੇ ਕੀ ਨਾ ਉਹਦਾ ਅਜੀਤ ਡੋਵਾਲ ਨਾਲ ਗੱਲ ਕਰਕੇ ਆਇਆ ਤੇ ਗੱਲ ਕਰਨ ਤੋਂ ਬਾਅਦ ਇਹਨੇ ਇਹ ਸਾਰੀ ਕਾਰਵਾਈ ਇਹਨੇ ਕਰਵਾਈ ਆ। ਸਿੱਧਮ ਸਿੱਧੀ ਉਂਗਲ ਜਿਹੜੀ ਆ ਉਹ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਚਲੀ ਗਈ ਆ। ਹੁਣ ਕੈਪਟਨ ਅਮਰਿੰਦਰ ਸਿੰਘ ਜਿਹੜਾ ਜੋ ਮਰਜੀ ਕਵੇ, ਜਿੰਨੀਆਂ ਮਰਜੀ ਸਫਾਈਆਂ ਦੇ ਲਵੇ, ਜਿਹੜਾ ਉਹਦੇ ਗਲ ਦੀ ਹੱਡੀ ਬਣ ਗਈ ਹੈ ਤੇ ਬਣੀ ਰਹਿਣੀ ਆ, ਇਹ ਨਹੀਂ ਲੱਥਣੀ ਉਹਦੇ ਗਲੋਂ। ਠੀਕ ਹੈ। ਹੁਣ ਰਹਿ ਗਈ ਗੱਲ ਓਵਰਆਲ ਚਰਨਜੀਤ ਚੰਨੀ ਦੀ। ਚਰਨਜੀਤ ਚੰਨੀ ਕੀ ਕਰੇ? ਕੱਲ ਉਹਨੂੰ ਸਾਰਾ ਕੁਝ ਜਦੋਂ ਪਤਾ ਲੱਗਿਆ ਤੇ ਰਾਤ ਤੁਸੀਂ ਦੇਖੋ ਵੀ ਉਹ ਜਦੋਂ ਪੰਜਾਬ ਭਵਨ ਤੋਂ ਨਿਕਲਦਾ ਉਦੋਂ 12:30 ਵੱਜ ਚੁੱਕੇ ਸੀ। 12:30 ਵਜੇ ਚਰਨਜੀਤ ਚੰਨੀ ਨੂੰ ਪਟਿਆਲਾ ਡੈਰੀ ਵਾਲੇ ਜਿਹੜੇ ਸੀ ਉਹ ਬੈਠੇ ਸੀਗੇ ਤੇ ਚਰਨਜੀਤ ਚੰਨੀ ਉੱਥੇ ਹੀ ਇੱਕ ਥੜੀ ਤੇ ਬੈਠ ਗਿਆ ਪੰਜਾਬ ਭਵਨ ਤੇ ਉੱਥੇ ਬੈਠ ਕੇ ਉਹਨੇ DC ਪਟਿਆਲੇ ਨੂੰ ਕਿਹਾ ਕਿ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਓਨੀ ਦੇਰ ਨਹੀਂ ਕੱਢਣਾ ਜਿੰਨੀ ਦੇਰ ਤੱਕ ਜਿੱਥੇ ਤੁਸੀਂ ਡੈਰੀ ਸ਼ਿਫਟ ਕਰਨੀ ਉੱਥੇ ਪੂਰੇ ਪ੍ਰਬੰਧ ਕਰ ਦਿਓ ਤੇ ਉਹਦੇ ਬਾਅਦ ਸ਼ਿਫਟ ਕਰ ਦਿਓ। ਫਿਰ ਉਹਨਾਂ ਵਿਰੋਧ ਕੀਤਾ, ਉਹਨੇ ਫੋਨ ਓਨੀ ਦੇਰ ਹੋਲਡ ਕਰ ਲਿਆ। ਉਹ ਕਹਿੰਦੇ ਜੀ ਮੇਅਰ ਤੰਗ ਕਰਦਾ। ਉਹਨੇ ਫਿਰ DC ਨੂੰ ਕਿਹਾ, ਕਹਿੰਦਾ ਮੇਅਰ ਧੱਕੇ ਨਾ ਕੱਢਣਾ ਚਾਹੁੰਦਾ, ਮੇਅਰ ਇਹ ਤੁਹਾਡੀ ਡਿਊਟੀ ਹੈ, ਮੈਂ ਤੁਹਾਨੂੰ ਹੁਕਮ ਦਿੰਦਾ ਇਹਨਾਂ ਬੰਦਿਆਂ ਨੂੰ ਬਾਹਰ ਨਹੀਂ ਨਿਕਲਣ ਦੇਣਾ। ਜਿੰਨੀ ਦੇਰ ਤੱਕ ਪ੍ਰਬੰਧ ਕਰ ਦੋ, ਪਾਣੀ ਦਾ ਪ੍ਰਬੰਧ ਕਰ ਦੋ, ਹਸਪੀਟਲ ਦਾ ਪ੍ਰਬੰਧ ਕਰ ਦੋ, ਸੜਕਾਂ ਦਾ ਪ੍ਰਬੰਧ ਕਰ ਦੋ, ਸਾਰਾ ਪ੍ਰਬੰਧ ਕਰਕੇ ਦਿਓ ਤੇ ਇਹਨਾਂ ਨੂੰ ਸ਼ਿਫਟ ਕਰ ਦੋ, ਉਸ ਤੋਂ ਇਲਾਵਾ ਸ਼ਿਫਟ ਨਹੀਂ ਕਰਨਾ। ਠੀਕ ਆ। ਆਪਾਂ ਨੂੰ ਪਤਾ ਕਿ ਸਿਆਸਤ ਪਟਿਆਲੇ 'ਚ ਵੀ ਹੋ ਰਹੀ ਆ ਕਿ ਜਿਹੜਾ ਵਿਰੋਧੀ ਖੇਮਾ ਉਹ ਵੀ ਚਾਹੁੰਦਾ ਕਿ ਡੈਰੀ ਬਾਹਰ ਨਾ ਜਾਵੇ ਅਜੇ, ਤੇ ਇਹਦਾ ਖਮਿਆਜਾ ਜਿਹੜਾ ਉਹ ਮੌਜੂਦਾ ਸਰਕਾਰ ਨੂੰ ਭੁਗਤਣਾ ਪਵੇ। ਸਿਆਸਤ ਤਾਂ ਚੱਲਦੀ ਆ, ਪਰ ਗੱਲ ਤੇ ਆ ਕਿ ਜੇ 12:30 ਵਜੇ ਕੋਈ ਮੁੱਖ ਮੰਤਰੀ ਬਹਿ ਕੇ ਕਿਸੇ ਦੀ ਗੱਲ ਸੁਣਦਾ ਤੇ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਆ ਜਿੰਨੀ ਜੋਗਾ ਵੀ ਆ। ਬਾਹਰ ਥੜੀ ਤੇ ਬਹਿ ਕੇ ਪਹਿਲਾਂ ਵਾਲਾ ਜਿਹੜਾ ਸੀ ਉਹ ਤਾਂ ਦਿਨੇ 12 ਵਜੇ ਨਹੀਂ ਸੀ ਮਿਲਦਾ, ਇਹ ਘੱਟੋ ਘੱਟ ਰਾਤ ਨੂੰ 12:30 ਵਜੇ ਤੇ ਮਿਲ ਗਿਆ ਤੇ ਪੰਜਾਬ ਭਵਨ ਦੇ ਬਾਹਰ ਥੜੀ ਤੇ ਬੈਠਾ ਵਾ। ਇਹ ਵੀ ਤੇ ਗੱਲ ਇਹ ਤੇ ਕਿਤੇ ਨਾ ਕਿਤੇ ਇਹ ਗੱਲ ਪੋਜ਼ਿਟਿਵ। ਵੱਡੀ ਗੱਲ ਰਹਿ ਗਈ ਕੇਂਦਰ 'ਚ ਜਾ ਕੇ ਗੱਲ ਕਰਨ ਦੀ। ਦੇਖੋ ਚਰਨਜੀਤ ਚੰਨੀ ਠੀਕ ਆ CM ਦੇ ਤੌਰ ਤੇ ਗਿਆ, ਪਰ ਏਡਾ ਵੱਡਾ ਕੱਦ ਬੁੱਤ ਨਹੀਂ ਸੀ ਕਿ ਉਹ ਉਹਨਾਂ ਤੇ ਪ੍ਰੈਸ਼ਰ ਪਾ ਸਕੇ ਜਾਂ ਕਹਿ ਸਕੇ ਜਾਂ ਉਹਨਾਂ ਨੂੰ ਮਨਾ ਸਕੇ। ਠੀਕ ਹੈ। ਇਹਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਪ੍ਰੈਸ਼ਰ ਬਿਲਡ ਹੋ ਜਾਂਦਾ, ਕੋਈ ਨਾ ਕੋਈ ਤਰੀਕਾ ਕੱਢ ਕੇ ਉਹਨਾਂ ਨੂੰ ਮਨਾ ਲੈਂਦਾ ਤੇ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ। ਪਰ ਹੁਣ ਸਮੱਸਿਆ ਕਿੱਥੇ ਖੜ ਗਈ? ਸਮੱਸਿਆ ਖੜੀ ਹੋ ਗਈ ਜਦੋਂ ਤੁਹਾਡਾ ਘਰ ਪਾਟਾ ਹੋਇਆ। ਪਾਟੇ ਹੋਏ ਘਰ ਦੇ ਵਿੱਚੋਂ ਜਾ ਕੇ ਕਰਤੂਤਾਂ ਜਿਹੜੀਆਂ ਹੋ ਰਹੀਆਂ ਨੇ। ਹੁਣ ਇਸ ਤੋਂ ਅੱਗੇ ਆ ਜਾਈਏ। ਕੈਪਟਨ ਅਮਰਿੰਦਰ ਸਿੰਘ ਜੋ ਕੁਝ ਕਰਕੇ ਆ, ਹਰੀਸ਼ ਰਾਵਤ ਨੇ ਕਹਿਤਾ, ਕਹਿੰਦੇ ਅਸੀਂ ਜਦੋਂ CLP ਦੀ ਮੀਟਿੰਗ ਸੀ ਇਹਨੂੰ ਕਾਲ ਕੀਤਾ, ਇਹ ਕਹਿੰਦਾ ਮੈਂ ਉਹਦੇ 'ਚ ਨਹੀਂ ਆਉਣਾ। ਇਹ ਨਹੀਂ ਆਇਆ ਤਾਂ ਅਸੀਂ ਨਵਾਂ ਲੀਡਰ ਕਹਿੰਦਾ ਚੁਣ ਦਿੱਤਾ। ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਮੇਰੀ ਕਹਿੰਦਾ ਜਲਾਲਤ ਹੁੰਦੀ ਸਾਰੀ ਦੁਨੀਆ ਨੇ ਦੇਖੀ ਆ ਤੇ ਜਿਹੜੀ ਪਾਰਟੀ 'ਚ ਮੇਰੀ ਜਲਾਲਤ ਹੋਵੇ ਤੇ ਉਸ ਤੇ ਮੈਂ ਕਹਿੰਦਾ ਰਹਿਣਾ ਮੁਨਾਸਬ ਨਹੀਂ ਸਮਝਦਾ। ਠੀਕ ਹੈ। ਕਹਿੰਦਾ ਸਿੱਧਾ ਕਹਿਤਾ, ਕਹਿੰਦਾ ਮੈਨੂੰ ਸਵੇਰੇ 10 ਵਜੇ ਸੋਨੀਆ ਗਾਂਧੀ ਦਾ ਫੋਨ ਆਉਂਦਾ ਕਿ ਤੁਸੀਂ ਅਸਤੀਫਾ ਦੇ ਦਿਓ ਤੇ ਕਹਿੰਦਾ ਮੈਂ ਕਹਿਤਾ ਜੀ ਠੀਕ ਹੈ ਮੈਂ ਅਸਤੀਫਾ ਦੇ ਦਿੰਦਾ। ਕਹਿੰਦਾ ਜਦੋਂ ਕਿ ਮੈਂ ਰਾਤ ਨੂੰ ਹਰੀਸ਼ ਰਾਵਤ ਨੂੰ ਫੋਨ ਕੀਤਾ ਕਿ ਤੁਹਾਡੇ ਕੋਲ 42 MLA ਦੇ ਸਿਗਨੇਚਰ ਕੀਤੀ ਲੈਟਰ ਪਹੁੰਚੀ ਹੈ, ਕਹਿੰਦੇ ਉਹਨੇ ਮੈਨੂੰ ਕਹਿਤਾ ਮੇਰੇ ਕੋਲ ਪਹੁੰਚੀ ਨਹੀਂ। ਤਾਂ ਕਹਿੰਦਾ ਮੈਂ ਉਹਦੇ ਤੇ ਕਿੱਦਾਂ ਵਿਸ਼ਵਾਸ ਕਰ ਲੈਂਦਾ। ਹੁਣ ਗੱਲ ਤੇ ਆ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਛੱਡ ਰਿਹਾ ਤੇ ਉਹਨਾਂ ਦੀ ਪਤਨੀ ਜਿਹੜੀ ਉਹ ਕਹਿੰਦੀ ਮੈਂ ਤਾਂ ਕਾਂਗਰਸ 'ਚ ਰਹੂੰਗੀ। ਹੁਣ ਨਾਲ ਲੈ ਕੇ ਜਾ ਭਾਈ, ਇੱਥੇ ਕਿਉਂ ਛੱਡ ਕੇ ਜਾਣਾ? ਕਾਹਨੂੰ ਬੇੜਾ ਗਰਕ ਕਰਨ ਲੱਗਾ? ਸਟੇਟ ਦਾ ਜਿੱਥੇ ਲਿਜਾਣੀ ਲੈ ਜਾ। ਉਧਰ ਸੁਖਦੇਵ ਸਿੰਘ ਢੀਂਡਸਾ ਜੀ ਚੰਕੋ ਪਏ, ਕਹਿੰਦੇ ਅਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਜਾਣ ਲਈ ਤਿਆਰ ਆ, ਆਪਾਂ ਨੂੰ ਪਹਿਲਾਂ ਪਤਾ ਸੀ ਜਾਣਾ। ਕਹਿੰਦਾ ਪਰ ਕਿਸਾਨੀ ਅੰਦੋਲਨ ਦਾ ਕੋਈ ਨਾ ਕੋਈ ਨਿਬੇੜਾ ਹੋਣਾ ਚਾਹੀਦਾ, ਨਹੀਂ ਤੇ ਲੋਕਾਂ ਨੇ ਸਾਨੂੰ ਨੇੜੇ ਨਹੀਂ ਲੱਗਣ ਦੇਣਾ।
यानी कि कुल मिला के जो कुछ कैप्टन अमरिंदर सिंह कल करके आया जां पिछली खिचड़ी जिहड़ी पक रही है जिह च रविंदर भी आ, उहदे च सुखदेव सिंह ढींडसा भी आ, ब्रह्मपुरा भी आ, सारा जिहड़ा लाणा इकट्ठा होया वो सारा एक जगह ते आ ते हुण एक नवीं पार्टी बनाउण वल नूं वधण डए आ कि नवीं पार्टी बना लईए। पद्म श्री मिले ने ਢੀਂਡਸਾ ਸਾਹਿਬ ਨੂੰ कैप्टन साहब ने नवीं नकोर गड्डियां दित्तियां ने पंजाब दे कोटे चों, दीप सिद्धू दी शंभू मोर्चे चामद, सारा लाना ਉਹੀ है। इक्का ਕਿਹੜਾ ਪੰਥਕ है, सब ड्रामे ने। मतलब ਇੱਕ ਦੂਜੇ ਨੂੰ ਪਿੱਛੇ ਛੱਡ ਕੇ ਆਪਣੇ ਨਿਆਣੇ ਰੋਲ ਕੇ ਭਾਜਪਾ ਦੀ ਗੋਦੀ ਚੜਨ ਨੂੰ ਫਿਰਦੇ ਨੇ। ਇਹ ਚੱਪਲ ਚੱਟਣ ਨੂੰ ਫਿਰਦਾ ਲਾਣਾ ਇੱਥੇ ਪੰਜਾਬ ਦਾ। ਕਿਹੜੀਆਂ ਸਰਦਾਰੀਆਂ, ਕਿਹੜੀ ਸਿੱਖੀ ਯਾਰ, ਕਿਸੇ ਨੂੰ ਫੜ ਲਓ। ਆ ਹੁਣ ਕਲੀਅਰ ਹੋ ਹੀ ਗਿਆ ਨਾ, ਢੀਂਡਸੇ ਨੇ ਬਿਆਨ ਦੇ ਹੀ ਦਿੱਤਾ ਕਿ ਖੇਤੀ ਅੰਦੋਲਨ ਦਾ ਕੁਛ ਕਰੋ, ਅਸੀਂ ਉਹਦਾ ਨਾਲ ਆ ਪਾਰਟੀ। ਤੁਸੀਂ ਭਾਜਪਾ ਦੇ ਬੰਦੇ ਹੋ, ਭਾਜਪਾ ਨਾਲ ਵਿਚਰਦੇ ਹੋ ਯਾਰ। ਘੱਟ ਕਿਹੜਾ ਬਾਦਲ ਕਿਆ ਨੂੰ ਕਹਿੰਦੇ ਹੋ ਘੱਟ ਵੀ ਨਹੀਂ, ਕੌਣ ਘੱਟ ਹੈ? ਆ ਕਾਂਗਰਸੀ ਨੇ ਕਿਵੇਂ, ਤੁਸੀਂ ਇਹਨਾਂ ਨੂੰ ਛੱਡੋ। ਪੰਜਾਬੀ ਯੂਨੀਵਰਸਿਟੀ ਆਪਾਂ ਹੁਣ ਕਿਹਦਾ ਨਾਂ ਲਈਏ? 3-3 ਲੱਖ ਤਨਖਾਹ ਆ, ਚੱਪਲ ਚੱਟਦੇ ਫਿਰਦੇ RSS ਦੇ ਕਿ ਸਾਨੂੰ ਇੱਥੇ ਲਾ ਦਿਓ, ਸਾਨੂੰ ਇੱਥੇ ਲਾ ਦਿਓ ਛੋਟੇ ਛੋਟੇ ਅਹੁਦਿਆਂ ਲਈ। ਇਹ ਤਾਂ ਔਕਾਤ ਹੋ ਚੁੱਕੀ ਆ ਲੋਕਾਂ ਦੀ। ਆ 10,000 ਪੱਤਰਕਾਰ ਸਿੱਧਾ RSS ਦੇ ਪ੍ਰਭਾਵ 'ਚ ਆ ਬਾਈ ਜੀ। ਛੋਟੇ ਛੋਟੇ ਅਹੁਦਿਆਂ ਦੇ ਵਾਸਤੇ ਕੋਈ ਸੈਨੇਟ ਮੈਂਬਰ ਬਣਿਆ ਫਿਰਦਾ, ਕੋਈ ਕੁਛ ਬਣਿਆ ਫਿਰਦਾ। ਮਤਲਬ ਸਬਰ ਹੀ ਕੋਈ ਨਹੀਂ। ਠੀਕ ਹੈ RSS ਆਪਣੇ ਧਰਮ ਲਈ ਵਧੀਆ ਕੰਮ ਕਰਦੀ ਹੈ, ਪਰ ਬਾਕੀ ਉਹਦੀ ਆਈਡੀਓਲੋਜੀ ਕੀ ਹੈ ਨਾ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਨਾ ਆ ਢੀਂਡਸੇ ਹੋਰੀ ਜਾਂ ਸਾਰਾ ਪਤਾ ਹੀ ਹੈ ਕਿ ਹੈ ਕੀ ਨੇ, ਕਿਹੜੇ ਟਕਸਾਲੀ, ਸਭ ਨਾਂ ਦੀਆਂ ਕਹਾਣੀਆਂ ਨੇ। ਹੁਣ ਤਾਂ ਪਤਾ ਲੱਗ ਹੀ ਗਿਆ ਨਾ। ਹੁਣ ਰਵਿੰਦਰ ਹੋਰੀ ਜਾਂ ਸਾਰਾ ਲਾਣਾ, ਇਹ ਸਾਰਾ ਭਾਜਪਾ ਦੇ ਇਸ਼ਾਰੇ ਤੇ ਕੰਮ ਕਰਦੇ ਨੇ ਲੋਕ। ਮਤਲਬ ਉਹਦਾ ਨਵਾਲਾ ਬਣਨ ਨੂੰ ਤਿਆਰ ਹੈ। ਉਹ ਕਹਿੰਦਾ ਮੈਂ ਪਹਿਲਾਂ ਗੋਦੀ ਚੜ ਜਾ ਅਮਿਤ ਸ਼ਾਹ ਦੀ, ਉਹ ਕਹਿੰਦਾ ਮੈਂ ਚੜ ਜਾ। ਮਾੜਾ ਜਿਹਾ ਕਹੇ ਤਾਂ ਸਹੀ ਸਾਨੂੰ ਜੀ ਸੁਰਿੰਦਰ ਵੀਰ। नहीं बिल्कुल देखो हुण पता की एक एक करके आपां जिहड़ी गल कहिंदे सी ओहदियां एक एक करके परतां जिहड़ियां वो खोलदियां तुरियां आ रहीਆਂ ने। ठीक है, यानी कि देखो स्टेट दा बेड़ा गर्क करवा रहे आ भी। चलो ठीक है, तुसीं सियासत च आउणा लख आओ, ठीक है, तुसीं अपनी थां बनाओ, तुहाडी थां बनेगी, तुसीं चोण लड़ लो, तैनूं पता लग जूगा तुसीं किन्ने पानी च। मौजूदा प्रक्रिया चल रही है वो सारी नूं ठल रहे हो। ठीक है, ਉਹਨੂੰ ਜਾ ਕੇ ਬ੍ਰੇਕਾਂ ਲਗਾ ਕੇ ਆ ਗਏ ਹੋ ਕਿ ਸਰਕਾਰੀ ਖਰੀਦ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਹੁਣ ਜਿਹੜੀ ਸਰਕਾਰੀ ਖਰੀਦ ਰਕਵਾਈ ਗਈ ਆ ਸਿੱਧਾ। ਸੌਰੀ ਸੁਰਿੰਦਰ ਬਾਈ ਜੀ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਹੈ, ਕੋਈ ਦਿੱਕਤ ਆ ਗਈ ਸੀਗੀ। ਲਾਈਨ ਚੇਂਜ ਕਰਦੇ ਹਾਂ ਤੇ ਆਪਣੇ ਨਾਲ ਇੱਕ ਸਰੋਤੇ ਜੁੜੇ ਨੇ, ਸਵਾਗਤ ਉਹਨਾਂ ਦਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ? ਹੈਲੋ 55 ਨੰਬਰ। ਹਾਂਜੀ ਗੱਲ ਕਰੋ ਬਾਈ ਜੀ, ਕੌਣ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੋਰਾ, ਕੀ ਹਾਲ ਚਾਲ ਹੈ ਬਾਈ ਜੀ? ਝੋਨੇ ਦਾ ਕੀ ਸਥਿਤੀ ਹੈ? ਝੋਨਾ ਠੀਕ ਹੈ ਬਾਈ ਜੀ। ਸਾਡੇ ਆਲੂ ਵਾਲਿਆਂ ਦਾ ਜਿਹੜਾ ਝੋਨਾ ਉਹ ਜਿਵੇਂ 5-7 ਦਿਨਾਂ ਤੱਕ ਆਉਂਦਾ ਵਾ, ਕਿਉਂਕਿ ਸਾਡੇ ਝੋਨੇ ਥੋੜੇ ਲੇਟ ਹੁੰਦੇ ਆ। ਜਿਵੇਂ ਅੰਮ੍ਰਿਤਸਰ ਦੀ ਸਾਈਡ ਪਾਦੇ ਜਾਂ ਬਰੈਕ ਜੀ, ਇਹ ਸਾਡੀਆਂ ਥੋੜੀਆਂ ਜ਼ਿਆਦਾ ਟਾਈਮ ਲੈਂਦੀਆਂ ਥੋੜਾ ਜਿਹਾ, ਪਰ ਆਲੂ ਵਾਲੇ ਫਿਰ ਵੀ ਉਹੀ ਵੈਰਾਈਟੀਆਂ ਲਾਉਂਦੇ ਆ, ਮਤਲਬ ਉਹਨੇ ਨਹੀਂ ਕੋਈ ਚੱਕਰ। ਤੇ ਸਾਡੇ ਕੋਲ ਹਜੇ ਹੈਗੇ ਆ 4 ਦਿਨ ਜਿੱਦਾਂ ਕਹਿ ਦਈਏ। ਪਰ ਮੈਂ ਤਾਂ ਇਸ ਗੱਲ ਤੇ ਬੋਲਣ ਲੱਗਾ ਸੀਗਾ, ਮੈਂ ਕਿਹਾ ਵੀ ਕੈਪਟਨ ਨੂੰ ਕਹਿੰਦੀ ਤੂੰ ਨਵੀਂ ਪਾਰਟੀ ਬਣਾ ਕੇ ਮੁੱਖ ਮੰਤਰੀ ਬਣਨਾ, ਜੇ ਤੂੰ ਕੰਮ ਨਹੀਂ ਕਰਨਾ ਸੀ ਤਾਂ ਤੂੰ ਪੁਰਾਣਾ ਪਹਿਲਾਂ ਮੁੱਖ ਮੰਤਰੀ ਸੀਗੇ, ਜਿਹੜਾ ਮੁੱਖ ਮੰਤਰੀ ਸੀ ਡੁਪਲੀਕੇਟ ਮੁੱਖ ਮੰਤਰੀ ਸੀ। ਉਸ ਤੋਂ ਬਾਅਦ ਦੇ ਵਿੱਚ 2 ਨੰਬਰ ਤੇ ਇਹ ਗੱਲ ਆ ਵੀ ਤੂੰ ਆਪਦੇ ਤੌਰ ਤੇ ਕੋਈ ਵੱਡੀ ਜਾਂ ਤੈਨੂੰ ਭਾਜਪਾ ਨੇ ਕੋਈ ਡੇਟਾ ਹੋਊਗਾ ਵੀ ਪੰਜਾਬ 'ਚ ਇੱਦਾਂ ਦਾ ਘਾਣ ਕਰ ਸਕਦਾ ਤਾਂ ਤੇਰੀ ਅਸੀਂ ਸਪੋਰਟ ਕਰ ਦਿੰਦੇ ਹਾਂ। ਹੋਰ ਕੰਮ ਕਰਨ ਲਈ ਤਾਂ ਜੇ ਕਰਨਾ ਹੁੰਦਾ ਤਾਂ ਤੂੰ ਪਹਿਲਾਂ ਨਹੀਂ ਕਰ ਹੀ ਸਕਦਾ ਸੀ। ਜਿਹੜੇ ਇਹਦੇ ਨਾਲ ਜੁੜਨਗੇ ਉਹਨਾਂ ਨੂੰ ਵੀ ਸਵਾਲ ਇਹੀ ਹੈ ਵੀ ਜੇ ਇਸ ਬੰਦੇ ਨੇ ਆਪਦੀ ਏਡੀ ਵੱਡੀ ਬਹੁਮਤ ਦੇ ਵਿੱਚ ਨੇ ਕੁਛ ਕੀਤਾ ਤੇ ਹੁਣ ਚੂੰਡ ਧੂਣ ਕੱਟੀ ਕਰਕੇ ਕਿਵੇਂ ਕੁਛ ਕਰਦੀ ਆ ਇਹ। ਓਕੇ ਬਾਈ ਜੀ, ਥੈਂਕ ਯੂ। ਬਿਲਕੁਲ ਸੁਰਿੰਦਰ ਵੀਰ। ਜੋਰਾ ਸਿੰਘ ਦੋਦਰ ਕਹਿੰਦੇ ਵੀ ਜਦੋਂ 77 MLA ਸੀ, ਫੁੱਲ ਫਲੈਸ਼ਡ ਬਹੁਮਤ ਸੀ, ਉਦੋਂ ਮੁੱਖ ਮੰਤਰੀ ਬਣ ਕੇ ਕੰਮ ਨਹੀਂ ਕਰ ਸਕਿਆ। ਹੁਣ ਤੂੰ ਆਪਣੀ ਨਵੀਂ ਪਾਰਟੀ ਬਣਾ ਕੇ ਚੂੰਡ ਭੂਣ ਨਾਲ ਕੋਈ ਇੱਧਰੋਂ ਫੜਿਆ, ਕੋਈ ਇੱਧਰੋਂ ਫੜਿਆ। ਭਾਨੂਮਤੀ ਨੇ ਕੁਨਬਾ ਜੋੜਾ, ਕਹੀਂ ਕੀਟ ਕਹੀਂ ਕਾ ਰੋੜਾ, ਕੋਈ ਟਕਸਾਲੀ ਕੋਈ ਅਕਾਲੀ ਕੋਈ ਫੜ ਕੇ ਕੀ ਮੁੱਖ ਮੰਤਰੀ ਬਣ ਕੇ ਤੂੰ ਕਰ ਲੇਗਾ? ਗੱਲ ਇਹ ਹੈ ਕਿ ਭਾਜਪਾ ਦੇ ਆਕਾ ਦੀ ਤੁਸੀਂ ਚਾਪਲੂਸੀ ਕਰਨੀ ਹੈ ਨਾ। ਜੇ ਕੰਮ ਹੀ ਕਰਨਾ ਹੁੰਦਾ ਪੰਜਾਬ ਹਤੈਸ਼ੀ ਹੁੰਦਾ, ਸਿਸਮਾ ਮਹਿਲ ਚੋਂ ਪਹਿਲਾਂ ਵੀ ਨਿਕਲ ਆਉਂਦੇ। ਪਰ ਇਹਦੇ 'ਚ ਦੇਖੋ ਜਦੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ, ਮੈਂ ਪੋਸਟ ਕੀ ਪਾਤੀ, ਲੋਕਾਂ ਨੂੰ ਐ ਹੋ ਗਿਆ ਕਿ ਮੈਂ ਪਤਾ ਨਹੀਂ ਕੀ, ਮੈਂ ਹੀ ਆਖਿਆ ਸੀ ਕਿ ਨਵਾਂ ਭਾਜਪਾ ਦੇ ਧੱਕੇ ਚੜੇ ਇੱਕ ਨੇਤਾ ਦੀ ਸਹਿਚਾਰ ਦੇ ਨਾਲ ਗ੍ਰਿਫਤਾਰੀ ਹੋਈ ਹੈ ਜੀਰਕਪੁਰ ਤੋਂ। ਕੀ ਹੈ ਤੋਬਾ ਨਹੀਂ, ਕਿਧਰੋਂ ਟਕਸਾਲੀ ਆ ਗਏ ਬੰਦੂਕਾਂ ਲੈ ਕੇ, ਜੋ ਢੱਡਰੀਆਂ ਵਾਲੇ ਦਾ ਹਾਲ ਕੀਤਾ ਉਹ ਤੇਰਾ ਕਰ ਦਿਆਂਗੇ। ਦੀਪ ਸਿੱਧੂ ਤਾਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਗੋਦ 'ਚ ਖੇਡਦਾ ਰਿਹਾ। ਮੈਂ ਕਿਹਾ ਭਾਈ ਖੇਡੀ ਜਾਵੇ, ਮੈਂ ਕਿਹੜਾ ਗੋਦ 'ਚ ਉਹਨੂੰ ਕੋਈ ਉਹ ਕਰ ਦਿੱਤਾ ਹੈ ਨਾ। ਇਹੀ ਆਖਿਆ ਵੀ ਅਰੈਸਟ ਹੋਈ ਹੈ ਇੱਕ ਭਾਜਪਾ ਦੇ ਨਵੇਂ ਬਣੇ ਸਹਿਯੋਗੀ ਦੇ ਰਾਹੀਂ। ਤੇ ਹੁਣ ਕੀ
ਕਪਤਾਨ ਸਾਹਿਬ ਸ਼ਰੇਆਮ ਭਾਜਪਾ ਦੀ ਬੋਲੀ ਬੋਲ ਰਹੇ ਨੇ ਤੇ ਹੁਣ ਢੀਂਡਸਾ ਸਾਹਿਬ ਸਪੋਰਟ 'ਚ ਆ ਰਹੇ ਨੇ, ਸਾਰੇ ਸਪੋਰਟ 'ਚ ਆ ਰਹੇ ਨੇ, ਤੇ ਹੁਣ ਕਿੱਥੇ ਆ ਤੁਹਾਡਾ ਉਹ ਸੰਤਾਂ ਵਾਲਾ ਕੰਸੈਪਟ? ਇੱਕ ਕਾਲਰ ਜੁੜੇ ਨੇ, ਸਵਾਗਤ ਸਰ, ਵੈਲਕਮ। 41 ਨੰਬਰ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਜੀ ਗੁਰਪ੍ਰੀਤ ਬੋਲ ਰਿਹਾ ਆਸਟ੍ਰੇਲੀਆ ਤੋਂ ਜੀ। ਹਾਂਜੀ ਬਿੱਟੂ ਜੀ, ਗੱਲ ਕਰੋ ਪਲੀਜ਼, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਮੈਂ ਤਾਂ ਬਸ ਇੱਕ ਤੁਹਾਡੇ ਕੋਲ 20 ਸੈਕਿੰਡ ਲੈਣਾ। ਮੈਂ ਨਾ ਅੱਜ ਇੱਕ ਲਾਈਵ ਦੇਖ ਰਿਹਾ ਸੀ ਰਾਜਾ ਵੜਿੰਗ ਜੀ ਦਾ, ਤੇ ਉਹ ਨਾ ਜੀ ਆਪਣਾ ਟਰਾਂਸਪੋਰਟ ਮਿਨਿਸਟਰ ਬਣੇ ਨੇ, ਤੇ ਉਹ ਨਾ ਬੱਸ ਚੜੇ, ਬੱਸ ਚੜੇ ਤੇ ਲੋਕਾਂ ਨੂੰ ਪੁੱਛਣ ਲੱਗੇ, ਕਹਿੰਦੇ ਤੁਹਾਨੂੰ ਦੱਸੋ ਕੀ ਕੀ ਤਕਲੀਫਾਂ ਨੇ, ਸਾਰਾ ਕੁਝ ਪੁੱਛਣ ਲੱਗੇ, ਹਨਾ। ਤੁਸੀਂ ਉਹਦੇ ਹਿਸਾਬ ਲਾ ਲਓ ਵੀ ਬੱਸ 'ਚ ਘੱਟੋ ਘੱਟ 50 ਬੰਦੇ ਬੈਠੇ ਹੋਣਗੇ, 50 ਚੋਂ ਘੱਟੋ ਘੱਟ 40 ਯੰਗਸਟਰ ਬੈਠੇ ਹੋਣਗੇ, ਕੁੜੀਆਂ ਮੁੰਡੇ, ਹਨਾ। ਉਹ 40-50 ਕੁੜੀਆਂ ਮੁੰਡਿਆਂ 'ਚ ਇੱਕ ਨੇ ਉਹਨੂੰ ਕੋਈ ਕੁਐਸਚਨ ਨਹੀਂ ਕੀਤਾ ਹੈਗਾ ਵੀ ਭਾਈ ਤੁਸੀਂ ਐ ਕਰ ਰਹੇ ਹੋ, ਤੁਹਾਡੀ ਸਰਕਾਰ ਆਹ ਕਰ ਰਹੀ ਹੈ, ਜਾਂ ਤੁਸੀਂ ਐ ਨਹੀਂ ਕੀਤਾ। ਇੱਕ ਵਿਚਾਰਾ ਅਨਪੜ੍ਹ ਜਾਂ ਬਜ਼ੁਰਗ ਨਾ, ਉਹ ਬੈਠਾ ਵਿਚਾਰੇ ਨੇ 5-7 ਉਹਦੇ ਬਾਰੇ ਕੁਐਸਚਨ ਕੀਤੇ, ਤੁਸੀਂ ਐ ਕੀਤਾ, ਤੁਸੀਂ ਐ ਕੀਤਾ, ਹਨਾ। ਤੇ ਉਹਨੇ ਰਾਜੇ ਵੜਿੰਗ ਨੂੰ ਪੁੱਛਿਆ, ਕਹਿੰਦਾ ਤੁਸੀਂ ਕਿੱਧਰ ਜਾ ਰਹੇ ਹੋ ਸਾਰੇ? ਉਹ ਸਾਰੇ ਦੇ ਸਾਰੇ ਕਹਿੰਦੇ ਅਸੀਂ ਆਈਲੈਟਸ ਕਰਨ ਵੀ ਕੋਚਿੰਗ ਲੈਣ ਜਾ ਰਹੇ ਆ। ਓਹੋ, ਮੈਂ ਕਿਹਾ ਇਹਨੂੰ ਪੁੱਛੋ ਵੀ ਤੇ ਇਹ ਅੱਜ ਅਸੀਂ ਇੰਨਾ ਬਰਬਾਦੀ ਦੀ ਕਗਾਰ ਤੇ ਖੜੇ ਆ, ਸਾਨੂੰ ਨੌਕਰੀਆਂ ਦਿਓ, ਸਾਨੂੰ ਬਾਹਰ ਜਾਣਾ ਪੈਂਦਾ, ਕੋਈ ਪੁੱਛਦਾ ਹੀ ਨਹੀਂ। ਪਤਾ ਨਹੀਂ ਲੋਕਾਂ ਨੂੰ ਇੰਨੇ ਪੜ੍ਹ ਲਿਖ ਕੇ ਯੰਗਸਟਰ ਨੂੰ ਪਤਾ ਹੀ ਨਹੀਂ ਵੀ ਕੀ ਪੁੱਛਣਾ। ਥੈਂਕ ਯੂ ਜੀ। ਥੈਂਕ ਯੂ ਬਿੱਟੂ ਜੀ, ਬਹੁਤ ਤੁਸੀਂ ਗੰਭੀਰ ਮੁੱਦੇ ਵੱਲ ਧਿਆਨ ਦਵਾਇਆ। ਹੁਣ ਗੱਲ ਇਹ ਹੈ, ਤੁਸੀਂ ਵੇਖ ਲਓ ਘਰਾਂ 'ਚ ਅਖਬਾਰ ਨਹੀਂ ਆਉਂਦੇ, ਮਤਲਬ ਟੋਕਰੇ ਜਿੱਡੇ ਜਿੱਡੇ ਸੈੱਲਫੋਨ ਲਈ ਫਿਰਦੇ ਬੱਚਿਆਂ ਨੂੰ ਜੇ ਪੁੱਛ ਲਈਏ, ਜਵਾਨੀ ਨੂੰ ਪੁੱਛ ਲਈਏ ਕਿ ਕੀ ਹੈ, ਉਹਨੂੰ ਹਰਮਨ ਦਾ ਤਾਂ ਪਤਾ ਹੈ, ਉਹਨੂੰ ਚੁੰਮੇ ਵਾਲੀ ਭਾਬੀ ਦਾ ਤਾਂ ਪਤਾ ਹੈ, ਉਹਨੂੰ ਉਹ ਨੂਰ ਦਾ ਤਾਂ ਪਤਾ ਹੈ, ਉਹਨੂੰ ਸਭ ਕੁਝ ਪਤਾ, ਮੂਸੇ ਵਾਲੇ ਦਾ ਪਤਾ ਕਿ ਕਿਹੜੇ ਬ੍ਰਾਂਡ ਦਾ ਕੱਛਾ ਪਾਉਂਦਾ ਹੈ, ਬੱਬੂ ਮਾਨ ਦੇ ਗੀਤਾਂ ਦਾ ਪਤਾ ਹੈ, ਪਰ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਕੱਛਾ ਕਿੱਥੋਂ ਆਏਗਾ, ਸਾਡੇ ਪਰਿਵਾਰ ਦੇ ਕੱਪੜੇ ਕੌਣ ਲਾ ਰਿਹਾ, ਉਹਨੂੰ ਇਹ ਨਹੀਂ ਪਤਾ। ਬਾਈ ਜੀ, ਇਹ ਬਦਕਿਸਮਤੀ ਆ। ਉਹ ਤੁਸੀਂ ਬਹੁਤ ਸੋਹਣਾ ਨੋਟ ਕੀਤਾ ਕਿ ਇਹ ਜਿਹੜੇ ਸੁਪਨੇ ਲੈਂਦੇ ਨੇ ਵਿਦੇਸ਼ ਦੇ, ਇਹਨਾਂ ਨੂੰ ਇਹ ਨਹੀਂ ਪਤਾ ਕਿ ਉੱਥੇ ਗਰਾਊਂਡ ਰਿਐਲਿਟੀ ਕੀ ਹੈ। ਇਹ ਸਿਰਫ ਬਲਦ ਬਣ ਕੇ ਕਮਾਈ ਕਰਨ ਨੂੰ ਜਾਣਦੇ ਨੇ, ਉੱਥੇ ਦੀ ਗਰਾਊਂਡ ਰਿਐਲਿਟੀ ਨਹੀਂ ਪਤਾ ਇਹਨਾਂ ਨੂੰ। ਰਾਜਾ ਵੜਿੰਗ ਨੂੰ ਸ਼ਰਮ ਆਈ, ਸਾਰੇ ਆਈਲੈਟਸ ਵਾਲੇ ਬੈਠੇ ਨੇ ਵੀ ਅਸੀਂ ਇਹਨਾਂ ਨੂੰ ਕੁਝ ਦੇ ਨਹੀਂ ਸਕੇ, ਤਾਂ ਇਹ ਅੱਜ ਜਾ ਰਹੇ ਨੇ ਤੁਹਾਡੀ ਬੱਸ ਤੇ ਬੈਠੇ ਆਈਲੈਟਸ ਕਰਨਾ। ਹਾਂਜੀ ਜੀ, ਬਹੁਤ ਬਹੁਤ ਸ਼ਰਮਨਾਕ ਤਸਵੀਰ ਹੈ ਬਾਈ ਜੀ ਜਿਹੜੀ ਤੁਸੀਂ ਸਾਂਝੀ ਕੀਤੀ ਹੈ। ਗੱਲ ਇਹ ਹੈ ਕਿ ਉਹ ਸਿੱਖਣਾ ਹੀ ਨਹੀਂ ਚਾਹੁੰਦੇ। ਔਰ ਇਹ ਮੀਡੀਆ ਕਰਦਾ ਕੀ ਹੈ, ਕਦੇ ਕਿਸੇ ਨੂੰ ਚੱਕ ਲੈਣਗੇ, ਕਦੇ ਕਿਸੇ ਨੂੰ ਚੱਕ ਲੈਣਗੇ। ਬਾਲੀਵੁੱਡ ਕਰਦਾ ਕੀ ਆ, ਧਰਮਿੰਦਰ ਹੋਰਾਂ ਨੇ ਟੈਂਕੀਆਂ ਤੇ ਚੜਾਉਣ ਤੋਂ ਸਿਵਾ ਦਿੱਤਾ ਕੀ ਹੈ ਫਿਲਮਾਂ ਨੇ ਸਾਨੂੰ? ਕੁਝ ਫਿਲਮਾਂ ਸ਼ਹੀਦਾਂ ਦੇ ਨਾਂ ਤੇ ਆਈਆਂ ਨੇ ਜਿਨ੍ਹਾਂ ਨੇ ਥੋੜਾ ਜਿਹਾ ਸੂਝ ਦਿੱਤੀ ਹੈ। ਬਾਕੀ ਸਾਡੀ ਇਹ ਬਾਲੀਵੁੱਡ ਇੰਡਸਟਰੀ ਨੇ, ਸਾਡੀ ਬਾਲੀਵੁੱਡ ਇੰਡਸਟਰੀ ਨੇ, ਠੀਕ ਹੈ, ਹੁਣ ਵਾਲੇ ਵੀ ਇੰਟਰਟੇਨ ਕਰਦੇ ਨੇ ਜਿਹੜੇ ਨਵੇਂ ਨੇ, ਜਿਹੜੇ ਗੰਭੀਰ ਮੁੱਦੇ ਨੇ ਜਿਹਦੇ ਨਾਲ ਤੁਹਾਡੀ ਰੋਜ਼ੀ ਰੋਟੀ, ਤੁਹਾਡਾ ਫਿਊਚਰ, ਤੁਹਾਡੀ ਵਿਰਾਸਤ ਜੁੜੀ ਹੈ, ਤੁਹਾਡਾ ਧਰਮ ਜੁੜਿਆ, ਉਹਦੇ ਬਾਰੇ ਤਾਂ ਅਸੀਂ ਜਾਣਨਾ ਹੀ ਨਹੀਂ ਚਾਹੁੰਦੇ। ਅਸੀਂ ਸਿਰਫ ਤੇ ਸਿਰਫ ਥੈਂਕ ਯੂ ਬਿੱਟੂ ਬਾਈ ਜੀ, ਬਹੁਤ ਵਧੀਆ ਸਵਾਲ ਤੁਸੀਂ ਉਠਾਇਆ, ਮਿਹਰਬਾਨੀ। ਥੈਂਕ ਯੂ। ਸੋ ਇਹ ਤਸਵੀਰ ਹੈ ਜਿਹੜੀ ਬਿੱਟੂ ਬਾਈ ਨੇ ਦੱਸੀ ਹੈ ਸੁਰਿੰਦਰ ਵੀਰ, ਕਿ ਰਾਜਾ ਵੜਿੰਗ ਨੇ ਇੱਕ ਬੱਸ ਦੇ ਵਿੱਚ ਵੇਖਿਆ, ਜਾ ਕੇ ਪੁੱਛਿਆ 40-50 ਨੌਜਵਾਨ ਮਟਿਆਰਾਂ, ਇੱਕ ਨੇ ਸਵਾਲ ਨਹੀਂ ਪੁੱਛਿਆ, ਉਹਨਾਂ ਨੂੰ ਪਤਾ ਹੀ ਨਹੀਂ, ਇੱਲ ਤੇ ਕੋਕੋ ਨਹੀਂ ਪਤਾ। ਇਹ ਨਹੀਂ ਕਿ ਉਹਨਾਂ ਕੋਲ ਸਾਧਨ ਨਹੀਂ, ਉਹ ਇਹਦੇ ਬਾਰੇ ਬੌਦਰ ਹੀ ਨਹੀਂ ਕਰਦੇ ਕਿ ਅਸੀਂ ਕਿਉਂ ਇੱਥੋਂ ਜੜ੍ਹਾਂ ਤੋਂ ਉੱਠ ਕੇ ਜਾ ਰਹੇ ਹਾਂ, ਕਿਉਂ ਨਹੀਂ ਅਸੀਂ ਇਹਨਾਂ ਨੂੰ ਘੇਰਦੇ। ਇਹ ਤਾਂ ਕਿਸਾਨ ਆ ਜਿਹੜੇ ਮਾੜੀ ਮੋਟੀ ਸੂਝ-ਬੂਝ ਰੱਖਦੇ ਨੇ, ਆ ਨਵੀਂ ਪੀੜ੍ਹੀ ਦਾ ਤਾਂ ਸਰਿਆ ਹੀ ਪਿਆ ਜੀ। ਸੁਰਿੰਦਰ ਵੀਰ ਕੰਟੀਨਿਊ ਪਲੀਜ਼। ਨਹੀਂ ਮੈਂ ਉੱਥੇ ਆਉਣਾ। ਦੇਖੋ ਅੱਜ ਕੀ ਹੋਇਆ ਕਿ ਚਲੋ ਰਾਜਾ ਵੜਿੰਗ ਜਿਹੜਾ ਉਹ ਅੱਜ ਐਕਸ਼ਨ ਮੋਡ 'ਚ ਦਿਖਿਆ, ਠੀਕ ਹੈ। ਪਹਿਲਾ ਕੰਮ ਤਾਂ ਜਿਹੜਾ ਉਹਨੇ ਕੀਤਾ ਉਹ ਕੀਤਾ ਕਿ ਸੰਗਰੂਰ ਬੱਸ ਅੱਡੇ ਤੇ ਪਹੁੰਚ ਗਿਆ। ਸੰਗਰੂਰ ਬੱਸ ਅੱਡੇ ਤੇ ਉਹਨੇ ਕਿਹਾ ਕਿ ਪਹਿਲੀ ਗੱਲ ਤੇ ਇਹ ਆ, ਜਿਹੜਾ ਨਜਾਇਜ਼ ਕਬਜ਼ਾ ਸਾਰਾ ਇਮੀਡੀਏਟਲੀ ਚੱਕੋ। ਉਹ ਅਜੇ ਸੰਗਰੂਰ ਬੱਸ ਅੱਡੇ ਤੇ ਸੰਗਰੂਰ ਦਾ ਚੱਕ ਹੋ ਰਿਹਾ ਸੀ। ਬਠਿੰਡੇ ਵਾਲਿਆਂ ਨੇ, ਔਰਬਿਟ ਵਾਲਿਆਂ ਨੇ ਜਿਹੜਾ ਬੱਸ ਸਟੈਂਡ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਉਹ ਉਹਨਾਂ ਦਾ ਸਾਰਾ ਬੂਥ ਜਿਹੜਾ ਸੀ ਢਾਹ ਕੇ ਪਰਾਂ ਮਾਰਿਆ, ਮਿੰਟਾਂ 'ਚ ਸਫਾਈ ਕਰ ਦਿੱਤੀ ਕਿ ਵੜਿੰਗ ਕਿਤੇ ਇੱਧਰ ਨੂੰ ਨਾ ਆ ਜਾਵੇ। ਯਾਨੀ ਕਿ ਉਹਨਾਂ ਨੇ ਬਾਦਲਾਂ ਦਾ ਪਹਿਲਾਂ ਸਾਰਾ ਕੁਝ ਚੱਕ ਦਿੱਤਾ। ਨਹੀਂ ਤੇ ਦੇਖੋ ਸਰਕਾਰ, ਬੱਸ ਸਟੈਂਡ ਕਿਹਦਾ? PRTC ਦੇ ਆ, ਜਿੰਨੇ ਵੀ ਬੱਸ ਸਟੈਂਡ ਪੰਜਾਬ 'ਚ ਬਣੇ ਹੋਏ ਆ PRTC ਦੇ ਬੱਸ ਸਟੈਂਡ ਆ। ਪ੍ਰਾਈਵੇਟ ਕੰਪਨੀ ਨੇ ਉਹਦੇ ਅੰਦਰ ਆ ਕੇ ਆਪਣਾ ਦਫ਼ਤਰ ਬਣਾ ਕੇ ਬੈਠ ਗਈ। ਨਾ ਤਾਂ ਉਹਨੇ ਉਹਦਾ ਕੋਈ ਕਿਰਾਇਆ ਭਰਿਆ। ਦੇਖੋ ਜਿਹੜੇ ਬੂਥ ਬਣੇ ਹੋਏ ਆ ਉਹ ਤੁਸੀਂ ਹਰ ਸਾਲ ਕਿਰਾਏ ਤੇ ਲੈ ਸਕਦੇ ਹੋ, ਦੂਜੀਆਂ ਦੁਕਾਨਾਂ ਕਿਰਾਏ ਤੇ ਚੜ੍ਹਦੀਆਂ ਨਹੀਂ, ਪਰ ਉੱਥੇ ਉਹਨਾਂ ਦਾ ਪਰਮਾਨੈਂਟ ਚੱਲ ਰਿਹਾ ਸੀ, ਕੋਈ ਕਿਰਾਇਆ ਨਹੀਂ, ਕੋਈ ਕੁਛ ਨਹੀਂ।
ਬਾਕੀ ਉਹਨੇ ਨਾਲ ਦੀ ਨਾਲ ਆਰਡਰ ਵੀ ਅੱਜ ਕਰ ਦਿੱਤੇ ਕਿ ਜਿਹੜੀਆਂ ਬੱਸਾਂ ਦੇ ਪਰਮਿਟਾਂ ਦਾ ਬਕਾਇਆ ਪਿਆ ਉਹ ਭਰੋ, ਜਿਹੜੇ ਨਹੀਂ ਭਰਦੇ ਨਾਲ ਦੀ ਨਾਲ ਬੱਸਾਂ ਉਹਨਾਂ ਦੀਆਂ ਬਾਉਂਡ ਕਰ ਲਓ, ਸਾਰੇ ਦੀਆਂ ਸਾਰੀਆਂ। ਕੋਈ ਬੱਸ ਨਹੀਂ ਛੱਡਣੀ, ਬੱਸਾਂ ਚੱਕ ਕੇ ਥਾਣਿਆਂ 'ਚ ਬੰਦ ਕਰ ਦਿਓ, ਉਹ ਬੱਸ ਹੀ ਨਹੀਂ ਛੱਡਣੀ ਕੋਈ ਵੀ। ਯਾਨੀ ਕਿ ਰਾਜਾ ਬਣੇਗਾ ਅੱਜ ਨਿਕਲਿਆ ਤਾਂ ਸਹੀ, ਪਹਿਲਾਂ ਮੈਨੂੰ ਉਮੀਦ ਨਹੀਂ ਸੀ, ਮੈਨੂੰ ਤਾਂ ਸੀਗਾ ਵੀ ਕੱਲਾ ਇਹ ਨਾ ਡਿੰਪੀ ਦੀਆਂ ਬੱਸਾਂ ਰੋਕੂਗਾ, ਡਿੰਪੀ ਦੀਆਂ ਰੋਕ ਕੇ, ਕਿਉਂਕਿ ਡਿੰਪੀ ਨੇ ਇਹਦੇ ਵਿਰੁੱਧ ਕੈਂਡੀਡੇਟ ਆ, ਉਹ ਤੁਕ ਸਾਰ ਦੂਗਾ। ਪਰ ਅੱਜ ਇਹ ਆ ਕਿ ਚਲੋ ਨਿਕਲਿਆ ਤਾਂ ਸਹੀ, ਕੋਈ ਜਣਾ ਤਾਂ ਮੈਦਾਨ 'ਚ ਨਿਤਰਿਆ, ਇਸੇ ਗੱਲ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਆ। ਪਰ ਰਹਿ ਗਈ ਗੱਲ ਤੁਸੀਂ ਜਿਹੜੀ ਅਗਲੀ ਕੀਤੀ, ਇਹ ਬੜੀ ਵੱਡੀ ਸਮੱਸਿਆ। ਨੌਜਵਾਨ ਪੀੜ੍ਹੀ 'ਚ ਕੋਈ ਕੁਐਸਚਨ ਨਹੀਂ ਕਰਦਾ, ਜੇ ਕਰਦਾ ਤੇ ਲਾਲਾ ਜਿਆਦੀ ਲਾਉਂਦੇ, ਇਹ ਬੜੀ ਵੱਡੀ ਸਮੱਸਿਆ। ਉਹਦੇ ਪਿੱਛੇ ਕਾਰਨ ਕੀ ਆ? ਆਪਣੇ ਟਾਈਮ ਦੇ ਵਿੱਚ ਇੰਨੀ ਜਾਗਰਤੀ ਨਹੀਂ ਸੀ, ਨਾ ਕੋਈ ਮੀਡੀਆ ਸੀ ਨਾ ਕੁਛ ਸੀ। ਆਪਾਂ ਤਾਂ ਇੱਕ ਉਹ ਰੇਡੀਓ ਦੇਖਿਆ ਹੋਇਆ ਸੀਗਾ, ਜਿਹੜਾ ਕੀ ਕਹਿੰਦੇ ਹੁੰਦੇ ਆ ਕਿਸੇ ਟਾਈਮ ਟਰੰਕ ਜਿੱਡਾ ਰੇਡੀਓ ਹੁੰਦਾ ਸੀ, ਤੇ ਜਾਂ ਆਪਾਂ ਟੀਵੀ ਦੇਖਿਆ ਜਿਹਨੂੰ ਧੱਫੇ ਮਾਰ ਕੇ ਚਲਾਉਂਦੇ ਹੁੰਦੇ ਸੀਗੇ। ਤੇ ਬਾਕੀ ਤਾਂ ਆਪਣੇ ਯੁੱਗ 'ਚ ਇਹ ਕੁਛ ਨਹੀਂ ਸੀ, ਪਰ ਆਪਾਂ ਫੇਰ ਵੀ ਬਹੁਤ ਕੁਝ ਧੱਕੇ ਖਾ ਕੇ ਸਿੱਖ ਗਏ, ਕਿਉਂਕਿ ਸਮੇਂ ਦੇ ਧੱਕਿਆਂ ਨੇ ਬੜਾ ਕੁਝ ਸਿਖਾ ਦਿੱਤਾ। ਪਰ ਹੁਣ ਗੱਲ ਕੁੱਲ ਮਿਲਾ ਕੇ ਆ ਕਿ ਜਿਹੜੀ ਹੁਣ ਵਾਲੀ ਪੀੜ੍ਹੀ, ਜਦੋਂ ਆਪਾਂ ਸਟੂਡੈਂਟ ਸੀ ਸੁਰਿੰਦਰ ਵੀਰ, ਕੋਸ਼ਿਸ਼ ਹੁੰਦੀ ਸੀ ਵੀ ਯਾਰ ਲਾਇਬ੍ਰੇਰੀ ਘੱਟੋ ਘੱਟ ਜਿਹੜੇ ਡੈਸਕ ਤੇ ਜਾ ਕੇ ਅਖਬਾਰ ਤਾਂ ਫਰੋਲੇ ਜਾਣ। ਗੁਰਦੁਆਰਿਆਂ 'ਚ ਅਖਬਾਰ ਹੁੰਦੇ ਸੀ। ਮੈਂ ਜਿੱਥੋਂ ਅਖਬਾਰ ਦਾ ਮੈਨੂੰ ਚਸਕਾ ਪਿਆ, ਸਾਡੇ ਪਿੰਡ ਰੁੱਗੇ ਬਾਬੇ ਦੀ ਘੁੱਗੇ ਬਾਬੇ ਦੀ ਚੱਕੀ ਹੁੰਦੀ ਸੀ, ਉੱਥੇ ਬਿਜਲੀ ਬੋਰਡ ਦੇ ਮੁਲਾਜ਼ਮ ਹੁੰਦੇ ਸੀ ਤੇ ਉਹ ਅਖਬਾਰ ਲੈ ਕੇ ਆਉਂਦੇ ਹੁੰਦੇ ਸੀ। ਮੈਂ ਉਸ ਬੈਂਚ ਤੇ ਪੱਕਾ ਹੀ ਬਹਿਣਾ, ਹਾਲਾਂਕਿ ਕਈਆਂ ਨੇ ਵਰਜਣਾ, ਤੂੰ ਇੱਥੇ ਬੁੜਿਆਂ ਦੀਆਂ ਗੱਲਾਂ ਸੁਣੀ ਜਾਣਾ। ਮੈਂ ਉਹ ਅਖਬਾਰ A to Z ਪੰਨੇ ਫਰੋਲਣੇ, ਗੱਲ ਲੱਗਣ ਦੀ ਹੁੰਦੀ ਹੈ। ਫਿਰ ਸਾਡੇ ਪਿੰਡੋਂ ਸ਼ਾਮ ਬਾਬਾ ਸੀ ਸਾਈਕਲਾਂ ਵਾਲਾ, ਉਹਦੇ ਰਾਹੀਂ ਅਖਬਾਰ ਆਉਣ ਲੱਗਾ। ਫਿਰ ਪੰਜਾਬੀ ਟ੍ਰਿਬਿਊਨ ਦੀ ਆਮਦ ਹੋਈ ਤੇ 25 ਪੈਸੇ ਦਾ ਹੁੰਦਾ ਸੀ ਪੰਜਾਬੀ ਟ੍ਰਿਬਿਊਨ। ਆਪਣੇ ਵਕਤ ਵੀ ਹੁਣ ਵੀ ਜਿਹੜੇ ਬੱਚੇ IAS ਕਰਦੇ ਨੇ ਜਾਂ PCS ਜਾਂ ਇੰਟੈਲੈਕਚੁਅਲ ਨੇ, ਟ੍ਰਿਬਿਊਨ ਅਖਬਾਰ ਉਹਨਾਂ ਦਾ ਪਸੰਦੀਦਾ ਅਖਬਾਰ ਹੈ। ਹੁਣ ਤੁਸੀਂ ਆਪਾਂ ਉਹਦੇ ਜ਼ਿਕਰ ਕਰ ਰਹੇ ਸੀ ਆਫ ਦੀ ਏਅਰ ਕਿ ਟ੍ਰਿਬਿਊਨ ਅਖਬਾਰ ਕੀ ਲਾਲੇ ਪੈ ਗਏ ਨੇ। ਉਹ ਜਿਹੜਾ 5 ਰੁਪਏ ਦਾ ਅਖਬਾਰ ਹੈ ਉਹ 2.5 ਰੁਪਏ ਨੂੰ ਦੇਣ ਨੂੰ ਤਿਆਰ ਨੇ। ਜਿਹੜਾ 1800 ਰੁਪਈਆ ਬਿੱਲ ਬਣਦਾ ਉਹ ਕਹਿੰਦੇ 800 ਦੇ ਦਿਓ, ਸਾਲ ਦਾ ਅਖਬਾਰ ਚੱਕੋ। ਆ ਤੁਸੀਂ ਦੱਸਿਆ ਹੀ ਹੈ ਪ੍ਰਸੰਗ ਉਹਦੇ। ਆਸ ਕਰੋਨਾ ਨੇ ਇਹ ਹੋ ਗਿਆ ਕਿ ਨਹੀਂ, ਅਖਬਾਰ 'ਚ ਤਾਂ ਪਤਾ ਨਹੀਂ ਕਿਹੜਾ ਵਾਇਰਸ ਆ ਜਾਣਾ, ਲੋਕਾਂ ਨੇ ਅਖਬਾਰ ਬੰਦ ਕਰਾ ਦਿੱਤੇ। ਤੇ ਬਦਲ ਕੀ ਹੈ? ਆ ਗੋਦੀ ਮੀਡੀਆ, ਮੋਦੀ ਮੀਡੀਆ, ਸੋਸ਼ਲ ਸਾਈਟਸ ਤੇ ਟਾਈਮ ਵੇਸਟ। ਤੇ ਇਹਦੇ 'ਚ ਇਹ ਹੈ ਕਿ ਜਿਹੜੇ ਅੱਛੇ ਸ਼ੋਅ ਨੇ ਉਹ ਠੀਕ ਹੈ, ਚਲੋ ਆਉਂਦੇ ਆ ਅਖਬਾਰਾਂ ਦੇ ਵਿੱਚ, ਫਿਰ ਵੀ ਅੱਛੇ ਆਰਟੀਕਲ ਛਪਦੇ ਆ, ਕੋਈ ਇਨਫੋਰਮੇਸ਼ਨ ਛਪਦੀ ਹੈ। ਅਸੀਂ ਟੋਟਲੀ ਬਾਈ ਜੀ ਹੋ ਗਏ, ਮਤਲਬ ਰੱਦੀ 'ਚ ਵਿਕਣ ਲੱਗ ਪਈਆਂ, ਰੱਦੀ ਦੇ ਭਾਅ ਵਿਕ ਰਹੀਆਂ ਨੇ ਟ੍ਰਿਬਿਊਨ ਵਰਗੀਆਂ ਅਖਬਾਰਾਂ। ਆ ਜਿਹੜੇ ਜਲੰਧਰੀ ਬੈਠੇ ਨੇ, ਜਿਹੜੇ ਉਹ ਬੈਠੇ ਨੇ, ਉਹ ਮਸਾਲਾ ਵੇਚ ਰਹੇ ਨੇ। ਗਿਆਨ ਕਿੱਥੋਂ ਆ ਜਾਊਗਾ ਜੀ ਸੁਰਿੰਦਰ? ਤੁਸੀਂ ਦੇਖੋ ਕਿ ਮੈਂ ਨਾ ਟ੍ਰਿਬਿਊਨ ਨੂੰ ਮੈਂ ਹਮੇਸ਼ਾ ਜ਼ਿਆਦਾ ਪੜ੍ਹਦਾ ਸੀ। ਮੈਂ ਬਾਕੀ ਤੇ ਜਲੰਧਰ ਵਾਲੇ ਜਿਹੜੇ ਉਹਨਾਂ ਤੋਂ ਮੈਂ ਥੋੜਾ ਜਿਹਾ ਚੱਲਦਾ ਸੀ, ਭਾਵੇਂ ਮਹਾਸ਼ਿਆਂ ਦੇ ਸੀ ਤੇ ਭਾਵੇਂ ਸਰਦਾਰਾਂ ਵਾਲੇ ਸੀ। ਮੈਨੂੰ ਪਤਾ ਸੀ ਉੱਥੇ ਕੱਚ ਘਰਟਤਾ ਜ਼ਿਆਦਾ ਜਿਹੜੀ ਆ ਉਹ ਘੋਲੀ ਜਾਂਦੀ ਆ। ਮੈਂ ਕੱਲ ਹੈਰਾਨ ਸੀਗਾ ਕਿ ਕੱਲ ਨਿਊਜ਼ਪੇਪਰ ਵਾਲਾ ਮੇਰੇ ਕੋਲ ਆ ਗਿਆ ਤੇ ਮੇਰੇ ਨਾਲ ਉਹ ਘੰਟਾ ਬਹਿਸ ਕਰੇ, ਮੈਂ ਉਹਦੇ ਤੋਂ ਖਹਿੜਾ ਛਡਾਵਾਂ ਕਿ ਜਾਵੇ, ਪਰ ਉਹ ਮੇਰਾ ਖਹਿੜਾ ਨਾ ਛੱਡੇ। ਉਹ ਮੈਨੂੰ ਕਹਿੰਦਾ ਜੀ ਨਵੀਂ ਸਕੀਮ ਲੈ ਲਓ ਤੁਸੀਂ, ਪਹਿਲਿਆਂ 'ਚ ਸਾਰਾ ਕੁਝ ਬੰਦ ਕਰ ਦਿਓ। ਮੈਂ ਕਿਹਾ ਨਵੀਂ ਕੀ ਆ? ਯਾਨੀ ਕਿ ਟ੍ਰਿਬਿਊਨ ਦਾ ਇੰਗਲਿਸ਼ ਹੋਵੇ ਪੰਜਾਬੀ ਹੋਵੇ ਤਕਰੀਬਨ ਸਾਲ ਦਾ 1500 ਦੇ ਲਗਭਗ ਬਣਦਾ, ਪੂਰੇ ਸਾਲ ਦਾ। ਵਿੱਚ ਛੁੱਟੀਆਂ ਕੱਟ ਲਓ, 4 ਕੁ ਆਉਂਦੀਆਂ ਨੇ, ਉਹ 'ਚ ਹੋਲੀ ਦੀ ਹੋ ਗਈ, ਦੀਵਾਲੀ ਦੀ ਹੋ ਗਈ ਤੇ ਇੱਕ 26 ਜਨਵਰੀ 15 ਅਗਸਤ ਹੋ ਗਿਆ, ਕੁੱਲ 5 ਜਾਂ 6 ਛੁੱਟੀਆਂ ਸਾਰੇ ਸਾਲ 'ਚ ਬਣਨਗੀਆਂ। ਯਾਨੀ ਕਿ ਉਹ ਕਹਿੰਦਾ 820 ਰੁਪਏ ਤੇ 830 ਰੁਪਏ ਸਾਲ। ਪੈਸੇ ਇੱਕ ਵਾਰੀ ਪਹਿਲਾਂ ਦੇਣੇ, ਪਹਿਲਾਂ ਦੇ ਦਿਓ ਮੈਨੂੰ, ਬਾਅਦ 'ਚ ਦੇਣੇ ਬਾਅਦ 'ਚ ਦੇ ਦਿਓ, ਸਾਲ ਲਈ ਪੱਕੇ ਲਵਾ ਲਓ ਤੇ ਤੁਸੀਂ ਹਟਾਓਗੇ ਨਹੀਂ। ਮੈਂ ਕਿਹਾ ਯਾਰ ਮੇਰੇ ਕੋਲ ਤਾਂ ਇੰਨੇ ਸਾਲਾਂ ਤੋਂ ਲਗਾਤਾਰ ਚੱਲੀ ਜਾਂਦੇ। ਕਹਿੰਦਾ ਜੀ ਇਹ ਤੁਹਾਨੂੰ ਮਹਿੰਗੇ ਪੈਂਦੇ ਆ, ਤੁਸੀਂ ਉਹ ਸਾਡੇ ਨਾਲ ਫਿਕਸ ਤੇ ਕਰ ਲਓ, ਅਸੀਂ ਆਪੇ, ਸਾਡੀ ਜ਼ਿੰਮੇਵਾਰੀ, ਅਸੀਂ ਤੁਹਾਡੇ ਤੋਂ ਪੈਸੇ ਵੀ ਬਾਅਦ 'ਚ ਲੈ ਲਾਂਗੇ। ਯਾਨੀ ਕਿ ਤੁਸੀਂ ਦੇਖੋ। ਮੈਂ ਕਿਹਾ ਅਜੀਤ ਦਾ? ਕਹਿੰਦਾ ਨਹੀਂ, ਅਜੀਤ ਤਾਂ 5 ਰੁਪਏ ਹੀ ਚੱਲੂਗੀ, ਉਹ ਨਹੀਂ ਘਟੂਗੀ। ਯਾਨੀ ਕਿ ਜਿਹੜੀ 5 ਰੁਪਏ ਚੱਲੂਗੀ ਉਹਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਕਿੱਥੇ ਜਾਣੀ ਆ। ਉਹਦਾ ਤਾਂ ਰੇਟ ਹੀ ਕੀ ਕਹਿੰਦੇ ਹੁੰਦੇ ਆ, ਆਪਣਾ ਅਸਮਾਨ ਨੂੰ ਚੜ ਜੂਗਾ। ਠੀਕ ਹੈ ਨਾ? ਹੁਣ ਜਿਹੜੀਆਂ ਇਹ ਅਖਬਾਰਾਂ ਜਿਨ੍ਹਾਂ ਨੂੰ ਅਸੀਂ ਸਮਝੀ ਜਾਂਦੇ ਸੀ ਕਿ ਬੜੀਆਂ ਵਧੀਆ, ਇਹਨਾਂ ਦੀ ਵੁਕਤ ਬਹੁਤ ਆ, ਤੇ ਉਹ ਵਿਚਾਰਿਆਂ ਦੇ ਪੱਲੇ ਕੱਖ ਨਹੀਂ। ਠੀਕ ਆ? ਉਹ 820 ਤੇ 830 ਰੁਪਏ 'ਚ ਦੇਣ ਲਈ ਪੂਰਾ ਸਾਲ ਤਿਆਰ ਹੋ ਗਿਆ। ਕਿਸੇ ਟਾਈਮ ਆਪਾਂ ਯੂਨੀਵਰਸਿਟੀ 'ਚ ਆਪਣੇ ਟੀਚਰਾਂ ਤੋਂ ਸਿੱਖਦੇ ਸੀ, ਉਹ ਕਹਿੰਦੇ ਇੰਗਲਿਸ਼ ਟ੍ਰਿਬਿਊਨ ਨੂੰ ਪੜ੍ਹਿਓ, ਜਿਹੜੀ ਉਹ 'ਚ ਨਿਊਜ਼ ਆਉਂਦੀ ਆ। ਉਹਨਾਂ ਦੀ ਵੋਕੈਬਲਰੀ ਹੈ, ਖਾਸ ਕਰਕੇ ਦਾ ਟ੍ਰਿਬਿਊਨ ਦੀ ਜਾਂ ਇਵਨ ਪੰਜਾਬੀ ਟ੍ਰਿਬਿਊਨ ਦੀ ਵੀ। ਮੈਂ ਹੈਰਾਨ ਆ, ਕਈ ਆ ਪੱਤਰਕਾਰ ਨੇ ਵਿਦੇਸ਼ੀ ਕਹਿਣਗੇ ਇਹ ਜੀ ਸੰਘੀਆਂ ਦਾ ਅਖਬਾਰ ਹੈ। ਕਿ ਯਾਰ ਕਿਹੜਾ ਸੰਘੀ? ਗੱਲ ਇਹ ਹੈ ਕਿ ਉਹਨਾਂ ਨੂੰ ਸੂਟ ਨਹੀਂ ਕਰਦਾ ਨਿਰਪੱਖ ਰਿਪੋਰਟਿੰਗ। ਜੇ ਸਭ ਤੋਂ ਬੈਟਰ ਰਿਪੋਰਟਿੰਗ ਕਿਤੇ ਨਾ ਕਿਤੇ ਆਉਂਦੀ ਹੈ, ਟ੍ਰਿਬਿਊਨ ਗਰੁੱਪ ਕੋਲ ਆਉਂਦੀ ਹੈ।
ਆ ਹੁਣ ਜਿਹੜੇ ਇੱਥੇ ਬੈਠੇ ਨੇ ਪੰਜਾਬ ਦੀ ਮੂਵਮੈਂਟ 'ਚ ਆਪਾਂ ਤਾਂ ਵੇਖਿਆ ਜਲੰਧਰੀ ਅਖਬਾਰ ਇੱਕ ਸਰਦਾਰਾਂ ਵੱਲ ਹੋ ਗਿਆ ਤੇ ਮਹਾਸ਼ਿਆਂ ਵੱਲ ਹੋ ਗਿਆ। ਦੋਨਾਂ ਨੇ ਕਮਾਈਆਂ ਕੀਤੀਆਂ, ਦੋਨੇ MP ਬਣੇ ਨੇ, ਮੌਜਾਂ ਕਰੀਆਂ ਨੇ। ਤੀਜਾ ਇਹਨਾਂ ਦਾ ਸੀਗੇ ਜਿਹੜਾ ਹਾਲਾਂਕਿ ਅਕਾਲ ਤਖਤਾਂ ਤੋਂ ਵੀ ਛੇਕੇ ਹੋਏ ਸੀਗੇ, ਜਿਹੜੇ ਕਹਿੰਦੇ ਸੀ ਅਸੀਂ ਸਿੱਖੀ ਦਾ ਠੇਕਾ ਲਿਆ। ਸਰਕਾਰਾਂ ਇਹਨਾਂ ਨੇ ਬਣਾਈਆਂ, ਪਹਿਲਾਂ ਬਾਦਲਾਂ ਦੇ ਖਾਸ ਰਹੇ ਤੇ ਫਿਰ ਆਮ ਆਦਮੀ ਪਾਰਟੀ ਦੇ ਖਾਸ ਰਹੇ। ਪੱਤਰਕਾਰ ਇਹਨਾਂ ਦੇ ਭਾਵੇਂ ਪ੍ਰੈਸ ਕਲੱਬਾਂ ਦੇ ਪ੍ਰਧਾਨ ਹੋਣ ਤੇ ਪਰ ਉਹ ਸਿੱਧੇ ਚੋਣਾਂ ਲੜਦੇ ਸੀ। ਹੁਣ ਆਮ ਆਦਮੀ ਪਾਰਟੀ ਆਈ ਹੈ, ਕਿੰਨੇ ਪੱਤਰਕਾਰ ਅਜੀਤ ਦੇ ਨੇ ਉਹਦੇ 'ਚ, 2-3 ਤੇ MLA ਬਣ ਗਏ, ਹੈ ਨਾ। ਸੋ ਇਸ ਵਰਤਾਰੇ ਦੇ ਵਿੱਚੋਂ ਜੇ ਦੇਖਿਆ ਜਾਵੇ 1800 ਰੁਪਏ ਦਾ ਅਖਬਾਰ ਹੈ, ਅਗਲਾ 800 ਨੂੰ ਤਰਲੇ ਕਰਦਾ ਹੈ ਕਿਉਂਕਿ ਬਾਈ ਜੀ ਹਾਕਰ ਦੀ ਨੌਕਰੀ ਖੁੱਸਦੀ ਹੈ। ਆ ਮੈਂ ਵੇਖਿਆ ਗਲੋਬਲ ਤੇ ਸਟੂਡੀਓ ਜਾਂਦੇ ਹੁੰਦੇ ਸੀ ਤੇ ਇੱਥੇ ਚਲੋ ਅਖਬਾਰ ਘਰੇ ਲੇਟ ਆਉਂਦੀ ਹੈ ਤੇ 2-3 ਅਖਬਾਰਾਂ ਉੱਥੋਂ ਚੱਕ ਲੈਣੀਆਂ। ਹਾਲਾਂਕਿ ਗਲੋਬਲ ਤੇ ਬਹੁਤ ਅੱਛੀਆਂ ਅਖਬਾਰਾਂ ਉਹਨਾਂ ਨੇ ਲਵਾਈਆਂ ਹੋਈਆਂ ਸਾਰੀਆਂ। ਮਤਲਬ ਉੱਥੇ ਐਡੀ ਵੱਡੀ ਪੱਧਰ ਤੇ ਕੰਮ ਹੁੰਦਾ ਸੀ, ਘੱਟੋ ਘੱਟ 100-150 ਮੁੰਡਾ ਉੱਥੇ ਬੈਠਦਾ ਸੀਗਾ। ਉਹ ਮਤਲਬ ਮਿਹਨਤਕਸ਼ ਲੋਕ। ਇੱਕ ਤਾਂ ਬਜ਼ੁਰਗ ਸੀ, ਯੂਨੀਵਰਸਿਟੀ ਜੌਬ ਕਰਦਾ ਸੀ, ਕਹਿੰਦਾ ਜੀ ਮੇਰੀ ਵਾਈਫ ਦੀ ਡੈਥ ਹੋਈ, ਘਰੇ ਪਈ ਸੀ, ਮੈਂ ਉਦੋਂ ਵੀ ਅਖਬਾਰਾਂ ਦਾ ਬਿਜ਼ਨਸ ਕਰਨ ਆਇਆ ਉਰੇ, ਇੱਥੇ ਫੜੀ ਤੇ ਬੈਠਿਆ ਸਵੇਰੇ ਆ ਕੇ। ਕਿੰਨੇ ਬਰਾਤ ਚੜ੍ਹਦੇ ਨੇ। ਤੇ ਇਸ ਦੇ ਵਿੱਚ ਹੁਣ ਸਿੱਖਿਆ ਤੁਹਾਨੂੰ ਆਉਣੀ ਕਿੱਥੋਂ ਹੈ? 1800 ਰੁਪਏ ਦਾ ਅਖਬਾਰ ਬਣਦਾ ਹੈ। ਇਹ ਵੀ ਉਹ ਤੁਸੀਂ ਵੇਖੋ ਕਿ ਟ੍ਰਿਬਿਊਨ ਗਰੁੱਪ 'ਚ ਅਜੇ ਵੀ ਸਭ ਤੋਂ ਵਧੀਆ ਵੇਜਸ ਨੇ ਨਾ ਜਿਹੜੇ ਪੱਤਰਕਾਰਾਂ ਦੇ, ਉਹ ਟ੍ਰਿਬਿਊਨ ਗਰੁੱਪ ਦਿੰਦਾ ਹੈ, ਜਿਹਦੇ ਚਰਨਜੀਤ ਭੁੱਲਰ ਹੈ ਜਾਂ ਹੋਰ ਹੈ। ਭਾਵੇਂ ਵੇਜਸ ਠੀਕ ਹੈ 50-60 ਹਜ਼ਾਰ ਤੱਕ ਨੇ ਐਵਰੇਜ, ਪਰ ਉਹ ਸਭ ਤੋਂ ਵੱਧ ਵੇਜਸ ਉਹ ਦਿੰਦਾ। ਆ ਜਿਹੜੇ ਜਲੰਧਰੀਏ ਜਾਂ ਉੱਥੇ ਤੁਰੇ ਫਿਰਦੇ ਨੇ, ਇਹ ਮਤਲਬ ਕਹਿਣ ਨੂੰ ਪੰਥਕ ਨੇ, ਤਨਖਾਹ ਕਿ ਨਹੀਂ ਦਿੰਦੇ ਆ, ਕਿਸੇ ਦੀ 5000 ਹੈ, ਕਿਸੇ ਦੀ 10000 ਹੈ। ਬਾਕੀ ਕਹਿੰਦੇ ਉਹ ਡਾਲੀ ਵਾਲਾ ਕੰਮ ਹੈ ਕਿ ਆਪਣੀ ਰੋਟੀ ਖਾਇਆ ਉਹ ਤੇ ਸਾਡੇ ਲਈ ਲੈ ਆਓ। ਹੁਣ 1800 ਰੁਪਏ ਦਾ ਅਖਬਾਰ, ਸਦੀ ਪੁਰਾਣਾ ਅਖਬਾਰ, ਯਾਰ 800 ਰੁਪਏ ਨੂੰ ਮਤਲਬ ਤਰਲੇ ਕਰਦੇ ਆ ਕਿ ਰੱਖ ਲਓ ਤਾਂ ਜੋ ਸਾਡੀ ਕਿਤੇ ਨਾ ਕਿਤੇ ਜਿਹੜੀ ਅਸ਼ਾਇਤ ਹੈ, ਪਬਲਿਸ਼ਿੰਗ ਹੈ, ਉਹ ਕੰਟੀਨਿਊ ਜਾਰੀ ਰਹੇ। ਹਾਕਰ ਨੂੰ ਇਹ ਲਾਲਚ ਹੈ ਕਿ ਮੇਰੇ ਕੋਲ 4 ਅਖਬਾਰ ਹੁਣ ਮੇਰੀ ਰੋਜ਼ੀ ਰੋਟੀ ਰਹੇ। ਤੇ ਦੇਖਣ ਲੱਗੇ ਅਸੀਂ ਮੋਦੀਆਂ ਦੇ, ਅੰਬਾਨੀਆਂ, ਅਡਾਨੀਆਂ ਦੇ ਚੈਨਲ, ਉਹਨਾਂ ਨੇ ਤੁਹਾਨੂੰ ਕੀ ਪਰੋਸਣਾ ਤੇ ਫਿਰ ਅਕਲ ਕਿੱਥੋਂ ਆਜੂ? ਫਿਰ ਰਾਜੇ ਵੜਿੰਗ ਨੂੰ ਸਵਾਲ ਕਿਹਨੇ ਕਰਨਾ ਜੇ ਕੋਈ ਪੜੂਗਾ ਹੀ ਨਹੀਂ? WhatsApp ਯੂਨੀਵਰਸਿਟੀਆਂ 'ਚੋਂ ਪੜ੍ਹ ਕੇ ਤੁਸੀਂ ਸਵਾਲ ਥੋੜ੍ਹੀ ਕਰ ਸਕਦੇ ਵੜਿੰਗ ਵਰਗੇ ਲੋਕਾਂ ਨੂੰ। ਉੱਥੇ ਫਿਰ ਇਹੀ ਹਾਲ ਰਹਿਣਾ ਜੋ ਬਿੱਟੂ ਜੀ ਨੇ ਦੱਸਿਆ। ਜੀ ਸੁਰਿੰਦਰ। ਨਹੀਂ, ਮੈਂ ਉਸੇ ਤੇ ਆ ਗਿਆ ਨਾ। ਦੇਖੋ ਪਤਾ ਕੀ ਸੀਗਾ, ਮੈਨੂੰ ਅੱਜ ਇੱਕ ਪੋਸਟ ਲੱਭੀ ਸਵੇਰੇ, ਮੈਂ ਸੋਚੀ ਜਾਂਦਾ ਸੀ, ਕਿਸੇ ਬੀਬੀ ਨੇ ਪਾਈ ਹੋਈ, ਕਹਿੰਦੀ ਜੀ ਵੀ ਜਦੋਂ ਅਸੀਂ ਛੋਟੇ ਹੁੰਦੇ ਸਵੇਰੇ ਉੱਠਦੇ ਸੀ, ਮੁਰਗੀਆਂ ਦੇ ਖੁੱਡੇ ਵੱਲ ਨੂੰ ਭੱਜਦੇ ਸੀ ਵੀ ਮੁਰਗੀਆਂ ਨੇ ਕਿੰਨੇ ਆਂਡੇ ਦਿੱਤੇ ਹੋਏ ਆ। ਕਹਿੰਦੀ ਹੁਣ ਸਵੇਰੇ ਉੱਠਦੇ ਸਭ ਤੋਂ ਪਹਿਲਾਂ ਮੋਬਾਈਲ ਨੂੰ ਹੱਥ ਪਾਈਦਾ, ਉੱਠਣ ਤੋਂ ਪਹਿਲਾਂ ਹੀ ਸਿਰਹਾਣੇ ਪਿਆ ਉੱਧਰੋਂ ਮੋਬਾਈਲ ਨੂੰ ਹੱਥ ਪਾਈਦਾ ਵੀ ਚੱਕ ਕੇ ਪਹਿਲਾਂ ਮੋਬਾਈਲ ਤੇ ਦੇਖੀਏ ਵੀ ਕੀ ਆਇਆ ਹੋਇਆ ਵਾ। ਹੁਣ ਮੁਰਗੀਆਂ ਦੇ ਖੁੱਡੇ ਵੱਲ ਵੀ ਭੱਜਣਾ ਬੰਦ ਕਰਤਾ ਤੇ ਬਾਕੀ ਵੀ ਸਾਰਾ ਕੁਝ ਬੰਦ ਹੋ ਗਿਆ। ਯਾਨੀ ਕਿ ਸਾਨੂੰ ਮੋਬਾਈਲ ਜਿਹੜਾ ਨਾ, ਮੁਰਗੀ ਤਾਂ ਇਹ ਹੈ, ਪਿੰਡਾਂ 'ਚ ਕੋਈ ਮੁਰਗੇ ਨਹੀਂ ਰੱਖਦਾ ਬਾਈ ਜੀ। ਘਰ ਦੀ ਜਿੰਨੀ ਵੇਸਟ ਹੈ ਤੁਹਾਡੇ ਕੰਮ ਲੱਗ ਜਾਂਦੀ ਹੈ ਨਾ। ਮੈਂ ਤਾਂ ਰੱਖੀਆਂ ਹੋਈਆਂ 20-25। ਸੋ ਉਸ ਦੌਰਾਨ ਅੱਛੀ ਤੁਸੀਂ ਡਾਈਟ ਲੈਂਦੇ ਹੋ, ਅੱਛੀ ਖੁਰਾਕ ਲੈਂਦੇ ਹੋ। ਅੱਗੇ ਪਿੰਡਾਂ 'ਚ ਬੀਬੀਆਂ ਆਂਡੇ ਵੇਚ ਕੇ ਗੁਜ਼ਾਰਾ ਕਰ ਲੈਂਦੀਆਂ ਸੀ, ਹੈ ਨਾ। ਤੇ ਹੁਣ ਆਂਡੇ ਭੁੱਖ ਨਾਲ ਨਿਕਲੇ ਪਏ ਆ ਤੇ ਆਂਡੇ ਖਾਣੇ ਕਿੱਥੋਂ ਹੈ? ਇੱਕ ਕਾਲ ਲੈ ਲਈ। ਸੁਰਿੰਦਰ ਸਵਾਗਤ ਬਾਈ ਜੀ, 80 ਨੰਬਰ, ਵੈਲਕਮ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸਰ ਮੈਂ ਦਲਜੀਤ ਰਾਣਾ ਬੋਲਦਾ, ਪਿੰਡ ਆਲਮਪੁਰ ਤੋਂ। ਆਲਮਪੁਰ ਕਿੱਥੇ ਕਿਆ ਇਹ? ਇਹ ਸਮਾਣੇ ਕੋਲ ਹੈ ਸਰ, ਆਲਮਪੁਰ ਡਿਸਟ੍ਰਿਕਟ ਦਾ ਪਿੰਡ ਹੈ। ਓਕੇ ਦਲਜੀਤ ਜੀ, ਸਵਾਗਤ ਹੈ। ਮੈਂ ਨਾ ਸਰ ਜਲਦਬਾਜੀ ਸਿਰਫ 3 ਗੱਲਾਂ ਹੀ ਕਹਿਣੀਆਂ ਨੇ। ਇੱਕ ਤਾਂ ਜਿਹੜਾ ਅਖਬਾਰ 800 ਰੁਪਏ ਵਾਲਾ ਆਉਂਦਾ ਹੈ, ਜੇ ਬੰਦੇ ਦੇ ਪੰਜਾਬੀ ਅਖਬਾਰ ਲੱਗਿਆ ਹੋਇਆ ਹੈ ਤਾਂ ਉਹਦੀ ਬੁਕਿੰਗ ਨਹੀਂ ਹੁੰਦੀ ਜੀ ਆਲਰੇਡੀ। ਜੇ ਕੋਈ ਤੁਹਾਡੇ ਟ੍ਰਿਬਿਊਨ ਲੱਗਿਆ, ਕੁਝ ਵੀ ਲੱਗਿਆ ਤਾਂ ਤੁਹਾਨੂੰ ਬੁੱਕ ਨਹੀਂ ਕਰਨਗੇ। ਜੇ ਤੁਹਾਡੇ ਹਿੰਦੀ ਲੱਗਿਆ ਤਾਂ ਕਰਨਗੇ। ਤੇ 1 ਨੰਬਰ 2 ਦੇ ਉੱਤੇ ਜਿਹੜਾ ਇਹ ਅਖਬਾਰ ਹੈ, ਮੇਰੇ ਕੋਲ 8 ਅਖਬਾਰ ਆਉਂਦੇ ਨੇ ਡੇਲੀ। ਮੈਂ ਪੜ੍ਹਾਂ ਤੇ ਭਾਵੇਂ ਨਾ ਪੜ੍ਹਾਂ, ਡੇਲੀ ਫੋਟੋਆਂ ਦਾ ਉਹਦੇ 'ਚ ਮਤਲਬ ਕਿ ਦੇਖਦਾ ਕਿਹੜਾ ਬੰਦਾ ਕਿੱਥੇ ਕੀ ਹਿਸਾਬ ਕਿਤਾਬ ਕੀ ਕਰਦਾ। ਤੇ ਮੈਨੂੰ ਹੀ ਕਿਹਾ ਜਾਂਦਾ ਹੈ ਕਹਿੰਦੇ ਤੂੰ ਤਾਂ ਪਾਗਲ ਹੋ ਜਾਏਗਾ ਅਖਬਾਰ ਪੜ੍ਹ ਕੇ। ਸਹੀ ਗੱਲ ਹੈ। ਹਾਂ ਠੀਕ ਹੈ, ਥੈਂਕ ਯੂ ਸਰ। ਮਿਹਰਬਾਨੀ। ਦੇਖੋ ਦਲਜੀਤ ਰਾਣਾ ਜੀ ਕਹਿੰਦੇ ਇਹ ਠੀਕ ਹੈ, ਪਰ ਉਹਦੇ 'ਚ ਬਾਈ ਜੀ ਤਿਕੜਮਬਾਜੀ ਇਹ ਹੈ ਕਿ ਜਿਹਦੇ ਆਲਰੇਡੀ ਅਖਬਾਰ ਲੱਗਿਆ ਨਾ 1500 ਵਾਲਾ ਡੇਲੀ ਵਾਲਾ, ਉਹ ਕਹਿੰਦੇ ਨੇ ਜੀ ਉਹ ਅਸੀਂ ਬਾਅਦ 'ਚ ਬੰਦ ਕਰਾ ਦਾਂਗੇ, ਤੁਸੀਂ ਨਵੇਂ ਨਾਂ ਤੇ ਨਵੇਂ ਉਸ ਤੇ ਕਰੋ। ਉਹਨਾਂ ਨੇ ਕਿਹੜਾ ਕੋਈ ਤੁਹਾਡਾ ਆਧਾਰ ਕਾਰਡ ਵੇਖਣਾ। ਸੋ ਚਲੋ ਜੋ ਵੀ ਹੈ, ਮਤਲਬ ਤੁਸੀਂ ਮਜਬੂਰੀ ਵੇਖੋ। ਕਰੋਨਾ ਪੀਰੀਅਡ 'ਚ ਦੂਜੀ ਵਾਰੀ ਇਹਨਾਂ ਨੇ ਸਬਸਕ੍ਰਿਪਸ਼ਨ ਇਸ ਤਰ੍ਹਾਂ ਘਟਾਈ ਹੈ। ਖੈਰ ਮੰਦਭਾਗਾ ਹੈ ਜਿਹੜਾ ਕੁਝ ਹੋ ਰਿਹਾ। ਤੇ ਆਪਾਂ ਥੋੜਾ ਜਿਹਾ ਸਬਜੈਕਟ ਵੱਲ ਨੂੰ ਸੁਰਿੰਦਰ ਵੀ ਆਈਏ। ਅੱਛੀ ਗੱਲ ਹੈ, ਇਸ ਤਰ੍ਹਾਂ ਦੇ ਜਿਹੜੇ ਸਬਜੈਕਟ ਨੇ ਉਹਨਾਂ ਤੇ ਵੀ ਗੱਲਬਾਤ ਹੋਣੀ ਚਾਹੀਦੀ ਹੈ। ਤੇ ਸੁਰਿੰਦਰ ਜੀ ਕੀ ਵੇਖਦੇ ਹੋ ਕਿ ਪੰਜਾਬ ਦੀ ਸਿਆਸਤ 'ਚ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਕਿੱਥੇ ਕੁ ਗੱਲ ਜਿਹੜੀ ਹੈ ਟਿਕੀ ਹੈ? ਜਿਹੜੀਆਂ ਚੰਨੀ ਸਾਹਿਬ ਦੀ ਸੋਨੀਆ ਨਾਲ ਮੀਟਿੰਗ, ਕੀ ਵੇਖਦੇ ਹੋ ਸਿਆਸੀ ਆਧਾਰ ਜੋ ਚੱਲ ਰਿਹਾ ਕਾਂਗਰਸ ਪਾਰਟੀ ਦੇ ਵਿੱਚ? ਜੀ ਸੁਰਿੰਦਰ ਵੀਰ। ਦੇਖੋ
ਵੈਸੇ ਤਾਂ ਮੀਟਿੰਗ ਅੱਜ ਇੱਕ ਹੋਰ ਹੋਣੀ ਸੀ, ਇੱਕ ਗੱਲ ਤਾਂ ਹੋਰ ਅਪਡੇਟ ਆ ਗਈ ਆ, ਉਹ ਇਹ ਆ ਕਿ ਹਰੀਸ਼ ਰਾਵਤ ਦੀ ਜਗ੍ਹਾ ਹਰੀਸ਼ ਚੌਧਰੀ ਨੂੰ ਕਮਾਂਡ ਤਕਰੀਬਨ ਉਹਨਾਂ ਪੰਜਾਬ ਦੀ ਦੇ ਦਿੱਤੀ ਆ। ਠੀਕ ਹੈ। ਦੂਸਰੀ ਗੱਲ ਇਹ ਆ ਕਿ ਅੱਜ ਮੀਟਿੰਗ ਹੋਣੀ ਸੀ, ਪਰ ਕਿਉਂਕਿ ਰਾਤ ਜਿਹੜੀ ਅੱਜ ਸਰਕਾਰੀ ਖਰੀਦ ਸੀ ਉਹ ਤੇ ਰੋਕ ਲਾ ਦਿੱਤੀ ਗਈ ਤੇ ਉਹਦੀ ਡੇਟ ਜਿਹੜੀ ਸੀਗੀ ਉਹ 10 ਦਿਨ ਅੱਗੇ ਕਰ ਦਿੱਤੀ ਗਈ ਕਿ ਹੁਣ 11 ਅਕਤੂਬਰ ਤੋਂ ਸ਼ੁਰੂ ਹੋਏਗੀ। ਉਹਦਾ ਕਰਕੇ ਮੁੱਖ ਮੰਤਰੀ ਨੂੰ ਦਿੱਲੀ ਜਾਣਾ ਪੈ ਗਿਆ ਤੇ ਉਹ ਮੀਟਿੰਗ ਪੋਸਟਪੋਨ ਹੋ ਗਈ। ਹੁਣ ਉਹਦੇ 'ਚ ਦੋ ਗੱਲਾਂ ਬੜੀਆਂ ਕਲੀਅਰ ਸੀ। ਇੱਕ ਤਾਂ ਇਹ ਸੀਗਾ ਕਿ ਇਕਬਾਲਪ੍ਰੀਤ ਸੋਹਤੇ ਨੂੰ DGP ਨਹੀਂ ਲਗਾਇਆ ਜਾਏਗਾ, ਕਿਉਂਕਿ UPSC ਵੱਲੋਂ ਜਿਹੜੇ 3 ਨਾਮ ਸਿਲੈਕਟ ਕਰਕੇ ਭੇਜੇ ਜਾਣਗੇ ਉਹਨਾਂ 'ਚ ਸੂਬਾ ਸਰਕਾਰ ਨੇ ਇੱਕ ਨਾਮ ਚੁਣਨਾ। ਠੀਕ ਹੈ। ਤੇ ਮੋਸਟਲੀ ਕੀ ਹੁੰਦਾ, ਜਿਹੜਾ ਸਟੇਟ ਜਾ ਕੇ ਗੱਲ ਕਰਦੀ ਹੈ ਉਦੋਂ ਹੀ ਆਉਂਦਾ। ਪਹਿਲਾਂ ਜਿਹੜਾ ਮੁਹੰਮਦ ਮੁਸਤਫੇ ਵਾਲਾ ਉਹ ਵੀ ਇਸੇ ਕਰਕੇ ਰਹਿ ਗਿਆ ਸੀਗਾ ਕਿਉਂਕਿ ਇਹਨਾਂ ਨੇ ਦਿਨਕਰ ਗੁਪਤੇ ਦਾ ਦਿੱਤਾ ਸੀ। ਹੁਣ ਜਿਹੜੇ 10 ਨਾਂ ਭੇਜੇ ਆ ਉਹਨਾਂ 'ਚ ਇੱਕ ਦਿਨਕਰ ਗੁਪਤੇ ਦਾ ਵੀ ਹੈ, ਤੇ ਦਿਨਕਰ ਗੁਪਤੇ ਤਾਂ ਆਲਰੇਡੀ ਕਿਉਂਕਿ ਉਹਦਾ ਪੰਜਾਬ ਸਰਕਾਰ ਨੇ ਵੀ ਭੇਜ ਦਿੱਤਾ ਕੇਂਦਰ ਨੂੰ ਡੈਪੂਟੇਸ਼ਨ ਦੇ ਲਈ, ਤੇ ਉਧਰ ਉਹਨਾਂ ਨੇ ਖੁਦ ਵੀ ਮੰਗ ਕੀਤੀ ਸੀ ਕਿ ਮੈਨੂੰ ਡੈਪੂਟੇਸ਼ਨ ਤੇ ਦਿੱਲੀ ਜਾਣ ਦੀ ਜਿਹੜੀ ਆ ਕੇਂਦਰ 'ਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਤੇ ਕੁਦਰਤੀਆਂ ਉਹਨਾਂ ਨੂੰ ਸਟੇਟ ਨੇ ਵੀ ਇਜਾਜ਼ਤ ਦੇ ਦਿੱਤੀ ਆ ਤੇ ਕੇਂਦਰ ਨੇ ਦੇ ਦੇਣੀ, ਉਹਨਾਂ ਨੇ ਉੱਥੇ ਚੱਲ ਜਾਣਾ। 9 ਨਾਂ ਰਹਿ ਜਾਣਗੇ ਤੇ 9 ਦੇ ਵਿੱਚੋਂ ਜਿਹੜੇ 3 ਆਉਣਗੇ ਉਹਨਾਂ 'ਚੋਂ ਇੱਕ ਲਾ ਦੇਣਗੇ। ਇਹ ਤੇ ਤਕਰੀਬਨ ਸਹਿਮਤੀ ਬਣ ਗਈ। ਸਹਿਮਤੀ ਇਹ ਵੀ ਬਣੀ ਆ ਕਿ ਇਕਬਾਲਪ੍ਰੀਤ ਸੋਹਤੇ ਨੂੰ ਅਸੀਂ DGP ਨਹੀਂ ਲਾਵਾਂਗੇ, ਚਾਹੇ ਕੋ ਜਿੱਦਾਂ ਮਰਜ਼ੀ ਹੋਵੇ, ਭਾਵੇਂ 3 ਦਾ ਪੈਨਲ ਆਵੇ ਉਹਦੇ 'ਚ ਉੱਥੋਂ ਨਾ ਲਿਆਉਣ, ਚਾਹੇ ਇੱਥੇ ਆਏ ਨੂੰ ਕੱਟਣ, ਜੋ ਵੀ ਕਰਨ ਉਹ ਸੂਬਾ ਸਰਕਾਰ ਦੀ ਮਰਜ਼ੀ, ਪਰ ਉਹ ਨਹੀਂ ਹੋਏਗਾ। ਪਰ ਉਹਦੇ ਨਾਲ ਕੀ ਆ ਕਿ ਚਰਨਜੀਤ ਚੰਨੀ ਦੇ ਉੱਤੇ ਇੱਕ ਗਰੁੱਪ ਹੋਰ ਖੜਾ ਹੋ ਗਿਆ, ਜਿਹੜਾ ਗਰੁੱਪ ਚਰਨਜੀਤ ਚੰਨੀ ਤੇ ਜ਼ਿਆਦਾ ਹਾਵੀ ਆ, ਉਹਦੇ 'ਚ ਮਾਝਾ ਬ੍ਰਿਗੇਡ ਆ। ਉਹਨਾਂ ਨੇ ਅੱਜ ਜਿਸ ਤਰੀਕੇ ਦੇ ਨਾਲ ਕਾਰਵਾਈ ਪਾਈ ਹੈ ਸਵੇਰੇ, ਜਿਹੜਾ ਦੂਸਰਾ ਹੋਮ ਡਿਪਾਰਟਮੈਂਟ ਦੇ ਜਿਹੜਾ ਆਪਣਾ ਸਕੱਤਰੇਤ ਗਿਣਿਆ ਜਾਂਦਾ 9 ਸੈਕਟਰ ਵਾਲਾ, ਜਿਹੜਾ ਕਿ ਪੁਲਿਸ ਦਾ ਜਿੱਥੋਂ ਸਾਰਾ ਕੁਝ ਜਿਹੜਾ ਹੈੱਡਕੁਆਟਰ ਆ, ਉੱਥੇ ਜਿੱਦਾਂ 8:45 ਵਜੇ ਹੀ ਸੁੱਖੀ ਰੰਧਾਵਾ ਤੇ ਨਾਲ ਹੀ ਉਹਦੇ DGP ਇਕਬਾਲਪ੍ਰੀਤ ਸੋਹਤਾ ਦੋਨੋਂ ਪਹੁੰਚ ਗਏ ਉੱਥੇ ਚੈਕਿੰਗ ਕਰਨ ਲਈ ਵੀ ਕਿਹੜਾ ਕਿਹੜਾ ਅਫਸਰ ਆਇਆ ਕਿਹੜਾ ਨਹੀਂ ਆਇਆ। ਉਹ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਿੱਧੂ ਧੜੇ ਨੂੰ ਕਿ ਅਜੇ ਤੱਕ ਇਕਬਾਲਪ੍ਰੀਤ ਸੋਹਤਾ ਹੀ DGP ਹੈ ਤੇ ਅਸੀਂ ਇਹਦੇ ਮਗਰ ਖੜਾਂਗੇ, ਯਾਨੀ ਕਿ ਇਸ ਨਜ਼ਰੀਏ ਤੋਂ ਵੀ ਉਹਨੂੰ ਦੇਖਣਾ ਪਊ। ਪਰ ਕੁੱਲ ਮਿਲਾ ਕੇ ਇਹ ਆ ਕਿ ਕੇਂਦਰ ਸਰਕਾਰ ਜਿਹੜੀ ਹਾਈ ਕਮਾਂਡ ਆ ਕਾਂਗਰਸ ਦੀ, ਉਹਨਾਂ ਨੇ ਕਿਹਾ ਸੀ ਕਿ ਮੰਤਰੀਆਂ ਦੇ ਉੱਤੇ ਫੈਸਲਾ ਜਿਹੜਾ ਉਹ ਹਾਈ ਕਮਾਂਡ ਲਏਗੀ, ਜਿਹੜਾ ਨਵਜੋਤ ਸਿੱਧੂ ਨੂੰ ਉੱਥੋਂ ਮੈਸੇਜ ਦਿੱਤਾ ਗਿਆ ਸੀ। ਤੇ ਬਾਕੀ 2 ਦੇ ਉੱਤੇ ਸਿੱਧੂ ਦੀ ਗੱਲ ਜਿਹੜੀ ਉਹ ਮੰਨ ਲਈ ਗਈ ਹੈ, ਜਿਹਦੇ ਵਿੱਚ ਦੂਸਰਾ ਐਡਵੋਕੇਟ ਜਨਰਲ ਤੇ DGP ਵਾਲਾ। ਇਹ ਤਕਰੀਬਨ ਮਸਲਾ ਜਿਹੜਾ 1-2 ਦਿਨਾਂ 'ਚ ਤਕਰੀਬਨ ਹੱਲ ਹੋ ਜਾਊਗਾ। ਤੇ ਸਿੱਧੂ ਉਨੀ ਦੇਰ ਤੱਕ ਕਰਕੇ ਬੈਠਾ ਕਿ ਪਹਿਲਾਂ ਇਹ ਮਸਲਾ ਹੱਲ ਕਰੋ, ਉਹਦੇ ਬਾਅਦ ਦੂਸਰੀ ਗੱਲ ਜਿਹੜਾ ਸੁਰਿੰਦਰ ਇੱਕ ਸੈਕਿੰਡ, ਜਿਹੜਾ ਇਹ DGP ਵਾਲਾ ਦੇਖੋ ਇਹਨਾਂ ਨੂੰ ਐਡੀਸ਼ਨਲ ਲਾਉਣਾ ਪੈ ਰਿਹਾ ਕਿਉਂਕਿ ਪੈਨਲ ਜਾਏਗਾ ਮਹੀਨਾ 2 ਮਹੀਨਾ ਉਹ ਲਟਕਾਉਣ, ਉਨੀ ਦੇਰ ਐਡੀਸ਼ਨਲ ਦਾ ਚਾਰਜ ਦੇਣਾ ਪੈਣਾ ਕਿਸੇ ਨੂੰ। ਇਸ ਦੌਰਾਨ ਜਿਹੜੀ ਦੂਸਰੀ ਗੱਲ ਹੈ, ਦੇਖੋ ਮੁਹੰਮਦ ਮੁਸਤਫਾ ਨੂੰ ਇਹਨਾਂ ਨੇ ਮੁੱਖ ਸਲਾਹਕਾਰ ਲਾਇਆ, ਉਹਨੇ ਅੜ ਕੇ ਮੁੱਖ ਸਲਾਹਕਾਰੀ ਲਈ। ਦੂਸਰਾ ਗੁਲਜ਼ਾਰਿੰਦਰ ਸਿੰਘ ਚਾਹਲ ਦੇ ਫਾਦਰ ਸਾਹਿਬ IG ਹਰਿੰਦਰ ਸਿੰਘ ਚਾਹਲ, ਜਿਨ੍ਹਾਂ ਦੀ ਬੜੀ ਨੇਕ ਸਲਾਹ ਵੀ ਲੈਂਦੇ ਨੇ, ਉਹ ਉਹਨਾਂ ਦੇ ਨਾਲ ਸਲਾਹ ਲੈਣ ਤੋਂ ਬਾਅਦ ਹੀ ਇਹ ਅਸਤੀਫਾ ਉਹਨਾਂ ਦੇ ਘਰੇ ਗਏ ਨੇ ਗੁਲਜ਼ਾਰ ਦੇ ਨਾਲ, ਪਠਾਨ ਦੇ ਨਾਲ, ਤੇ ਉਹ ਵੀ ਰਿਟਾਇਰਡ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਵਿੱਚ, ਉਹਨਾਂ ਦੀ ਵੀ ਚੰਗੀ ਪੈਂਠ ਹੈ। ਕਿ ਪੰਜਾਬ ਪੁਲਿਸ ਦੀ ਅੰਦਰੂਨੀ ਲੌਬੀ ਵੀ ਇਕਬਾਲਪ੍ਰੀਤ ਸੋਹਤਾ ਦਾ ਵਿਰੋਧ ਕਰਦੀ ਹੈ ਕੁਛ, ਜਿਹੜੀ ਉਹਦੀ ਜਗ੍ਹਾ ਕਿਸੇ ਹੋਰ ਨੂੰ DGP ਵੇਖਣਾ ਚਾਹੁੰਦੀ ਹੈ। ਉਹ ਮਤਲਬ ਬੇਅਦਬੀ ਜਾਂ ਉਹ ਚੀਜ਼ਾਂ ਤਾਂ ਸੈਕੰਡਰੀ ਨੇ, ਉਹ ਤਾਂ ਟੋਲ ਬਣਾਈ ਜਾਂਦੀ ਹੈ ਨਾ, ਕਿ ਇਹਨੇ ਕੁੱਖਾਂ 'ਚ ਮੁੰਡੇ ਮਾਰੇ ਨੇ। ਉਹ ਇਸ ਤਰ੍ਹਾਂ ਦੇ ਦੋਸ਼ ਤਾਂ ਹੋਰਾਂ ਤੇ ਵੀ ਲੱਗਦੇ ਨੇ, ਮੁਹੰਮਦ ਮੁਸਤਫਾ ਤੇ ਵੀ ਲੱਗਦੇ ਨੇ। ਉਹ ਵੀ ਇਸ ਮੂਵਮੈਂਟ 'ਚ ਉਹਨੇ ਵੀ ਕੰਮ ਕੀਤਾ। ਜੇ KPS ਗਿੱਲ ਸੰਤ ਹੈ ਤਾਂ ਸੰਤ ਦੇ ਜਿਹੜੇ ਸਲਾਹਕਾਰ ਨੇ ਉਹ ਵੀ ਤਾਂ ਫਿਰ ਸੰਤ ਹੀ ਹੋਏ ਨਾ। ਉਹਨਾਂ ਨੂੰ ਤੁਸੀਂ ਚੋਰ ਚੱਕੇ ਜਾਂ ਕੁੱਖਾਂ ਸੁੰਨੀਆਂ ਕਰਨ ਵਾਲੇ ਕਿਉਂ ਕਰ ਰਹੇ ਹੋ? ਜੇ ਅਸਲ DGP ਤਾਂ KPS ਗਿੱਲ ਸੀ, ਜਿਹਦੇ ਰਾਜ 'ਚ ਸਾਰਾ ਕੁਝ ਹੋਇਆ। ਸੈਣੀ ਵੀ ਹੋਰ ਵੀ ਸਾਰੇ ਉਹਦੇ ਸਪਾਸਲਾਰ ਸੀ, ਉਹਨਾਂ ਨੇ ਜੌਬ ਨਿਭਾਈ ਹੈ, ਉਹਨਾਂ ਦੀ ਜੌਬ ਸੀ। ਪਰ ਇਸ ਦੌਰਾਨ ਕੀ ਪੰਜਾਬ ਪੁਲਿਸ ਦੀ ਅੰਦਰੂਨੀ ਲੌਬੀ ਵੀ ਇੱਕ ਕਾਰਨ ਹੈ AGP ਸੋਹਤਾ ਦਾ? ਕਿਉਂਕਿ ਇਹਦੇ 'ਚ ਇਹ ਹੈ ਕਿ ਉਹਨਾਂ ਨੇ ਕਿਤੇ ਨਾ ਕਿਤੇ ਦਲਿਤ ਵੋਟ ਬੈਂਕ ਵੀ ਵੇਖਿਆ, ਕਿਉਂਕਿ ਬਿਊਰੋਕ੍ਰੇਸੀ 'ਚ ਵੀ ਦਲਿਤ ਲੌਬੀ ਕੰਮ ਕਰਦੀ ਹੈ, ਮਾਫ ਕਰਨਾ SC ST ਲੌਬੀ ਕੰਮ ਕਰਦੀ ਹੈ। ਇਹ ਜਿਹੜਾ ਜੋੜ ਤੋੜ ਹੈ, ਇਹਦੇ 'ਚ ਪੁਲਿਸ ਦੀ ਅੰਦਰੂਨੀ ਖਿੱਚੋਤਾਣ ਵੀ ਇੱਕ ਕਾਰਨ ਹੈ ਜੋ ਸੋਹਤਾ ਦੇ DGP ਬਣਨ ਦੇ ਰਾਹ 'ਚ ਰੋੜਾ ਬਣਿਆ ਹੋਇਆ। ਜੀ ਦੇਖੋ ਪੰਜਾਬ ਪੁਲਿਸ 'ਚ ਖਿੱਚੋਤਾਣ ਕਿੰਨੀ ਕੁ ਆ ਉਹਦੀ ਉਦਾਹਰਨ ਦੇ ਦੇਣਾ ਤਾਂ ਆਪੇ ਅੰਦਾਜ਼ਾ ਲਾ ਲਿਓ, ਕਿਉਂਕਿ ਮੈਂ ਤੋਲ ਕੇ ਤੇ ਦੱਸ ਨਹੀਂ ਸਕਦਾ। ਠੀਕ ਹੈ। ਜਿੰਨੀ ਭਾਰਤ ਤੇ ਪਾਕਿਸਤਾਨ ਦੀ ਬਾਰਡਰ ਤੇ ਆ, ਜਿੰਨੀ ਭਾਰਤ ਤੇ ਚਾਈਨਾ ਦੀ ਬਾਰਡਰ ਤੇ ਆ, ਤੇ ਜਿੰਨੀ ਭਾਰਤ ਦੀ ਅਫਗਾਨਿਸਤਾਨ ਨਾਲ ਆ, ਇੰਨੀ ਪੰਜਾਬ ਪੁਲਿਸ ਦੀ ਆਪਸ 'ਚ ਆ। ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਕਿੰਨੇ ਕਿਲੋ ਬਣਦੀ ਆ, ਮੇਰੇ ਤੋਂ ਤਾਂ ਅੰਦਾਜ਼ਾ ਨਹੀਂ ਲੱਗਦਾ। ਠੀਕ ਹੈ।
ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ ਮੈਂ। ਸਹੀ ਗੱਲ ਹੈ, ਬਿਲਕੁਲ ਨਹੀਂ ਬਿਲਕੁਲ ਮੈਂ ਜਿਹੜੀ ਗੱਲ ਸੱਚੀ ਹੈ ਮੈਂ ਉਹਦੇ ਤੋਂ ਤਾਂ ਕਦੇ ਮੁੱਕਰਿਆ ਨਹੀਂ ਜਾ ਸਕਦਾ ਨਾ ਵੀ ਕੀ ਕੁਛ ਆ। ਹੁਣ ਇਹਦੇ ਬਾਅਦ ਗੱਲ ਕੀ ਆ, ਦੇਖੋ ਇਹਦੇ ਚ ਕੋਈ ਦੋ ਰਹਿ ਨਹੀਂ, ਲੌਬਿੰਗ ਇਸੇ ਤਰ੍ਹਾਂ ਹੋਇਆ ਕਰਦੀ। ਪਰ ਜਿੱਥੋਂ ਤੱਕ ਨਵਜੋਤ ਸਿੱਧੂ ਤਾਂ ਉਹ ਯਾਦ ਕਰਾ ਦਈਏ ਆਪਾਂ, ਜਦੋਂ ਸਰਬਦੀਪ ਵਿਰਕ ਕਹਿੰਦਾ ਸੀ ਮੈਨੂੰ ਪੰਜਾਬ ਪੁਲਿਸ ਤੋਂ ਖਤਰਾ, ਮਤਲਬ ਪੰਜਾਬ ਪੁਲਿਸ ਦਾ ਪ੍ਰਮੁੱਖ ਹੋ ਕੇ ਜੇ ਰਿਟਾਇਰਮੈਂਟ ਹੋਣ ਤੋਂ ਬਾਅਦ ਕਹਿ ਸਕਦਾ ਮੈਨੂੰ ਪੰਜਾਬ ਪੁਲਿਸ ਤੋਂ ਖਤਰਾ ਹੈ, ਬਹਾਤੜਾਂ ਨੇ ਤਾਂ ਫਿਰ ਕਹਿਣਾ ਹੀ ਹੈ ਨਾ ਜੀ। ਨਹੀਂ ਉਹ ਤਾਂ ਸਮੇਤ ਸੈਣੀ ਨੇ ਵੀ ਹੁਣ ਕਿਹਾ ਮੈਨੂੰ ਪੰਜਾਬ ਪੁਲਿਸ ਤੋਂ ਖਤਰਾ ਵਾ। ਇਹ ਵੀ ਤਾਂ ਜਦੋਂ ਇਹ ਵਿਜੀਲੈਂਸ ਦਾ ਆਪਣਾ ਨਾਂ ਕੀ ਆ ਉਦੋਂ ਬਣਿਆ ਸੀਗਾ, ਆਪਣਾ ਕੀ ਕਹਿੰਦੇ ਹੁੰਦੇ ਆ, ADGP ਵਿਜੀਲੈਂਸ ਸੀਗਾ ਪੰਜਾਬ ਦਾ ਮੁਖੀ ਸੀ ਇਹ, ਤੇ ਇਹ ਉਦੋਂ ਸਰਬਦੀਪ ਕਹਿੰਦਾ ਸੀ ਮੈਨੂੰ ਪੰਜਾਬ ਪੁਲਿਸ ਤੋਂ ਖਤਰਾ। ਤੇ ਜਦੋਂ ਹੁਣ ਇਹ ਜਿਹੜਾ ਸੀਗਾ ਇਹਨੂੰ ਜਦੋਂ BK ਉੱਪਲ ਸੀਗਾ ਆਪਣਾ ਉਹਦਾ ਵਿਜੀਲੈਂਸ ਦਾ ਮੁਖੀ, ਤੇ ਉਹ ਵੀ ADGP ਸੀਗਾ, ਉਦੋਂ ਇਹ ਕਹਿੰਦਾ ਮੈਨੂੰ ਉਹਦੇ ਤੋਂ ਖਤਰਾ। ਉਹ ਤਾਂ ਹੁਣ ਸੁਰਿੰਦਰ ਵੀਰ ਜਦੋਂ ਪਿੱਛੇ ਜੇ ਚੀਫ ਜਸਟਿਸ ਆਫ ਇੰਡੀਆ ਜਿਨ੍ਹਾਂ ਨੇ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਜਦੋਂ ਜੱਜ ਦਾ ਮਰਡਰ ਹੋਇਆ ਸੀਗਾ ਝਾਰਖੰਡ ਦੇ ਵਿੱਚ ਕਿ ਭਾਈ ਸਾਡੀ ਸੁਣਵਾਈ ਨਹੀਂ ਕਰਦੀਆਂ CBI ਜਾਂ IB ਵਰਗੀਆਂ ਏਜੰਸੀਆਂ, ਉਸ ਤੋਂ ਬਾਅਦ ਦੂਜੇ ਦਿਨ ਉਹਨਾਂ ਦਾ ਬਿਆਨ ਸੀਗਾ ਕਿ ਪੁਲਿਸ ਜਿਹੜੀ ਹੈ ਉਹ ਤੇ ਤੋਂ ਨਾਗਰਿਕਾਂ ਨੂੰ ਖਤਰਾ ਹੈ। ਇਹ ਤੇ ਸੁਪਰੀਮ ਕੋਰਟ ਦਾ ਜੱਜ ਮੰਨ ਚੁੱਕਾ ਹੈ। 91 ਨੰਬਰ ਸਵਾਗਤ ਹੈ ਤੁਹਾਡਾ, ਵੈਲਕਮ ਸ਼ੇਰਗਿਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸ਼ੇਰਗਿਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤਾਂ ਸਰ ਇਹ ਕਹਿਣਾ ਚਾਹੁੰਦਾ ਵੀ ਸਿੱਧੂ ਨੂੰ ਆਪਾਂ ਨੇ ਇੰਨਾ ਕੁ ਘਸਾਤਾ ਵੀ ਸ਼ਾਇਦ ਹੁਣ ਦਾ ਕੱਦ ਹੋਰ ਘਟ ਜੇ। ਤੇ ਨੰਬਰ 2 ਮੈਂ ਇਹ ਕਹਿਣਾ ਚਾਹੁੰਦਾ ਜੇ ਆਪਾਂ ਇੰਨੀ ਸਤਾਈ ਤੇ ਆ ਗਏ ਫਿਰ ਤਾਂ ਮੈਂ ਕਹਿਣਾ ਵੀ ਸ਼੍ਰੋਮਣੀ ਕਮੇਟੀ ਦੀ ਚਾਬੀ ਮਜ਼੍ਹਬੀ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ। ਸਭ ਤੋਂ ਵੱਧ ਕੁਰਬਾਨੀਆਂ ਇਹਨਾਂ ਦੀਆਂ ਨੇ, ਬੰਦ ਇਹਨਾਂ ਨੇ ਕਟਵਾਇਆ, ਬਾਬਾ ਦੀਪ ਸਿੰਘ ਇਹਨਾਂ ਦਾ ਲੜਿਆ, ਜੱਟ ਕਿਉਂ ਫੜੀ ਫਿਰਦੇ ਨੇ ਜੀ, ਜੱਟਾਂ ਦਾ ਕਿਹੜਾ ਸੀਗਾ 5 ਪੈਰਾਂ ਦੇ ਵਿੱਚ। ਇਹ ਸਾਰੇ ਇਹ ਵੀ ਗੱਲ ਕਰੋ ਵੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਚਾਬੀ ਹੈ ਇਹ ਮਜ਼੍ਹਬੀ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ। ਨੰਬਰ 2 ਜਿਹਨੇ ਦੇਸ਼ ਦੀ ਕੁਰਬਾਨੀ ਦੇ ਵਿੱਚ ਵੱਧ ਹਿੱਸਾ ਪਾਇਆ ਉਹਨੂੰ ਦੇਸ਼ ਦਾ ਅਧਿਕਾਰ ਮਿਲਣਾ ਚਾਹੀਦਾ। ਇਹ ਨਹੀਂ ਹੈ ਵੀ ਟੈਗਰੂ ਬੰਦੇ ਆ ਗਏ ਜਿਹੜੇ ਅੰਗਰੇਜ਼ਾਂ ਦੀ ਰਾਖੀ ਕਰਦੇ ਸੀਗੇ ਉਹ ਅੱਜ ਕਹਿਣ ਵੀ ਦੇਸ਼ ਸਾਡਾ ਏ। ਨੰਬਰ 3 ਸਰ ਮੈਂ ਕਹਿੰਦਾ ਵੀ ਮੁਹੰਮਦ ਮੁਸਤਫਾ ਕੋਈ ਪਰਚਾ ਦਰਜ, ਜੇ ਤਾਂ ਕੋਈ ਪਰਚਾ ਦਰਜ ਹੈ ਕੋਈ ਕੰਟਰੋਵਰਸੀ ਚੱਲਦੀ ਉਹਦੇ ਖਿਲਾਫ ਫਿਰ ਤਾਂ ਆਪਾਂ ਐਲੀਗੇਸ਼ਨ ਲਾ ਸਕਦੇ ਨੇ। ਜਦ ਤੱਕ ਉਹਦੇ ਖਿਲਾਫ ਦਰਜ ਨਹੀਂ ਆਪਾਂ ਐਲੀਗੇਸ਼ਨ ਨਹੀਂ ਲਾ ਸਕਦੇ। ਸੁਰਿੰਦਰ ਜੀ ਗੱਲ ਸਹੀ ਕਰ ਰਹੇ ਨੇ, ਸੁਰਿੰਦਰ ਜੀ ਸਹੀ ਪਾਸੋਂ ਲੈ ਕੇ ਜਾ ਰਹੇ ਨੇ। ਮੇਰੀ ਗੱਲ ਤਾਂ ਸੁਣ ਲਓ ਸ਼ੇਰਗਿਲ ਜੀ, ਮੇਰੀ ਗੱਲ ਤਾਂ ਸੁਣ ਲਓ। ਉਹਦੇ ਬਾਅਦ ਆਪਾਂ ਐਡ ਪੜ੍ਹਨੇ ਸ਼ੁਰੂ ਕਰ ਦਿੰਦੇ। ਇਹ ਸਰ ਐਡ ਨਾ ਪੜਿਓ, ਹੁਣ ਇਹਦਾ ਮੈਨੂੰ ਜਵਾਬ ਦਿਓ ਵੀ ਸ਼੍ਰੋਮਣੀ ਕਮੇਟੀ ਦੇ ਹੱਕਦਾਰ ਮਜ਼੍ਹਬੀ ਸਿੰਘ ਹੈ ਕਿ ਨਹੀਂ ਹੈ। ਥੈਂਕ ਯੂ। ਨਹੀਂ ਗੱਲ ਮੇਰੀ ਤਾਂ ਸੁਣ ਲਓ ਯਾਰ, ਤੁਸੀਂ ਮੋਦੀ ਸਾਹਿਬ ਵਾਂਗੂ ਮਨ ਕੀ ਬਾਤ ਕਿਉਂ ਕਰਦੇ ਹੋ? ਫਾਸਟ ਟਰੈਕ ਦੀ ਆ ਜਾਂਦੇ ਹੋ। ਇਹ ਕਹਿੰਦੇ ਮੁਹੰਮਦ ਮੁਸਤਫੇ ਤੇ ਕੋਈ ਪਰਚਾ ਨਹੀਂ ਹੈ, ਕੀ ਸਹੋਤੇ ਤੇ ਪਰਚਾ ਹੈਗਾ? ਜਿਹੜੇ ਸਿੱਧੂ ਨੇ ਨਿਯੁਕਤੀ, ਇਹ ਜਿਹੜਾ ਫੈਨ ਹੋ ਜਾਂਦੇ ਹੋ ਨਾ ਤੁਸੀਂ ਸ਼ੇਰਗਿਲ ਸਾਹਿਬ, ਆਪਾਂ ਕਿਸੇ ਦੇ ਵੀ ਇਹ ਬੇੜਾ ਗਰਕ ਕਰਦਾ ਹੈ। ਤੁਹਾਡਾ ਕਸੂਰ ਨਹੀਂ ਹੈ, ਫੈਨ ਤਾਂ ਸਾਡਾ ਪੱਤਰਕਾਰ ਲਾਣਾ ਹੋ ਜਾਂਦਾ ਹੈ ਨਾ। ਕਿਵੇਂ ਫੋਟੋਆਂ ਪਾਉਂਦੇ ਨੇ ਖਿਚਾ ਕੇ। ਜਿਹੜੇ ਅਸੀਂ ਫੈਨ ਹੋ ਜਾਂਦੇ ਆ ਨਾ ਲੀਡਰਾਂ ਦੇ, ਲੜਕੀ ਦੇ ਆਨੰਦ ਦੇਣ ਵੇਲੇ ਲੀਡਰ ਤੋਂ ਡੇਟ ਲੈ ਕੇ ਆਉਂਦੇ, ਲਾੜੇ ਵਾਲਿਆਂ ਤੋਂ ਨਹੀਂ ਲੈਂਦੇ। ਸਾਡੀ ਉਹ ਬਦਕਿਸਮਤੀ ਹੈ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ। ਸੋ ਇਸ ਕਰਕੇ ਜਿਹੜਾ ਹੁਣ ਤੁਸੀਂ ਮੁਹੰਮਦ ਮੁਸਤਫੇ ਦੀ ਨਿਯੁਕਤੀ ਨੂੰ ਕਹਿੰਦੇ ਉਹਦੇ ਤੇ ਕਿਹੜਾ ਕੋਈ ਪਰਚਾ? ਇਕਬਾਲਪ੍ਰੀਤ ਸੋਤਾ ਤੇ ਪਰਚਾ ਹੈਗਾ। ਸਵਾਗਤ ਹੈ ਜੀ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਮਨਜੀਤ ਵੈਦਵਾਨ ਬੋਲ ਰਿਹਾ ਜੀ। ਜੀ ਵੈਦਵਾਨ ਸਾਹਿਬ ਵੈਲਕਮ। ਵਾਲਾ ਸਾਹਿਬ ਇਹ ਜਿਹੜਾ ਚੱਲ ਰਿਹਾ ਜੀ ਸਾਡੇ ਕੋਲ ਇਹ ਤਾਂ ਸਰਕਸ ਟਾਈਪ ਹੀ ਚੱਲ ਰਿਹਾ ਕੰਮ। ਇਹਦਾ ਕਿਸੇ ਤਨ ਪੱਤਣ ਲੱਗੂ ਜਾਂ ਪੰਜਾਬ ਦੇ ਲੋਕਾਂ ਦਾ ਕੋਈ ਮਸਲਾ ਹੱਲ ਹੋ ਜਾਂ ਤੇ ਡਰਾਮਾ ਚੱਲਦਾ ਰਹੂਗਾ ਜੀ। ਹੁਣ ਸਾਡੇ ਨੇਤਾ ਹੀ ਡਰਾਮੇ ਨੇ ਵੀਰ, ਕਰੀਏ ਕੀ। ਦੇਖੋ ਉਮੀਦ ਹੈ ਪਰ ਇਹਦੇ ਚ ਸਮੱਸਿਆਵਾਂ ਚੰਨੀ ਸਰਕਾਰ ਲਈ ਬਹੁਤ ਜ਼ਿਆਦਾ ਨੇ, ਇਹ ਗੱਲ ਪੱਕੀ ਹੈ। ਥੈਂਕ ਯੂ ਵੈਦਵਾਨ ਸਾਹਿਬ। ਬਾਕੀ ਗੱਲ ਕਰਦੇ ਹਾਂ ਨਾਲ ਜੀ। ਸੁਰਿੰਦਰ ਕੰਟੀਨਿਊ ਵੀਰ। ਮੈਂ ਚਲੋ ਬ੍ਰੇਕ ਲਈਏ ਤਾਂ ਐਡਵਰਟਾਈਜ਼ ਵੀ ਪੜ੍ਹ ਦਈਏ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਸਾਥ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ, ਵਪਾਰ, ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਦੋਸਤ ਰਿਸ਼ਤੇਦਾਰ ਨੂੰ ਅਮਰੀਕਾ ਮੰਗਵਾਉਣਾ, ਇਮੀਗ੍ਰੇਸ਼ਨ ਦਾ ਕੋਈ ਕੰਮ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਦੀਆਂ ਸੇਵਾਵਾਂ ਲੈਣੀਆਂ ਨੇ ਤਾਂ ਸੰਪਰਕ ਕਰੋ ਤਰਸੇਮ ਸਿੰਘ ਗਿੱਲ CP ਦੇ ਨਾਲ, ਜੋ ਪੈਨਸਿਲਵੇਨੀਆ ਦੇ ਵਿੱਚ ਵਸਦੇ ਨੇ, ਪੈਨਸਿਲਵੇਨੀਆ ਦੇ ਈਸਟਰਨ ਸਿਟੀ ਦੇ ਵਿੱਚ ਵਸਦੇ ਨੇ, ਨਿਊਯਰਸੀ ਲਾਗੇ। ਤੇ ਤਰਸੇਮ ਸਿੰਘ ਗਿੱਲ ਦਾ ਨੰਬਰ ਹੈ 484 764 9861 4847649861। ਸਾਡਾ ਜ਼ਿਕਰ ਕਰਨ ਤੇ ਹੋਰ ਰਹਿਤ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਨੇ ਬਾਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਤੇ ਰਿਟਰਨ ਦੀ ਫਾਈਲਿੰਗ ਸੰਬੰਧੀ ਤੁਸੀਂ ਸੰਪਰਕ ਕਰੋ 484 764 9861। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ।
42 ਸਾਹਿਬ ਸਤਿ ਸ੍ਰੀ ਅਕਾਲ ਜੀ। ਸੁਰਿੰਦਰ ਭਾਈ ਸਤਿ ਸ੍ਰੀ ਅਕਾਲ ਜੀ। ਜਿਹੜਾ ਮੇਰਾ ਵੀਰ ਹੁਣੇ ਬੋਲ ਕੇ ਗਿਆ, ਅਸੀਂ ਨਹੀਂ ਬਾਜ ਨਾਲ ਇਹ ਲੋਕ ਆ ਸਕਦੇ। ਦੇਖੋ ਅਸੀਂ ਕੋਈ ਗੱਲ ਨਹੀਂ ਸੋਚਦੇ ਕਿ ਕੌਣ ਕਿੱਦਾਂ ਦਾ ਕੌਣ ਕਿੱਦਾਂ ਦਾ ਜੀ। ਅਸੀਂ ਜੋ ਮਾਣਾ ਹੀ ਟਵਾਣਾ ਸਾਹਿਬ ਬੋਲੀ ਜਾਂਦੇ ਆ, ਸੁਣਦੇ ਵੀ ਨਹੀਂ। ਮਤਲਬ ਭਾਈਚਾਰੇ ਐਸੀ ਭਾਈਚਾਰਾ ਸਦੀਆਂ ਤੋਂ ਪੀੜਿਤ ਹੈ। ਜੇ ਕੋਈ ਕਾਬਲ ਲੋਕ ਆਏ ਨੇ, ਆਜੋ, ਚੰਨੀ ਵਧੀਆ ਕੰਮ ਕਰ ਰਿਹਾ, ਠੀਕ ਹੈ। ਪਹਿਲਾਂ ਆਪਾਂ ਵੀ ਆਲੋਚਨਾ ਕੀਤੀ ਸੀ ਕਿ ਭਾਈ ਇਹ ਪੈਚਾਂ ਵਾਲੇ ਸੀਐਮ ਨੇ, ਹੁਣ ਕਾਰਗੁਜ਼ਾਰੀ ਦਿਖਾਉਣਗੇ, ਐਪਰੀਸ਼ੀਏਟ ਕਰਾਂਗੇ। ਇਹ ਥੋੜਾ ਕਿ ਕੋਈ ਦਲਿਤ ਹੈ ਜਾਂ ਕੋਈ ਮਾਫ ਕਰਨਾ ਕੋਈ ਐਸਸੀ ਹੈ ਜਾਂ ਐਸਸੀ ਹੈ, ਜੱਟ ਹੈ ਜਾਂ ਉਹਦਾ ਜਾਤ ਵੇਖ ਕੇ, ਜਾਤ ਨਹੀਂ ਉਹਦੇ ਅਮਲ ਤੇ ਕਰਤੂਤਾਂ ਵੇਖ ਕੇ ਨਿਚੋੜਾ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਬਾਈ ਜੀ। ਇਸ ਸ਼ੇਰਗਿੱਲ ਸਾਹਿਬ, ਇਹ ਨਾ ਤੁਸੀਂ ਆਖਿਆ ਕਰੋ ਕਿ ਚਾਬੀਆਂ ਇਹਨਾਂ ਨੂੰ ਫੜਾ ਦਿਓ, ਫਲਾਂ ਕਰ ਦਿਓ। ਕੰਟਰੀਬਿਊਸ਼ਨ ਰਿਹਾ, ਕੰਟਰੀਬਿਊਸ਼ਨ ਕਿਉਂ ਨਹੀਂ ਰਿਹਾ, ਹੈ ਨਾ। ਜੇ ਅੱਜ ਪੰਜਾਬ ਨੇ ਤਰੱਕੀ ਕੀਤੀ ਹੈ, ਇਹਦੇ ਚ ਜਿਹੜੇ ਸਾਡੇ ਸੀਰੀ ਵੀਰ ਸੀਗੇ ਉਹਨਾਂ ਨੇ ਸਾਰਾ ਕੁਝ ਤਨ ਤੇ ਹੰਢਾ ਕੇ ਆਪਣੇ ਸਾਰਾ ਕੁਝ ਕੀਤਾ। ਕਿਵੇਂ ਮਨਫੀ ਕਰ ਦੋਗੇ ਉਹਨਾਂ ਦੀਆਂ ਮਿਹਨਤਾਂ ਨੂੰ ਤੁਸੀਂ? ਸੋ ਇਹ ਨਹੀਂ ਹੁੰਦਾ। ਮਾੜੇ ਚੰਗੇ ਹਰ ਕੌਮ ਕਮਿਊਨਿਟੀ ਚ ਹੁੰਦੇ ਨੇ। ਆ ਜੱਟ ਸੀਐਮ ਬਣਾਈ ਨੇ, ਦਿੱਤਾ ਅੰਕੜਾ ਕਈ ਵਾਰੀ ਸੁਰਿੰਦਰ ਜੀ ਹੋਰਾਂ ਨੇ, ਕਿੰਨਾ ਕਿ ਜੱਟ ਨੇ ਜੱਟਾਂ ਦਾ ਕਰ ਦਿੱਤਾ। ਸੋ ਇਹ ਨਹੀਂ ਹੁੰਦਾ। ਠੀਕ ਹੈ, ਵੋਟ ਬੈਂਕ ਹੈ, ਉਹਨਾਂ ਦੀ ਕਾਬਲੀਅਤ ਹੈ, ਵੇਖਣੀ ਚਾਹੀਦੀ ਹੈ। ਚੰਨੀ ਨਹੀਂ ਕੰਮ ਕਰਨਗੇ, ਆਲੋਚਨਾ ਕਰੋ। ਇਸ ਕਰਕੇ ਜਿੱਥੇ ਜਿਹੜਾ ਸਹੀ ਹੈ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਚਾਹੀਦਾ। ਇਨਸਾਨ ਵੇਖੋ, ਜਾਤ ਵਿਸ਼ੇਸ਼ ਨਾ ਵੇਖੋ। ਇਹ ਠੀਕ ਹੈ ਕਿ ਵੋਟ ਬੈਂਕ ਦੇ ਮੱਦੇਨਜ਼ਰ ਇਹ ਲੋਕ ਵੋਟ ਦੀ ਰਾਜਨੀਤੀ ਕਰਦੇ ਨੇ। ਜਿੱਥੇ ਕੋਈ SC ST ਗਲਤ ਆ ਉਹਦੀ ਆਲੋਚਨਾ ਕਰੋ, ਜਿੱਥੇ ਕੋਈ ਉੱਚ ਵਰਗ ਹੈ ਉਹਦੀ ਆਲੋਚਨਾ ਕਰੋ। ਸਾਰੇ ਬ੍ਰਾਹਮਣ ਮਾੜੇ ਨਹੀਂ ਹੈਗੇ ਤੇ ਸਾਰੇ SC ST ਚੰਗੇ ਨਹੀਂ, ਸਾਰੇ ਜੱਟ ਚੰਗੇ ਨਹੀਂ ਹੈਗੇ ਜੀ। ਸੁਰਿੰਦਰਵੀਰ ਕੰਟੀਨਿਊ। ਇੱਕ ਸੁਰਿੰਦਰਵੀਰ ਹੋਰ, ਚੰਨੀ ਸਰਕਾਰ ਨੇ ਫੈਸਲਾ ਕੀਤਾ, ਵਿਚਲਾ ਵਧੀਆ ਰਾਹ ਇਹਨਾਂ ਨੇ ਕੱਢਿਆ। ਜਸਟਿਸ ਅਜੀਤ ਸਿੰਘ ਬੈਂਸ ਦੇ ਬੇਟੇ ਨੇ RS ਬੈਂਸ। ਹੈਲੋ, ਹਾਂ ਕਰੋ ਤੁਸੀਂ, ਮੈਂ ਇੱਥੇ ਹੀ ਆਉਣ ਲੱਗਾ। ਓਕੇ, ਮੈਂ ਇੱਕ ਕਾਲ ਲੈ ਲਾਂ ਪਲੀਜ਼। 51 ਨੰਬਰ, ਵੈਲਕਮ, ਤੁਸੀਂ ਆਨ 에ਅਰ ਜੀ, ਵੈਲਕਮ। 51 ਨੰਬਰ। ਸਤਿ ਸ਼੍ਰੀ ਅਕਾਲ ਸਰ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਪਰ ਸਰ ਏਜੀ ਦਾ ਵੀ ਕਲੀਅਰ ਕਰਦੇ ਜੀ, ਏਜੀ ਉਹਨਾਂ ਨੇ ਚੇਂਜ ਕਰਤਾ ਜਾਂ ਨਹੀਂ ਕੀਤਾ ਜੀ ਪੰਜਾਬ ਸਰਕਾਰ ਨੇ? ਨਹੀਂ, ਥੈਂਕ ਯੂ ਬਾਈ ਜੀ। ਕੀ ਨਾ ਤੁਹਾਡਾ? ਮੈਂ ਗੱਲ ਕਰਦਾ ਰਾਮ ਮਾਣੂਕੇ ਬੋਲ ਰਿਹਾ ਜੀ। ਅੱਛਾ, ਮਾਣੂਕੇ ਸਾਹਿਬ 51 ਨੰਬਰ। ਨਹੀਂ, ਉਸੇ ਤੇ ਆਉਣੇ ਆਪਾਂ। RSS ਬੈਂਸ ਲਾ ਸਪੈਸ਼ਲ ਪ੍ਰੋਸੀਕਿਊਟਰ, ਉਹਦਾ ਕੀ ਅਧਾਰ ਹੈ, ਨਵੀਂ ਅਪਾਇੰਟਮੈਂਟ ਕੀਤੀ ਹੈ। ਥੈਂਕ ਯੂ। ਸੋ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ। ਅਮਰੀਕਾ ਚ ਇਹਨਾਂ ਦੇ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਆਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ, ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮੱਗਰੀ ਇਸ ਲੋਕੇਸ਼ਨ ਤੋਂ ਖਰੀਦ ਸਕਦੇ ਹੋ। ਆਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ, ਐਗਜ਼ਿਟ 208 ਤੇ ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਚਾਹ, ਸ਼ਾਵਰ, ਲਾਂਡਰੀ ਫ੍ਰੀ ਹੈ, ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਤੇ ਇਸ ਤੋਂ ਇਲਾਵਾ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼, ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ, ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਹੈ 425 232 8413 4252328413। ਇਸੇ ਤਰ੍ਹਾਂ ਬੇਕਰਸਫੀਲਡ ਇਲਾਕੇ 'ਚ ਜਾ ਰਹੇ ਹੋ, ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਬਣਿਆ ਇੰਡੀਅਨ ਰੈਸਟੋਰੈਂਟ ਦੇਸੀ ਘਿਓ ਦੇ ਪਰੌਂਠੇ ਬਹੁਤ ਸਵਾਦਲੇ ਛਕਾਉਂਦੇ ਨੇ। ਇਸ ਤੋਂ ਇਲਾਵਾ ਉੱਥੇ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਆਨੰਦ ਲਓ। ਇੱਥੇ ਟਰੱਕ ਤੋਂ ਆਓ, ਡੀਜ਼ਲ ਪਵਾਓ। ਇਹ ਉੱਥੇ ਹੀ ਨੇ ਅਦਾਰੇ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ। 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਅਦਾਰਾ, ਜਿਨ੍ਹਾਂ ਦਾ ਨੰਬਰ ਹੈ 661 304 7500 6613047500। ਬਾਈ ਜੀ ਸਵਾਗਤ ਹੈ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਜੀ। 18 ਨੰਬਰ ਮੋਗਾ ਤੋਂ ਜੀ ਕੁਲਦੀਪ ਸਿੰਘ, ਸਵਾਗਤ ਹੈ ਜੀ। ਗੱਲ ਕਰੋ। ਕਾਫੀ ਦਿਨ ਹੋ ਗਏ ਤੁਹਾਡਾ ਸਰ ਗੱਲ ਨਹੀਂ ਹੋਈ ਸੀ, ਬਾਹਰ ਸੀਗੇ। ਓਕੇ, ਵੈਲਕਮ। ਜਿਸ ਤਰ੍ਹਾਂ ਦੇ ਹਾਲਾਤ ਹੈਗੇ ਆ, ਜੋ ਡਰਾਮੇਬਾਜ਼ੀਆਂ ਹੋ ਰਹੀਆਂ, ਕੋਈ BJP ਦੇ ਵਿੱਚ ਜਾ ਰਿਹਾ, ਕੋਈ ਕਿੱਧਰ ਜਾ ਰਿਹਾ, ਦੇਖੋ ਇਹਨਾਂ ਨੂੰ ਇੱਕ ਹਾਸਾ ਹੀ ਆ ਸਕਦਾ ਇਹਨਾਂ ਲੋਕਾਂ ਦੇ ਉੱਪਰ ਕੀ ਹੈ। ਔਰ ਜਿਹੜੇ ਕਹਿ ਰਹੇ ਵੀ ਇਹ ਦੇਸ਼ ਆਜ਼ਾਦ ਹੋ ਗਿਆ, ਆਜ਼ਾਦ ਹੋ ਗਿਆ, ਅੰਗਰੇਜ਼ ਕਿਹੜਾ ਕਿਸੇ ਨੂੰ ਰੱਸੇ ਨਾ ਬੰਨ ਕੇ ਕੱਟੇ ਨਾ ਬੰਨ ਦਿੰਦੇ ਸੀਗੇ। ਆਹ ਕੁਛ ਸੀ ਵੀ ਲੋਕਾਂ ਦੀ ਉਹ ਗੱਲ ਨਹੀਂ ਸੁਣਦੇ ਸੀ, ਆਪਣੀ ਮਨਮਰਜ਼ੀ ਕਰਦੇ ਸੀ। ਸਾਡੇ ਦੇਸ਼ ਦੇ ਵਿੱਚ ਜਿਹੜਾ ਕੁਛ ਅੱਜ ਹੋ ਰਿਹਾ, ਉਹ ਕੁਛ ਤਾਂ ਹੋ ਰਿਹਾ, ਇਹ ਕਿਹੜਾ ਅੰਗਰੇਜ਼ਾਂ ਨਾਲੋਂ ਘੱਟ ਹੈ। ਸਮਝ ਨਹੀਂ ਆਉਂਦੀ ਵੀ ਸੁਬਾਹ ਨੂੰ ਕੁਛ ਹੋਰ ਕਹਿੰਦੇ ਹੁੰਦੇ ਆ, ਸ਼ਾਮ ਨੂੰ ਪਾਰਟੀ ਬਦਲ ਜਾਂਦੀ ਹੈ। ਜਾਂ ਲੋਕ ਪਾਗਲ ਹੈ ਵੀ ਜਾਂ ਇਹੋ ਜਿਹੇ ਕੀ ਇਹਨਾਂ ਬਾਰੇ ਕਹੀਏ ਤੇ ਕੱਦ ਲੀਡਰਾਂ ਨੂੰ ਛੁੱਟਦੇ ਆ। ਕੀ ਇਹਨਾਂ ਦੀ ਕੋਈ ਹੈਗੀ, ਇਹਨਾਂ ਦਾ ਕੋਈ ਦੀਨ ਧਰਮ ਵੀ ਇਹਨਾਂ ਤੇ ਕੋਈ ਯਕੀਨ ਕਰੂਗਾ? ਕੱਲ ਜਿਹੜੇ ਕਾਂਗਰਸ ਦੇ ਜਿਹੜੇ 9.5 ਸਾਲ ਮੁੱਖ ਮੰਤਰੀ ਬਣੇ ਆ, ਉਹ ਜਾ ਕੇ BJP ਦੀ ਝੋਲੀ ਬੈਠਣ ਨੂੰ ਕਰਦੇ ਆ। ਕੀ ਇਹਨਾਂ ਦੇ ਯਕੀਨ ਕਰੂਗਾ? ਇਹ ਲੋਕਾਂ ਨੂੰ ਸਮਝਣਾ ਪੈਣਾ ਜੇ ਇਹਨਾਂ ਦੇਸ਼ ਦੇ ਵਿੱਚੋਂ ਗੰਦ ਬਾਹਰ ਕੱਢਣਾ। ਇਹ ਸਭ ਕੂੜਾ, ਠੀਕ ਹੈ। ਤੇ ਨਵੇਂ ਜਿਹੜੇ ਨੁਮਾਇੰਦੇ ਹੈਗੇ ਆ ਖੁਦ ਚੁਣਨ,
ਇਹ ਪਾਰਟੀਆਂ ਨੇ ਕਿਤੇ ਨਾ ਵਫਾ ਕੀਤੀ ਤੇ ਨਾ ਪੰਜਾਬ ਨਾਲ ਵੀ ਕਿਤੇ ਨਾ ਦੀ ਵਫਾਦਾਰੀ ਇਹਨਾਂ ਨੇ ਨਹੀਂ ਕੀਤੀ। ਹਮੇਸ਼ਾ ਮੌਕਾ ਪ੍ਰਾਪਤ ਨੂੰ ਆਪਣੇ ਵਿੱਚੋਂ ਲਮਾਨੇ ਚੱਲਣਗੇ ਤਾਂ ਸ਼ਾਇਦ ਪੰਜਾਬ ਨੂੰ ਬਦਲਾਅ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਚੰਗਾ ਭਵਿੱਖ ਲੋਕਾਂ ਨਾਲ ਵੀ ਤਾਂ ਹੀ ਹੋ ਸਕਦਾ, ਨਹੀਂ ਤਾਂ ਇਹੀ ਹਾਲਤ ਹੋਊਗੀ। ਥੈਂਕ ਯੂ ਕੁਲਦੀਪ ਸਿੰਘ ਜੀ, ਬਿਲਕੁਲ ਅਸੀਂ ਫੈਨ ਆ। ਅੱਛਾ, ਕੈਪਟਨ ਸਾਹਿਬ ਖਾਨਦਾਨੀ ਨੇ ਜੀ, ਬਾਦਲ ਸਾਹਿਬ ਪੰਥਕ ਨੇ ਜੀ, ਮੋਦੀ ਸਾਹਿਬ ਬਹੁਤ ਨਾਮ ਜਪਦੇ ਆ, ਨਵਜੋਤ ਸਿੰਘ ਸਿੱਧੂ ਬਹੁਤ ਇਮਾਨਦਾਰ ਹੈ, ਠੀਕ ਹੈ, ਇਮਾਨਦਾਰ ਹੈਗਾ, ਠੀਕ ਹੈ, ਐਪਰੀਸ਼ੀਏਟ ਕਰਦੇ ਆ, ਕਰਪਸ਼ਨ ਨਹੀਂ ਕੀਤੀ, ਥੈਂਕ ਯੂ। ਪਰ ਇਹਦੇ 'ਚ ਇਹ ਹੈ ਨਾ ਕਿ ਕੰਟਰੀਬਿਊਸ਼ਨ ਕੀ ਹੈ, ਸੁਸਾਇਟੀ ਲਈ ਕੀ ਕਰ ਰਹੇ ਹੋ? ਦਲਿਤ ਤੋਂ ਐਸਸੀ ਹੋ, ਕੋਈ ਦਿੱਕਤ ਨਹੀਂ ਹੈ, ਸੁਸਾਇਟੀ ਲਈ ਕੀ ਕੀਤਾ? ਜੇ ਕਰੋੜਾਂਪਤੀ ਹੋ ਕੀ ਕਰੋਗੇ ਉਸ ਐਸਸੀ ਨੂੰ? ਆ ਮਾਇਆਵਤੀ 10-10 ਲੱਖ ਰੁਪਏ ਦੇ ਚੱਪਲ ਖਰੀਦੇ ਸੀਗੇ, ਇਹ ਗਰੀਬੀ ਹੈ? ਠੇਕਾ ਲੈ ਲਿਆ ਤੁਸੀਂ। ਹੰਸਰਾਜ ਹੰਸ ਹੈ, ਐਸਸੀ ਹੋਣ ਦੀ ਬਣਾ ਤੇ ਉਹਦੇ ਲੈ ਗਿਆ। ਕਿੰਨੇ ਕੈਸੀਆਂ ਦੇ ਘਰੇ ਜਾ ਕੇ ਖਾੜੇ ਲਾਤੇ ਉਹਨੇ। ਜੱਟਾਂ ਨੇ ਕਿੰਨਾ ਕੁ ਗਰੀਬ ਜੱਟਾਂ ਦਾ ਕੰਮ ਸਾਰ ਦਿੱਤਾ। ਇਸ ਕਰਕੇ ਇਹ ਚੀਜ਼ਾਂ ਤੋਂ ਨਿਕਲਣਾ ਪੈਣਾ, ਜਾਤ ਵਿਸ਼ੇਸ਼ ਤੋਂ। ਬ੍ਰਾਹਮਣ ਨੇ ਕਿੰਨਾ ਕੁ ਬ੍ਰਾਹਮਣਾਂ ਦਾ ਉਹਨਾਂ ਨੇ ਕਰਤਾ। ਬਥੇਰੇ ਗਰੀਬ ਬ੍ਰਾਹਮਣ ਬਹੁਤ ਮੰਦਹਾਲੀ 'ਚ ਗੁਜ਼ਰ ਬਸਰ ਕਰ ਰਹੇ ਨੇ, ਇਮਾਨਦਾਰੀ ਦੀ ਰੋਟੀ ਖਾ ਰਹੇ ਨੇ, ਲਾਲੇ ਪਏ ਨੇ ਉਹਨਾਂ ਦੇ। ਕਿੰਨਾ ਕੁ ਉਹਨਾਂ ਦਾ ਸਵਾਰ ਦਿੱਤਾ ਸਾਰਾ ਕੁਝ। 6000 ਬੱਚਾ ਕੱਲ ਵੀ ਮਰਦਾ ਸੀ, ਅੱਜ ਵੀ ਮਰਿਆ, ਕੱਲ ਨੂੰ ਵੀ ਮਰੂਗਾ ਭੁੱਖ ਨੰਗ ਗਰੀਬੀ ਦੇ ਨਾਲ। ਕੀ ਕਰੋਗੇ ਰਾਮ ਲੱਲਾ ਦੇ ਗੁਣ ਗਾਉਣ ਨੂੰ? ਪਰ ਸਾਡੇ ਚੋਂ ਨਿਕਲਦਾ ਨਹੀਂ ਨਾ। ਆਪਣਾ ਮਾਰੂ ਸ਼ਾਮੇ ਸੁੱਟੂ। ਲਾਹਨਤ ਹੈ ਤੁਹਾਡੀ ਇਸ ਤਰ੍ਹਾਂ ਦੀ ਸੋਚ ਦੇ। ਜਿਹੜਾ ਆਪਣਾ ਮਾਰੂ ਤੇ ਤੁਸੀਂ ਰਗੜ ਕੇ ਗੋਡੇ ਤੇ ਲਾਉਣਾ, ਦਫਾ ਕਰੋ ਪਰਾਂ ਇਹ ਜੋ ਆਪਣੇ ਨੂੰ। ਜੀ ਸੁਰਿੰਦਰ ਵੀਰ, ਜਿਹੜਾ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਦੇ ਬੇਟੇ ਨੂੰ ਲਾਇਆ ਗਿਆ, RSS ਬੈਂਸ ਨੂੰ ਸਪੈਸ਼ਲ ਪ੍ਰੋਸੀਕਿਊਟਰ ਲਾਇਆ ਗਿਆ, ਕੀ ਵੇਖਦੇ ਹੋ ਕਿ ਇਸ ਤਰ੍ਹਾਂ ਜਿਹੜਾ ਬਰਗਾੜੀ ਮਾਮਲੇ 'ਚ ਬੈਕਗਰਾਉਂਡ ਵਧੀਆ, ਸੁਲਝਿਆ ਵਕੀਲ ਹੈ, ਰਾਜਵਿੰਦਰ ਬੈਂਸ ਨੂੰ ਸਪੈਸ਼ਲ ਪ੍ਰੋਸੀਕਿਊਟਰ ਨਿਯੁਕਤ ਕਰਨਾ, ਤੇ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਕੀ ਵੇਖਦੇ ਹੋ? ਭਾਵੇਂ ਕਿ ਸਰਕਾਰ ਨੇ ਕੇਸ ਲੜਨ ਦੇ ਵਾਸਤੇ ਤਾਂ APS ਦਿਓਲ ਨੂੰ ਨਿਯੁਕਤ ਕੀਤਾ, ਪਰ ਹੁਣ ਬਰਗਾੜੀ ਮਾਮਲਾ ਉਹਨਾਂ ਨੇ ਸਪੈਸ਼ਲ ਪ੍ਰੋਸੀਕਿਊਟਰ ਨੂੰ ਦੇ ਦਿੱਤਾ। ਕੀ ਇਹਦੀਆਂ ਪਾਵਰਾਂ ਵੇਖਦੇ ਹੋ? ਇਹ ਪਹਿਲੀ ਵਾਰੀ ਮੇਰੇ ਖਿਆਲ ਇਸ ਤਰ੍ਹਾਂ ਦੀ ਪੋਸਟ ਕ੍ਰੀਏਟ ਕੀਤੀ ਗਈ ਅਦਾਲਤੀ ਨਜ਼ਰੀਏ ਤੋਂ। ਕੀ ਇਸ ਦਾ ਪੋਜ਼ਿਟਿਵ ਨੈਗੇਟਿਵ ਰਹੇਗਾ? ਇੱਕ ਕਾਲ ਲੈ ਲਾਂ ਮੈਂ, ਇਸ ਤੋਂ ਬਾਅਦ ਕੰਟੀਨਿਊ। ਸਵਾਗਤ 5000, ਵੈਲਕਮ ਜੀ। ਹੈਲੋ, ਹਾਂਜੀ ਗੱਲ ਕਰੋ ਸਰ, ਕੌਣ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਰਾਮਪੁਰੇ ਤੋਂ ਬੋਲਦੇ ਹਾਂ, ਮੰਦਰ ਜੀ। ਰਾਮਪੁਰੇ ਤੋਂ ਮੰਦਰ ਸਿੰਘ, ਸਵਾਗਤ ਹੈ ਬਾਈ ਜੀ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਮੈਂ ਤੁਹਾਨੂੰ ਕਹਿੰਦਾ ਜੀ, ਜੋ ਫਰੈਂਡ ਕੈਪਟਨ ਸਾਹਿਬ ਦੀ ਰੂਸਾਲਮ ਸੀ, ਉਹ ਕਿੰਨੇ ਪੈਸੇ ਲੁੱਟ ਕੇ ਲੱਗੇ ਪੰਜਾਬ ਦੀ, ਇੱਥੋਂ ਦਾ ਹਿਸਾਬ ਕਿਤਾਬ ਹੈ ਜੀ? ਕੋਈ ਨਹੀਂ, ਉਹ ਤਾਂ ਕੈਪਟਨ ਸਾਹਿਬ ਨੂੰ ਪਤਾ ਹੋਊਗਾ। ਕੋਈ ਸੁਰਿੰਦਰ ਨੂੰ ਪੁੱਛ ਲੈਣਾ। ਪਰ ਉਹਦੀ ਵੀ ਤੁਸੀਂ ਬੜੇ ਖੋਜ ਕਰਿਓ ਵੀ ਕਿੰਨਾ ਨੁਕਸਾਨ ਹੋਇਆ ਪੰਜਾਬ ਦਾ, ਇੱਥੋਂ ਕੀ ਕਾਰੋਬਾਰ ਕੀਤਾ, ਬਾਹਰ ਜਾ ਕੇ ਕੀ ਹੋਇਆ, ਤੇ ਬੜਾ ਕਰੋ ਪੜਤਾਲ। ਹਾਂ, ਥੈਂਕ ਯੂ ਬਾਈ। ਜਦੋਂ ਲੱਗੀਆਂ ਹੁੰਦੀਆਂ ਨੇ ਨਾ ਰੇਸ਼ਮ ਸਿਆਂ, ਰੇਸ਼ਮ ਨਹੀਂ ਇਹਨਾਂ ਦਾ ਨਾ, ਹੋਰ ਦੱਸਿਆ ਸੀ ਨਮੰਦਰ, ਕਹਿੰਦਾ ਬਨ ਤੋਂ ਬਣ ਬੱਕਰੀ, ਜੱਟ ਬਣਦਾ ਬੋੜ ਦਾ ਡਾਹਣਾ ਹੈ। ਬਨ ਤੋਂ ਬਣ ਬੱਕਰੀ, ਜੱਟ ਬਣਦਾ ਬੋੜ ਦਾ ਡਾਹਣਾ। ਜਦੋਂ ਲੱਗੀਆਂ ਹੁੰਦੀਆਂ ਨੇ ਤਾਂ ਬੰਦਾ, ਹੁਣ ਇੱਥੇ ਜੱਟ ਜੁੜ ਜਾਂਦਾ। ਇਸ ਕਰਕੇ ਜਦੋਂ ਬੰਤੋ ਨਾਲ ਮੁਹੱਬਤ ਹੋਈ ਹੋਵੇ ਨਾ, ਪਰਸਨਲੀ ਮਾਈਂਡ ਨਾ ਕਰੋ। ਕਈ ਵਾਰੀ ਕਿਸੇ ਦਾ ਨਾਂ ਹੁੰਦਾ ਨਾ, ਜਿਵੇਂ ਉਹ ਪ੍ਰੀਤੋ ਲੰਬੜਾਂ ਦੀ ਦਾ ਰੌਲਾ ਪੈ ਗਿਆ ਸੀ ਕਿ ਬੰਤੋ ਬਣ ਬੱਕਰੀ, ਜੱਟ ਬਣਦਾ ਬੋੜ ਦਾ ਡਾਹਣਾ। ਕਹਿੰਦਾ ਮੈਨੂੰ ਭਾਵੇਂ ਬੋੜ ਵਾਂਗੂ ਖਾ ਲਈ, ਮੈਂ ਤਾਂ ਬੋੜ ਦਾ ਡਾਹਣਾ ਬਣ ਕੇ ਤੇਰੇ ਉੱਥੇ ਰਹੂੰਗਾ। ਸੋ ਜਦੋਂ ਭਾਈ ਏਦਾਂ ਦੀ ਬੱਕਰੀ ਲਿਆਂਦੀ ਨਾ, ਫਿਰ ਖਰਚਾ ਨਹੀਂ ਵੇਖਿਆ ਜਾਂਦਾ ਕਿ ਕਿੰਨਾ। ਪ੍ਰੋਫੈਸਰ ਸਾਹਿਬ ਅੱਜ ਨਹੀਂ ਬਸ ਇੱਥੇ ਉਹ ਐਲੀਗੇਸ਼ਨ ਲਾ ਰਹੇ ਵੀ ਇੰਨੇ ਪੈਸੇ ਬਾਹਰ ਗਏ ਆਪਣੇ ਪੰਜਾਬ ਤੋਂ, ਉਹਦੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ। ਕਿਹੜੇ ਪ੍ਰੋਫੈਸਰ? ਕੋਈ ਨਹੀਂ, ਪੁੱਛ ਲੈਣੇ। ਮੈਂ ਇੰਟਰਵਿਊ ਸੁਣੀ ਸੀ ਯੂਨੀਵਰਸਿਟੀ, ਮੈਂ ਨਾਂ ਭੁੱਲ ਗਿਆ ਜੀ। ਥੈਂਕ ਯੂ ਬਾਈ ਜੀ। ਪੈਸੇ ਗਏ ਆਪਣੇ ਪੰਜਾਬ ਦੇ, ਕੋਈ ਹਿਸਾਬ ਕਿਤਾਬ ਨਹੀਂ। ਥੈਂਕ ਯੂ, ਪੁੱਛ ਲੈਣਾ ਸੁਰਿੰਦਰ ਵੀਰ ਨੂੰ, ਪੁੱਛ ਲੈਣਾ ਕਿੰਨੀ ਕੁ ਸ਼ਾਪਿੰਗ ਕਰਾਈ ਕਪਤਾਨ ਸਾਹਿਬ ਨੇ। ਸੁਰਿੰਦਰ ਵੀਰ, ਬਾਈ ਜੀ ਦਾ ਸਵਾਲ ਤਾਂ ਬਹੁਤ ਜਾਇਜ਼ ਹੈ। ਉਹ ਕਹਿੰਦੇ ਜੀ, ਮੇਰੇ ਖਿਆਲ ਤੁਸੀਂ ਸੁਣ ਲਿਆ ਹੋਣਾ, ਕਹਿੰਦੇ ਰੂਸਾ ਆਲਮ ਕਿੰਨਾ ਕੁ ਪੈਸਾ ਪੂਸਾ ਲੁੱਟ ਕੇ ਲੈ ਗਈ ਕਹਿੰਦੇ ਪੰਜਾਬ ਦਾ। ਜੀ ਸੁਰਿੰਦਰ। ਉਹ ਏਦਾਂ ਸੀ ਨਾ, ਹੁਣ ਮੈਂ ਉਦਾਹਰਨ ਦਿਆਂਗਾ ਫਿਰ ਲੰਬੀ ਹੋ ਜੂਗੀ। ਉਹ ਬਾਣੀਏ ਦੀ ਮੂੰਗਫਲੀ ਤੇ ਰਿਓੜੀਆਂ ਦੀ ਦੁਕਾਨ ਸੀਗੀ, ਚੋਰੀ ਹੋ ਗਈ ਸੀਗੀ, ਠੀਕ ਹੈ ਨਾ। ਚੋਰੀ ਹੋ ਗਈ ਸੀ, ਜਿਹੜਾ ਜਾਂਦਾ ਸੀ ਅਫਸੋਸ ਕਰਨ, ਮੁੱਠ ਮੂੰਗਫਲੀਆਂ ਦੇ ਮੁੱਠ ਰਿਓੜੀਆਂ ਦੀ ਭਰ ਲੈਂਦਾ ਸੀ, ਖਾਈ ਜਾਂਦਾ ਸੀ, ਅਫਸੋਸ ਕਰਕੇ ਘਰ ਨੂੰ ਆ ਜਾਂਦਾ ਸੀ। ਇੱਕ ਦਿਨ MLA ਚਲਾ ਗਿਆ, ਲੋਕਾਂ ਨੇ ਕਿਹਾ ਸ਼ਾਹ ਜੀ ਦੀ ਚੋਰੀ ਹੋ ਗਈ। ਉਹਨੇ ਗਿਆ, ਕਹਿੰਦਾ ਮੈਂ ਪੁਲਿਸ ਨੂੰ ਵੀ ਕਹਿਤਾ, ਨਾਲੇ ਬੈਠਦੇ ਨਹੀਂ, ਇੱਕ ਮੁੱਠ ਮੂੰਗਫਲੀ ਇੱਕ ਰਿਓੜੀਆਂ ਦੀ ਭਰ ਲਈ ਖਾਣ ਲੱਗ ਗਿਆ। ਕਹਿੰਦਾ ਸੇਠ ਜੀ ਨੁਕਸਾਨ ਕਿੰਨਾ ਕੁ ਹੋ ਗਿਆ? ਕਹਿੰਦਾ ਜੀ ਮਹੀਨਾ ਹੋ ਗਿਆ, ਹੋ ਹੀ ਜਾਂਦਾ, ਜਿੱਦਣ ਆ ਪੁੱਛਣ ਵਾਲੇ ਹਟਣਗੇ ਆਉਣੇ, ਉਦਣ ਹਿਸਾਬ ਲਾਵਾਂਗੇ। ਹੁਣ ਭਾਈ ਇਸ ਕਰਕੇ ਆ ਵੀ ਹੁਣ ਨਾ
ਅਜੇ ਤਾਂ ਸ਼ੁਰੂਆਤ ਹੋਣੀ ਹੈ। ਅਜੇ ਤਾਂ ਅਜੀਤ ਡੋਵਾਲ ਨਾਲ ਮੁਲਾਕਾਤ ਹੋਈ ਹੈ ਕਿ ਰੂਸਾ ਕਿਸ ਭਾਅ ਪੈਂਦੀ ਹੈ ਪੰਜਾਬ ਨੂੰ। ਇਹ ਤਾਂ ਉਦੋਂ ਪਤਾ ਲੱਗੂਗਾ ਜਦੋਂ ਕਪਤਾਨ ਸਾਹਿਬ ਬੀਜੇਪੀ ਦਾ ਝੰਡਾ ਫੜ ਕੇ ਪੰਜਾਬ ਦਾ ਝੰਡਾ ਕੱਢਣਗੇ। ਇਹ ਤਾਂ ਸ਼ੁਰੂਆਤ ਹੈ। ਇਹ ਵੀ ਨਹੀਂ ਪਤਾ ਆਪਾਂ ਰੌਲਾ ਜ਼ਿਆਦਾ ਪਾਉਨੇ ਆਪਾਂ ਨਾ ਕਿਸੇ ਉਸੇ ਲਪੇਟੇ ਚ ਆ ਜਾਈਏ, ਰੂਸਾ ਵਾਲੇ ਨੁਕਸਾਨ ਚ ਆਪਾਂ ਨਾ ਕਰਵਾ ਜਾਈਏ। 53 ਨੰਬਰ ਸਵਾਗਤ ਹੈ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸੌਰੀ ਟਵਾਣਾ ਸਾਹਿਬ ਦੁਬਾਰਾ ਆਉਣਾ ਪਿਆ। ਮੈਂ ਮਨਜੀਤ ਬੈਦਵਾਨੀ ਬੋਲ ਰਿਹਾ ਜੀ। ਮੈਂ ਸਿਰਫ ਇੱਕ ਗੱਲ ਪੁੱਛਣੀ ਸੀ, ਜਿਹੜੀ ਏਜੀ ਦੀ ਨਿਯੁਕਤੀ ਕੀਤੀ ਸੀ ਆਪਣੇ ਵਾਲੇ ਦਿਓਲ ਸਾਹਿਬ ਤੇ ਡੀਜੀਪੀ ਸੋਤਾ ਸਾਹਿਬ ਦੀ, ਇਹਦੇ ਵਿੱਚ ਇਹ ਵੀ ਰੌਲਾ ਪੈ ਰਿਹਾ ਵੀ ਸ਼ਾਇਦ ਮਨਪ੍ਰੀਤ ਬਾਦਲ ਦਾ ਹੱਥ ਸੀਗਾ। ਇਹ ਵੀ ਥੋੜਾ ਜਿਹਾ ਕਲੈਰੀਫਾਈ ਕਰਦੇ ਜੇ ਰੌਲਾ ਪੈ ਰਿਹਾ ਤਾਂ ਕਿੱਦਾਂ ਜੀ? ਥੈਂਕ ਯੂ। ਦੇਖੋ ਮਨਪ੍ਰੀਤ ਇਕੱਲੇ ਦੀ ਏਡੀ ਹੈਸੀਅਤ ਨਹੀਂ, ਸਰਕਾਰ ਦੀ ਸਾਰਿਆਂ ਦੀ ਸਹਿਮਤੀ ਹੈ। ਹਾਈ ਕਮਾਂਡ ਦੀ ਸਹਿਮਤੀ ਦੇ ਨਾਲ ਇਹ ਸਾਰੀਆਂ ਨਿਯੁਕਤੀਆਂ ਹੋਈਆਂ ਨੇ, ਏਦਾਂ ਦੀ ਗੱਲ ਨਹੀਂ ਹੈ। ਇਕੱਲੇ ਮਨਪ੍ਰੀਤ ਦੀ ਇਹ ਨਹੀਂ ਕਿ ਇਕੱਲਾ ਮਨਪ੍ਰੀਤ ਹੀ ਇਸ ਤਰ੍ਹਾਂ ਦੀਆਂ ਦੋ ਗੋਟੀਆਂ ਫਿੱਟ ਕਰ ਜਾਵੇ। ਹੁਣ ਜੇ ਸੁਰਿੰਦਰ ਨੇ ਦੱਸਿਆ ਹੀ ਹੈ ਕਿ ਸੁਖਜਿੰਦਰ ਰੰਧਾਵਾ ਸੋਤਾ ਨੂੰ ਨਾਲ ਲੈ ਕੇ ਆਏ ਨੇ, ਤੇ ਫਿਰ ਇਕੱਲੇ ਮਨਪ੍ਰੀਤ ਤੇ ਗੁਣਾ ਨਹੀਂ ਪੈ ਸਕਦਾ। ਸੁਰਿੰਦਰ ਵੀਰ, ਮੈਂ ਕਿਹਾ ਰੂਸਾ ਵਾਲਾ ਨੁਕਸਾਨ ਤਾਂ ਬਹੁਤ ਨੂੰ ਝੱਲਣਾ ਪੈਣਾ, ਆਪਾਂ ਵੀ ਉਸ ਲਪੇਟੇ 'ਚ ਨਾ ਆ ਜਾਈਏ ਕਿਤੇ। ਤੇ ਸੁਰਿੰਦਰ, ਮੈਂ ਤੁਹਾਨੂੰ ਦੂਸਰੀ ਲਾਈਨ ਤੇ ਲੈਣਾ। ਇਸ ਲਾਈਨ ਤੇ ਨਾ ਕਾਲ ਬਹੁਤ ਆ ਰਹੀਆਂ, ਮੈਂ ਦੂਸਰੀ ਲਾਈਨ ਤੇ ਹੁਣੇ ਬੁਲਾਉਣਾ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨੇ। ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੱਕ ਤਾਇਓ, ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ, ਤੁਸੀਂ ਓਨਰ ਆਪਰੇਟਰ ਹੋ, ਡਰਾਈਵਰ ਹੋ, ਤੇ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਦੇ ਨਾਲ, ਤੇ ਜੋ ਤੁਹਾਨੂੰ ਸਿਆਟਲ ਇਲਾਕੇ ਦੇ ਲੋਕਲ ਵਾਧੂ ਲੋਡ ਮੁਹੱਈਆ ਕਰਾਉਂਦੇ ਨੇ। ਤੇ ਤੁਹਾਨੂੰ ਡਰਾਈਵਿੰਗ ਦੀ ਜੌਬ ਚਾਹੀਦੀ ਹੈ, ਆਵਰਲੀ ਪੇ ਕੀਤਾ ਜਾਂਦਾ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ, ਤਾਂ ਵੀ ਤੁਸੀਂ ਸੰਪਰਕ ਕਰੋ ਵਾਸ਼ਿੰਗਟਨ ਫੀਡ ਸਰਵਿਸ ਨੂੰ ਸਿਆਟਲ ਇਲਾਕੇ ਦੇ ਵਾਧੂ ਲੋਡ ਵਾਸਤੇ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924, 2532666924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060, 206354 4060। ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ, ਡਰਾਈਵਿੰਗ ਦੀ ਜੌਬ ਵਾਸਤੇ ਸਿਆਟਲ ਦੇ ਵਿੱਚ ਯਾਦ ਰੱਖੋ ਵਾਸ਼ਿੰਗਟਨ ਫੀਡ ਸਰਵਿਸ। ਸੁਰਿੰਦਰ ਵੀਰ, ਜਿਹੜੀ RSS ਬੈਂਸ ਦੀ ਨਿਯੁਕਤੀ ਹੋਈ ਹੈ ਬਤੌਰ ਪ੍ਰੋਸੀਕਿਊਟਰ, ਸਪੈਸ਼ਲ ਪ੍ਰੋਸੀਕਿਊਟਰ ਲਾਇਆ ਗਿਆ ਇਸ ਕੇਸ ਦਾ, ਕਿਵੇਂ ਵੇਖਦੇ ਹੋ ਕਿ ਹੁਣ ਏਜੀ ਵਾਲਾ ਪਰਛਾਵਾਂ ਤਾਂ ਦੂਰ ਹੁੰਦਾ ਤੇ ਸੈਟਿਸਫੈਕਸ਼ਨ ਸਿੱਧੂ ਦੀ ਵੀ ਇਹਦੇ 'ਚ ਹੋ ਜਾਣੀ ਹੈ? ਵਿਚਲਾ ਹੱਲ ਕੱਢਿਆ ਚੰਨੀ ਸਰਕਾਰ ਨੇ, ਕੀ ਵੇਖਦੇ ਹੋ? ਬੰਦੇ ਵੀ ਵਧੀਆ ਨੇ ਬੈਂਸ ਸਾਹਿਬ ਜੀ। ਨਹੀਂ, ਇਹ ਦੇਖੋ ਇਹਦੇ 'ਚ ਕੋਈ ਦੋ ਰਾਇ ਨਹੀਂ ਗੀਆਂ। ਰਾਜਵਿੰਦਰ ਸਿੰਘ ਬੈਂਸ ਆ, ਠੀਕ ਆ, ਵਧੀਆ ਵਕੀਲ ਆ, ਖਾਸ ਕਰਕੇ ਹਾਈ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ, ਇਹਦੇ 'ਚ ਕੋਈ ਦੋ ਰਾਇ ਨਹੀਂ। ਹੁਣ ਪਹਿਲੀ ਵਾਰ ਸਰਕਾਰ 'ਚ ਹੋਇਆ ਕਿ ਕਿਸੇ ਨੂੰ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਜਿਹੜਾ ਉਹ ਲਾਇਆ ਗਿਆ, ਔਰ ਖਾਸ ਕਰਕੇ ਜਿਹੜਾ ਕੋਟਕਪੂਰਾ ਤੇ ਬਾਜਾਖਾਨਾ 'ਚ ਜਿਹੜੇ ਪਰਚੇ ਦਰਜ ਆ ਉਹਨਾਂ ਦੇ ਲਈ, ਠੀਕ ਹੈ। ਹੁਣ ਗੱਲ ਇਹ ਆ ਕਿ ਇਹਨਾਂ ਤੋਂ ਪਹਿਲਾਂ ਕਿਸੇ ਟਾਈਮ ਅਜੀਤ ਸਿੰਘ ਬੈਂਸ ਸੀ, ਇਹਨਾਂ ਦੇ ਫਾਦਰ ਸੀਗੇ, ਉਹਨਾਂ ਨੂੰ ਵੀ 1985 ਜਦੋਂ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ ਸੀ ਤੇ ਉਸ ਵੇਲੇ ਉਹਨਾਂ ਨੂੰ ਵੀ ਕਾਰਜ ਭਾਗ ਜਿਹੜਾ ਦਿੱਤਾ ਗਿਆ ਸੀ ਕਿ ਜਿੰਨੇ ਨੌਜਵਾਨ ਜੇਲ੍ਹਾਂ 'ਚ ਸੀ ਕਿ ਸਾਰੇ ਕੇਸਾਂ ਦੀ ਸਮੀਖਿਆ ਕਰੋ, ਤੇ ਉਹਨਾਂ ਨੇ ਇੱਕ ਕੇਸ ਦੀ ਸਮੀਖਿਆ ਕਰਕੇ ਸਾਰਿਆਂ ਨੂੰ ਜੇਲ੍ਹ 'ਚੋਂ ਕੱਢਿਆ ਵੀ ਸੀ ਬਾਹਰ, ਤੇ ਉਹਨਾਂ ਨੂੰ ਨੌਕਰੀਆਂ ਤੇ ਵੀ ਐਡਜਸਟ ਕਰਵਾਇਆ ਸੀ। ਉਹ ਸਾਰਾ ਕੁਝ ਜਸਟਿਸ ਅਜੀਤ ਸਿੰਘ ਬੈਂਸ ਦੇ ਕੋਟੇ 'ਚ ਜਾਂਦਾ। ਬਾਅਦ 'ਚ ਖਾੜਕੂ ਮੂਵਮੈਂਟ ਵੇਲੇ ਉਹ ਜਿਹੜੇ ਸੀ ਉਹਨਾਂ ਨੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਬਣਾਈ ਸੀ, ਉਹ 'ਚ ਕੰਮ ਕੀਤਾ, ਤੇ ਇਹ ਜਿਹੜੇ ਸੀ ਆਪਦੇ ਪ੍ਰੈਕਟਿਸ 'ਚ ਆ ਗਏ। ਲੇਕਿਨ ਇਹ ਚੰਗਾ ਹੋਇਆ, ਪਰ ਮੈਨੂੰ ਲੱਗਦਾ ਕਿ ਜਿੰਨੀ ਕੋ ਗੱਲ ਮੇਰੇ ਕੋਲ ਆਈ ਆ ਉਹ ਇਹ ਆ ਕਿ APS ਦਿਓਲ ਨੂੰ ਬਦਲਿਆ ਜਾਣਾ। ਉਹ ਅੱਜ ਹੋ ਜਾਂ ਕੱਲ ਹੋ ਜਾਂ ਕਿਹੜਾ ਲੱਗਦਾ ਉਹਦੀ ਜਗ੍ਹਾ ਉਹ ਪਤਾ ਨਹੀਂ, ਪਰ ਵਿਚਲਾ ਰਸਤਾ ਤੇ ਇਹ ਆ ਗਿਆ। ਪਰ APS ਦਿਓਲ ਦੀ ਬਦਲੀ ਜਿਹੜੀ ਜ਼ਰੂਰੀ ਆ ਉਹ ਨਹੀਂ ਰੁਕੇਗਾ, ਕਿਉਂਕਿ ਚਰਨਜੀਤ ਚੰਨੀ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਇੱਕ ਨਵੀਂ ਟੀਮ ਵੀ ਅਲੱਗ ਬਣਾ ਦਾਂਗੇ। ਪਰ ਹੁਣ ਓਵਰਆਲ ਇਹ ਆ ਕਿ ਦੇਖੋ ਪਬਲਿਕ ਪ੍ਰੋਸੀਕਿਊਟਰ ਤਾਂ ਹੈ ਹੀ ਹੈ, ਪਰ ਓਵਰਆਲ ਕਮਾਂਡ ਜਿਹੜੀ ਹੁੰਦੀ ਆ, ਕਮਾਂਡ ਹਮੇਸ਼ਾ ਐਡਵੋਕੇਟ ਜਨਰਲ ਦੀ ਹੋਇਆ ਕਰਦੀ ਹੁੰਦੀ ਆ। ਤੇ ਜਦੋਂ ਐਡਵੋਕੇਟ ਜਨਰਲ ਆ ਉਹਦੇ ਅੰਡਰ ਹੀ ਸਾਰਾ ਕੁਝ ਹੁੰਦਾ, ਉਹਦਾ ਪ੍ਰਭਾਵ ਵੀ ਵੱਧ ਹੁੰਦਾ, ਕਿਉਂਕਿ ਕੋਰਟ ਦੇ ਅੰਦਰ ਵੀ ਜੇ ਕਹਿ ਦਈਏ ਤੇ ਜੁਡੀਸ਼ਰੀ 'ਚ ਵੀ ਜ਼ਿਆਦਾਤਰ ਉਹਦੀ ਉਹੀ ਚੱਲਦੀ ਹੁੰਦੀ ਆ। ਨਹੀਂ, ਜਿਹੜਾ ਇਹ ਪੇਪਰ ਇਹ ਪੁੱਟ ਅਪ ਕਰਦਾ ਤੇ ਫਿਰ ਠੀਕ ਹੈ, IG ਹੈਗਾ, ਰੈਂਕ ਵੱਡਾ, ਪ੍ਰਭਾਵ ਮੰਨਦੇ ਆ, ਪਰ ਜਦੋਂ ਸਪੈਸ਼ਲ ਪ੍ਰੋਸੀਕਿਊਟਰ ਇਸ ਕੇਸ ਦਾ ਇਹ ਲਾਇਆ, ਫਿਰ AG ਤਾਂ ਉਹਦੇ 'ਚ ਕੋਈ ਰਿਕਮੈਂਡੇਸ਼ਨ ਨਹੀਂ ਕਰ ਸਕਦਾ, ਕੋਈ ਪੇਪਰ ਫਾਈਲ ਹੀ ਨਹੀਂ ਕਰ ਸਕਦਾ, ਉਹ ਤਾਂ ਸਪੈਸ਼ਲ ਪ੍ਰੋਸੀਕਿਊਟਰ ਨੇ ਕਰਨੇ ਨੇ। AG ਦਾ ਕੋਈ ਲਾਗਾ ਦੇਗਾ ਨਹੀਂ ਉਸ ਕੇਸ 'ਚ। ਠੀਕ ਹੈ ਕਿ AG ਦੀ ਠੁੱਕ ਹੁੰਦੀ ਹੈ, ਪਰ ਉਸ ਕੇਸ ਦੇ ਸਾਰੇ ਦਸਤਾਵੇਜ਼ ਤਾਂ ਫਿਰ RS ਬੈਂਸ ਨੇ ਕਰਨੇ ਨੇ। ਜੇ ਉਹਨੂੰ ਲੱਗੂਗਾ ਕਿ AG ਦਖਲਅੰਦਾਜ਼ੀ ਕਰਦਾ, ਉਹ ਪ੍ਰੈਸ ਕਾਨਫਰੰਸ ਕਰ ਦੂ, ਜਦ ਸਰਕਾਰ ਦੇ ਖਿਲਾਫ ਕਹਿ ਦੂਗਾ ਜਾਂ ਸਰਕਾਰ ਨੂੰ ਦੱਸੇਗਾ ਕਿ ਇਹ
ਹਾਲਾਂਕਿ ਉਹਦੇ 'ਚ ਹੁਣ ਦੇਖੋ ਕਿ ਅਮਰਦੀਪ ਦਿਓਲ ਨੂੰ ਵੀ ਅਹੁਦਾ ਮਿਲਿਆ, ਬੇਵਕੂਫੀ ਉਹ ਵੀ ਨਹੀਂ ਕਰੇਗਾ ਸੈਣੀ ਨਾਲ ਹੇਜ ਦੀ। ਜੀ ਸੁਰਿੰਦਰ। ਨਹੀਂ, ਤੁਸੀਂ ਜਿਹੜੀ ਗੱਲ ਮਸਲਾ ਇੱਕ ਨਹੀਂ ਨਾ, ਤੁਸੀਂ ਮਸਲਾ ਕੱਲਾ ਇਹ ਨਾ ਲੈ ਕੇ ਚੱਲੋ ਕਿ ਮਸਲਾ ਕੱਲਾ ਬੇਅਦਬੀ ਨਾਲ ਜੁੜਿਆ ਹੋਇਆ। ਮਸਲਾ ਤੇ ਇਹ ਆ ਕਿ ਬੇਅਦਬੀ ਜਿਹੜੀ ਹੋਈ ਸੀ ਉਹਦੇ ਬਾਅਦ ਜਿਹੜੀ ਲਾਠੀ ਚਾਰਜ ਹੋਇਆ, ਜਿਹੜੀ ਗੋਲੀ ਚੱਲੀ, ਉਹ ਜਿਹੜਾ ਹੋਇਆ ਉਹ 'ਚ ਕੌਣ ਇਨਵੋਲਵ ਨੇ? ਕੀ ਉਹ ਵੀ ਕੇਸ ਸਾਰੇ ਜਾਣਗੇ ਕੱਲ ਨੂੰ? ਉਹ 'ਚ ਕਿਸੇ ਦੀ ਅਰੈਸਟ ਹੁੰਦੀ ਹੈ, ਕੀ ਉਹਦੇ 'ਚ ਰਾਜਵਿੰਦਰ ਬੈਂਸ ਪੇਸ਼ ਹੋਏਗਾ ਜਾਂ ਐਡਵੋਕੇਟ ਜਨਰਲ ਪੇਸ਼ ਹੋਏਗਾ? ਕੌਣ ਹੋਏਗਾ ਉਹਦੇ 'ਚ? ਸਵਾਲ ਵੱਡੇ ਇਹ ਖੜੇ ਹੁੰਦੇ ਨੇ। ਕੱਲ ਨੂੰ ਡਰੱਗਸ ਦਾ ਮੁੱਦਾ ਆ ਗਿਆ, ਡਰੱਗਸ ਦੇ ਮੁੱਦੇ ਦੇ ਉੱਤੇ ਕੌਣ ਐਡਵੋਕੇਟ ਜਨਰਲ ਜਾਏਗਾ ਜਾਂ ਰਾਜਵਿੰਦਰ ਬੈਂਸ ਕੋਲ ਆਏਗਾ? ਇਹ ਬੜੇ ਸਵਾਲ ਖੜੇ ਹੋਣੇ ਨੇ। ਇਹ ਆਉਣ ਵਾਲੇ ਦਿਨਾਂ 'ਚ ਹੌਲੀ ਹੌਲੀ ਕਲੀਅਰ ਹੋਏਗਾ। ਇਹ ਤਾਂ ਜਿਹੜੀ ਕੱਲ ਮੀਟਿੰਗ ਹੋਈ ਆ ਉਹਦੀ ਦੇਣ ਆ। ਬਾਕੀ ਅੱਜ ਜਦੋਂ ਚਰਨਜੀਤ ਚੰਨੀ ਜਿਹੜਾ CM ਆ ਉਹ ਦਿੱਲੀ ਤੋਂ ਵਾਪਸ ਰਾਤ ਤੱਕ ਮੁੜੇਗਾ, ਫੇਰ ਜਾ ਕੇ ਪਤਾ ਲੱਗੇਗਾ ਕਿ ਕੀ ਨਿਪਟਦਾ ਕੀ ਨਹੀਂ ਨਿਪਟਦਾ, ਕਿਹੜੇ ਬੰਨੇ ਨੂੰ ਗੱਲ ਜਾਂਦੀ ਹੈ, ਕਿੱਥੇ ਕੋ ਲੱਗਦੀ, ਸਿਰ ਤਣ ਪੱਤਣ ਲੱਗਦੀ ਆ ਕਿ ਨਹੀਂ ਲੱਗਦੀ ਆ, ਕਿੰਨਾ ਕੋ ਫਾਇਦਾ ਹੁੰਦਾ, ਕਿੰਨਾ ਨੁਕਸਾਨ ਹੁੰਦਾ, ਇਹ ਸਾਰਾ ਕੁਝ ਫੇਰ ਜਾ ਕੇ ਕਲੀਅਰ ਹੋਏਗਾ। ਪਰ ਗੱਲ ਇਹ ਆ ਕਿ ਚਲੋ ਇੱਕ ਗੱਲ ਤਾਂ ਕਲੀਅਰ ਹੋਈ ਕਿ ਸਰਕਾਰ ਜਿਹੜੀ ਆ ਉਹ ਇੱਕ ਬੰਨੇ ਨੂੰ ਕੀ ਕਹਿੰਦੇ ਹੁੰਦੇ ਆ, ਤੁਰੀ ਤਾਂ ਸਹੀ ਕਿ ਕਿਸੇ ਨੂੰ ਦਈਏ, ਪਰ ਇਹਦੇ ਵਿੱਚ ਬਹੁਤਾ ਕੁਝ ਕੱਢਣ ਪਾਉਣ ਲਈ ਨਹੀਂ ਹੈ। ਕੀ ਆ ਕਿ ਉਹਨਾਂ ਉੱਥੇ 3 ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਅਲੱਗ-ਅਲੱਗ ਇਨਵੈਸਟੀਗੇਸ਼ਨ ਕਰ ਰਹੀਆਂ। ਇੱਕ ਨੇ ਤਕਰੀਬਨ ਸਾਰੇ ਚਲਾਨ ਪੇਸ਼ ਕਰਤੇ, ਇੱਕ ਚਲਾਨ ਰਹਿੰਦਾ ਜਿਹੜਾ ਬੇਅਦਬੀ ਵਾਲਾ, ਧਮਕੀ ਬਾਰੇ ਪੱਤਰ ਲੱਗਣਾ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨਾ। ਤਿੰਨਾਂ ਦੇ ਵਿੱਚ ਇੱਕ ਉਹ ਜਿਹੜੇ ਆ ਸਾਰੇ ਚਲਾਨ ਪੇਸ਼ ਹੋ ਗਏ, ਇੱਕ ਰਹਿੰਦਾ ਉਹਦੇ 'ਚ। ਹੁਣ ਉਹਦੇ ਬਾਅਦ ਦੂਸਰੇ 2 ਕੇਸ ਨੇ, ਇੱਕ ਦੇ ਵਿੱਚ ਬਹਿਬਲ ਕਲਾਂ ਜਿਹੜਾ ਉਹ ਕਵਰ ਆਪਣੇ ਕੋਲੇ ਆ, ਕੀ ਕਹਿੰਦਾ ਨੌ ਨਿਹਾਲ ਸਿੰਘ IG ਦੇ ਅੰਡਰ ਸਿੱਟ ਆ, ਜਿਹੜੀ ਦੂਸਰੀ ਆ ਉਹ LK ਯਾਦਵ ਦੇ ਅੰਡਰ। ਉਹਨਾਂ ਨੇ ਅਜੇ ਚਲਾਨ ਪੇਸ਼ ਕਰਨੇ ਨੇ, ਉਹ ਲੱਗੇ ਹੋਏ ਇਨਵੈਸਟੀਗੇਸ਼ਨ 'ਚ। 6 ਮਹੀਨੇ ਦਾ ਸਮਾਂ ਕਿ 6 ਮਹੀਨੇ 'ਚ ਇਨਵੈਸਟੀਗੇਸ਼ਨ ਪੂਰੀ ਕਰਨੀ ਆ, ਉਹ ਪੂਰੀ ਕਰਕੇ ਕਰਨਗੇ। ਹੁਣ ਉਹਦੇ ਇਲਾਵਾ ਉੱਥੇ ਤੇ ਇਹਦਾ ਕੋਈ ਹੋਰ ਕੰਮਕਾਜ ਹੀ ਨਹੀਂ ਹੈ। ਜੇ ਹਾਈ ਕੋਰਟ ਆਉਣਾ, ਹਾਈ ਕੋਰਟ ਤਾਂ ਕੀ ਹੈ ਕਿ ਜਿਹੜੀ ਪਹਿਲੇ ਹੀ ਤੁਹਾਡੀ ਸਿੱਟ ਆ, ਉਹ ਸਿੱਟ ਦੇ ਲਈ ਤੁਸੀਂ ਤੁਹਾਡਾ ਪਹਿਲਾ ਐਡਵੋਕੇਟ ਜਨਰਲ ਲਿਖ ਕੇ ਦੇ ਚੁੱਕਿਆ ਹਾਈ ਕੋਰਟ 'ਚ ਕਿ ਅਸੀਂ ਨਵੀਂ ਬਣਾਵਾਂਗੇ, ਤੇ ਨਵੀਂ ਬਣ ਗਈ ਆ। ਜੇ ਨਵੀਂ ਬਣ ਗਈ ਆ ਤਾਂ ਤੁਸੀਂ ਉਹਦੇ ਤੇ ਕੋਈ ਕਾਰਵਾਈ ਨਹੀਂ ਕਰ ਸਕਦੇ। ਉਹਦੇ ਅਗੇਂਸਟ ਤੁਸੀਂ ਸੁਪਰੀਮ ਕੋਰਟ ਜਾ ਸਕਦੇ, ਤੇ ਸੁਪਰੀਮ ਕੋਰਟ ਕਿਹੜੇ ਰਾਤੋਂ ਰਾਤ ਜਿਹੜੇ ਆਲੂ ਉਬਾਲ ਕੇ ਦੇ ਦੂਗੀ। ਇਸ ਕਰਕੇ ਉੱਥੋਂ ਨਹੀਂ ਬਹੁਤਾ ਕੁਝ ਨਿਕਲਣਾ ਨਾ ਹੋਣਾ। ਇਹ ਤਾਂ ਮੇਨ ਮੁੱਦਾ ਇਹ ਆ ਕਿ ਕਿਹੜੇ ਬੰਦੇ ਕੋਲ ਸਟੇਟ ਦੀ ਕਮਾਂਡ ਰਹਿਣੀ ਆ, ਉੱਥੇ ਜਾ ਕੇ ਖੜਨਾ। ਠੀਕ ਆ, ਸਰਕਾਰਾਂ ਇਹੀ ਕੁਝ ਕਰਦੀਆਂ ਹੁੰਦੀਆਂ। ਜਿਹੜਾ ਰਾਜਵਿੰਦਰ ਬੈਂਸ ਦੇ ਮਸਲੇ 'ਚ ਕੀਤਾ, ਚੰਗੀ ਗੱਲ ਆ, ਇੰਨਾ ਕੁਝ ਕੀਤਾ, ਪਰ ਇੰਨੇ ਨਾਲ ਗੁਜ਼ਾਰਾ ਨਹੀਂ ਹੋਣਾ। ਦੇਖੋ AG ਤਾਂ ਇਹਨਾਂ ਕੋਲ ਆਪਸ਼ਨ ਹੈ, AG ਤਾਂ ਕਿਸੇ ਨੂੰ ਵੀ ਜਿਹੜਾ ਹੈਗਾ ਹੋਰ ਬੰਦੇ ਨੂੰ ਵੀ ਲਾ ਸਕਦੇ ਨੇ, ਪਰ DGP ਦੇ ਮਸਲੇ ਤੇ ਇਹ ਆ ਕਿ ਸੰਬੰਧਿਤ ਅਫਸਰਾਂ ਦੇ ਕ੍ਰਾਈਟੇਰੀਆ 'ਚੋਂ ਹੀ ਚੁੱਕਣਾ ਪੈਣਾ, ਨਹੀਂ ਤੇ ਅਗਲਾ ਕੋਰਟ ਦਾ ਰਾਹ ਵੀ ਇਖਤਿਆਰ ਕਰੇਗਾ। ਜਿਹੜਾ ਪੈਨਲ UPSC ਨੂੰ ਭੇਜਿਆ ਉਹਦੇ ਵਿੱਚੋਂ ਕੋਈ ਬੰਦਾ ਸਿਲੈਕਟ ਕਰਨਾ ਪੈਣਾ। AG ਵਾਲੇ ਮਾਮਲੇ ਤੇ ਥੋੜਾ ਜਿਹਾ ਬਹੁਤ ਈਜ਼ੀ ਹੈ, ਬਦਲਿਆ ਜਾ ਸਕਦਾ। AG ਵਾਲੇ ਮੁੱਦੇ ਤੇ ਬਹੁਤਾ ਜਿਹੜਾ ਹੈਗਾ ਜਿੱਦ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ। ਕਿਤੇ ਨਾ ਕਿਤੇ ਚਲੋ ਇਸੇ ਦੀ ਨਾਰਾਜ਼ਗੀ ਸਿੱਧੂ ਵੀ ਵੜਨ ਜੋਗਾ ਹੋ ਜੂ ਕਿ ਚਲੋ ਠੀਕ ਹੈ AG ਬਦਲਾ ਦਿੱਤਾ, ਮੈਂ ਸੈਣੀ ਨੂੰ ਬਲੈਂਕਟ ਬੇਲ ਦੇਣ ਵਾਲਾ, AG ਬਦਲ ਦੇਣਾ ਚਾਹੀਦਾ। ਪਰ DGP ਦੇ ਮਾਮਲੇ ਤੇ ਥੋੜਾ ਜਿਹਾ ਪੇਚ ਫਸੇਗਾ ਮੈਨੂੰ ਲੱਗਦਾ। ਤੇ ਇਸ ਦੌਰਾਨ ਸੁਰਿੰਦਰ ਥੋੜੀ ਕਿਸਾਨੀ ਤੇ ਅਪਡੇਟ ਕਰੀਏ। ਆਪਣੇ ਨਾਲ ਸਰੋਤੇ ਜੁੜੇ ਨੇ, ਸੌਰੀ ਕਾਫੀ ਦੇਰ ਤੋਂ। ਮੁਕੱਦਰ ਸਿੰਘ ਸਵਾਗਤ ਹੈ ਤੁਹਾਡਾ, ਵੈਲਕਮ ਵੀਰ। ਮੁਕੱਦਰ ਵੀਰ ਸਵਾਗਤ ਹੈ। 1500 ਨੰਬਰ 4500 ਮੁਕੱਦਰ ਜੀ। ਮੁਕੱਦਰ ਵੀਰ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ। ਹਾਂਜੀ, ਮੈਂ ਸਿੱਧੂ ਵਾਲੇ ਮਸਲੇ ਦੀ ਗੱਲ ਕਰਨੀ ਸੀ। ਮੈਂ ਵੈਸੇ ਤਾਂ ਆਪੋ ਆਪਣੇ ਵਿਚਾਰ ਹੁੰਦੇ ਨੇ, ਤੁਹਾਡੇ ਵਿਚਾਰਾਂ ਦਾ ਵੀ ਸਤਿਕਾਰ ਕਰਦੇ ਨੇ ਜੀ, ਜੋ ਵੀ ਤੁਸੀਂ ਤੁਹਾਡੀ ਚਲੋ ਸੋਚਦੇ ਹੋ ਜਿਹੜੇ ਹਿਸਾਬ ਨਾਲ ਤੁਸੀਂ। ਪਰ ਐ ਵੀ ਸਾਡਾ ਮੰਨਣਾ ਇਹ ਹੈ ਵੀ ਇੱਕ ਵਾਰੀ ਫੇਰ ਸਿੱਧੂ ਵੀ ਪੰਜਾਬ ਸਰਕਾਰ ਦੀ ਜਿਹੜੀ ਸਾਖ ਖੁਰਨੀ ਸੀ ਉਹਨੂੰ ਬਚਾ ਗਿਆ ਜੀ। ਇਹ ਜਿਹੜੇ ਹੁਣ ਅੱਜ ਮੰਨ ਲਓ ਫੈਸਲੇ ਹੋਏ ਨੇ, ਜਿਹੜੇ RS ਬੈਂਸ ਜਾਂ DGP ਬਦਲੇ ਜਾਣਗੇ, ਕਿਉਂਕਿ ਪਤਾ ਕੀ ਜਦੋਂ ਜਿਹੜਾ ਆਪਾਂ ਵਾਅਦੇ ਕੀਤੇ ਹੁੰਦੇ ਨੇ, ਮੰਨ ਲਓ ਸਭ ਤੋਂ ਵੱਡਾ ਸਵਾਲ ਤਾਂ ਨੀਤ ਦਾ ਹੋ ਜਾਂਦਾ ਜੀ। ਹੱਲ ਤਾਂ ਜਦੋਂ ਹੋਣੇ ਨੇ ਉਦੋਂ ਹੀ ਹੋਣੇ ਨੇ, ਪਰ ਨੀਤ ਲੋਕ ਇਹ ਦੇਖਦੇ ਨਹੀਂ ਇਹਨਾਂ ਦੀ ਨੀਤ ਕੀ ਹੈਗੀ, ਇਹਨਾਂ ਕਰਿਆ ਕੀ ਹੈ, ਕਿਹੜੇ ਅਫਸਰ ਲਾਏ ਨੇ, ਵੀ ਕਿਹੜੇ ਹਿਸਾਬ ਨਾਲ ਉਹਦਾ ਨਿਆਂ ਹੋਊਗਾ। ਬਾਕੀ ਇਹਦੇ ਵਿੱਚ ਸਿੱਧੂ ਨੇ ਬੋਝ ਵੀ ਆਪਣੇ ਸਿਰ ਦੇ ਉੱਤੇ ਲਿਆ ਜੀ। ਕੱਲ ਨੂੰ ਮੰਨ ਲਓ ਜੇ ਕੋਈ ਗੜਬੜ ਹੁੰਦੀ ਹੈ, ਕੱਲ ਨੂੰ ਲੋਕਾਂ ਨੇ ਫੇਰ ਕਹਿਣਾ ਵੀ ਤੂੰ ਬਦਲਾਏ ਸੀ, ਹੁਣ ਦੱਸ। ਉਹਦੇ ਚ ਕੰਮ ਨਹੀਂ ਹੋਏਗਾ ਤੇ ਫਿਰ ਅਗਲਾ ਕਹਿੰਦਾ ਤੂੰ ਆਪਣੇ ਪਸੰਦੀ ਦੇ ਲਾਏ ਸੀ, ਹੁਣ ਤੂੰ ਬਾਦਲਾਂ ਨੂੰ ਅੰਦਰ ਕਰਾ ਲਿਆ। ਉਹਨੇ ਆਪਣੇ ਤੇ ਬੋਝ ਵੀ ਲਿਆ ਜੀ ਇਸ ਚੀਜ਼ ਦਾ। ਥੈਂਕ ਯੂ। ਠੀਕ ਕੰਮ ਕਰ ਰਿਹਾ ਜੀ ਸਾਡੇ ਹਿਸਾਬ ਨਾਲ ਤਾਂ। ਮਿਹਰਬਾਨੀ। ਬਿਲਕੁਲ ਦੇਖੋ ਠੀਕ ਹੈ, ਪਰ ਇਹਦੇ ਚ ਇਹੀ ਮੇਰਾ ਤਾਂ ਇਹੀ ਨਜ਼ਰੀਆ ਸੀ ਕਿ ਚਲੋ ਇਹਨਾਂ ਇਸ਼ੂਜ਼ ਨੂੰ ਲੈ ਕੇ ਨਾ ਤੇ ਸਪੋਰਟ ਕਰਨੀ ਚਾਹੀਦੀ ਹੈ। ਤੁਸੀਂ ਵੇਖੋ ਕਿ BJP ਤੰਦੂਆ ਜਾਲ ਕਿਵੇਂ ਪਾ ਰਹੀ ਹੈ।
ਹਾਂਜੀ ਹਾਂਜੀ, ਨਹੀਂ ਉਹ ਤਾਂ ਗੱਲ ਠੀਕ ਹੈ ਜੀ। ਬਾਕੀ ਉਹਨੇ ਕੋਈ ਐ ਨਹੀਂ ਕਿਹਾ ਵੀ ਮੈਂ ਕਾਂਗਰਸ ਛੱਡਣੀ ਹੈ, ਜਾਂ ਉਹਨੇ ਇਹ ਗੱਲ ਤਾਂ ਰੱਖੀ ਹੋਈ ਹੈ ਵੀ ਮੈਂ ਕਾਂਗਰਸ ਨੂੰ ਨਹੀਂ ਦਿਖੀ, ਜਿੰਨਾ ਭਾਵੇਂ ਜੋ ਮਰਜ਼ੀ ਹੋਵੇ ਜੀ। ਥੈਂਕ ਯੂ ਬਾਈ ਜੀ, ਮਿਹਰਬਾਨੀ ਥੈਂਕ ਯੂ। ਤੇ ਸੁਰਿੰਦਰ ਵੀਰ, ਕਿਸਾਨ ਅੰਦੋਲਨ ਤੇ ਥੋੜੀ ਜਿਹੀ ਅਪਡੇਟ ਕਰੀਏ। ਸੁਪਰੀਮ ਕੋਰਟ ਦੀਆਂ ਕੁਝ ਹਦਾਇਤਾਂ ਵੀ ਆਈਆਂ ਨੇ ਤੇ ਦਿੱਲੀ ਬਾਰਡਰ ਤੋਂ ਮੰਦਭਾਗੀ ਖਬਰ ਹੈ ਕਿ ਸਿੰਘੂ ਬਾਰਡਰ ਤੇ ਸੰਘਰਸ਼ ਦੇ ਵਿੱਚ ਲਗਾਤਾਰ ਹਿੱਸਾ ਪਾ ਰਹੇ 66 ਸਾਲਾ ਬਲਕਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਮੋਦੇ ਜ਼ਿਲ੍ਹਾ ਅੰਮ੍ਰਿਤਸਰ ਦਾ ਦੇਹਾਂਤ ਹੋ ਗਿਆ। ਕਿਸਾਨ ਮੋਰਚੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਦੇਹ ਹੈ ਜਿਹੜੀ ਉਹ ਪਿੰਡ ਪੁੱਜੀ ਹੈ ਅਟਾਰੀ ਦੇ ਲਾਗੇ। ਤੇ ਇਸ ਸੰਬੰਧੀ ਜਮਹੂਰੀ ਕਿਸਾਨ ਸਭਾ ਦੇ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ 10 ਮਹੀਨਿਆਂ ਤੋਂ ਇਹ ਬਲਕਾਰ ਸਿੰਘ ਲਗਾਤਾਰ ਬਾਰਡਰ ਤੇ ਡਟਿਆ ਹੋਇਆ ਸੀਗਾ। ਪਿੰਡ ਕਦੇ-ਕਦਾਈ ਪਰਤ ਜਾਂਦਾ ਸੀ ਤੇ ਇਸ ਕਰਕੇ ਇਸ ਦੇ ਪਰਿਵਾਰ ਨੂੰ ਜਿਹੜਾ ਜਾਇਜ਼ ਮੁਆਵਜ਼ੇ ਦੀ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ ਜਥੇਬੰਦੀਆਂ ਵੱਲੋਂ। ਦੂਜੇ ਬੰਨੇ ਦੁਸ਼ਯੰਤ ਚੌਟਾਲਾ ਨੂੰ ਅੱਜ ਹਰਿਆਣਾ ਦੇ ਕਿਸਾਨ ਪੈ ਨਿਕਲੇ। ਝੱਜਰ ਦੇ ਵਿੱਚ ਕਾਫੀ ਝੱਜੂ ਪਿਆ। ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਦਾ ਵਿਰੋਧ ਕੀਤਾ ਜੋ ਇੱਕ ਪ੍ਰੋਗਰਾਮ ਦੇ ਵਿੱਚ ਆਇਆ ਸੀ। ਉਸ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੇ ਤੇ ਪ੍ਰਦਰਸ਼ਨਕਾਰੀਆਂ ਨੇ ਉਹ ਬੈਰੀਕੇਡ ਵੀ ਉਹ ਟੱਪ ਦਿੱਤੇ ਤੇ ਇਸ ਕਰਕੇ ਦੁਸ਼ਯੰਤ ਚੌਟਾਲਾ ਡਿਪਟੀ ਸੀਐਮ ਦੇ ਥਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਸਰਕਾਰੀ ਕਾਲਜ ਦੇ ਵਿੱਚ ਇਹ ਲੋਕ ਪਹੁੰਚੇ ਹੋਏ ਸਨ। ਤੇ ਇਸ ਸਿਲਸਿਲੇ ਦੇ ਵਿੱਚ ਹਰਿਆਣਾ ਦੇ ਵਿੱਚ ਕਾਫੀ ਇਹ ਸਿਲਸਿਲਾ ਰਿਹਾ ਤੇ ਆਪਣੇ ਨਾਲ ਕਾਲੜਾ ਸਾਹਿਬ ਜੁੜੇ ਨੇ। ਤਰਸੇਮ ਸਿੰਘ ਭਾਜੀ, ਸਵਾਗਤ ਹੈ ਤੁਹਾਡਾ, ਵੈਲਕਮ। ਹਾਂ, ਸਤਿ ਸ਼੍ਰੀ ਅਕਾਲ ਭਾਜੀ, ਗੱਲ ਕਰੋ ਜਰਾ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਜੀ, ਸਿੱਧੂ ਰਾਈਟ ਪਾਥ ਤੇ ਚੱਲ ਰਿਹਾ, ਬਿਲਕੁਲ ਸਹੀ ਚੱਲ ਰਿਹਾ, ਉਹ ਕੋਈ ਗਲਤ ਕੰਮ ਨਹੀਂ ਕਰ ਰਿਹਾ। ਥੈਂਕ ਯੂ, ਬਸ ਇੰਨਾ ਹੀ ਕਹਿਣਾ ਜੀ। ਥੈਂਕ ਯੂ ਭਾਜੀ, ਮਿਹਰਬਾਨੀ ਕਾਲੜਾ ਸਾਹਿਬ, ਥੈਂਕ ਯੂ। ਸੋ ਇਸ ਦੌਰਾਨ ਸੁਰਿੰਦਰ ਵੀਰ, ਜਿਹੜਾ ਹਰਿਆਣੇ ਦੇ ਵਿੱਚ ਝੱਜਰ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਅੱਜ ਬਣੀ ਹੈ, ਕਾਫੀ ਕਲੇਸ਼, ਅੰਗਰੇਜ਼ੀ ਵਾਲਾ ਕਲੈਸ਼ ਉਹ ਉੱਥੇ ਵੇਖਣ ਨੂੰ ਮਿਲਿਆ। ਇਸ ਸੰਬੰਧੀ ਜਿਹੜੇ ਚੌਟਾਲਾ ਇਸ ਤੋਂ ਬਾਅਦ ਭਾਵੇਂ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਚਲਿਆ ਗਿਆ, ਪਰ ਅੱਜ ਕਾਫੀ ਜਿਹੜੀਆਂ ਵਾਟਰ ਕੈਨਨ ਨੇ ਝੱਜਰ ਦੇ ਵਿੱਚ ਉਹ ਕਿਸਾਨਾਂ ਤੇ ਇਸਤੇਮਾਲ ਕੀਤੀਆਂ ਗਈਆਂ। ਤੇ ਉਧਰ ਸੁਪਰੀਮ ਕੋਰਟ ਨੇ ਦਿੱਲੀ ਦੇ ਵਿੱਚ ਚੱਲ ਰਹੇ ਇਸ ਸੰਘਰਸ਼ ਦੇ ਮੁਤਲਕ ਕਿਸਾਨ ਜਥੇਬੰਦੀ ਨੂੰ ਆਖਿਆ ਕਿ ਤੁਸੀਂ ਸ਼ਹਿਰ ਨੂੰ ਘੇਰਿਆ ਹੋਇਆ ਤੇ ਹੁਣ ਤੁਸੀਂ ਅੰਦਰ ਆ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ। ਤੇ ਸੁਪਰੀਮ ਕੋਰਟ ਨੇ ਇਸ ਸੱਤਿਆਗ੍ਰਹਿ, ਦਿੱਲੀ ਦੇ ਵਿੱਚ ਸੱਤਿਆਗ੍ਰਹਿ ਦੀ ਜਿਹੜੀ ਆਗਿਆ ਮੰਗਣ ਵਾਲੀ ਕਿਸਾਨ ਜਥੇਬੰਦੀ ਨੂੰ ਆਖਿਆ ਕਿ ਤੁਸੀਂ ਸ਼ਹਿਰ ਨੂੰ ਤਾਂ ਆਲਰੇਡੀ ਘੇਰਿਆ ਹੋਇਆ, ਹੁਣ ਤੁਸੀਂ ਦਿੱਲੀ ਦੇ ਅੰਦਰ ਆ ਕੇ ਕਿਉਂ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ? ਤੇ ਤੁਸੀਂ ਇੱਕ ਵਾਰ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਅਦਾਲਤ ਦਾ ਰੁਖ ਤਾਂ ਕਰ ਲਿਆ ਤੇ ਨਿਆਂ ਪ੍ਰਣਾਲੀ ਦੇ ਮਾਮਲੇ 'ਚ ਭਰੋਸਾ ਰੱਖੋ ਤੇ ਮਾਮਲਾ ਆਉਣ ਤੇ ਫੈਸਲਾ ਆਏਗਾ। ਤੇ ਇਸ ਮੁਤਲਕ ਇਹ ਕਿਸੇ ਜਥੇਬੰਦੀ ਨੇ ਕਿਹਾ ਸੀ ਕਿ ਅਸੀਂ ਅੰਦਰ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ, ਜਿਸ ਮੁਤਲਕ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਤੇ ਆਲਰੇਡੀ ਦਿੱਲੀ ਨੂੰ ਘੇਰਿਆ ਹੋਇਆ। ਤੇ ਕਿਸਾਨ ਅੰਦੋਲਨ ਤੇ ਕੀ ਅਪਡੇਟ ਵੇਖਦੇ ਹੋ ਪੰਜਾਬ ਦਾ, ਖਾਸ ਕਰਕੇ ਇਸ ਤੋਂ ਬਿਨਾਂ ਦੂਜੀ ਜਿਹੜਾ ਪੰਜਾਬ ਦਾ ਸਿਆਸੀ ਘਟਨਾਕ੍ਰਮ ਹੈ, ਇਹਨਾਂ ਪ੍ਰਤੀ ਕਿਸਾਨ ਜਥੇਬੰਦੀਆਂ ਨਿਰਾਸ਼ ਨੇ ਕਿਉਂਕਿ ਝੋਨੇ ਦੀ ਖਰੀਦ ਦੇ ਵਿੱਚ ਜਿਹੜਾ ਅੜਿੱਕਾ ਲੱਗਿਆ, ਜੇ ਕੇਂਦਰ ਨੇ ਲਾਇਆ ਤਾਂ ਇਹਦੇ 'ਚ ਪੰਜਾਬ ਦੇ ਸਿਆਸਤਦਾਨਾਂ ਨੇ ਜਿਹੜੀ ਤਿਕੜਮਬਾਜ਼ੀ ਕੀਤੀ ਹੈ। ਕਿਸਾਨ ਉਸ ਤੋਂ ਵੀ ਬਾਈ ਜੀ ਵਾਕਫ ਨੇ ਕਿ ਜਿਹੜੀਆਂ ਅਮਿਤ ਸ਼ਾਹ ਨਾਲ ਮੀਟਿੰਗਾਂ ਕਪਤਾਨ ਸਾਹਿਬ ਦੀਆਂ ਹੋਈਆਂ ਨੇ ਜਾਂ ਕਪਤਾਨ ਸਾਹਿਬ ਸੀਐਮਸ਼ਿਪ ਤੋਂ ਲਾਂਭੇ ਹੋਇਆ, ਤੇ ਕਿਤੇ ਨਾ ਕਿਤੇ ਉਸ ਸਿਲਸਿਲੇ ਦੇ ਵਿੱਚ ਵੀ ਕਿਸਾਨਾਂ 'ਚ ਨਾਰਾਜ਼ਗੀ ਬਣ ਰਹੀ ਹੈ ਕਪਤਾਨ ਖੇਮੇ ਪ੍ਰਤੀ, ਪੰਜਾਬ ਸਰਕਾਰ ਪ੍ਰਤੀ। ਇਸ ਖਬਰ ਤੇ ਆਪਾਂ ਵਾਈਂਡ ਅਪ ਕਰਾਂਗੇ, ਕਦੀ ਕੋਈ ਹੋਰ ਖਬਰ ਹੋਈ ਉਹ ਵੀ ਲੈ ਲਾਂਗੇ ਜੀ। ਸੁਰਿੰਦਰ, ਕੰਟੀਨਿਊ ਵੀਰ। ਦੇਖੋ, ਜਿੱਥੋਂ ਤੱਕ ਕੱਲ ਦਾ ਪੰਜਾਬ ਦਾ ਸਵਾਲ ਆ, ਸੰਯੁਕਤ ਕਿਸਾਨ ਮੋਰਚੇ ਸਮਝੋ ਕਿਉਂਕਿ ਪੰਜਾਬ ਦੀਆਂ ਜਥੇਬੰਦੀਆਂ ਨੇ ਐਲਾਨ ਕਰਤਾ ਕਿ ਕੱਲ ਤੋਂ ਅਣਮਿੱਥੇ ਸਮੇਂ ਲਈ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦਾ ਘਿਰਾਓ ਜਿਹੜਾ ਅਣਮਿੱਥੇ ਸਮੇਂ ਲਈ ਉਹਨਾਂ ਨੇ ਕਰਨ ਦਾ ਐਲਾਨ ਕਰ ਦਿੱਤਾ। ਉਹ ਕਹਿੰਦੇ ਵੀ ਜਿੱਥੇ ਜਿਹੜਾ ਅਫਸਰ ਹੋਏਗਾ ਉਹਦਾ ਘਿਰਾਓ ਕਰਕੇ ਬੈਠ ਜਾਓ, ਅਸੀਂ ਕਿਸੇ ਨੂੰ ਬਾਹਰ ਨਹੀਂ ਨਿਕਲ ਦੇਣਾ ਜਿੰਨੀ ਦੇਰ ਤੱਕ ਸਰਕਾਰੀ ਖਰੀਦ ਨਹੀਂ ਸ਼ੁਰੂ ਹੋਏਗੀ। ਯਾਨੀ ਕਿ ਕੱਲ ਪੰਜਾਬ ਦਾ ਤਾਂ ਸਮਝੋ ਕਿ ਅੱਜ ਰਾਤ ਹੀ ਸਾਰਿਆਂ ਨੇ ਪੱਟਾਂ ਨੂੰ ਤੇਲ ਲਾ ਲਿਆ ਹੋਊਗਾ ਤੇ ਅਫਸਰ ਵੀ ਸੋਚਣਗੇ ਵੀ ਸਵੇਰੇ ਅਸੀਂ ਦਫ਼ਤਰ ਜਾਣਾ ਕਿ ਨਹੀਂ ਜਾਣਾ। ਅਫਸਰ ਇਸ ਗੱਲੋਂ 605 ਆਉਣਗੇ, ਕਹਿਣਗੇ ਫੌਜੀ ਨੇ ਕਿ ਫੌਜੀ ਤੋਂ ਖਹਿੜਾ ਛੁੱਟਿਆ ਸੀ ਤੇ ਜਾਂਦਾ ਜਾਂਦਾ ਕਲੇਸ਼ ਸਾਡੇ ਗੱਲ ਪਵਾ ਗਿਆ, ਆਪ ਖਿਸਕ ਗਿਆ ਤੇ ਭੁਗਤਣੀ ਸਾਨੂੰ ਪੈ ਰਹੀ ਆ। ਠੀਕ ਹੈ ਨਾ। ਹੁਣ ਕੁੱਲ ਮਿਲਾ ਕੇ ਆ ਕਿ ਦੇਖੋ ਭਾਰਤ ਸਰਕਾਰ ਕਿੱਦਣ ਜਾਗਦੀ ਆ, ਕਿਸ ਦਿਨ ਉਹ ਇਜਾਜ਼ਤ ਦਿੰਦੀ ਆ, 2 ਦਿਨ 4 ਦਿਨ ਕੱਢਦੀ ਆ, ਜਿੰਨੇ ਦਿਨ ਵੀ ਕੱਢਦੀ ਆ ਉਹਦੇ ਨਾਲ ਕਿਰਕਰੀ ਸੂਬਾ ਸਰਕਾਰ ਦੀ ਹੋਏਗੀ, ਖਾਸ ਕਰਕੇ ਚਰਨਜੀਤ ਚੰਨੀ ਦੀ ਸਰਕਾਰ ਦੀ ਹੋਏਗੀ, ਕਿਉਂਕਿ ਕੱਲ ਸਵੇਰ ਤੋਂ ਉਹਨਾਂ ਨੇ ਜਿਹੜੇ ਆ ਉਹ ਘੇਰ ਲੈਣੇ ਆ ਆਪਣਾ ਜ਼ਿਲ੍ਹਾ ਹੈੱਡਕੁਆਟਰ। ਇਸ ਮਾਮਲੇ 'ਚ ਬਹੁਤਾ ਤਾਂ ਵੈਸੇ ਬੀਜੇਪੀ ਸੈਂਟਰ ਸਰਕਾਰ ਜ਼ਿੰਮੇਵਾਰ ਹੈ। ਮੇਰੇ ਖਿਆਲ ਭਾਜਪਾਈਆਂ ਨੂੰ ਜਿਹੜਾ ਘੇਰਨ ਦਾ ਐਲਾਨ ਆ ਉਹ ਵੀ ਹੈ ਕਿ ਹਰ ਭਾਜਪਾਈ ਨੂੰ ਘੇਰੋ, ਭਾਵੇਂ ਛੋਟਾ ਉਹਦਾ ਭਾਵੇਂ ਵੱਡਾ ਉਹਦਾ, ਤਾਂ ਜੋ ਭਾਜਪਾ ਨੂੰ ਪਤਾ ਲੱਗੇ ਕਿ ਕਰਤੂਤ ਤੇ ਤੁਹਾਡੀ ਸਰਕਾਰ ਦੀ ਹੈ। ਹੁਣ ਮੀਂਹ ਕਿੰਨਾ ਕੁ ਪੈ ਗਿਆ, ਕੀ ਤੁਸੀਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਭਾਜਪਾਈਆਂ ਨੇ?
ਸੁਰਜੀਤ ਜਾਣੀ ਨੇ ਆਪਣਾ ਕੰਮ ਬੰਦ ਕਰ ਦਿੱਤਾ ਮੀਂਹ ਕਰਕੇ। ਸੋ ਉਹਨਾਂ ਨੇਤਾਵਾਂ ਤੇ ਜ਼ਿਆਦਾ ਘੇਰਾ ਬਣਦਾ। ਇਹਦੇ 'ਚ ਪੰਜਾਬ ਸਰਕਾਰ ਵੀ ਅੜਿੱਕੇ 'ਚ ਤਾਂ ਆਉਂਦੀ ਹੈ ਵੈਸੇ, ਤੇ ਦਿੱਕਤ ਪੰਜਾਬ ਸਰਕਾਰ ਨੂੰ ਵੀ ਹੈ, ਤੇ ਬਹੁਤਾ ਇਹਦੇ 'ਚ ਜ਼ਿੰਮੇਵਾਰ ਮੇਰਾ ਖਿਆਲ ਭਾਜਪਾ ਹੀ ਨੇ। ਜੀ ਸੁਰਿੰਦਰ। ਨਹੀਂ, ਭਾਜਪਾ ਹੀ ਤੇ ਦੂਸਰਾ ਕੀ ਕਹਿੰਦੇ ਹੁੰਦੇ, ਮੈਂ ਤਾਂ ਹੁਣ ਉਹ ਗੱਲ ਨਹੀਂ ਕਹਿਣੀ ਜਿਹੜੀ ਕਿਸੇ ਟਾਈਮ ਪਰ ਆਪਣਾ ਕਹਿੰਦਾ ਹੁੰਦਾ ਸੀਗਾ ਪ੍ਰਤਾਪ ਬਾਜਵਾ ਕਹਿੰਦਾ ਹੁੰਦਾ ਸੀ, ਮਸਤਾਨਾ ਸਾਹਿਬ ਜ਼ਿਆਦਾ ਕਸੂਰਵਾਰ ਨੇ। ਠੀਕ ਹੈ ਨਾ, ਕਾਰਨਾਮਾ ਤਾਂ ਉਹਨਾਂ ਦਾ ਸਾਰਾ ਕਰਾਇਆ ਹੋਇਆ ਨਾ, ਕਿਉਂਕਿ ਹੁਣ ਸਿੱਧਾ ਜਾ ਕੇ ਸਾਰਾ ਕੁਝ ਉਹਨਾਂ ਦੇ ਗੱਲ ਪੈਂਦਾ। ਇਹ ਜੋ ਕੁਝ ਕਰਵਾਇਆ ਇਹ ਸਾਰਾ ਕੁਝ ਉਹਨਾਂ ਦੀ ਬਦੌਲਤ ਆ। ਉਹਨਾਂ ਨੇ ਜੋ ਕੁਝ ਕਰ ਦਿੱਤਾ ਭੁਗਤਣਾ ਪੰਜਾਬ ਨੂੰ ਪੈ ਰਿਹਾ। ਵੱਡੀ ਜਿਹੜੀ ਸਮੱਸਿਆ ਖੜੀ ਹੋ ਰਹੀ ਆ, ਤੇ ਔਰ ਘੱਟੋ ਘੱਟ ਇਹ ਹੈ, ਚਲੋ ਸੱਤਾ ਦੀ ਕਿਹੜੀ ਗੱਲ, ਸੱਤਾ ਆਉਂਦੀ ਹੈ ਤੇ ਚਲੀ ਜਾਂਦੀ ਹੈ, ਸੱਤਾ ਤਾਂ ਆਉਣ ਜਾਣ ਬਣਿਆ ਜ਼ਿੰਦਗੀ 'ਚ ਬੰਦੇ ਦਾ। ਪਰ ਗੱਲ ਤੇ ਆ ਕਿ ਇਹੋ ਜਿਹਾ ਕਰਤੂਤਾ ਘੱਟੋ ਘੱਟ ਬੰਦਾ ਸਟੇਟ ਨਾਲ ਨਾ ਕਰਕੇ ਜਾਵੇ। ਹੁਣ ਸਿੱਧਾ ਨਜ਼ਲਾ ਜਿਹੜਾ ਉਹ ਉਹਨਾਂ ਤੇ ਗਿਰ ਰਿਹਾ, ਪਰ ਫਸ ਗਈ ਆ ਸੂਬਾ ਸਰਕਾਰ, ਕਿਉਂਕਿ ਕੱਲ ਨੂੰ ਘਰਾਓ ਹੋਣਾ ਜਦੋਂ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਹੋਇਆ। ਅਣਮਿੱਥੇ ਸਮੇਂ ਦਾ ਘਰਾਓ ਆ, ਕਹਿੰਦੇ ਜਿੰਨੀ ਦੇਰ ਖਰੀਦਣੀ ਸ਼ੁਰੂ ਹੋਊਗੀ ਅਸੀਂ ਉਨੀ ਦੇਰ ਤੱਕ ਜ਼ਿਲ੍ਹਾ ਹੈੱਡਕੁਆਟਰਾਂ ਦਾ ਘਰਾਓ ਜਿਹੜਾ ਉਹ ਕੰਟੀਨਿਊ ਕਰਕੇ ਰੱਖਾਂਗੇ। ਇਹਦੇ 'ਚ ਜਿਵੇਂ ਦੇਖੋ ਰੇਲਵੇ ਹੈ, ਕੇਂਦਰੀ ਏਜੰਸੀਆਂ ਨੇ, ਰੇਲਵੇ ਹੈ ਸੈਂਟਰ ਦੇ ਅਧੀਨ ਆ, ਰੇਲਵੇ ਨੂੰ ਵੀ ਵਿੱਚ ਇਨਵੋਲਵ ਕਰਨਾ ਚਾਹੀਦਾ ਸੀਗਾ। ਹਾਲਾਂਕਿ ਦਿੱਕਤ ਚਲੋ ਲੋਕਾਂ ਨੂੰ ਆਉਣੀ ਹੈ, ਤੇ ਕਿਤੇ ਨਾ ਕਿਤੇ ਸੈਂਟਰ ਦਾ ਅਦਾਰਾ ਆ ਉਹ ਵੀ ਇੱਕ ਕਾਰਨ ਬਣਦਾ ਰੇਲਵੇ ਨੂੰ ਰੋਕਣਾ, ਰੇਲਵੇ ਟਰੈਕ ਰੋਕਣਾ, ਕਿਉਂਕਿ ਜੇ ਜ਼ਿਲ੍ਹਾ ਹੈੱਡਕੁਆਟਰ ਰੋਕਦੇ ਉਹਦੇ 'ਚ ਲੋਕਾਂ ਨੂੰ ਜ਼ਿਆਦਾ ਸਮੱਸਿਆਵਾਂ ਨੇ। ਪਰ ਠੀਕ ਹੈ, ਰੇਲਵੇ ਵੀ ਰੋਕਦੇ ਹੋ, ਦਿੱਕਤ ਤਾਂ ਲੋਕਾਂ ਨੂੰ ਆ। ਪਰ ਜੇ ਰੇਲਵੇ ਦਾ ਵਿਰੋਧ, ਕਿਉਂਕਿ ਸੈਂਟਰ ਸਰਕਾਰ ਦਾ ਵਿਰੋਧ ਆ ਉਹ, ਕਿਉਂਕਿ ਹੋਰ ਕੋਈ ਜ਼ਰੀਆ ਨਹੀਂ। ਜੀ ਨਹੀਂ, ਜੇ ਇਕੱਲਾ ਉਹਨੂੰ ਰੋਕਣਗੇ ਨਾ, ਉਹਦੀ ਪ੍ਰੋਬਲਮ ਪਤਾ ਗੱਲ ਕੀ ਆ, ਪਹਿਲਾਂ ਰੋਕੀਆਂ ਸੀ, ਨੁਕਸਾਨ ਪੰਜਾਬ ਦਾ ਹੋਇਆ ਸੀ, ਕਿਉਂਕਿ ਫਿਰ ਉਹਨਾਂ ਨੇ ਪੈਸੰਜਰ ਦੇ ਨਾਲ ਉਹਨਾਂ ਨੇ ਜਿਹੜੀ ਆ ਮਾਲ ਗੱਡੀਆਂ ਉਹ ਵੀ ਰੋਕ ਦੇਣੀਆਂ। ਕੱਲ ਨੂੰ ਖਾਦ ਦੀ ਜ਼ਰੂਰਤ ਆ, DAP ਦੀ, ਯੂਰੀਆ ਦੀ ਇਸ ਵੇਲੇ ਜ਼ਰੂਰਤ ਆ, ਉਹਨਾਂ ਨੇ ਹੰਗਾਮਾ ਕਰ ਦੇਣਾ। ਉਹਨਾਂ ਕਹਿਣਾ ਦੇਖੋ ਜੀ ਵੀ ਕਿਸਾਨਾਂ ਨੇ ਰੋਕੀਆਂ ਸੀ, ਅਸੀਂ ਕਿੱਥੋਂ ਲਿਆਉਂਦੇ, ਅਸੀਂ ਤੇ ਲਿਆ ਹੀ ਨਹੀਂ ਸੀ ਸਕਦੇ। ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਪਾਸਾ ਵੱਟ ਜਾਣਾ। ਹੁਣ ਗੱਲ ਤਾਂ ਇਹ ਸੀ ਕਿ ਬਿਹਤਰ ਇਹ ਤਰੀਕਾ ਹੈ ਕਿ ਸੁਰਿੰਦਰ ਵੀਰ ਛੋਟੇ ਪੱਧਰ ਤੋਂ ਲੈ ਕੇ ਹਰ ਭਾਜਪਾਈ ਨੂੰ ਘੇਰਿਆ ਜਾਵੇ, ਜਿਹੜੇ ਇਹਨਾਂ ਦੇ ਅਹੁਦੇਦਾਰ ਨੇ, ਉਹ ਤਰੀਕਾ ਬੈਟਰ ਹੈ, ਕਿਉਂਕਿ ਪਤਾ ਇਹਨਾਂ ਨੂੰ ਵੀ ਲੱਗੇ ਕਿ ਸਰਕਾਰ ਤੁਹਾਡੀ ਕਰਦੀ ਕੀ ਹੈ। ਸ਼ੇਰਗਿੱਲ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ ਸਰ ਜੀ। ਉਹ ਇੱਕੋ ਲੈਣੀ ਸੀ, ਇੱਕ ਮੈਂ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਇੱਕ ਬਟੇਲੇ ਚੱਲਦਾ ਜੀ ਪਰਵਾਨਾ ਸਾਹਿਬ ਦਾ ਪਰਵਾਜ ਰੇਡੀਓ ਜੀ, ਉਹਦੇ ਸੁਣ ਰਿਹਾ ਸੀ, ਕਹਿੰਦੇ ਜੀ ਕੇਜਰੀਵਾਲ ਨੇ ਆਪਣੀ ਘਰ ਵਾਲੀ ਦੀ ਵੋਟ ਨੇ ਪੰਜਾਬ 'ਚ ਬੋਹਾਲੀ ਤੇ ਕੈਂਸਲ ਕਰਾ ਕੇ ਮੁੱਖ ਮੰਤਰੀ ਦੀ ਉਮੀਦਵਾਰ ਬਣਾ ਰਹੀ ਹੈ, ਤੇ ਬੜਾ ਦਿਓ ਜੀ। ਥੈਂਕ ਯੂ। ਹਾਂ ਕੀਤਾ ਸੀ ਸੁਰਿੰਦਰ ਜੀ ਹੋਰਾਂ ਨੇ ਵੀ ਜ਼ਿਕਰ। ਬਾਈ ਜੀ ਪੁੱਛਦੇ ਆ, ਕਹਿੰਦੇ ਕੇਜਰੀਵਾਲ ਨੇ ਘਰ ਵਾਲੀ ਦੀ ਵੋਟ ਪੰਜਾਬ ਬਣਾ ਲਈ, ਕਹਿੰਦੇ ਮੁੱਖ ਮੰਤਰੀ ਉਹਨਾਂ ਨੂੰ ਬਣਾਉਣਗੇ ਸੁਰਿੰਦਰ। ਇਹਦੇ ਤੇ ਅਪਡੇਟ ਇਹਨਾਂ ਨੇ ਮੰਗੀ ਹੈ। ਖੈਰ, ਮੈਂ ਜ਼ਿਕਰ ਕਰ ਰਿਹਾ ਸੀ ਕਿ ਦੇਖੋ ਜ਼ਿਆਦਾ ਇਹਦੇ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਹੈ। ਇਹਦਾ ਬਹੁਤ ਨਜਾਇਜ਼ ਧੱਕਾ ਹੈ। ਇਹਦੇ 'ਚ ਭਾਜਪਾ ਦੇ ਜਿਹੜੇ ਲੀਡਰ ਨੇ, ਜਿਹੜੇ ਕਹਿੰਦੇ ਨੇ ਜੀ ਇਹਦੇ 'ਚ ਮਤਲਬ ਲਾਲਪੁਰਾ ਸਾਹਿਬ ਵੀ ਆਉਂਦੇ ਆ, ਠੀਕ ਹੈ, ਉਦਾਂ ਵਧੀਆ ਸ਼ਖਸੀਅਤ ਨੇ ਤੇ ਘੱਟ ਗਿਣਤੀਆਂ ਦੇ ਹਤੈਸ਼ੀ ਨੇ। ਕੀ ਘੱਟ ਗਿਣਤੀ ਸੂਬੇ ਨਾਲੇ ਧੱਕਾ ਨਹੀਂ ਹੈ? ਜ਼ਰੂਰੀ ਨਹੀਂ ਕਿ ਧੱਕਾ ਫਿਜ਼ੀਕਲੀ ਹੋਵੇ, ਧੱਕਾ ਆਰਥਿਕ ਵੀ ਧੱਕਾ ਹੈ। ਤੇ ਘੱਟ ਗਿਣਤੀ ਸੂਬੇ ਨੂੰ ਕਿਉਂ ਬਾਰਿਸ਼ ਦੀ ਆੜ ਦੇ ਵਿੱਚ ਇਸ ਤਰ੍ਹਾਂ ਰਗੜਾ ਲੱਗ ਰਿਹਾ? ਤੇ ਫਿਰ ਇਕਬਾਲ ਸਿੰਘ ਲਾਲਪੁਰਾ ਹੋਣੀ ਇਸ ਮਾਮਲੇ 'ਚ ਕਿਉਂ ਹਰੀਆਂ ਬੱਤੀਆਂ ਨਹੀਂ ਦਿਖਾਉਂਦੇ? ਜੀ ਸੁਰਿੰਦਰ, ਘੇਰਨੇ ਸਾਰੇ ਚਾਹੀਦੇ ਇਸ ਮਾਮਲੇ 'ਚ ਕੇਂਦਰ ਦੇ ਆਗੂ ਨੇ ਜਿਹੜੇ ਭਾਜਪਾ ਸਰਕਾਰ ਦੇ। ਜੀ ਸੁਰਿੰਦਰ। ਦੇਖੋ, ਇੱਕ ਗੱਲ ਮੈਂ ਸ਼ੁਰੂ 'ਚ ਕਹਿੰਦਾ ਸੀ ਜਦੋਂ ਇਹ ਕਿਸਾਨੀ ਅੰਦੋਲਨ ਚੱਲਿਆ ਕਿ ਕਈ ਤੇ ਜਾਂਦੇ ਆ ਕਿ ਇਹਦੇ ਨਾਲ ਨਿਬੜ ਜੂ, ਉਹਦੇ ਨਾਲ ਨਿਬੜ ਜੂ। ਨਿਬੜਨਾ ਕਿੱਥੇ ਆ? ਜਿੰਨੀ ਦੇਰ ਤੱਕ MSP ਦੀ ਲਿਖਤੀ ਗਰੰਟੀ ਨੰਬਰ 1, ਨੰਬਰ 2 ਸਰਕਾਰੀ ਖਰੀਦ ਦੀ ਲਿਖਤੀ ਗਰੰਟੀ ਸਾਰੀਆਂ ਫਸਲਾਂ ਤੇ ਨਹੀਂ ਆਏਗੀ, ਉਨੀ ਦੇਰ ਤੱਕ ਆਹੀ ਅਸਰ ਰਹੇਗਾ। ਹੁਣ ਕੀ ਹੈ ਕਿ ਸਾਰਾ ਕੁਝ ਕੇਂਦਰ ਦੇ ਹੱਥ 'ਚ ਆ। ਕੇਂਦਰ ਜਦੋਂ ਦੇਖਦਾ ਟੇਢਾ ਹੋ ਜਾਂਦਾ। ਸੌਖਾ ਹੱਲ ਹੈਗਾ, ਜੇ ਪ੍ਰਾਈਵੇਟ ਏਜੰਸੀਆਂ ਤੋਂ ਸੂਬੇ ਦੇ ਦੇਸ਼ ਦੇ ਕਿਸਾਨਾਂ ਨੂੰ FCI ਆਪਣੇ ਅੰਡਰ ਲਵੇ, ਸਟੇਟ ਦੀਆਂ ਏਜੰਸੀਆਂ ਨਾਲ ਲਾ ਕੇ ਖਰੀਦ ਕੇ ਨਾਲ ਦੀ ਨਾਲ ਚੁਕਾਈ ਜਾਓ ਮਾਲ ਤੁਸੀਂ ਉਹਨਾਂ ਨੂੰ। ਪ੍ਰਾਈਵੇਟ ਸੈਕਟਰ ਨੇ ਚੱਕੀ ਜਾਣਾ, ਉਹਨਾਂ ਜਾ ਕੇ ਸਾਂਭੀ ਜਾਣਾ। ਪੇਮੈਂਟ ਉਹਨਾਂ ਤੋਂ FCI ਕੋਲ ਆਉਣੀ ਆ, FCI ਨੇ ਅੱਗੇ ਜਿਹੜੀ ਉਹ ਸਟੇਟ ਨੂੰ ਦੇਈ ਜਾਣੀ, ਨਾਲ ਦੀ ਨਾਲ ਕਿਸਾਨਾਂ ਦੇ ਖਾਤੇ 'ਚ ਤੁਰੀ ਜਾਣੀ ਹੈ। ਕੋਈ ਰੌਲਾ ਹੀ ਨਹੀਂ। ਪਰ ਹੁਣ ਸਰਕਾਰ ਨਹੀਂ ਕਰਨਾ ਚਾਹੁੰਦੀ ਨਾ, ਜਿਹਦਾ ਕਰਕੇ ਆ ਸਾਰਾ ਕੁਝ ਹੋ ਰਿਹਾ। ਹੁਣ ਦੇਖੋ ਕੇਂਦਰ ਨੇ ਨਾਲ ਦੀ ਨਾਲ 11 ਦਿਨ ਦਾ ਜਿਹੜਾ ਸੀਗਾ ਉਹ ਡੰਡਾ ਫਸਾ ਕੇ ਰੱਖ ਦਿੱਤਾ ਕਿ 11 ਦਿਨਾਂ ਬਾਅਦ ਹੋਏਗੀ। 11 ਦਿਨ ਬੈਠੇ ਦੇਖੀ ਜੋ, 11 ਦਿਨਾਂ 'ਚ ਤਾਂ ਅੱਧਾ ਪੰਜਾਬ ਖਾਲੀ ਹੋ ਜਾਣਾ, ਅੱਧਾ ਹਰਿਆਣਾ ਖਾਲੀ ਹੋ ਜਾਣਾ, ਅੱਧੇ ਤੋਂ ਜ਼ਿਆਦਾ। ਆਉਂਦੇ ਤੁਸੀਂ ਇੱਕ ਦੇਖਿਓ ਕਿ 20 ਅਕਤੂਬਰ ਤੱਕ ਪੰਜਾਬ ਦੇ ਵਿੱਚ ਇੱਕ ਵੀ ਦਾਣਾ ਜਿਹੜਾ ਉਹ ਖੇਤ 'ਚ ਤੁਹਾਨੂੰ ਖੜਾ ਨਹੀਂ ਦਿਖਣਾ, ਸਵਾਏ ਜਿਹੜੀ ਕੀ ਕਹਿੰਦੇ ਉਹਦੇ ਬਾਸਪਤੀ ਆ, ਉਸ ਤੋਂ ਇਲਾਵਾ।
ਉਹ ਰਹਿ ਜਾਊਗਾ। ਤੇ ਬਾਕੀ ਤਾਂ ਸਾਰਾ ਲੋਕਾਂ ਨੇ ਜਿਹੜਾ ਉਹ 25-26 ਅਕਤੂਬਰ ਤੋਂ ਬਾਅਦ ਤਾਂ ਕਣਕ ਦੀ ਬਿਜਾਈ ਨਾਲ ਦੀ ਨਾਲ ਸ਼ੁਰੂ ਕਰ ਦੇਣੀ ਆ ਕੇ। ਇਸ ਕਰਕੇ ਬੇਵਕੂਫੀ ਭਰਿਆ ਫੈਸਲਾ ਲਿਆ, ਜਾਣ ਬੁੱਝ ਕੇ ਇਹ ਸੀ ਕਿ ਅੰਦੋਲਨ ਇੱਥੋਂ ਚੱਲਿਆ ਤੇ ਇਸ ਅੰਦੋਲਨ ਨੂੰ ਜਿਹੜਾ ਸੀਗਾ ਉਹ ਲੀਹ ਤੋਂ ਲਾਉਣਾ ਸੀ, ਜਿਹਦਾ ਕਰਕੇ ਕਾਰਨਾਮਾ ਕਰਤਾ। ਪਰ ਕਈ ਵਾਰੀ ਸਰਕਾਰਾਂ ਜਿਹੜੀਆਂ ਉਹ ਬੇਵਕੂਫੀ ਕਰਦੀਆਂ ਤੇ ਬੇਵਕੂਫੀ ਬੜੀ ਮਹਿੰਗੀ ਪੈਂਦੀ ਹੁੰਦੀ ਆ। ਜੇਕਰ 1982 'ਚ ਧਰਮ ਯੁੱਧ ਮੋਰਚਾ ਲੱਗਿਆ ਸੀ, ਕਿਤੇ ਦਰਬਾਰਾ ਸਿੰਘ ਦੀ ਸਰਕਾਰ ਸਿਆਣੀ ਹੁੰਦੀ, ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਦੀ ਲੜਾਈ ਨਾ ਹੁੰਦੀ ਤੇ ਪੰਜਾਬ ਉਸ ਤਰਾਸਦੀ ਤੋਂ ਬਚ ਸਕਦਾ ਸੀ। ਪਰ ਦੋਨਾਂ ਦੀ ਬੇਵਕੂਫੀ ਸੀ, ਉਹਨਾਂ ਦੀ ਲੜਾਈ ਕਰਕੇ ਉਸ ਅੰਦੋਲਨ ਨੂੰ ਇਸ ਤਰੀਕੇ ਨਾਲ ਟੈਕਲ ਕੀਤਾ ਗਿਆ ਕਿ ਡੰਡੇ ਦੇ ਜ਼ੋਰ ਨਾਲ ਦਬਾਵਾਂਗੇ, ਦਬਾਉਂਦੇ ਦਬਾਉਂਦੇ ਆ ਕੇ ਤੇ ਫਿਰ 1995 ਤੱਕ ਜਿਹੜਾ ਕੁਝ ਵਾਪਰਿਆ ਉਹ ਸਾਰਿਆਂ ਦੇ ਸਾਹਮਣੇ। ਇਸ ਕਰਕੇ ਸਰਕਾਰਾਂ ਕਈ ਵਾਰੀ ਗਲਤ ਦਿਸ਼ਾ 'ਚ ਚੱਲ ਜਾਂਦੀਆਂ ਤੇ ਗਲਤ 'ਚ ਗਿਆ ਹੋਇਆ ਵਿਅਕਤੀ ਦੁਬਾਰਾ ਮੁੜਨਾ ਉਹਦੇ ਲਈ ਬੜਾ ਮੁਸ਼ਕਲ ਜਿਹੜਾ ਉਹ ਹੋ ਜਾਂਦਾ। ਜੀ ਸੋ ਸੁਰਿੰਦਰ ਵੀਰ, ਕੋਈ ਹੋਰ ਅਪਡੇਟ ਹੈ ਤਾਂ ਕਰ ਲਿਓ ਸਾਂਝੀ, ਨਹੀਂ ਤਾਂ ਫਿਰ ਫਤਿਹ ਬੁਲਾਈਏ। ਜੀ ਸੌਰੀ ਸੁਰਿੰਦਰ ਵੀਰ, ਕੋਈ ਹੋਰ ਅਪਡੇਟ ਹੈ ਤੇ ਕਰ ਲਓ ਸਾਂਝੀ, ਨਹੀਂ ਤਾਂ ਫਿਰ ਫਤਿਹ ਬੁਲਾਈਏ। ਕਿਉਂਕਿ UPSC ਨੂੰ 10 ਅਫਸਰਾਂ ਦਾ ਪੈਨਲ ਭੇਜਿਆ ਗਿਆ, ਜਿਸ ਦੇ ਵਿੱਚ ਕਈ ਸਾਰੇ ਹੋਰ ਨਾਂ ਵੀ ਸ਼ਾਮਲ ਨੇ ਤੇ ਉਹ ਹੁਣ ਦੇਖਣਾ ਪਏਗਾ ਕਿ ਉਹਦੇ ਵਿੱਚ ਕਿਹਨਾਂ ਦੇ ਇਹ ਗੁਣਾ ਪੈਂਦਾ ਤੇ ਲੰਮਾ ਇਹਦੇ ਵਿੱਚ ਪ੍ਰੋਸੈਸ ਹਾਲੇ ਹੈਗਾ। 10 ਅਫਸਰਾਂ, ਵੈਸੇ 3 ਅਫਸਰਾਂ ਦਾ ਪੈਨਲ ਭੇਜਦੇ ਹੁੰਦੇ ਆ, ਇਹ 10 ਅਫਸਰਾਂ ਦਾ ਪੈਨਲ UPSC ਨੂੰ ਭੇਜਣਾ ਬਹੁਤ ਲੰਮਾ ਲਿਸਟ ਹੈ। ਕਿਵੇਂ ਸ਼ਾਰਟ ਲਿਸਟ ਕੀਤਾ ਜਾ ਗਿਆ ਇਹ? ਓਵਰਆਲ ਤਾਂ ਵੈਸੇ 3 ਅਫਸਰਾਂ ਦਾ ਪੈਨਲ ਭੇਜਦੇ ਹੁੰਦੇ ਆ, 3 ਸੀਨੀਅਰ ਅਫਸਰਾਂ ਦਾ। ਇਹਨਾਂ ਦੇ ਸੁਣਨ ਚ ਆਇਆ ਕਿ 10 ਅਫਸਰਾਂ ਦਾ ਪੈਨਲ ਭੇਜਿਆ ਗਿਆ UPSC ਨੂੰ। ਇਹਦੇ ਚ ਵੀ ਕੋਈ ਟਾਈਮ ਬਾਉਂਡ ਹੁੰਦਾ ਹੈ ਜਾਂ ਫਿਰ ਕੇਂਦਰ ਦੀ ਮਰਜ਼ੀ ਤੇ ਮੁਨੱਸਰ ਕਰਦਾ ਗ੍ਰਹਿ ਮੰਤਰਾਲੇ ਤੇ ਕਿ ਉਹ ਕਿੰਨਾ ਦੇਰ ਇਸ ਪੈਨਲ ਨੂੰ ਲਟਕਾਉਂਦਾ ਹੈ, ਕਿੰਨੀ ਦੇਰ ਸ਼ਾਰਟ ਲਿਸਟ ਕਰਦਾ ਹੈ? ਜੀ ਨਹੀਂ, ਉਹ ਦੇਖੋ ਇਕੱਲਾ ਮਤਲਬ UPSC ਨਹੀਂ, ਸਾਰਾ ਹੀ ਭਾਰਤ ਇਸ ਵੇਲੇ 2 ਜਾਂ 2.5 ਬੰਦਿਆਂ ਦੇ ਕਾਬੂ ਆਇਆ ਹੋਇਆ ਤੇ ਜਿੱਥੇ ਮਰਜ਼ੀ ਉਹ ਜਿਹਦਾ ਮਰਜ਼ੀ ਗਲਾ ਘੋੜ ਦੇਣ, ਜੋ ਮਰਜ਼ੀ ਕਰ ਦੇਣ। ਕਿਹਦੀ ਹਿੰਮਤ ਆ? UPSC ਦੀ ਕੀ ਹਿੰਮਤ ਆ ਕਿ ਉਹ ਉੱਥੇ ਮੀਟਿੰਗ ਰੱਖ ਲਵੇ ਜਿੰਨੀ ਦੇਰ ਤੱਕ ਉਹਨਾਂ ਨੂੰ ਹੋਮ ਡਿਪਾਰਟਮੈਂਟ ਤੋਂ ਉਤੋਂ ਜਿਹੜਾ ਇਸ਼ਾਰਾ ਨਹੀਂ ਹੋਇਆ। ਜਿੱਦਣ ਇਸ਼ਾਰਾ ਹੋਏਗਾ ਦਿਨ ਚੜ੍ਹਦੇ ਨੂੰ ਕਰ ਦੇਣਗੇ, ਅਦਰਵਾਈਜ਼ ਉਹ ਕੁਛ ਨਹੀਂ ਕਰਦੇ। ਹੋ ਸਕਦਾ ਕੋ ਐਸੇ ਤਰ੍ਹਾਂ ਲਟਕਾ ਦੇਣ ਹੀ ਨਾ, ਜਾ ਕੇ ਦਸੰਬਰ 'ਚ ਹੋਵੇ। ਹੁਣ ਗੱਲ ਤੇ ਇਹ ਆ, ਇਹਨਾਂ ਨੂੰ ਇੱਥੇ DGP ਜਿਹੜਾ ਉਹ ਸਹਿਮਤੀ ਨਾਲ ਉਨੀ ਦੇਰ ਤੱਕ ਚਾਰਜ ਕਿਸੇ ਉਸ ਵਿਅਕਤੀ ਨੂੰ ਦੇਣਾ ਪਏਗਾ ਜਿਹੜਾ ਵਿਅਕਤੀ ਇਹਨਾਂ ਸਾਰੇ ਮਸਲਿਆਂ ਨੂੰ ਨਜਿੱਠ ਸਕੇ। ਇਸੇ ਤਰ੍ਹਾਂ AG ਲਾਉਣਗੇ, ਇਸੇ ਤਰ੍ਹਾਂ DGP ਲਾਉਣਗੇ ਤੇ ਗਲਤੀਆਂ ਕਰਨਗੇ ਤੇ ਉਹਦਾ ਖਮਿਆਜਾ ਜਿਹੜਾ ਭੁਗਤਣਾ ਪਏਗਾ। ਹੁਣ ਜਿਹੜਾ ਇਹ ਪੈਨਲ ਗਿਆ ਇਹ 10 'ਚ 9 ਰਹਿ ਜਾਣੇ ਨੇ, ਕਿਉਂਕਿ ਇੱਕ ਤਾਂ ਦਿਨਕਰ ਗੁਪਤਾ ਬਾਹਰ ਹੋ ਚੁੱਕਿਆ, ਉਹਦਾ ਤਾਂ ਕੇਂਦਰ ਨੂੰ ਸਿਫਾਰਿਸ਼ ਜਾ ਚੁੱਕੀ, ਉਹ ਆਪ ਲੈ ਕੇ ਦੇ ਚੁੱਕੇ ਮੈਂ ਡੈਪੂਟੇਸ਼ਨ ਤੇ ਜਾਣਾ। ਹੁਣ ਬਾਕੀ 9 ਦੇ ਵਿੱਚੋਂ ਉਹਨਾਂ ਨੇ 3 ਬੰਦੇ ਸ਼ਾਰਟ ਲਿਸਟ ਕਰਕੇ ਸੂਬਾ ਸਰਕਾਰ ਨੂੰ ਭੇਜਣੇ ਆ। ਇਹਨਾਂ ਨੇ 3 'ਚੋਂ ਇੱਕ ਨੂੰ ਸਿਲੈਕਟ ਕਰਕੇ ਲਾਉਣਾ, ਕਿਹਨੂੰ ਲਾਉਣਾ ਵਾ ਉਹ ਇਹਨਾਂ ਦੀ ਮਰਜ਼ੀ ਆ। ਫਿਰ ਸ਼ਾਰਟ ਲਿਸਟ ਉਹਨਾਂ ਨੇ ਕਰਨੀ ਆ। ਉਹ ਤੇ ਜਦੋਂ ਸ਼ਾਰਟ ਲਿਸਟ ਕਰਨੀ ਆ ਉਦੋਂ ਸਟੇਟ ਦਾ ਹੋਮ ਮਿਨਿਸਟਰ ਤੇ ਚੀਫ ਸੈਕਟਰੀ ਦੋਨਾਂ ਦਾ ਉੱਥੇ ਹੋਣਾ ਜ਼ਰੂਰੀ ਆ ਤੇ ਨਾਲ UPSC ਜਿਹੜਾ ਉਹਦਾ ਚੇਅਰਮੈਨ ਬੈਠੇਗਾ, ਉੱਥੇ ਬੈਠ ਕੇ ਉੱਥੇ ਬਕਾਇਦਾ ਡਿਸੀਜਨ ਲਿਆ ਜਾਏਗਾ ਕਿ ਇਹਨਾਂ 'ਚ ਕਿਹਨੂੰ ਰੱਖਣਾ, ਕਿਹਨੂੰ ਬਾਹਰ ਕੱਢਣਾ। ਉਹ ਜਿਹੜਾ ਵੀ ਪੈਨਲ ਉੱਥੋਂ ਆਏਗਾ ਤਕਰੀਬਨ ਉਹ ਸੂਬਾ ਸਰਕਾਰ ਦੀ ਮੰਨ ਲੈਂਦੇ ਹੁੰਦੇ ਆ। ਪਰ ਜੇ ਲਟਕਾ ਹੀ 1.5 ਮਹੀਨਾ ਦਿੱਤਾ ਤਾਂ ਫਿਰ ਤੁਸੀਂ ਕੀ ਕੱਢੋਗੇ? ਫਿਰ ਗੰਜੀ ਨਾ ਆਊਗੀ ਕਿ ਤੇ ਨਿਚੋੜੂਗੀ ਕੀ? ਹੁਣ ਗੱਲ ਤਾਂ ਵੱਡੀ ਹੈ ਕਿ ਜਿਹੜੇ 2 ਇਸ਼ੂ ਤੁਹਾਡੇ ਮੋਹਰੇ ਵੱਡੇ ਖੜੇ ਸੀ ਜਿਨ੍ਹਾਂ ਤੇ ਤੁਸੀਂ ਐਕਸ਼ਨ ਕਰਨਾ ਸੀ, ਉਹ ਦੋਨਾਂ ਤੇ ਤੁਸੀਂ ਹਾਲ ਦੀ ਘੜੀ ਨਿਹੱਥੇ ਹੋ। ਬੇਅਦਬੀ ਵਾਲੇ 'ਚ ਕਿ ਕਿਹਨਾਂ ਦੇ ਇਸ਼ਾਰੇ ਤੇ ਉਹ ਸਾਰਾ ਕੁਝ ਵਾਪਰਿਆ, ਕੀ ਕੁਝ ਹੋਇਆ, ਤੇ ਦੂਸਰਾ ਡਰੱਗਸ ਵਾਲੇ ਤੇ, ਦੋਨਾਂ ਦੇ ਉੱਤੇ ਤੁਹਾਡੇ ਹੱਥ ਹਾਲ ਦੀ ਘੜੀ ਵੱਜੇ ਆ। ਜੇ ਕਹਿ ਦੋ APS ਦਿਓਲ ਤੋਂ ਕੁਝ ਲੈ ਲਓਗੇ, ਜੇ ਕਹੋ ਮੌਜੂਦਾ DGP ਤੋਂ ਕੁਝ ਲੈ ਲਓਗੇ, ਤੁਹਾਨੂੰ ਕੱਖ ਨਹੀਂ ਮਿਲਣਾ, ਭੁੱਲ ਜਾਓ। ਕਿਸੇ ਨੇ ਇੰਨੇ ਥੋੜੇ ਸਮੇਂ ਲਈ ਕਿਸੇ ਨੇ ਹੱਥ ਨਹੀਂ ਪਾਉਣਾ। ਦੂਜੀ ਗੱਲ, ਜਿਹੜਾ DGP ਲਾਇਆ ਗਿਆ, ਜੇ ਸਰਕਾਰ ਬਦਲਦੀ ਹੈ ਤਾਂ ਨਵੀਂ ਸਰਕਾਰ ਨੇ ਆਉਂਦਿਆਂ ਨਾਲ ਦੀ ਨਾਲ ਉਹਨੂੰ ਮਾਰਚ 'ਚ ਖੁੱਡੇ ਲੈਣ ਲਾ ਦੇਣਾ, ਉਹਨਾਂ ਨੇ ਨਵੇਂ ਨੂੰ ਬਿਠਾ ਦੇਣਾ। ਉਹਨਾਂ ਕਿਤੇ ਇੰਨਾ ਟਾਈਮ ਥੋੜੀ ਲਾਉਣਾ ਵਾ। ਇਹ ਜ਼ਰੂਰੀ ਥੋੜੀ ਜਿਹੜਾ UPSC ਨੇ ਭੇਜਤਾ ਆਉਂਦੇ ਉਹ ਕਹਿਣਗੇ ਟਿੰਡ ਫੋੜੀ ਚੱਕ ਚੱਲ ਬਾਹਰ, ਆਪਦਾ ਡੈਪੂਟੇਸ਼ਨ ਤੇ ਜਾਣਾ, ਜਿੱਥੇ ਜਾਣਾ ਜਾ ਲਿਖ ਕੇ ਦੇ। ਇੱਥੇ ਪਹਿਲਾਂ ਵੀ ਹੋਇਆ ਸੀ, ਹਾਈ ਕੋਰਟ ਦਾ ਡਿਸੀਜਨ ਕਿਸੇ ਵੀ IPS ਅਫਸਰ ਤੋਂ ਥੱਲੇ ਕਿਸੇ ਨੂੰ ਡਿਸਟ੍ਰਿਕਟ ਦਾ ਹੈਡ ਨਹੀਂ ਲਾਇਆ ਜਾ ਸਕਦਾ। ਪਰ ਇੱਥੇ PPS ਲੱਗਦੇ ਰਹੇ ਆ। ਇੱਥੇ ਸਾਡੇ ਕੁਝ ਸਮਾਂ ਏਦਾਂ ਰਿਹਾ ਕਿ ਜਦੋਂ DSP ਜਿਹੜਾ ਸੀ ਉਹਨੂੰ ਆਲਰੇਡੀ SP ਪ੍ਰਮੋਟ ਕਰਕੇ ਤੇ ਉਹਨੂੰ SSP ਲਾ ਦਿੰਦੇ ਸੀਗੇ। ਨਹੀਂ, ਹੁਣ ਜਿਹੜਾ ਪ੍ਰੋਟੋਕੋਲ ਹੈ ਕਿ IPS ਹੈ ਕਿਹੜਾ SSP ਗਿਣਤੀ ਦੇ 1-2 ਹੋਣੇ ਆ, ਬਾਕੀ ਤਾਂ ਸਾਰੇ ਪ੍ਰਮੋਟਡ ਹੀ ਨੇ, ਪੰਜਾਬ ਵਾਲੇ ਹੀ ਨੇ। IPS ਨੂੰ ਤਾਂ ਰੱਖਿਆ ਨਹੀਂ ਜਾਂਦਾ। ਨਹੀਂ
ਪ੍ਰਮੋਟਡ ਨੂੰ ਲਾ ਸਕਦੇ ਹੋ, ਪ੍ਰਮੋਟ ਹੋ ਕੇ ਜਿਹੜਾ IPS 'ਚ ਆ ਗਿਆ ਉਹਨੂੰ ਲਾ ਸਕਦੇ, ਪਰ PPS ਨਹੀਂ ਲੱਗ ਸਕਦਾ। ਠੀਕ ਹੈ। ਹੁਣ ਇੱਥੇ ਕੀ ਕਰਦੇ ਸੀ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਸੀ ਉਦੋਂ ਬਹੁਤੇ ਅਫਸਰ ਜਿਹੜੇ ਸੀ ਬਦਲਣੇ ਪਏ ਸੀ। ਇਹਨਾਂ ਨੇ ਫਿਰ ਉਹਨਾਂ ਨੂੰ ਵਿਜੀਲੈਂਸ ਦਾ, ਪਹਿਲਾਂ SP ਹੁੰਦਾ ਸੀ, ਫਿਰ ਇਹਨਾਂ ਵਿਜੀਲੈਂਸ ਵਾਲੇ ਨੂੰ ਵੀ SSP ਲਿਖਤਾ ਵੀ ਚੱਲ ਤੂੰ ਉੱਧਰ ਚੱਲ, ਉੱਧਰ ਲੱਗ ਜਾ। ਮੁੜ ਕੇ ਜਦੋਂ 2007 'ਚ ਸਰਕਾਰ ਆਈ ਫਿਰ ਡੰਡਾ ਹੋਰ ਹਿਸਾਬ ਨਾਲ ਚੱਲ ਗਿਆ। ਉਹਨਾਂ IPS ਨੂੰ ਸੱਦਿਆ, ਕਹਿੰਦਾ ਇੱਧਰ ਆ, ਤੂੰ ਲਿਖ ਕੇ ਦੇ ਵੀ ਮੈਂ ਜ਼ਿਲ੍ਹਾ ਹੈਡਕੁਆਟਰ ਤੇ ਨਹੀਂ ਲੱਗਣਾ। ਉਹਨਾਂ ਤੋਂ ਲਿਖਾ ਕੇ ਲੈ ਲਿਆ, ਉਹਨਾਂ ਤੋਂ ਲਿਖਾ ਕੇ ਲੈ ਕੇ PPS ਟੋਕ ਤੇ। ਜਦੋਂ ਕੋਰਟ ਨੇ ਪੁੱਛਿਆ ਕਹਿੰਦੇ ਜੀ ਇਹ ਕਿਉਂ ਲਾਏ, ਕਹਿੰਦੇ ਜੀ IPS ਤਾਂ ਮੰਨਦੇ ਨਹੀਂ, ਉਹ ਕਹਿੰਦੇ ਅਸੀਂ ਨਹੀਂ ਲੱਗਣਾ ਤੇ ਫਿਰ ਅਸੀਂ PPS ਨੂੰ ਲਾਉਂਗੇ, ਅਸੀਂ ਦੱਸੋ ਹੋਣਗਾ ਜੀ, ਜ਼ਿਲ੍ਹਾ ਥੋੜੀ ਸੁਣਨਾ ਛੱਡ ਲਾਂਗੇ। ਉਹ ਬੜਾ ਵਧੀਆ ਰਵਾਇਤ ਚਲਾਈ ਸੀ ਉਹਨਾਂ ਨੇ। ਉਹਨਾਂ 10 ਸਾਲ ਇਹੀ ਕੁਛ ਕੀਤਾ ਕਿਉਂਕਿ ਸਮੇਤ ਸੈਣੀ ਬੈਠਾ ਸੀ, ਸਮੇਤ ਸੈਣੀ ਦੱਸਣ ਵਾਲਾ ਸੀ, ਸਲਾਹਕਾਰ ਉਹ ਸੀ। ਉਹ ਕਹਿੰਦਾ IPS ਤੋਂ ਇਦਾਂ ਲਿਖਾ ਲਓ ਤੇ PPS ਟੋਕੀ ਜਾਓ। ਉਹਨਾਂ ਨੇ 10 ਸਾਲ ਇਸੇ ਤਰ੍ਹਾਂ ਚਲਾਈ ਰੱਖਿਆ ਉਹਨਾਂ ਨੇ। ਬਿਲਕੁਲ। ਉਧਰ ਕੋਰੋਨਾ ਦੇ ਅਪਡੇਟ ਦੇ ਦਈਏ ਕਿ ਕੋਵੈਕਸਿਨ ਦੇ ਮਾਮਲੇ ਦੇ ਵਿੱਚ ਭਾਰਤ ਨੂੰ ਰਾਹਤ ਬਹੁਤੀ ਨਹੀਂ ਮਿਲੀ। ਸੋ ਬ੍ਰਿਟੇਨ ਨੇ ਭਾਰਤ ਨੂੰ ਕਰਾਰਾ ਜਵਾਬ ਦੇ ਦਿੱਤਾ ਕਿ ਬ੍ਰਿਟੇਨ ਆਉਣ ਵਾਲੇ ਯਾਤਰੀਆਂ ਨੂੰ 10 ਦਿਨ ਆਈਸੋਲੇਟ ਹੋਣਾ ਪਏਗਾ ਤੇ RT-PCR ਟੈਸਟ ਪਹਿਲਾਂ ਤੋਂ ਹੀ ਜ਼ਰੂਰੀ ਹੈ। ਤੇ ਇਸ ਸੰਬੰਧੀ ਜਿਹੜੀ ਕੋਵਿਸ਼ੀਲਡ ਹੈ, ਭਾਰਤੀ ਮੈਡੀਸਨ ਲੱਗਦੀ ਸੀ ਇੰਡੀਆ ਦੇ ਵਿੱਚ, ਕੋਵਿਸ਼ੀਲਡ, ਉਸ ਨੂੰ ਵੀ ਮਾਨਤਾ ਦਿੱਤੀ ਹੈ, ਲੇਕਿਨ ਭਾਰਤ ਦਾ ਸਰਟੀਫਿਕੇਟ ਉਹਨਾਂ ਨੇ ਨਹੀਂ ਮੰਨਿਆ। ਸੋ ਭਾਰਤੀ ਯਾਤਰੀਆਂ ਦੇ ਬ੍ਰਿਟੇਨ ਦੇ ਵਿੱਚ ਕੋਰੋਨਾ ਪ੍ਰਤੀ ਜਿਹੜਾ ਪ੍ਰਤੀਬੰਧ ਹੈ, ਬੈਨ ਆ ਜਿਹੜਾ, ਭਾਰਤ ਨੇ ਵੀ ਉਸ ਦਾ ਕਰਾਰਾ ਜਵਾਬ ਦਿੱਤਾ। ਤੇ ਹੁਣ ਬ੍ਰਿਟੇਨ ਆਉਣ ਵਾਲੇ ਜਿਹੜੇ ਯਾਤਰੀ ਨੇ ਉਹਨਾਂ ਨੂੰ ਜਿਹੜਾ ਹੈਗਾ ਭਾਰਤ ਦੇ ਵਿੱਚ ਵੀ 10 ਦਿਨ ਆਈਸੋਲੇਟ ਹੋਣਾ ਪਏਗਾ। ਯਾਨੀ ਉਸ ਬਦਲੇ ਦੇ ਵਿੱਚ ਇੰਡੀਆ ਨੇ ਵੀ ਕਿ ਜੇ ਤੁਸੀਂ ਬ੍ਰਿਟੇਨ ਤੋਂ ਆਇਓ ਤੇ ਇੰਡੀਆ 'ਚ 10 ਦਿਨ ਆਈਸੋਲੇਟ ਰਹੋ। ਅਸਲ ਦੇ ਵਿੱਚ ਜਿਹੜਾ ਇੰਡੀਅਨ ਸਰਟੀਫਿਕੇਟ ਹੈ ਉਸ ਨੂੰ ਬ੍ਰਿਟੇਨ ਨੇ ਬਹੁਤੀ ਮਾਨਤਾ ਨਹੀਂ ਦਿੱਤੀ ਕਿ 2 ਟੀਕੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਜਿਹੜੇ ਆਦੇਸ਼ ਆਏ ਨੇ ਅੱਜ ਕੋਰੋਨਾ ਦੇ ਮਾਮਲੇ ਦੇ ਵਿੱਚ, UK ਦੇ ਲੋਕਾਂ ਨੂੰ ਵੀ RT-PCR ਟੈਸਟ ਜ਼ਰੂਰੀ ਕਰਾਉਣਾ ਹੋਵੇਗਾ। ਇਸ ਆਦੇਸ਼ ਦੇ ਮੁਤਾਬਕ ਸੁਰਿੰਦਰ ਵੀਰ ਕਿ ਜਿਹੜੀ ਵੈਕਸੀਨ ਦੀ 2 ਡੋਜ਼ ਜਿਨ੍ਹਾਂ ਨੂੰ ਲੱਗੀ ਹੋਈ ਆ ਉਹਨਾਂ ਨੂੰ ਵੀ ਕੋਰੋਨਾ ਟੈਸਟ ਕਰਾਉਣਾ ਹੋਏਗਾ। ਸੋ ਉਹਦੀ ਜਿਹੜੀ ਟਰੈਵਲ ਦੀ ਯਾਤਰਾ ਦੀ ਸ਼ੁਰੂਆਤ ਕਰਨ ਦੇ 72 ਘੰਟੇ ਪਹਿਲਾਂ ਤੱਕ ਤੇ ਆਗਮਨ ਤੋਂ 8 ਦਿਨ ਪਹਿਲਾਂ ਤੱਕ ਜਿਹੜਾ RT-PCR ਟੈਸਟ ਕਰਾਉਣਾ ਜ਼ਰੂਰੀ ਹੈ। ਇਹ ਆਦੇਸ਼ 4 ਅਕਤੂਬਰ ਤੋਂ ਲਾਗੂ ਹੋ ਜਾਣਗੇ। ਹਾਲਾਂਕਿ ਕੋਵਿਸ਼ੀਲਡ ਦੇ ਮਾਮਲੇ ਦੇ ਵਿੱਚ ਬ੍ਰਿਟੇਨ ਨੇ ਅਜੇ ਵੀ ਪੇਚ ਫਸਾ ਲਿਆ। ਸੋ ਬ੍ਰਿਟੇਨ ਨੇ ਕੋਵਿਸ਼ੀਲਡ ਨੂੰ ਮਾਨਤਾ ਤਾਂ ਦੇ ਦਿੱਤੀ ਹੈ, ਲੇਕਿਨ ਭਾਰਤੀਆਂ ਦੇ ਵਾਸਤੇ ਸ਼ਰਤਾਂ ਜੋੜ ਦਿੱਤੀਆਂ ਨੇ ਤੇ ਇਸ ਤੇ ਭਾਰਤ ਨੇ ਨਾਰਾਜ਼ਗੀ ਜਤਾਈ ਹੈ। ਨਵੇਂ ਨਿਯਮਾਂ ਦੇ ਮੁਤਾਬਕ ਕੋਵਿਸ਼ੀਲਡ ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾ ਚੁੱਕੇ ਭਾਰਤੀਆਂ ਨੂੰ ਬ੍ਰਿਟੇਨ ਪਹੁੰਚਣ ਤੇ 10 ਦਿਨ ਕੁਆਰੰਟਾਈਨ ਕਰਨਾ ਪਏਗਾ ਤੇ ਟੈਸਟ ਵੀ ਕਰਾਉਣੇ ਪੈਣਗੇ। ਤੇ ਭਾਰਤੀ ਨਾਗਰਿਕਾਂ ਨੂੰ ਬ੍ਰਿਟੇਨ ਦੇ ਵਿੱਚ ਇਸ ਤਰ੍ਹਾਂ ਨਸਲੀ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੇ ਜਵਾਬ ਦੇ ਵਿੱਚ ਬ੍ਰਿਟੇਨ ਨੇ ਕਹਿ ਦਿੱਤਾ ਕਿ ਉਹਨਾਂ ਨੇ ਕੋਵਿਸ਼ੀਲਡ ਲਗਾਉਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ, ਪਰ ਭਾਰਤ ਦਾ ਵੈਕਸੀਨ ਸਰਟੀਫਿਕੇਟ ਤੇ ਉਹ ਭਰੋਸਾ ਨਹੀਂ ਕਰ ਸਕਦੇ। ਯਾਨੀ ਓਵਰਆਲ ਸਾਡਾ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਉਹਦੇ ਤੇ ਅਗਲਿਆਂ ਨੂੰ ਭਰੋਸਾ ਨਹੀਂ ਹੈ। ਕੋਵੈਕਸੀਨ ਤੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ, ਪਰ ਸਾਡੇ ਸਰਟੀਫਿਕੇਟ ਤੇ ਉਹਨਾਂ ਨੇ ਕਿੰਤੂ ਕਰ ਦਿੱਤੇ ਨੇ। ਉਹ ਪਤਾ ਹੀ ਹੈ ਕਿ ਸਾਡੇ ਤਾਂ ਹੁਣ ਪ੍ਰਧਾਨ ਮੰਤਰੀ MA ਕਰਦੇ ਨੇ, ਪਰ ਉਹਨਾਂ ਦੇ ਨਾਲ ਕੋਈ ਸਟੂਡੈਂਟ ਨਹੀਂ ਜਿਹੜਾ ਪੜ੍ਹਿਆ ਹੋਵੇ। ਸੋ ਇਸ ਕਰਕੇ ਸਾਡੇ ਸਰਟੀਫਿਕੇਟਾਂ ਦੇ ਤੇ ਹਾਲਾਤ ਸਹੀ, ਅਗਲਿਆਂ ਨੇ ਫਿਰ ਸਹੀ ਉਹ ਕੀਤਾ। ਸੋ ਇਸ ਮੁਤਲਕ ਜਿਹੜਾ ਹੁਣ ਭਾਰਤ ਕਹਿੰਦਾ ਅਸੀਂ ਵੀ ਬ੍ਰਿਟੇਨ ਨੂੰ ਕਹਿੰਦਾ ਉਸੇ ਜਵਾਬ ਦੇ ਵਿੱਚ ਉਸੇ ਅੰਦਾਜ਼ ਦੇ ਵਿੱਚ ਜਵਾਬ ਦੇਵਾਂਗੇ। ਤੇ ਆਪਣੇ ਨਾਲ ਬਨਵੈਤ ਸਾਹਿਬ ਜੁੜੇ ਨੇ ਪਰਥ ਤੋਂ। ਬਨਵੈਤ ਸਾਹਿਬ ਸਵਾਗਤ ਹੈ, ਵੈਲਕਮ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਟਿਵਾਣਾ ਸਾਹਿਬ ਅਤੇ ਸੁਰਿੰਦਰ ਜੀ ਨੂੰ ਤੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਗੱਲ ਕਰਨਾ ਚਾਹਾਂਗਾ, ਜੇ ਕਿਸੇ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਹੋਵੇ ਔਰ ਉਹ ਬੜੀ ਮਿਹਨਤ ਮਸ਼ੱਕਤ ਕਰਕੇ, ਬੜੇ ਆਪਣੇ ਦਿਮਾਗ ਲਗਾ ਕੇ ਬੜੀ ਤਗੜੀ ਜ਼ਮੀਨ ਜਾਇਦਾਦਾਂ ਔਰ ਪ੍ਰਾਪਰਟੀਆਂ ਬਣਾ ਕੇ ਜਾਏ, ਆਉਣ ਵਾਲੀ ਔਲਾਦਾਂ ਜਿਹੜੀਆਂ ਨੇ ਉਹਨਾਂ ਨੂੰ ਖਰਾਬ ਕਰ ਦੇਣ, ਵੇਚਣਾ ਸ਼ੁਰੂ ਕਰ ਦੇਣ, ਤੇ ਉਹ ਜਿਹੜਾ ਬਜ਼ੁਰਗ ਸੀਗਾ ਉਹ ਦੋਸ਼ੀ ਹੈ ਜਾਂ ਔਲਾਦਾਂ ਦੋਸ਼ੀ ਨੇ? ਇਸ ਸੰਦਰਭ ਚ ਮੈਂ ਗੱਲ ਕਰ ਰਿਹਾ ਕਿ 70 ਸਾਲਾਂ ਦੇ ਅੰਦਰ ਬਾਰ-ਬਾਰ ਕਿਹਾ ਜਾਂਦਾ ਵੀ ਕਾਂਗਰਸ ਸੀਗੀ ਜੀ, ਕਾਂਗਰਸ ਦਾ ਰਾਜ ਸੀਗਾ, ਉਹਨਾਂ ਨੇ ਇੰਨੇ ਕਾਰਖਾਨੇ ਬਣਾਏ, ਇੰਨੇ ਮਤਲਬ ਜਾਇਦਾਦਾਂ ਬਣਾਈਆਂ, ਇੰਨਾ ਸਰਕਾਰੀ ਅਦਾਰੇ ਬਣਾਏ ਜਿਹੜੇ ਕਿ ਇੰਨੇ ਹੁਣ ਵੇਚਣੇ ਲਾਏ ਹੋਏ ਨੇ। ਪੋਰਟ ਵਿਕ ਗਏ, ਰੇਲਵੇ ਸਟੇਸ਼ਨ ਵਿਕ ਗਏ ਤੇ ਟ੍ਰੇਨਾਂ ਵਿਕ ਗਈਆਂ, ਸੜਕਾਂ, ਸਭ ਕੁਛ। ਹੁਣ ਸੁਣਨ ਚ ਆ ਰਿਹਾ ਹੈਗਾ ਕਿ 에ਅਰ ਇੰਡੀਆ ਵੀ ਜਿਹੜਾ ਹੈਗਾ ਟਾਟਾ ਨੂੰ ਦੇ ਦਿੱਤਾ ਗਿਆ ਹੈਗਾ ਜਾਂ ਦੇਣ ਜਾ ਰਹੇ ਨੇ, ਵਿਕ ਗਿਆ ਸਮਝੋ 에ਅਰ ਇੰਡੀਆ ਵੀ। ਤੇ
ਇਹਦੇ ਅੰਦਰ ਜਵਾਹਰ ਲਾਲ ਨਹਿਰੂ ਦੋਸ਼ੀ ਨੇ, ਜਿਨ੍ਹਾਂ ਨੇ ਇੰਨੇ 70 ਸਾਲਾਂ ਤੋਂ ਬਣਾਇਆ, ਤੇ ਉਹਨਾਂ ਨੂੰ ਠਹਿਰਾਇਆ ਜਾ ਰਿਹਾ ਹਰ ਗੱਲ ਦੇ ਉੱਤੇ ਕਿ ਜਿਹੜੇ ਅੱਜ ਦੇ ਮੌਜੂਦਾ ਬੱਚੇ ਨੇ ਉਹ ਜਿਹੜੇ ਵੇਚ ਰਹੇ ਨੇ ਉਹ ਨੇ ਦੋਸ਼ੀ। ਥੈਂਕ ਯੂ ਬਾਈ ਜੀ, ਮਿਹਰਬਾਨੀ। ਦੋਸ਼ੀ ਤਾਂ ਦੇਖੋ ਇਹੀ ਨੇ ਜਿਹੜੇ ਮਤਲਬ ਸੰਭਾਲ ਨਹੀਂ ਸਕੇ। ਇੱਕ ਪਿਓ ਦਾਦਿਆਂ ਦੀ ਬਣਾਈ ਹੋਈ ਜਾਇਦਾਦ ਤੁਸੀਂ ਕੌਡੀਆਂ ਦੇ ਭਾਅ ਜਿਹੜੀ ਆ ਉਹ ਹੜਾ ਰਹੇ ਹੋ, ਚਲਾ ਨਹੀਂ ਪਾ ਰਹੇ। ਇੱਕ ਪਾਸੇ ਪ੍ਰਾਈਵੇਟ ਫਰਮ ਆਉਂਦੀ ਹੈ, ਉਹ ਜਹਾਜ਼ ਵੀ ਬਣਾਉਣ ਲੱਗੀ, ਜਿਹਨੂੰ ਜਹਾਜ਼ ਬਣਾਉਣ ਦਾ ਇਹਲੇ ਤੇ ਕੋਕੋ ਪਤਾ ਨਹੀਂ, ਉਹਨੂੰ ਰਫੇਲ ਡੀਲ ਤੁਸੀਂ ਸਾਰੀ ਉਹਨੂੰ ਦੇ ਦਿੱਤੀ ਹੈ। ਜਿਹੜੇ ਰੋੜੀਆਂ ਬਣਾਉਂਦੇ ਸੀ ਉਹ ਰਫੇਲ ਬਣਾ ਰਹੇ ਨੇ, ਉਹਨਾਂ ਕੋਲ ਕਿਹੜੀ ਕੁਆਲੀਫਿਕੇਸ਼ਨ ਹੈ। ਇੱਕ ਪਾਸੇ ਭਾਰਤ ਹੈਵੀ ਇਲੈਕਟ੍ਰਿਕ ਲਿਮਟਿਡ ਜਾਂ ਹੋਰ ਜਿਹੜੀਆਂ ਕੰਪਨੀਆਂ ਨੇ, ਤੁਸੀਂ ਉਹਨਾਂ ਦਾ ਦਿਵਾਲਾ ਕੱਢ ਦਿੱਤਾ, ਹਰ ਚੀਜ਼ ਵੇਚੀ ਜਾ ਰਹੇ ਹੋ। ਫਿਰ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਫਾਇਦਾ ਕੀ ਹੈ ਜੇ ਕੰਮ ਹੀ ਸਾਰਾ ਕਾਰਪੋਰੇਟ ਨੇ ਕਰਨਾ? ਫਿਰ ਕੋਈ ਬਾਣੀਆਂ ਰੱਖ ਲਓ ਤੁਹਾਡੀ ਜਗ੍ਹਾ ਤੇ, ਹਨਾ, ਅਗਲਾ ਆਪਣੇ ਖਰਚੇ ਤੇ ਤਾਂ ਚਲਾਊਗਾ। ਇੱਕ ਪਾਸੇ ਤੁਸੀਂ ਮੇਕ ਇਨ ਇੰਡੀਆ ਕਰ ਰਹੇ ਹੋ ਤੇ ਮੂਰਤੀ ਤੁਸੀਂ ਵੱਲਭ ਭਾਈ ਪਟੇਲ ਦੀ ਬਣਾ ਨਹੀਂ ਸਕੇ। ਮੂਰਤੀਆਂ ਦਾ ਇਹ ਮੁਲਕ ਹੈ, ਮੂਰਤੀਆਂ ਬਣਾ ਰਹੇ ਹੋ ਤੁਸੀਂ ਕਾਮਰੇਡਾਂ ਤੋਂ, ਚਾਈਨਾ ਤੋਂ। ਇਹ ਲਾਹਨਤ ਹੈ ਇਸ ਸਿਸਟਮ ਤੇ, ਹੋਰ ਕੀ ਕਵਾਂਗੇ ਇਹ ਤੋਂ ਵੱਧ। ਸੁਰਿੰਦਰ ਵੀਰ ਬੁਲਾਈਏ ਫਿਰ ਫਤਿਹ। ਹਾਂਜੀ ਹਾਂਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਹੁੰਦੀ ਸਵੇਰੇ ਮੁਲਾਕਾਤ। ਸਤਿ ਸ਼੍ਰੀ ਅਕਾਲ, 6 ਵਜੇ ਮਿਲਦੇ ਹਾਂ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਮਿਹਰਬਾਨੀ। ਸੋ ਦੋਸਤੋ, ਇਸ ਤਰ੍ਹਾਂ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਐਡਵੋਕੇਟ ਸੁਰਿੰਦਰ ਸਿੰਘ ਬਾਈ ਜੀ ਆਪਣੇ ਨਾਲ ਜੁੜੇ ਸਨ। ਸੋ ਇਹ ਅਪਡੇਟ ਜਿਹੜੀਆਂ ਹੁਣ ਤੱਕ ਦੀਆਂ ਤੁਹਾਡੇ ਨਾਲ ਕੀਤੀਆਂ ਨੇ, ਬਹੁਤ ਸਾਰੇ ਸੱਜਣਾ ਦੇ ਮੈਸੇਜ ਆਏ ਨੇ, ਸਾਰਿਆਂ ਦਾ ਧੰਨਵਾਦ। ਬਲਜਿੰਦਰ ਸਿੰਘ ਕਹਿੰਦੇ ਮੇਰੀ ਛੋਟੀ ਜੀ ਬੇਨਤੀ ਹੈ ਕਿ ਮੇਰੀ ਫਿਸ਼ ਤੇ ਪਿਗ ਫਾਰਮ ਤੋਂ ਜਿਹੜਾ ਵੀ ਮੁਨਾਫਾ ਹੋਏਗਾ ਉਸ ਦਾ 2% ਟਿਵਾਣਾ ਰੇਡੀਓ ਨੂੰ ਦੇਵਾਂਗਾ ਤਾਂ ਕਿ ਆਪ ਦਾ ਸਿਸਟਮ ਠੀਕ ਕਰ ਸਕੀਏ। ਅਸੀਂ ਇਸ ਮੰਚ ਨੂੰ ਅਸੀਂ ਆਪਣੇ ਪਰਿਵਾਰ ਮੰਨਦੇ ਹਾਂ। ਥੈਂਕ ਯੂ, ਵੈਲਕਮ ਜੀ। ਅਸੀਂ ਤਾਂ ਕਹਿੰਦੇ ਤੁਹਾਡੀਆਂ ਮੱਛੀਆਂ ਮੋਟੀਆਂ ਹੋਣ ਭਾਈ, ਫਟਾਫਟ। ਅੱਛਾ, ਪਿਗ ਫਾਰਮ ਵੀ ਰੱਖਿਆ ਬਾਈ ਜੀ ਹੋਰਾਂ ਨੇ, ਬਹੁਤ ਵਧੀਆ ਚੀਜ਼ ਹੈ। ਜਦੋਂ ਜ਼ਿਮੀਂਦਾਰ ਪਿਗਰੀ ਫਾਰਮ ਚਲਾਉਣ ਲੱਗ ਪਿਆ ਨਾ, ਉਹਦੇ ਕਾਮਯਾਬ ਹੋਊ ਜ਼ਿਮੀਂਦਾਰ। ਇਹ ਜਮਾਦਾਰੀ ਦੇ ਪੱਲੇ ਨਹੀਂ ਇਹ ਕੰਮ, ਇਹ ਜ਼ਿਮੀਂਦਾਰ ਵੀ ਕਰ ਸਕਦਾ। ਬਹੁਤ ਵਧੀਆ। ਉਦੋਂ ਮੈਂ ਚੰਨ ਪ੍ਰਦੇਸ਼ੀ ਦੇ ਹੁੰਦਾ ਸੀ, ਆਪਣੇ 6-7 ਮਿੱਤਰਾਂ ਨੇ ਫਾਰਮ ਸ਼ੁਰੂ ਕਰੇ ਸੀ, ਵਧੀਆ ਚੱਲਦੇ ਆ। ਬਹੁਤ ਸਾਫ਼ ਸੁਥਰਾ ਜਾਨਵਰ ਹੈ ਜਿਹਨੂੰ ਅਸੀਂ ਬਹੁਤ ਗੰਦਾ ਸਮਝਦੇ ਹਾਂ। ਘਰਾਂ ਦੀ ਜਿੰਨੀ ਵੇਸਟ ਹੈ, ਮੈਰਿਜ ਪੈਲਸਾਂ ਦੀ, ਮੰਡੀਆਂ ਦੀ ਜਿੰਨੀ ਵੇਸਟ ਹੈ, ਉਹ ਸਭ ਖਾ ਕੇ ਖਤਮ ਕਰ ਦਿੰਦਾ। ਕਮਾਈ ਵੀ ਚੰਗੀ ਹੈ ਇਸ ਦੇ ਵਿੱਚ। ਤੇ ਧੰਨਵਾਦ ਜੀ। ਮਨਮੋਹਨ ਕੌਰ, ਇੰਦਰਜੀਤ ਨਾਗਰਾ ਸਾਹਿਬ, ਗੁਰਨਾਰ ਸਿੰਘ ਜਨੌਦਾ ਵੀਰ, ਹੁਣ ਜ਼ਿਲ੍ਹਾ ਹੈੱਡਕੁਆਰਟਰ ਨਹੀਂ, ਕਿਸਾਨਾਂ ਨੇ ਪੰਜਾਬ ਦੇ MP ਤੇ MLA ਦੇ ਘਰ ਘੇਰਨਾ। ਬਿਲਕੁਲ ਘੇਰਨੇ ਚਾਹੀਦੇ ਆ ਸਭ। ਹੈਰੀ ਪਟਿਆਲਾ, ਬਿਲਕੁਲ ਆ ਪਟਿਆਲੇ ਵਾਲਾ ਮਹਿਲ ਵੀ ਘੇਰਨਾ ਚਾਹੀਦਾ ਜਿਹੜਾ ਨਵਾਂ ਸਾਂਝਾ ਪਾ ਰਿਹਾ ਭਾਜਪਾ ਨਾਲ। ਭੈਣ ਬਬਲੀ ਢਿੱਲੋਂ, ਗੁਰਮੀਤ ਸਿੰਘ ਥੈਂਕ ਯੂ। ਦਲਵੀਰ ਰੰਧਾਵਾ ਗੋਬਿੰਦਗੜ੍ਹੀਆ, ਇਕਬਾਲ ਟਿਵਾਣਾ, ਵੱਡੇ ਭੈਣ ਹਰਵਿੰਦਰ ਜੌਲ। ਕੱਲ ਹਮੀਰ ਸਿੰਘ ਤੇ ਮਾਲੀ ਨੇ ਸਵਾਲ ਚੁੱਕੇ ਸਨ, ਆਪਣੇ ਪ੍ਰੋਗਰਾਮ ਬਾਰੇ ਸਵਾਲ ਕਰ ਦਿੰਦੇ ਕਿ ਮਾਲੀ ਸਾਹਿਬ ਗੱਲ ਦੀ ਰਿਪਲਾਈ ਨਹੀਂ ਕਰਦੇ। ਕੱਲ ਹਮੀਰ ਸਿੰਘ ਤੇ ਮਾਲੀ ਨੇ ਸਵਾਲ ਚੁੱਕ ਰੱਖੇ ਸੀ, ਮੈਂ ਸਮਝਿਆ ਨਹੀਂ ਮਨਦੀਪ ਕੀ ਕਹਿਣਾ ਚਾਹੁੰਦੇ ਤੁਸੀਂ। ਕੋਈ ਨਹੀਂ। ਤੇ ਗੋਲਡੀ ਜੀ ਥੈਂਕ ਯੂ। ਬਲਜਿੰਦਰ ਮੌੜ, ਰਾਜਾ ਵੜਿੰਗ ਬੱਸ 'ਚ ਬੱਸਿਆਂ ਨੂੰ ਕਹਿੰਦਾ ਜਦੋਂ ਮੈਂ ਫੌਰਨ ਆਇਆ ਮੈਨੂੰ ਚਾਹ ਪਾਣੀ ਪਿਆ ਦਿਓ। ਲਓ ਦੱਸੋ। ਬਸ ਰਾਜਾ ਡਰਾਮੇ ਸੋਹਣੇ ਕਰ ਲੈਂਦਾ। ਮਨਦੀਪ ਚਾਲ, ਪਵਿੱਤਰ ਧਾਲੀਵਾਲ ਕਹਿੰਦੇ ਚਰਨਜੀਤ ਚੰਨੀ ਦੀਆਂ ਕੋਸ਼ਿਸ਼ਾਂ ਸ਼ਲਾਘਾਯੋਗ ਨੇ, ਪੰਜਾਬੀ ਨੂੰ ਸਾਥ ਦੇਣਾ ਚਾਹੀਦਾ। ਬਿਲਕੁਲ, ਜਿੱਥੇ ਜਾਇਜ਼ ਸਾਥ ਦਿਓ, ਜਿੱਥੇ ਗਲਤ ਹੈ ਉਹਦੀ ਆਲੋਚਨਾ ਕਰੋ ਤਾਂ ਜੋ ਸਰਕਾਰਾਂ ਸਤਰਕ ਰਹਿਣ। ਗੁਰਮੀਤ ਭੁੱਲਰ, ਦਲਵੀਰ ਰੰਧਾਵਾ, ਪੈਰਾਮੀਟਰ ਤਾਂ ਹੈਗੇ ਨੇ ਪਰ ਘਤਿੱਤਪੁਣਾ ਕਰ ਰਹੇ ਨੇ ਕਿਸਾਨਾਂ ਨਾਲ। ਜਗ ਸੰਧੂ, ਹੈਰੀ ਪਟਿਆਲਾ, ਮੱਖਣ ਪੁਰੇਵਾਲ ਬਾਈ ਸਬਸਕ੍ਰਾਈਬਰ ਵੀ ਨੇ। ਬਲਜਿੰਦਰ ਸਿੰਘ ਮੌੜ ਤੇ ਬਲਵੰਤ ਸਿੰਘ ਢੱਲੋਂ, ਆਪ ਸਭ ਸੱਜਣਾ ਦਾ ਧੰਨਵਾਦ। ਇਸੇ ਤਰ੍ਹਾਂ YouTube ਤੇ ਵੀ ਕਈ ਸਾਰੇ ਸੱਜਣ ਜੁੜੇ ਨੇ, ਧੰਨਵਾਦ ਉਹਨਾਂ ਦਾ ਵੀ। ਜਗਦੇਵ ਸਿੰਘ ਸਿੱਧੂ ਆਪਣੇ ਸਬਸਕ੍ਰਾਈਬਰ ਵੀ ਨੇ ਬਾਈ ਜੀ ਟੋਰਾਂਟੋ ਤੋਂ, ਮਿਹਰਬਾਨੀ। ਤੁਸੀਂ ਵੀ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ। $20 ਮੰਥਲੀ ਸਬਸਕ੍ਰਿਪਸ਼ਨ ਹੈ, ਜਿੰਨੇ ਮਹੀਨੇ ਦੀ ਚਾਹੋ ਲੈ ਸਕਦੇ ਹੋ ਤੇ ਕੋਈ ਦਿੱਕਤ ਨਹੀਂ ਹੈ। ਵੱਧ ਘੱਟ ਵੀ ਕਰ ਸਕਦੇ ਹੋ ਆਪਣੀ ਇੱਛਾ ਮੁਤਾਬਕ। ਪ੍ਰਸ਼ੋਤਮ ਸਿੰਘ ਥੈਂਕ ਯੂ ਜੀ। ਗੁਰਦਿਆਲ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ ਬਲ, ਬਲਵਿੰਦਰ ਸਿੰਘ, ਬਲਜੀਤ ਸਿੰਘ ਬਲ ਤੇ ਰਸ਼ਪਾਲ ਸਿੰਘ ਚੰਗੇਰਾ ਸਾਹਿਬ, ਰਜਿੰਦਰ ਸਿੰਘ। ਇਹ ਗੱਲ ਦੱਸਣਾ ਹੈ ਕਿ ਜਿਹੜੇ MLA ਨੇ ਕਿਹਾ ਸੀ ਕਿ ਮੁੱਖ ਮੰਤਰੀ ਇੱਕ ਸਿੱਖ ਹੀ ਬਣ ਸਕਦਾ ਹੈ ਕਿ ਹਿੰਦੂ ਉਹਨਾਂ ਨੂੰ ਵੋਟ ਨਹੀਂ ਪਾਉਂਦੇ, 2022 ਦੇ ਵਿੱਚ ਇਹਨਾਂ ਤੇ ਕੋਈ ਵੋਟ ਦਾ ਅਸਰ ਪਏਗਾ ਨਹੀਂ। ਇਹ ਐਵੇਂ ਆ ਜੀ, ਇਹ ਹਿੰਦੂ ਹੋਇਆ ਸਿੱਖ ਹੋਇਆ ਕੋਈ ਫਰਕ ਨਹੀਂ, ਵਧੀਆ ਹੋਵੇ ਬਰਾਬਰ ਹੈ ਸਭ। ਇਸ ਚੋਂ ਨਿਕਲਣਾ ਚਾਹੀਦਾ, ਸਾਨੂੰ ਜਾਤ ਵਿਸ਼ੇਸ਼ ਚੋਂ ਨਿਕਲਣਾ ਚਾਹੀਦਾ। ਕਰਨ ਸਿੰਘ ਥੈਂਕ ਯੂ। ਰਜਿੰਦਰ ਕੁਮਾਰ ਬਹੁਤ ਵਧੀਆ ਗੱਲ ਆ ਵੀਰ ਤੁਹਾਡੀ। ਲੌਂਗ ਰੂਟ, ਇੱਕ ਵਾਰੀ ਬਾਹਰਲੇ ਦੇਸ਼ਾਂ 'ਚ ਬੈਠੀਆਂ ਭੇਡਾਂ ਦੀ ਯਾਰ ਏਦਾਂ ਨਾ ਤੁਸੀਂ ਪਰ ਸੁਣਿਆ। ਵਾਰਿਸ ਪੰਜਾਬ ਦੇ ਨਾਂ ਦੀ ਫੈਕਟਰੀ ਲਾ ਗਿਆ। ਕੋਈ ਨਹੀਂ, ਸਭ ਇੱਥੇ ਆ ਜਾਣਾ ਵੀਰਿਆ, ਕੋਈ ਦਿੱਕਤ ਨਹੀਂ ਹੈ। ਮੇਰਾ ਪਿੰਡ ਬਲੋਟ ਤੋਂ 7 ਕਿਲੋਮੀਟਰ ਹੈ। ਅਖਬਾਰ ਹਾਕਰ ਆਉਣਾ ਹੀ ਬੰਦ ਹੋ ਗਿਆ। ਹਾਂ, ਜਦੋਂ ਬਾਈ ਜੀ ਕੰਮ ਘਟ ਗਿਆ ਨਾ ਸਾਂਝ ਪੰਜਾਬ ਦੀ,
ਤੇ ਇਸ ਕਰਕੇ ਉਹਨਾਂ ਨੂੰ ਬਚਦਾ ਕੁਛ ਨਹੀਂ। ਬਹੁਤ ਸਾਰੇ ਜਿਹੜੇ ਕਰੋਨਾ ਕਰਕੇ ਜਿਹੜੇ ਹਾਕਰ ਸੀਗੇ ਉਹ ਪ੍ਰਵਾਸੀ ਸੀਗੇ, ਉਹ ਆਪਣੇ ਆਪਣੇ ਸੂਬਿਆਂ ਨੂੰ ਚਲੇ ਗਏ, ਇਹ ਵੀ ਇੱਕ ਕਾਰਨ ਬਣਿਆ। ਤੇ ਕਰਨ ਸਿੰਘ ਥੈਂਕ ਯੂ, ਪਟਿਆਲਾ ਵਾਲਾ ਜਗਬਾਣੀ ਦਾ ਸੰਪਾਦਕ ਪੰਜੋਲਾ ਸ਼ਰੇਆਮ ਕਾਂਗਰਸ, ਚਲੋ ਕੋਈ ਨਹੀਂ, ਕਾਰਨ ਪਤਾ ਹੀ ਹੈ ਬਾਈ ਜੀ, ਜੋ ਹੈ ਸਭ ਨੂੰ ਪਤਾ ਕੌਣ ਕੀ ਹੈ। ਕੋਹਨੂਰ ਥੈਂਕ ਯੂ ਜੀ। ਨਵਾਂ ਜਵਾਨਾ ਅਖਬਾਰ ਮੇਰੀ ਸੁਰ ਤੋਂ ਪਹਿਲਾਂ ਦਾ ਆਉਂਦਾ, ਉਮਰ 70 ਸਾਲ। ਹਾਂ, ਵੀਰਵਾਰ ਤਾਂ ਉਹਦੇ ਚ ਕਾਫੀ ਲਿਟਰੇਰੀ ਹੁੰਦਾ, ਵੈਸੇ ਤਾਂ ਕਾਮਰੇਡਾਂ ਦਾ ਆਪਣਾ ਏਜੰਡਾ ਹੈ। ਸਵਾਗਤ, ਸਤਿ ਸ਼੍ਰੀ ਅਕਾਲ ਬਾਈ ਜੀ। 51 ਨੰਬਰ। ਹੈਲੋ, ਹਾਂਜੀ ਕੌਣ ਜੀ? ਹਾਂ ਮਨਜੀਤ ਇੰਦਰ ਸਿੰਘ ਬੋਲ ਰਿਹਾ ਜੀ। ਹਾਂ ਮਨਜੀਤ ਇੰਦਰ ਭਾਜੀ, ਕੀ ਕਹਿਣਾ ਚਾਹੁੰਦੇ ਹੋ? ਵਧੀਆ ਜੀ, ਚੱਲਦਾ ਜੀ ਪ੍ਰੋਗਰਾਮ ਹਲੇ? ਹਾਂ ਲਾਈਵ ਹੈਗਾ, ਬਸ ਉਹ ਮੈਂ ਕਮੈਂਟ ਪੜ੍ਹ ਰਿਹਾ ਸੀ। ਪਹਿਲੀ ਤਾਂ ਗੱਲ ਨਾ, ਜਿਵੇਂ ਤੁਸੀਂ ਕਿਹਾ ਸੀ ਕੱਲ ਜ਼ਿਲ੍ਹਾ ਹੈਡਕੁਆਟਰਾਂ ਤੇ ਘਿਰਾਓ ਕਰਨਾ ਕਿਸਾਨਾਂ ਨੂੰ, ਤੇ ਉਹ ਕੱਲ ਜ਼ਿਲ੍ਹਾ ਹੈਡਕੁਆਟਰ ਜਲੰਧਰ ਤੇ ਸਰਦਾਰ ਪ੍ਰਗਟ ਸਿੰਘ ਕੈਬਨਿਟ ਮਿਨਿਸਟਰ ਨੇ ਤਾਂ ਮੀਟਿੰਗ ਰੱਖੀ ਹੋਈ ਹੈ DC ਦੇ ਨਾਲ, ਸਾਰੇ ਅਧਿਕਾਰੀਆਂ ਦੀ, ਜ਼ਿਲ੍ਹਾ ਦੀਆਂ, ਸ਼ਹਿਰ ਦੀਆਂ, ਪਤਾ ਨਹੀਂ ਕੀ ਹੋਊਗਾ 11 ਵਜੇ। ਤੇ ਚਲੋ, ਦੂਜੀ ਗੱਲ ਟਵਾਣਾ ਸਾਹਿਬ, ਅੱਜ 1 ਅਕਤੂਬਰ ਆ, ਕੱਲ ਨੂੰ 2 ਅਕਤੂਬਰ ਆ। ਤੇ ਫੋਨ ਨਾ ਕਰ ਹੋਏ ਪਹਿਲਾਂ ਹੀ ਕਹਿ ਰਿਹਾ, ਮੈਂ ਖਰਾਜੇ ਅਕੀਦਤ ਸ਼ਰਧਾ ਭੇਟ ਕਰਨਾ ਚਾਹੁੰਦਾ ਮਹਾਤਮਾ ਗਾਂਧੀ ਜੀ ਨੂੰ ਜੀ। ਪਹਿਲਾਂ ਕਹੇ ਅਸੀਂ ਬਹੁਤ ਕੁਝ ਪੁੱਠਾ ਸਿੱਧਾ ਸੋਚਦੇ ਸੀ ਉਹਨਾਂ ਬਾਰੇ, ਪਰ ਅੱਜ ਪਤਾ ਲੱਗਦਾ ਕਿ ਉਸ ਬੰਦੇ ਦੀ ਸੋਚ ਜੋ ਉਦੋਂ ਸੀ ਉਹ ਕਿੰਨੀ ਕਾਰਗਰ ਸੀ, ਉਹਦੀ ਮਹੱਤਤਾ ਕੀ ਸੀ, ਕਿਹੜੇ ਹਾਲਾਤਾਂ 'ਚ ਉਹਨੇ ਉਹ ਆਪਦਾ ਥਰਮਾ ਬਣਾਈ ਰੱਖਿਆ ਤੇ ਉਹ ਸੋਚ ਤੇ ਬੈਠਾ ਰਿਹਾ। ਅੱਜ ਦੀ ਤਰੀਕ 'ਚ ਉਹਦੀ ਮਤਲਬ ਕ੍ਰੈਡੀਬਿਲਿਟੀ, ਉਹਦੀ ਰੀਨੇਬਿਲਿਟੀ ਕਿੰਨੀ ਆ, ਸਾਨੂੰ ਅੱਜ ਮਹਿਸੂਸ ਹੁੰਦਾ ਜੀ। ਉਸ ਬੰਦੇ ਨੇ ਜੇ ਅੱਜ ਕੋਈ ਪੋਲੀਟੀਸ਼ੀਅਨ, ਕੋਈ ਸਟੇਟਸਮੈਨ ਇਹੋ ਜਿਹੀ ਮਤਲਬ ਕਿਰਦਾਰ ਪੈਦਾ ਕਰ ਲਵੇ, ਇਹੋ ਜਿਹੀ ਸੋਚ ਪੈਦਾ ਕਰ ਲਵੇ, ਤਾਂ ਜਿਹੜਾ ਬ੍ਰਿਗੇਡ ਤੁਰਿਆ ਫਿਰਦਾ ਮੋਦੀ ਹੋਣਾ, ਇਹਨਾਂ ਦੇ ਖਿਲਾਫ ਹੀ ਤਾਂ ਡਟਿਆ ਸੀ ਉਦੋਂ। ਹਾਂ, ਕੱਟੜਵਾਦ ਦੇ ਖਿਲਾਫ ਤੁਸੀਂ ਵੇਖੋ, ਤੇ ਇਹਨਾਂ ਨੇ ਫਿਰ ਗੌਂਡਸੇ ਨੂੰ ਚੱਕਿਆ, ਇਹਨਾਂ ਨੇ ਗਾਂਧੀ ਨੂੰ ਉਹ ਕਰ ਦਿੱਤਾ। ਬਿਲਕੁਲ ਚੱਕਿਆ, ਉਹਨੇ ਹੱਕ ਦੀ ਗੱਲ ਕੀਤੀ ਵੀ ਜਿੰਨਾ ਤੁਸੀਂ ਮੁਸਲਮਾਨਾਂ ਨੂੰ ਮਾਰਦੇ ਹੋ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ, ਤੁਹਾਨੂੰ ਹੱਕ ਦਿਓ ਪਾਕਿਸਤਾਨ ਨੂੰ ਜਿੰਨਾ ਉਹਨਾਂ ਨੂੰ ਪੈਸਾ ਚਾਹੀਦਾ। ਤੇ ਉਹ ਮਤਲਬ ਉਸੇ ਤੇ ਉਹਨੂੰ ਬੈਸ਼ਨ ਕਰਦੇ ਹੈਗੇ, ਤੇ ਮੈਂ ਤਾਂ ਮਤਲਬ ਉਹਨੂੰ ਹੀਰੋ ਮੰਨਦਾ ਜੀ। ਥੈਂਕ ਯੂ। ਬਿਲਕੁਲ, ਕੱਟੜਤਾ ਦੇਖੋ, ਇਹ ਵੀ ਤਾਂ ਉਹ ਰੰਗਜੇਪਣਾ ਹੀ ਆ ਨਾ ਜਿਹੜਾ ਇਹ ਕਰ ਰਹੇ ਨੇ, ਕਿਉਂਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਵਾਰਾ, ਜੋ ਗੁਰਵਾਕ ਹੈ ਉਹ ਸਾਨੂੰ ਅਡਾਪਟ ਕਰਨਾ ਚਾਹੀਦਾ ਜੀ। ਬਿਲਕੁਲ, ਥੈਂਕ ਯੂ, ਮਿਹਰਬਾਨੀ। ਸੋ ਰੰਗਜੇਬ ਤਲਵਾਰ ਦੇ ਜ਼ੋਰ ਤੇ ਕਰਦਾ ਸੀ, ਤਿਕੜਮਬਾਜੀ ਦੇ ਜ਼ੋਰ ਤੇ ਕਰਦੇ ਆ, ਫਿਰ ਫਰਕ ਕੀ ਹੈ? ਤੇ YouTube ਤੇ ਵੇਖ ਰਹੇ ਨੇ ਸਮਰਾ ਸਾਹਿਬ, ਥੈਂਕ ਯੂ। ਹਾਂ, ਡੇਟ ਦੀ ਥੋੜੀ ਦਿੱਕਤ ਆ ਗਈ ਸੀਗੀ, ਗਲਤ ਪੈ ਗਈ ਸੀ। ਸੁਰਿੰਦਰ ਢਿੱਲੋਂ ਥੈਂਕ ਯੂ ਜੀ, ਮਿਹਰਬਾਨੀ। ਗੁਰਲਾਲ ਦੀ ਕਿਤਾਬ ਹੈ ਕਰਕਰੇ ਦਾ ਕਾਤਲ ਕੌਣ, ਥੈਂਕ ਯੂ ਸਮਰਾ ਸਾਹਿਬ। ਕਪਤਾਨ ਢਿੰਡ ਸੇ BJP ਤੇ ਹਾਂ ਅਕਤੂਬਰ ਸੀ ਜੀ, ਸੌਰੀ ਢਿੱਲੋਂ ਸਾਹਿਬ, ਗਲਤ ਪੈ ਗਈ, ਉਹ ਸਵੇਰ ਵਾਲੀ ਚੱਕ ਕੇ ਪੇਸਟ ਹੋ ਗਈ ਹੈ, ਕਈ ਵਾਰੀ ਹੋ ਜਾਂਦੀਆਂ ਚੀਜ਼ਾਂ। ਗੁਰਜੀਤ ਪਾਵਰਾ ਸਾਹਿਬ, ਸੁਰਿੰਦਰ ਢਿੱਲੋਂ, ਮਨਜੀਤ ਇੰਦਰ ਸਿੰਘ ਸਿਲੋਂ ਰਾੜਾ ਸਾਹਿਬ ਦੇ ਲਾਗੇ, ਦੀਪ ਅਨੰਦਪੁਰ ਸਾਹਿਬ ਤੋਂ ਥੈਂਕ ਯੂ। ਰਵਿੰਦਰ ਜੋਸ਼ਨ ਬਾਈ ਜੀ, ਕੁਲਜੀਤ ਸਿੰਘ ਹਾਂਗਕਾਂਗ ਤੋਂ ਆਪਣੇ ਸਬਸਕ੍ਰਾਈਬਰ ਵੀ ਨੇ ਬਾਈ ਜੀ, ਤਖਾਣਵਾਦ ਵਾਲੇ। ਬਲਵਿੰਦਰ ਸਿੰਘ, ਜਗਤਾਰ ਸਿੰਘ ਦੇ ਚਮਕੌਰ ਸਾਹਿਬ ਮੰਡੀ 'ਚ ਵੀ ਝੋਨਾ ਕਿਸਾਨ ਪਰੇਸ਼ਾਨ ਨੇ। ਬਲਦੇਵ ਸਿੰਘ NRI ਵੀਰ ਬਠਿੰਡੇ ਤੋਂ। ਗੁਰਮੀਤ ਸੰਧੂ ਚੁੱਪ ਕੀਤੀ ਤੋਂ ਸਬਸਕ੍ਰਾਈਬਰ ਨੇ ਆਪਣੇ ਟਰੰਟੋ ਤੋਂ। ਜਗਤਾਰ ਸਿੰਘ ਥੈਂਕ ਯੂ ਜੀ। ਭੂਮਿੰਦਰ ਸਿੰਘ ਸਰ ਕਾਈਂਡਲੀ ਰਾਈਟ, ਹਾਂ ਸੌਰੀ ਉਹ ਸਵੇਰ ਵਾਲਾ ਹੀ ਲਿਖਿਆ ਗਿਆ ਜੀ, ਮਾਫੀ ਚਾਹੁੰਦਾ, ਉਹ ਮੈਂ ਕਾਪੀ ਪੇਸਟ ਹੋ ਜਾਂਦੀਆਂ ਕਈ ਚੀਜ਼ਾਂ। ਥੈਂਕ ਯੂ, ਠੀਕ ਕਰ ਦਾਂਗੇ ਐਡੀਟਰ ਦੇ ਵਿੱਚ। ਤੇ ਰਵਿੰਦਰ ਜੋਸ਼ਨ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਸਰਬਜੀਤ ਕੌਰ, ਰਣਜੀਤ ਸਿੰਘ, ਰਣਵੀਰ ਸਿੰਘ ਧਾਲੀਵਾਲ, ਬਲਰਾਮ ਬਾਈ ਜੀ, ਬਲਵਿੰਦਰ ਸਿੰਘ, ਸਰਬਰਾੜ ਮੁਕਤਸਰ ਤੋਂ, ਗੁਰਜੀਤ ਗਿੱਲ, ਕੇਵਲ ਬਹਿਰੀਨ ਤੋਂ, ਢਿੱਲੋਂ ਬਾਈ ਜੀ ਰਾਏਕੋਟ ਵਾਲੇ, ਲੰਮੇ ਵਾਲਿਆਂ ਦੇ ਜਵਾਈ ਥੈਂਕ ਯੂ। ਸੁਖਵਿੰਦਰ ਸਿੰਘ ਹੈਲੋ, ਥੈਂਕ ਯੂ। ਸੋ ਆਪ ਸਭ ਸੱਜਣਾ ਦਾ ਧੰਨਵਾਦ। ਪ੍ਰੋਗਰਾਮ ਆਪਾਂ ਦੋਸਤੋ ਐਡਿਟ ਕਰਕੇ ਪਾਈਦਾ, ਜਿਸ ਤਰ੍ਹਾਂ ਵਿੱਚ ਅੰਕ ਲਿਖਿਆ ਹੁੰਦਾ 488 99 90 M ਤੋਂ ਮਾਰਨਿੰਗ, E ਤੋਂ ਇਵਨਿੰਗ, ਸੋ ਉਹ ਸੁਣਿਆ ਕਰੋ। ਹੈਲੋ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਬਾਈ ਜੀ ਹਾਂ ਕਹਿ ਰਹੇ ਜੀ, ਗਾਂਧੀ ਸਾਹਿਬ ਦੀ ਗੱਲ ਕਰਦੇ ਜੀ। ਤੇ ਬਾਈ ਜੀ ਹੁਣ ਪਤਾ ਨੀ, ਮੈਂ ਘੱਟ ਪੜ੍ਹਿਆ, ਪਤਾ ਨੀ ਬਾਈ ਜੀ ਘੱਟ ਪੜ੍ਹੇ ਨੇ, ਇੰਨੀ ਗਾਂਧੀ ਦੀ ਸਲਾਹਤਾ ਕਰਦੇ ਆ। ਗਾਂਧੀ ਨੇ ਦਿੱਤਾ ਕੀ ਆਪਾਂ ਨੂੰ? ਉਹਨਾਂ ਨੇ ਆਪਣੇ ਜਿਸ ਤਰ੍ਹਾਂ ਹੁਣ ਇਹ ਗੌਂਡਸੇ ਗਰੁੱਪ ਆ ਰਿਹਾ ਨਾ, RSS ਗਰੁੱਪ ਜੋ ਆ ਰਿਹਾ, ਉਹਨਾਂ ਨੇ ਉਸ ਸੰਦਰਭ ਚ ਆਖਿਆ ਸੀ, ਉਹਨਾਂ ਨੇ ਆਖਿਆ ਸੀ ਕਿ ਸਾਰੇ ਧਰਮਾਂ ਨੂੰ ਸਤਿਕਾਰ ਦਿਓ, ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਸਿੱਖ, ਪਾਰਸੀ, ਬੋਧੀ ਆਪਣੇ ਮੁਤਾਬਕ ਰਹਿਣ ਦਿਓ। ਪਰ ਉਹ ਜਿਹੜਾ ਆਪਣੇ ਸਿੱਖ ਧਰਮ ਦਾ ਸਾਰਾ ਸਤਿਕਾਰ ਪਹਿਲਾਂ ਹੀ ਆ,
ਹਾਂ ਆਪਣੇ ਤਾਂ ਪਹਿਲਾਂ ਹੀ ਆ, ਪਰ ਗਾਂਧੀ ਨੇ ਉਹ ਚੀਜ਼ ਚੁੱਕੀ ਸੀ ਕਿ ਇੰਡੀਆ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਪਰ ਹੁਣ ਜਦੋਂ ਗਾਂਧੀ ਨੂੰ ਕਾਹਦੇ ਸਿਰ ਚੜੀ ਜਾਂਦੇ ਹੋ ਭਾਈ? ਨਹੀਂ ਉਹ ਆਪਣੀ ਜਗ੍ਹਾ ਉਹਨਾਂ ਨੇ ਜਿਹੜਾ ਪੁਆਇੰਟ ਆਖਿਆ ਜੀ ਉਹ ਸਹੀ ਨੇ, ਪੜ੍ਹੇ ਲਿਖੇ ਬੰਦੇ ਨੇ, ਇਦਾਂ ਦੀ ਕੋਈ ਗੱਲ ਨਹੀਂ ਹੈ। ਤੁਸੀਂ ਸੁਣੋ, ਚਲੋ ਮੈਨੂੰ ਮੈਂ ਕਈ ਵਾਰੀ ਸੁਣਨ ਨੂੰ ਭੁਲੇਖਾ ਲੱਗ ਜਾਂਦਾ ਵਾ ਆਪਾਂ ਨੂੰ। ਥੈਂਕ ਯੂ ਵੀਰ, ਥੈਂਕ ਯੂ। ਨਹੀਂ ਮੈਂ ਥੈਂਕ ਯੂ। ਦੇਖੋ ਉਹਨਾਂ ਨੇ ਆਖਿਆ ਸੀਗਾ ਕਿ ਕੱਟੜਵਾਦ ਮਾੜਾ ਹੈ। ਜੇ ਕੱਟੜਵਾਦ ਔਰੰਗਜ਼ੇਬ ਦਾ ਮਾੜਾ ਤੇ ਫਿਰ ਕੱਟੜਵਾਦ RSS ਦਾ ਵੀ ਤੇ ਸਿੱਖੀ ਦਾ ਵੀ ਸਾਰਿਆਂ ਦਾ ਮਾੜਾ। ਸਿੱਖੀ ਚ ਤਾਂ ਫਲਸਫੇ ਚ ਵੀ ਅਵਲ ਅੱਲਾ ਨੂਰ ਪਾਏ ਦਾ ਸੰਦੇਸ਼ ਹੈ, ਕੁਦਰਤ ਕੇ ਸਭ ਬੰਦੇ ਮਾਨਸ ਕੀ ਜਾਤ ਏਕ ਪਿਤਾ ਏਕ ਉਸਕੇ ਹਮ ਬਾਰੇ ਕਿੰਨੇ ਵਾਕ ਨੇ ਸਮਝਾਉਂਦੇ ਨੇ ਸਾਂਝੀਵਾਲਤਾ। ਜੇ ਉੱਥੇ ਵੀ ਜਿਹੜੀ ਕੱਟੜਤਾ ਉਹ ਫਿਰ ਗਲਤ ਹੈ। ਇਸੇ ਤਰ੍ਹਾਂ RSS ਦੀ ਜਿਹੜੀ ਗੌਂਡਸੇ ਦੀ ਜੋ ਨੀਤੀਆਂ ਨੇ ਉਹਨਾਂ ਦੇ ਮੁਤਾਬਕ ਅੱਜ ਗਾਂਧੀ ਨੂੰ ਯਾਦ ਕਰਦੇ ਨੇ, ਉਸ ਐਂਗਲ ਤੋਂ ਸਹੀ ਨੇ। ਮਨਜੀਤ ਇੰਦਰ ਸਿੰਘ ਬਹੁਤ ਪੜ੍ਹੇ ਗੁੜੇ ਸ਼ਖਸੀਅਤ ਨੇ। ਅਮੈਦਪੁਰੀ ਸਾਹਿਬ ਸਵਾਗਤ ਹੈ। ਮੈਂ ਤਾਂ ਪੜ੍ਹਿਆ ਭਾਈ ਜੀ, ਮੈਂ ਤਾਂ ਤੁਹਾਨੂੰ ਮੈਂ ਮਾੜੀ ਮੋਟੀ ਕਿਤਾਬ ਪੜ੍ਹ ਲੈਣਾ ਕਦੇ ਵੀ। ਜੀ ਕੋਈ ਨਹੀਂ ਥੈਂਕ ਯੂ। ਉਸ ਨਜ਼ਰੀ ਤੋਂ ਕਿਹਾ ਵੀ ਚਲੋ ਕੋਈ ਨਾ, ਮੈਂ ਕੋਈ ਮੇਰਾ ਬਾਈ ਨਾ ਕੋਈ ਨਹੀਂਗਾ, ਤੁਸੀਂ ਠੀਕ ਹੋ। ਮੈਂ ਕਹਿੰਦਾ ਵੀ ਆਪਾਂ ਯਾਰ ਚਲੋ ਬਾਕੀ ਤੁਸੀਂ ਸਿਆਣੇ ਹੋ। ਥੈਂਕ ਯੂ ਵੀਰ, ਥੈਂਕ ਯੂ। ਉਸ ਐਂਗਲ ਤੋਂ ਆਖਿਆ ਕਿ ਦੇਖੋ ਕਿ ਕੱਟੜਤਾ ਕਿੰਨੀ ਆ ਰਹੀ ਹੈ। ਹੁਣ ਮੀਂਹ ਦੀ ਆੜ ਦੇ ਵਿੱਚ ਝੋਨੇ ਦੀ ਲਿਫਟਿੰਗ ਬੰਦ ਕਰ ਦਿੱਤੀ। ਹੈਲੋ ਜੀ। ਮਹਿਤਪੁਰੀ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਹੈਲੋ ਮਹਿਤਪੁਰੀ ਸਾਹਿਬ ਗੱਲ ਕਰੋ, ਤੁਸੀਂ ਆਨ 에ਅਰ ਆ ਚੁੱਕੇ ਹੋ। ਸੌਰੀ ਮਹਿਤਪੁਰੀ ਸਾਹਿਬ ਦੀ ਲਾਈਨ ਕੱਟ ਗਈ, ਮਾਫੀ ਚਾਹਾਂਗੇ ਬਲਵਿੰਦਰ ਬਾਈ ਜੀ ਦੀ। ਤੇ ਧੰਨਵਾਦ ਦੋਸਤੋ ਆਪ ਸਭ ਦਾ। ਤੇ ਹਾਂਜੀ ਬਲਵਿੰਦਰ ਵੀਰ ਗੱਲ ਕਰੋ। ਤੁਹਾਡੀ ਆਵਾਜ਼ ਨਹੀਂ ਆ ਰਹੀ, ਕੌਣ ਤੇ ਕਿਉਂ ਲਾ ਦਿੰਦੇ ਹੋ? ਹਾਂ ਗੱਲ ਕਰੋ ਆ ਰਹੀ ਆਵਾਜ਼, ਗੱਲ ਕਰੋ। ਅੱਛਾ ਜੀ ਅੱਛਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਮਾੜਾ ਮੋਟਾ ਤਾਂ ਕਿੰਨੇ ਫੋਨ ਕੀਤੇ ਸਰ, ਮੈਂ ਤਾਂ ਇਹ ਕਹਿਣਾ ਵੀ ਤੁਸੀਂ ਮਾੜਾ ਮੋਟਾ ਇਤਿਹਾਸ ਦੇ ਬਾਰੇ ਸਰ ਗੱਲਾਂ ਕਰਿਆ ਕਰੋ। ਤੁਸੀਂ ਆਪਸ ਵਿੱਚ ਰਾਮ ਲਖਨ ਦੀ ਕੋਲ ਜੋੜੀ ਆ ਤੁਹਾਡੀ ਆ ਸੁਰਿੰਦਰਵੀਰ ਜੀ ਦੀ, ਉਹ ਨਾਲ ਜਿਆ ਕਰੋ ਇਹਨਾਂ ਦੇ। ਨਹੀਂ ਕੋਈ ਨਹੀਂ ਥੈਂਕ ਯੂ। ਨਹੀਂ ਅਲਝਦੇ ਨਹੀਂ, ਇਤਿਹਾਸ ਦੀ ਗੱਲ ਕਰਾਂਗੇ। ਥੈਂਕ ਯੂ। ਪਲੀਜ਼ ਤੁਸੀਂ ਇਹ ਗਾਲੀ ਗਲੋਚ ਨਾ ਕਰਿਆ ਕਰੋ। ਥੈਂਕ ਯੂ ਬਲਵਿੰਦਰ, ਥੈਂਕ ਯੂ। ਅਸੀਂ ਨਹੀਂ ਅਲਝਦੇ, ਸਾਡੀ ਵਿਚਾਰਕ ਚਰਚਾ ਏਦਾਂ ਦੀ ਕੋਈ ਗੱਲ ਨਹੀਂ ਹੈ। ਪਲੀਜ਼ ਏਦਾਂ ਨਹੀਂ ਕਹਿਣਾ ਚਾਹੀਦਾ। ਸੋ ਲਓ ਦੋਸਤੋ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ। ਅਮਰੀਕਾ ਚ ਇਹਨਾਂ ਦੇ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਕਾਫੀ, ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਟਰੱਕ ਪਾਰਕਿੰਗ ਫ੍ਰੀ ਹੈ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਹੈ, ਲੌਸਟਲ ਟਰੈਵਲ ਸੈਂਟਰ 14814 ਲੋਮਾ ਸਟਰੀਟ ਲੌਸਟਲ ਐਗਜ਼ਿਟ 208 ਤੇ। ਇੱਥੇ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕ ਇੱਥੇ ਤੁਸੀਂ ਲੂਕਰ ਸ਼ਾਪ ਹੈ, ਸਦਉਪਯੋਗ ਕਰੋ, ਫ੍ਰੀ ਨਹੀਂ ਹੈ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਡੈਲਟਾ ਫਿਊਲ ਕੰਪਨੀ, ਮੋਬਾਈਲ ਐਕਸ਼ਨ, ਮੈਰਾਥਨ ਫਿਊਲ ਕੰਪਨੀਆਂ ਨੇ ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ, ਬਲਵੀਰ ਸਿੰਘ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਹੈ 425 232 8413 4252328413। ਬੇਕਰਸਫੀਲਡ ਇਲਾਕੇ ਜਾ ਰਹੇ ਹੋ, ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸਟਾਪ ਦੇ ਨਾਲ ਬਣਿਆ ਇੰਡੀਅਨ ਰੈਸਟੋਰੈਂਟ, ਜਿੱਥੇ ਦੇਸੀ ਘਿਓ ਦੇ ਪਰੌਂਠੇ ਛਕ ਸਕਦੇ ਹੋ, ਨਾਲ ਟਰੱਕ ਵਾਸ਼ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ, 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 6613047500। ਇਸੇ ਤਰ੍ਹਾਂ ਵਾਸ਼ਿੰਗਟਨ ਫੀਲਡ ਸਰਵਿਸ ਹੈ, ਸਿਆਟਲ ਇਲਾਕੇ ਦੇ ਲੋਕਲ ਲੋਡ ਤੁਹਾਨੂੰ ਚਾਹੀਦੇ ਆ। ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ। ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ ਵਿੱਚ ਦਿੱਤੀ ਜਾਂਦੀ ਹੈ। ਤੇ ਤੁਹਾਨੂੰ ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਆਵਰਲੀ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਬਹੁਤ ਅੱਛੇ ਵੇਜਸ ਵਾਸ਼ਿੰਗਟਨ ਫੀਲਡ ਸਰਵਿਸ ਵਾਲੇ ਤੁਹਾਨੂੰ ਦਿੰਦੇ ਨੇ। ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਜੀ ਜਗਦੇਵ ਸਿੰਘ ਸੰਧੂ ਦਾ ਨੰਬਰ 253 266 6924 253 266 6924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 2063544060। ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਸਾਥ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਇੰਡੀਵਿਜੂਅਲ ਬਿਜ਼ਨਸ, ਵਪਾਰ, ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੇਸ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ, ਇਹ ਸੇਵਾਵਾਂ ਲੈ ਸਕਦੇ ਹੋ ਤਰਸੇਮ ਸਿੰਘ ਗਿੱਲ CPA ਤੋਂ, ਜੋ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਸਾਡਾ ਜ਼ਿਕਰ ਕਰਨ ਤੇ ਹੋਰ ਰਿਆਇਤ ਮਿਲੇਗੀ। ਨੰਬਰ ਹੈ ਤਰਸੇਮ ਸਿੰਘ ਗਿੱਲ ਦਾ 484 764 9861 484 764 9861। ਸੋਮਵਾਰ ਤੋਂ ਸ਼ਨੀਵਾਰ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ 8:30 ਤੱਕ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਆਪ ਜੀ ਨਾਲ ਜੁੜਦੇ ਹਾਂ।
ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tiwanaradio.com ਤੇ ਸੁਣ ਸਕਦੇ ਹੋ। ਆਈਫੋਨ ਤੇ ਐਂਡਰਾਇਡ ਐਪਸ ਨੇ ਉੱਥੇ ਇੰਸਟਾਲ ਕਰੋ, ਬਹੁਤ ਵਧੀਆ ਕੁਆਲਿਟੀ ਆਉਂਦੀ ਹੈ। ਆਉਣ ਵਾਲੇ ਦਿਨਾਂ 'ਚ ਸਾਡੀ ਵੈਬਸਾਈਟ ਤੋਂ ਤੁਸੀਂ ਖਬਰਾਂ ਵੀ ਪੜ੍ਹ ਸਕੋਗੇ। ਸੋ ਜਿਹੜੀਆਂ ਬ੍ਰੇਕਿੰਗ ਨਿਊਜ਼ ਨੇ, ਖਾਸ ਖਬਰਾਂ ਨੇ, ਅਸੀਂ ਦਿਆ ਕਰਾਂਗੇ ਤੇ ਉਸ ਵੈਬਸਾਈਟ ਤੇ ਵੀ ਵਿਜ਼ਿਟ ਕਰਿਆ ਕਰੋ ਪਲੀਜ਼। ਤੇ ਇਸ ਦੌਰਾਨ ਅਮਰੀਕਾ ਦੇ ਵਿੱਚੋਂ ਤਾਂ ਕਾਲ ਟੂ ਲਿਸਨ ਨੰਬਰ ਆਪਣਾ 667 930 9260 667-930-9260 ਨੰਬਰ ਹੈ ਕਾਲ ਟੂ ਲਿਸਨ ਵਾਸਤੇ, ਜਿਸ ਤੇ ਡਾਇਲ ਕਰਕੇ ਤੁਸੀਂ ਪੂਰੇ ਅਮਰੀਕਾ 'ਚ ਇਹ ਪ੍ਰੋਗਰਾਮ ਸੁਣ ਸਕਦੇ ਹੋ। ਇਸ ਤੋਂ ਇਲਾਵਾ ਮੇਰੇ ਨਾਲ ਕੋਈ ਸੰਪਰਕ ਕਰਨਾ ਹੈ, YouTube ਤੇ ਪ੍ਰੋਗਰਾਮ ਮੰਗਵਾਉਣੇ ਆ, ਤਾਂ ਫਿਰ ਤੁਸੀਂ ਸੰਪਰਕ ਕਰਨਾ ਹੈ 9876309655 9876309655। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ YouTube ਤੇ ਮੰਗਵਾ ਸਕਦੇ ਹੋ। ਸੋ ਪ੍ਰੋਗਰਾਮ ਜਦੋਂ ਲਾਈਵ ਬੰਦ ਹੋ ਜਾਂਦਾ ਜਿਵੇਂ ਹੁਣ, ਉਸ ਤੋਂ ਕੁਝ ਦੇਰ ਬਾਅਦ ਅਸੀਂ ਇਸ ਪ੍ਰੋਗਰਾਮ ਨੂੰ ਪ੍ਰਾਈਵੇਟ ਕਰ ਦਿੰਦੇ ਹਾਂ ਤੇ ਕਿਉਂਕਿ ਐਡਿਟ ਕਰਕੇ ਪ੍ਰੋਗਰਾਮ ਜਿਵੇਂ ਅੱਜ ਦਾ ਅੰਕ ਹੋਏਗਾ 490E ਮਤਲਬ ਇਵਨਿੰਗ, ਤੇ ਉਹ ਬ੍ਰੈਕਟ 'ਚ ਲਿਖਿਆ ਹੁੰਦਾ ਟਿਵਾਣਾ ਰੇਡੀਓ ਬ੍ਰੈਕਟ 490, ਉਹ ਇਵਨਿੰਗ ਦਾ ਪ੍ਰੋਗਰਾਮ ਹੁੰਦਾ ਹੈ ਤੇ ਪਲੀਜ਼ ਉਹ ਸੁਣਿਆ ਕਰੋ। ਉਹਦੇ 'ਚ ਕੁਆਲਿਟੀ ਵੀ ਬਿਹਤਰ ਹੈ ਤੇ ਉਹ ਡਾਊਨਲੋਡ ਵੀ ਹੋ ਜਾਂਦਾ ਹੈ। ਪਰ ਜਿਹੜਾ ਲਾਈਵ ਪ੍ਰੋਗਰਾਮ ਹੈ ਇਹ 6-7 ਘੰਟੇ ਡਾਊਨਲੋਡ ਨਹੀਂ ਹੁੰਦਾ, ਜਿਸ ਕਰਕੇ ਇਸ ਨੂੰ ਅਸੀਂ ਪ੍ਰਾਈਵੇਟ ਕਰ ਦਿੰਦੇ ਹਾਂ। ਤੇ ਇੰਨੀ ਇੱਕ ਬੇਨਤੀ ਆ। ਤੇ ਸਵੇਰੇ ਫਿਰ ਆਪ ਜੀ ਨਾਲ ਹੁੰਦੀ ਹੈ ਮੁਲਾਕਾਤ, ਤੇ ਸਵੇਰੇ 6 ਵਜੇ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਤੇ ਇਸ ਦੇ ਨਾਲ ਹੀ ਦਿਓ ਆ ਗਿਆ। ਸ਼ਬਾ ਖੈਰ, ਸਤਿ ਸ੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।